ਖਾਲਿਸਤਾਨ ਦੇ ਬਾਰੇ ਤਾਂ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੇ ਹੀ ਹੋ ਤੁਸੀਂ, ਹੈ ਨਾ? ਤੇ ਖਾਲਿਸਤਾਨ ਬਾਰੇ ਕੀ ਤੁਹਾਨੂੰ ਐਲਰਜੀ? ਮੈਂ ਕੱਟੜ ਵਿਰੋਧੀ ਹਾਂ ਜੀ ਖਾਲਿਸਤਾਨ ਦਾ। ਅਸੀਂ ਹਰਵਿੰਦਰ ਜੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਨਾ ਇੰਟਰਵਿਊ ਕਰ ਰਹੇ ਸੀਗੇ ਆਪਣੇ ਸਿਮਰਜੀਤ ਸਿੰਘ ਮਾਨ ਪਾਰਟੀ ਦੇ ਉੱਤੇ ਜਿਹੜੇ ਜਤਿੰਦਰਬੀਰ ਸਿੰਘ ਪੰਨੂ ਜੀ ਨੇ। ਉਹਨਾਂ ਦਾ ਅਸੀਂ ਜਦੋਂ ਖਾਲਿਸਤਾਨ ਦਾ ਸਵਾਲ ਦਾ ਜਵਾਬ ਸੀਗਾ ਸਾਡਾ ਕਿ ਖਾਲਿਸਤਾਨ ਮੰਨ ਲਓ ਬਣ ਜਾਂਦਾ ਹੈ ਨਾ, ਉਹਨਾਂ ਦਾ ਇੱਕ ਬੜਾ ਵਧੀਆ ਸਵਾਲ ਸੀਗਾ ਕਿ ਆਪਾਂ ਸਾਡਾ ਜਿਹੜਾ ਹਿੰਦੂ ਪਰਿਵਾਰ ਆ ਹੈ ਨਾ, ਆਪਾਂ ਬਹੁਤ ਸਾਰੇ ਮਤਲਬ ਕਿ ਪਰਿਵਾਰ ਦੇ ਵਿੱਚ ਵੀ ਰਹੇ ਹਾਂ ਅਤੇ ਸਾਡਾ ਕਿਤੇ ਕੋਈ ਕੱਟੜਪੰਥੀ ਵਾਲੀ ਗੱਲਬਾਤ ਨਹੀਂ ਹੈ, ਅਤੇ ਤੁਸੀਂ ਕਿਉਂ ਇੰਨੀ ਚਿੜ ਕਰਦੇ ਹੋ? ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈ। ਉਹ ਪੂਰੀ ਤਰ੍ਹਾਂ ਕੱਟੜਪੰਥੀ ਲੋਕ ਨੇ ਉਹ, ਔਰ ਇਹ ਜਾਣਬੁੱਝ ਕੇ ਕੁਝ ਹੋ ਸਕਦਾ, ਕੁਝ ਬੈਨੀਫਿਟਸ ਲੈਣ ਵਾਸਤੇ, ਕੁਝ ਵੋਟਾਂ ਦੇ ਚੱਕਰ ਦੇ ਵਿੱਚ ਇਹੋ ਜਿਹੇ ਸਟੇਟਮੈਂਟ ਦਿੰਦੇ ਹੋਣਗੇ। ਸਾਨੂੰ ਹਿੰਦੂਆਂ ਨਾਲ ਕੋਈ ਐਲਰਜੀ ਨਹੀਂ ਹੈ, ਲੇਕਿਨ ਉਹਨਾਂ ਨੂੰ ਪੂਰੀ ਤਰ੍ਹਾਂ ਹਿੰਦੂਆਂ ਨਾਲ ਐਲਰਜੀ ਹੈ। ਬਾਲਾ ਸਾਹਿਬ ਠਾਕਰੇ ਦਾ 6 ਜੂਨ ਨੂੰ ਲੈ ਕੇ ਕੋਈ ਪ੍ਰੋਗਰਾਮ ਹੈਗਾ ਤੁਹਾਡਾ? ਸਿੱਧੂ ਮੂਸੇਵਾਲੇ ਦੀ ਤੁਸੀਂ ਗੱਲ ਕੀਤੀ ਹੈ ਕਿ ਇਹਨਾਂ ਨੇ ਪਿਛਲੀ ਸਿਕਿਉਰਿਟੀ ਦੇ ਜਿਹੜਾ ਉਹਨਾਂ ਕੋਲ ਲਈ ਗਈ ਸੀ ਉਹਦੇ ਕਰਕੇ ਇਹ ਆਪਣੇ ਮੁੱਦਾ ਜ਼ਿਆਦਾ ਬਣਿਆ ਹੈ ਨਾ। ਫਿਰ ਉੱਥੇ ਗੱਲ ਇਹ ਵੀ ਚੀਜ਼ 'ਤੇ ਆਈ ਕਿ ਆਪਣੇ DGP ਸਾਹਿਬ ਨੇ ਇਹ ਵੀ ਚੀਜ਼ ਸਪਸ਼ਟੀਕਰਨ ਦਿੱਤਾ ਕਿ ਇਹ ਗੈਂਗਵਾਰ ਹੋਈ ਸੀ। ਹਾਂ, ਇਹ ਸਭ ਤੋਂ ਜਿਹੜੀ ਨਲਾਇਕੀ ਵਾਲੇ ਮੈਂ ਕਹੂੰਗਾ, ਮੈਂ ਮਾਫੀ ਮੰਗਾਂਗਾ DGP ਸਾਹਿਬ ਕੋਲੋਂ। ਤਾਂ DGP ਸਾਹਿਬ ਇਹ ਤੁਹਾਡੇ ਇੱਕ ਸਭ ਤੋਂ ਟੌਪ ਦੇ ਰੈਂਕ 'ਤੇ ਬੈਠੇ ਹੋਏ ਹੋ, ਔਰ ਉਹਨਾਂ ਵੱਲੋਂ ਇਹ ਜਿਹੜੀ ਸਟੇਟਮੈਂਟ ਰਿਲੀਜ਼ ਕਰਨੀ ਕਿ ਗੈਂਗਵਾਰ ਦਾ ਇੱਕ ਪਾਰਟ ਸੀਗਾ, ਇਹ ਬਿਲਕੁਲ ਗਲਤ ਹੈ। ਔਰ ਇਹ ਜਿਹੜੀ ਗੈਂਗਵਾਰ ਨਹੀਂ ਸੀਗੀ, ਇੱਕ ਟੈਰਰਿਸਟ ਸੀਗੇ ਜਿਹੜੇ ਅੱਜ ਕੱਲ੍ਹ ਦੇ ਗੈਂਗਸਟਰ ਦੇ ਰੂਪ ਦੇ ਵਿੱਚ ਪੈਦਾ ਹੋ ਰਹੇ ਨੇ। ਗਨਮੈਨ ਜਿਹੜੇ ਨਾਲ ਪ੍ਰੋਵਾਈਡ ਕਰਵਾ ਦਿੱਤੇ ਜਾਂਦੇ ਆ, ਕੁਝ ਖਾਲਿਸਤਾਨੀ ਜਿਹੜੇ ਗਨਮੈਨਸ ਆ ਉਹ ਮੇਰੇ ਨਾਲ ਪ੍ਰੋਵਾਈਡ ਕਰਵਾ ਦਿੱਤੇ ਜਾਂਦੇ ਆ। ਜੀ ਖਾਲਿਸਤਾਨੀ ਕਿਹੜੇ ਆਪਣੇ ਜਿਹੜੇ ਗਨਮੈਨ ਨੇ? ਖਾਲਿਸਤਾਨੀ ਗਨਮੈਨ ਜਿਹੜੇ ਖਾਲਿਸਤਾਨ ਨੂੰ ਮਤਲਬ ਕਿ ਮੰਨਦੇ ਨੇ, ਜਿਹੜੇ ਸਰਿਆਂ ਪਿੰਡਾਂ ਵਾਲੇ ਦੀ ਫੋਟੋ ਆਪਣੇ ਵਾਲਪੇਪਰ ਮੋਬਾਈਲਾਂ ਦੇ ਉੱਪਰ ਲਗਾਏ ਹੁੰਦੇ ਨੇ। ਨਹੀਂ, ਉਹ ਤੇ ਅਧਿਕਾਰ ਉਹਨਾਂ ਦਾ ਆਪਦਾ ਨਾ, ਉਹ ਪਰਸਨਲੀ ਤੁਸੀਂ ਇੱਥੇ ਕਿੱਦਾਂ ਸਵਾਲ ਦੀ ਟਿੱਪਣੀ ਕਰ ਸਕਦੇ? ਨਹੀਂ ਸਾਨੂੰ ਕਿਹਾ ਜਾਂਦਾ, ਜਦੋਂ ਮੈਂ ਕਹਿਣਾ ਕਿ ਮੈਨੂੰ ਹਿੰਦੂ ਗਨਮੈਨ ਦਿੱਤੇ ਜਾਣ, ਤੇ ਮੈਨੂੰ ਕਿਹਾ ਜਾਂਦਾ ਕਿ ਤੂੰ ਧਰਮ ਦੀ ਗੱਲ ਕਿਉਂ ਕਰਦਾ। ਉਹਨੂੰ ਬੜੇ ਆਫੀਸਰ ਕਹਿੰਦੇ ਨੇ ਇਸ ਚੀਜ਼ ਨੂੰ ਕਿ ਯਾਰ ਤੂੰ ਇਹ ਧਰਮ ਦੀ ਗੱਲ ਕਿਉਂ ਕਰਦਾ ਪਿਆ। ਕਿਉਂਕਿ ਹਰ ਇੱਕ ਦੀ ਪਰਸਨਲ ਲਾਈਫ ਆ, ਉਹ ਆਪਦੇ ਜਿਹੜੇ ਮਰਜ਼ੀ ਧਰਮ ਨੂੰ ਬਿਲੋਂਗ ਕਰਦਾ ਹੋਵੇ। ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਸਰਕਾਰ ਨੂੰ ਚੈਲੰਜ ਕਰ ਰਹੇ ਹੋ, ਇਹਦਾ ਮਤਲਬ ਕਿ ਸਾਨੂੰ ਹਿੰਦੂ ਹੀ ਪ੍ਰੋਵਾਈਡ ਕੀਤੇ। ਅਕਾਲ ਤਖਤ ਦੇ ਜਥੇਦਾਰ ਸਾਹਿਬ ਦਾ ਇੱਕ ਬਿਆਨ ਆਇਆ ਸੀਗਾ, ਉਹਦੇ ਉੱਤੇ ਤੁਸੀਂ ਟਿੱਪਣੀ ਕੀਤੀ ਸੀਗੀ ਕਿ ਪੰਜਾਬ ਦਾ ਇੱਕ ਪੰਨੂ ਹੋਰ ਮੈਂ ਪੈਦਾ ਨਹੀਂ ਕਰਨਾ ਚਾਹੁੰਦਾ। ਕੀ ਕਾਰਨ ਸੀਗਾ ਕਿ ਕਿਉਂਕਿ ਉਹਨਾਂ ਵੱਲੋਂ ਇਹ ਚੀਜ਼ ਦੇ 'ਤੇ ਬਿਆਨ ਕੀਤਾ, ਸਿੱਖਾਂ ਵੱਲੋਂ ਕਿਹਾ ਗਿਆ ਸੀ ਕਿ ਸਿੱਖ ਨੂੰ ਹਥਿਆਰ ਰੱਖਣਾ ਇੱਕ ਲਾਜ਼ਮੀ ਹੈ, ਕਿਉਂਕਿ ਜੋ ਪਰੰਪਰਾ ਜਿਹੜੀ ਚੱਲਦੀ ਆਈ ਹੈ ਪਿਛਲੇ ਵੇਲੇ ਸ਼ਾਸਤਰ ਅਧੀਨ ਸੀਗੇ ਅਤੇ ਸ਼ਾਸਤਰ ਰੱਖਦੇ ਆਏ ਸੀ। ਕੀ ਪ੍ਰੋਬਲਮ? ਜਥੇਦਾਰ ਸਾਹਿਬ ਨੇ ਉਹੀ ਗੱਲ ਕੀਤੀ ਜੋ ਪੰਨੂ ਕਰ ਰਿਹਾ ਸੀਗਾ। ਇਸ ਲਈ ਮੇਰਾ ਕਹਿਣਾ ਇਹ ਸੀਗਾ ਕਿ ਜੋ ਪੰਜਾਬ ਦੇ ਵਿੱਚ ਜੇ ਸਿੱਖਾਂ ਨੂੰ ਕੋਈ ਭੜਕਾਉਣ ਵਾਲਾ ਜੋ ਬਿਆਨ ਕੋਈ ਦੇਗਾ, ਅਸੀਂ ਉਹ ਪੈਦਾ ਸਾਡੇ ਨਾਲ ਜੁੜੇ ਨੇ ਸ਼ਿਵ ਸੈਨਾ ਦੇ ਬਾਲਾ ਸਾਹਿਬ ਠਾਕਰੇ ਦੇ ਸਟੇਟ ਵਾਈਸ ਪ੍ਰੈਜ਼ੀਡੈਂਟ ਹਰਵਿੰਦਰ ਸਿੰਘ ਸੋਨੀ ਜੀ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਚਰਚਾ ਦੇ ਵਿੱਚ ਵੀ ਰਹੇ ਸੀਗੇ ਅਤੇ ਬਹੁਤ ਸਾਰੀਆਂ ਸਵਾਲਾਂ ਦੇ ਜਵਾਬਾਂ ਦੇ ਵਿੱਚ ਘਿਰੇ ਵੀ ਸੀਗੇ। ਸੋ ਅਸੀਂ ਇਹਨਾਂ ਨਾਲ ਗੱਲਬਾਤ ਦੀ ਜਾਣਕਾਰੀ ਪੂਰੀ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ ਕਿ ਇਹ ਕੀ ਨੇ ਔਰ ਕਿੱਥੋਂ ਉੱਠੇ ਨੇ। ਨਮਸਕਾਰ ਜੀ, ਤੁਹਾਡਾ ਅੱਜ ਸਾਡੇ ਸ਼ਿਵ ਸੈਨਾ ਵਿਦਿਆਲੇ ਵਿੱਚ, ਸ਼ਿਵ ਸੈਨਾ ਕਾਰਿਆਲੇ ਵਿੱਚ ਆਉਣ ਦਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਸਮੇਂ ਕੱਢ ਕੇ ਆਏ ਹੋ, ਔਰ ਜੋ ਤੁਸੀਂ ਕਿਹਾ ਕਿ ਸਾਡੀ ਕੁਝ ਜੋ ਡਿਟੇਲਸ ਹੈਗੀਆਂ ਉਹ ਤੁਸੀਂ ਜਿਹੜਾ ਸਮਾਜ ਨੂੰ ਦੱਸਣਾ ਚਾਹੁੰਦੇ ਹੋ, ਅਤੇ ਮੈਂ ਉਹਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਜੀ। ਸੋਨੀ ਜੀ, ਬਹੁਤ ਸਾਰੀਆਂ ਸਵਾਲ ਨੇ ਜਿਹੜੇ ਸ਼ਿਵ ਸੈਨਾ ਘਿਰੀ ਰਹਿੰਦੀ ਹੈ ਹਮੇਸ਼ਾ ਸਵਾਲਾਂ ਦੇ ਵਿੱਚ, ਹੈ ਨਾ, ਚਾਹੇ ਉਹ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਹੋ ਜੇ, ਚਾਹੇ ਉਹ ਮਤਲਬ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਹੋ ਜੇ। ਇਹਨਾਂ ਬਾਰੇ ਕੀ ਕਹਿਣਾ ਤੁਹਾਡਾ? ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਸਵਾਲਾਂ ਦੇ ਜਿਹੜੇ ਘੇਰਾਵ ਦੇ ਵਿੱਚ ਉਹੀ ਲੋਕ ਆਉਂਦੇ ਜਿਹੜੇ ਕੁਝ ਕੰਮ ਕਰਦੇ ਨੇ। ਸ਼ਿਵ ਸੈਨਾ ਹਮੇਸ਼ਾ ਐਕਟੀਵੇਟ ਰਹਿੰਦੀ ਹੈ। ਤੁਸੀਂ ਦੇਖੋ ਬਾਕੀ ਲੋਕ ਜਿਹੜੇ ਹੈ, ਬਾਕੀ ਬਹੁਤ ਸੀ ਪਾਰਟੀਆਂ ਹੈ, ਚਾਹੇ BJP ਲੈ ਲਓ, ਚਾਹੇ ਕਾਂਗਰਸ ਲੈ ਲਓ, ਚਾਹੇ ਅਕਾਲੀ ਦਲ ਲੈ ਲਓ, ਉਹ ਸਿਰਫ ਵੋਟ ਦੀ ਰਾਜਨੀਤੀ ਕਰਦੇ ਨੇ। ਲੇਕਿਨ ਸ਼ਿਵ ਸੈਨਾ ਇਕਲੌਤੀ ਪਾਰਟੀ ਹੈ ਜਿਹੜੀ ਸਮਾਜਿਕ ਤੌਰ ਦੇ ਉੱਪਰ ਜਿਹੜਾ ਕੰਮ ਕਰਨਾ ਚਾਹੁੰਦੀ ਹੈ, ਇਸ ਲਈ ਉਹ ਐਕਟਿਵ ਰਹਿੰਦੀ ਹੈ, ਔਰ ਉਹਦੇ ਕਰਕੇ ਹੀ ਉਹ ਸਵਾਲਾਂ ਦੇ ਘੇਰੇ ਵਿੱਚ ਵੀ ਰਹਿੰਦੀ ਹੈ। ਜਿਹੜੀ ਤੁਸੀਂ ਗੱਲ ਕਹੀ ਹੈ ਕਿ ਤੁਸੀਂ ਬੰਦੀ ਸਿੰਘਾਂ ਦੇ ਜਾਂ ਐਸਾਂ ਦੇ ਐਕਟੀਵਿਟੀਜ਼ ਦੇ ਵਿੱਚ ਜਿਹੜੇ ਅਸੀਂ ਸਵਾਲਾਂ ਦੇ ਘੇਰੇ 'ਚ ਰਹਿੰਦੇ ਹਾਂ, ਅਸੀਂ ਇਹ ਕਹਿਣਾ ਆ ਕਿ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਉੱਭਰ ਕੇ ਆਉਣੀਆਂ ਨਹੀਂ ਚਾਹੀਦੀਆਂ, ਜਿਹੜੇ ਸਮਾਜ ਨੂੰ ਕੁਝ ਕੁਐਸਚਨ ਦੇ ਘੇਰੇ 'ਚ ਲੈ ਕੇ ਆ ਜਾਏ। ਅਤੇ ਜੇ ਤੁਸੀਂ ਸ਼ਿਵ ਸੈਨਾ ਨੂੰ ਪਰਟੀਕੂਲਰਲੀ ਜੇ ਇਸ ਚੀਜ਼ ਨੂੰ ਜ਼ਿੰਮੇਦਾਰ ਸਮਝਦੇ ਹੋ, ਤਾਂ ਮੈਂ ਕਹਾਂਗਾ ਉਹ ਗਲਤ ਹੈ, ਕਿਉਂਕਿ ਇਹ ਸਮਾਜ ਦੇ ਇੱਕ ਮੁੱਦੇ ਨੇ ਜਿਹੜੇ ਉਠਾਉਣਾ ਬਹੁਤ ਜ਼ਰੂਰੀ ਹੈ। ਇਹ ਕਿਹੋ ਜਿਹੇ ਸਵਾਲ ਮੁੱਦੇ ਹੋਏ ਜਿਹੜੇ ਸਮਾਜਿਕ ਮੁੱਦੇ ਨੇ ਕਿ ਬੰਦੀ ਸਿੰਘਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਹੈ ਨਾ, ਅਤੇ ਉੱਥੋਂ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਤਾਂ ਬਣਦੀ ਹੈ, ਹੈ ਨਾ, ਅਤੇ ਫਿਰ ਇਹਦੇ ਵਿੱਚ ਅੜਚਨਾ ਕਿਉਂ? ਦੇਖੋ, ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਹੈ, ਜੇ ਆਪਾਂ ਸਿੰਘਾਂ ਦੀ ਗੱਲ ਕਰਦੇ ਹਾਂ ਫਿਰ ਤਾਂ ਗੱਲ ਕੁਝ ਹੋਰ ਹੈ, ਲੇਕਿਨ ਤੁਸੀਂ ਕਰਦੇ ਹੋ ਅੱਤਵਾਦੀਆਂ ਦੀ ਗੱਲ। ਜਿੱਥੇ ਅੱਤਵਾਦੀਆਂ ਦੀ ਗੱਲ ਆਉਂਦੀ ਹੈ, ਅਤੇ ਉਹ ਤਾਂ ਮੈਂ ਕਹਿੰਦਾ ਸਾਰੀ ਜ਼ਿੰਦਗੀ ਅੰਦਰ ਆਉਣੀ ਚਾਹੀਦੀ, ਉਹ ਸੜ ਜਾਣੇ ਚਾਹੀਦੇ, ਗਲ ਜਾਣੇ ਚਾਹੀਦੇ, ਕਿਉਂਕਿ ਉਹਨਾਂ ਨੇ ਲੋਕਾਂ ਨੂੰ ਮਾਰਿਆ, ਉਹਨਾਂ ਨੇ ਬੇਅੰਤ ਸਿੰਘ ਨੂੰ ਮਾਰਿਆ, ਉਹਨਾਂ ਨੇ ਆਮ ਜਨਤਾ ਨੂੰ ਬੱਸਾਂ ਵਿੱਚੋਂ ਲਾ ਕੇ ਮਾਰਿਆ।
ਤੇ ਇਸ ਲਈ ਉਹਨਾਂ ਨੂੰ ਛੱਡਣਾ ਤੇ ਮੇਰੇ ਖਿਆਲ 'ਚ ਕੋਈ ਗੱਲ ਨਹੀਂ ਹੈ। ਹਾਂ, ਇਹ ਅੱਤਵਾਦੀ ਨੂੰ ਸਿੰਘਾਂ ਨਾਲ ਨਾ ਜੋੜੋ। ਸਿੰਘ ਸਾਡੇ ਗੌਰਵ ਨੇ, ਸਾਡੇ ਸਿਰ ਦੇ ਤਾਜ ਨੇ। ਸਿੰਘਾਂ ਨਾਲ ਇਹਨਾਂ ਨੂੰ ਕੰਪੈਰੀਜ਼ਨ ਕਰਕੇ ਸਿੰਘਾਂ ਨੂੰ ਛੋਟਾ ਨਾ ਕਰੋ। ਸੋਨੀ ਜੀ, ਆਪਣੇ ਖਾਲਿਸਤਾਨ ਦੇ ਬਾਰੇ ਤਾਂ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੇ ਹੋ ਤੁਸੀਂ, ਹੈ ਨਾ? ਅਤੇ ਖਾਲਿਸਤਾਨ ਬਾਰੇ ਕੀ ਤੁਹਾਨੂੰ ਅਲਰਜੀ? ਮੈਂ ਕੱਟੜ ਵਿਰੋਧੀ ਹਾਂ ਜੀ ਖਾਲਿਸਤਾਨ ਦਾ। ਉਸ ਦਾ ਕਾਰਨ ਕੀ ਹੈ ਕਿ ਜਿਹੜੀ ਖਾਲਿਸਤਾਨ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ, ਉਹ ਇੱਕ ਹਿੰਦੂ ਸਿੱਖ ਦੇ ਜਿਹੜਾ ਭਾਈਚਾਰਾ ਉਹਨੂੰ ਠੇਸ ਪਹੁੰਚਾਉਣ ਦੀ ਨੀਅਤ ਨਾਲ ਕੀਤੀ ਜਾਂਦੀ ਹੈ। ਕਾਰਨ ਕੀ ਹੈ ਕਿ ਪੰਨੂ ਵਰਗਾ ਬਾਹਰ ਬੈਠਾ ਜਾ ਕੇ ਉਹ ਖਾਲਿਸਤਾਨ ਦੀ ਮੰਗ ਕਰਦਾ ਹੈ, ਲੇਕਿਨ ਉਹਦੇ ਜਿਹੜੇ ਫੇਵਰ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਲੋਕ ਹੀ ਖੜੇ ਹੋ ਜਾਂਦੇ, ਜਿਹੜੇ ਨਵੇਂ ਬੱਚੇ ਜਿਹੜੇ ਪੈਦਾ ਹੋ ਰਹੇ ਨੇ ਹੁਣ, ਜਿਹੜੇ ਛੋਟੀ ਉਮਰਾਂ ਦੇ ਹੈਗੇ ਨੇ, ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਉਹ ਬਹੁਤ ਵਧੀਆ ਗੱਲ ਕਰ ਰਿਹਾ, ਲੇਕਿਨ ਉਹ ਸਮਾਜ ਨੂੰ ਇੱਕ ਤਰ੍ਹਾਂ ਦਾ ਤੋੜਨ ਦੀ ਕੋਸ਼ਿਸ਼ ਕਰ ਰਿਹਾ। ਇਸ ਕਾਰਨ ਮੈਂ ਉਹਦਾ ਕੰਪਲੀਟਲੀ ਵਿਰੋਧ ਕਰਦਾ ਔਰ ਕਰਦਾ ਰਹਾਂਗਾ। ਅਸੀਂ ਹਰਮਿੰਦਰ ਜੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਨਾ ਇੰਟਰਵਿਊ ਕਰ ਰਹੇ ਸੀਗੇ ਆਪਣੇ ਸਿਮਰਜੀਤ ਸਿੰਘ ਮਾਨ ਪਾਰਟੀ ਦੇ ਉੱਤੇ ਜਿਹੜੇ ਜਤਿੰਦਰਬੀਰ ਸਿੰਘ ਪੰਨੂ ਜੀ ਨੇ। ਉਹਨਾਂ ਦਾ ਅਸੀਂ ਜਦੋਂ ਖਾਲਿਸਤਾਨ ਦਾ ਸਵਾਲ ਦਾ ਜਵਾਬ ਸੀਗਾ ਸਾਡਾ ਕਿ ਖਾਲਿਸਤਾਨ ਮੰਨ ਲਓ ਬਣ ਜਾਂਦਾ ਹੈ ਨਾ, ਉਹਨਾਂ ਦਾ ਇੱਕ ਬੜਾ ਵਧੀਆ ਸਵਾਲ ਸੀਗਾ ਕਿ ਸਾਡਾ ਜਿਹੜਾ ਹਿੰਦੂ ਪਰਿਵਾਰ ਆ ਹੈ ਨਾ, ਆਪਾਂ ਬਹੁਤ ਸਾਰੇ ਮਤਲਬ ਕਿ ਪਰਿਵਾਰ ਦੇ ਵਿੱਚ ਵੀ ਰਹੇ ਹਾਂ, ਅਤੇ ਸਾਡਾ ਕਿਤੇ ਕੋਈ ਕੱਟੜਪੰਥੀ ਵਾਲੀ ਗੱਲਬਾਤ ਨਹੀਂ ਹੈ, ਅਤੇ ਤੁਸੀਂ ਕਿਉਂ ਇੰਨੀ ਚਿੜ ਕਰਦੇ ਹੋ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਉਹ ਪੂਰੀ ਤਰ੍ਹਾਂ ਕੱਟੜਪੰਥੀ ਲੋਕ ਨੇ ਉਹ, ਔਰ ਇਹ ਜਾਣਬੁੱਝ ਕੇ ਕੁਝ ਹੋ ਸਕਦਾ, ਕੁਝ ਬੈਨੀਫਿਟਸ ਲੈਣ ਵਾਸਤੇ, ਕੁਝ ਵੋਟਾਂ ਦੇ ਚੱਕਰ ਦੇ ਵਿੱਚ ਇਹੋ ਜਿਹੇ ਸਟੇਟਮੈਂਟ ਦਿੰਦੇ ਹੋਣ ਕਿ ਸਾਨੂੰ ਹਿੰਦੂਆਂ ਨਾਲ ਕੋਈ ਐਲਰਜੀ ਨਹੀਂ ਹੈ, ਲੇਕਿਨ ਉਹਨਾਂ ਨੂੰ ਪੂਰੀ ਤਰ੍ਹਾਂ ਹਿੰਦੂਆਂ ਨਾਲ ਐਲਰਜੀ ਹੈ ਔਰ ਇਹ ਕੱਟੜਵਾਦ ਫੈਲਾ ਰਹੇ ਨੇ। ਔਰ ਮੈਂ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਮੈਂ ਅੱਗੇ ਵੀ ਮੈਂ ਬੜੀ ਵਾਰੀ ਕਹਿ ਚੁੱਕਾ, ਕਿਉਂਕਿ ਇਹਨਾਂ ਨੇ ਭਗਤ ਸਿੰਘ 'ਤੇ ਵੀ ਟਿੱਪਣੀ ਕਰ ਦਿੱਤੀ ਸੀਗੀ, ਭਗਤ ਸਿੰਘ ਟੈਰਰਿਸਟ ਸੀਗਾ, ਇੱਦਾਂ ਦੀ ਕੋਈ ਟਿੱਪਣੀ ਕੀਤੀ ਸੀ, ਮੈਂ ਉਹਦੇ ਅਗੇਂਸਟ ਵੀ ਉਹ ਸਟੇਟਮੈਂਟ ਰਿਲੀਜ਼ ਕੀਤੀਆਂ ਸੀਗੀਆਂ। ਪਰੰਤੂ ਉਹ ਹਮੇਸ਼ਾ ਤੋਂ ਹੀ ਇਹ ਜਾਣਬੁੱਝ ਕੇ ਐਂਟੀ ਸੋਸ਼ਲ ਗੱਲ ਕਰਦੇ ਨੇ। ਪਿੱਛੇ ਜੀ ਤਾਂ ਉਹਨਾਂ ਨੇ ਇਹੋ ਜਿਹੀ ਇੱਕ ਵਲਗਰ ਗੱਲ ਆਪਣੇ ਫਾਦਰ ਵੱਲੋਂ ਕਹਿ ਦਿੱਤੀ ਸੀਗੀ ਉਹਨਾਂ ਨੇ, ਜਿਹੜੀ ਉਸ ਮੀਡੀਆ ਦੇ ਵਿੱਚ ਬੜੀ ਵਾਇਰਲ ਹੋਈ, ਜਿਹੜੀ ਬਹੁਤ ਜ਼ਿਆਦਾ ਇੱਕ ਤਰ੍ਹਾਂ ਦਾ ਨਿਖੇਧੀ ਕੀਤੀ ਗਈ ਉਸ ਚੀਜ਼ ਦੀ। ਸੋ ਇਹੋ ਜਿਹੀ ਸਟੇਟਮੈਂਟਸ ਉਹ ਆਪਣੇ ਉਹਨੂੰ ਹਾਈਲਾਈਟ ਕਰਨ ਵਾਸਤੇ ਕਰਦੇ ਨੇ। ਖਾਲਿਸਤਾਨ ਵਗੈਰਾ ਦਾ ਸਮਥਿੰਗ ਉਹ ਇੱਕ ਏਜੰਡਾ ਉਠਾ ਕੇ ਸਿਰਫ ਔਰ ਸਿਰਫ ਡਾਲਰ ਦੇ ਲਾਲਚ ਵਿੱਚ ਕਰਦੇ ਨੇ। ਅਦਰਵਾਈਜ਼ ਉਹਨਾਂ ਦਾ ਕੋਈ ਮੇਨ ਮੁੱਦਾ ਉਹਨਾਂ ਦਾ ਕੋਈ ਖਾਲਿਸਤਾਨ ਨਹੀਂ ਹੈਗਾ। ਕਿਉਂਕਿ ਉਹਨਾਂ ਦਾ ਇਹ ਵੀ ਗੱਲ ਕਹਿਣਾ ਵਾ ਕਿ ਸਾਡਾ ਕੋਈ ਪੰਨੂ ਨਾਲ ਜਿਹੜੇ USA ਬੈਠੇ ਨੇ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ, ਇਹ ਪੰਜਾਬ ਦੀ ਗੱਲ ਵਾ, ਇਹ ਪੰਜਾਬ ਦੇ ਵਿੱਚ ਅਸੀਂ ਆਪ ਖੁਦ ਦੇਖ ਰਹੇ ਹਾਂ। ਸਰ ਜੀ, ਇਹ ਦੁਕਾਨਦਾਰੀਆਂ ਵਾ। ਇੱਕ ਦੁਕਾਨਦਾਰ ਇੱਕੋ ਸੇਮ ਕੈਟਾਗਰੀ ਦੀ ਚੀਜ਼ ਵੇਚਦਾ ਪਿਆ। ਅਗਰ ਉਹ ਇੱਕ ਕੱਪੜੇ ਦਾ ਦੁਕਾਨਦਾਰ ਹੈਗਾ, ਦੂਜਾ ਵੀ ਕੱਪੜੇ ਦਾ ਦੁਕਾਨਦਾਰ ਹੈਗਾ, ਤਾਂ ਉਹਦੀ ਆਪਸ 'ਚ ਬਣੇਗੀ ਥੋੜ੍ਹੀ। ਸੇਮ ਇਹ ਵੀ ਡਾਲਰ ਦੇ ਲਾਲਚ ਦੇ ਵਿੱਚੋਂ ਖਾਲਿਸਤਾਨ ਦਾ ਨਾਮ ਲੈ ਕੇ ਆਪਣੇ ਕੰਮ ਕਰਦੇ ਨੇ, ਤਾਂ ਉਹ ਇਸ ਲਈ ਇੱਕ ਦੂਜੇ ਨੂੰ ਤਾਂ ਕਦੀ ਵੀ ਉਹ ਨਹੀਂ ਕਰਨਗੇ, ਐਪਰੀਸ਼ੀਏਟ ਕਰਨਗੇ ਇਸ ਚੀਜ਼ ਨੂੰ। ਬੇਸ਼ੱਕ ਉਹਨਾਂ ਦਾ ਏਜੰਡਾ ਇੱਕ ਹੀ ਹੈ, ਲੇਕਿਨ ਕੀ ਹੈ ਕਿ ਗੱਲ ਤਾਂ ਡਾਲਰ ਦੀ ਹੈ। ਜਿਹੜਾ ਜ਼ਿਆਦਾ ਬੋਲੇਗਾ ਡਾਲਰ ਉਹਨੂੰ ਜ਼ਿਆਦਾ ਮਿਲਣਗੇ। ਇਹ ਇਸ ਦੀ ਲੜਾਈ ਹੈ ਸਾਰੀ, ਅਦਰਵਾਈਜ਼ ਹੋਰ ਤਾਂ ਕੋਈ ਗੱਲ ਹੀ ਨਹੀਂ ਹੈ। ਕਿਉਂਕਿ ਖਾਲਿਸਤਾਨ ਦੀ ਗੱਲ ਕਰੀਏ ਕਿ ਖਾਲਸਾ ਰਾਜ ਤੇ ਬਹੁਤ ਸਾਰਾ ਪਹਿਲਾਂ ਦਾ ਵੀ ਰਹਿ ਚੁੱਕਿਆ ਵਾ, ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਵੀ, ਅਤੇ ਫਿਰ ਹੁਣ ਦਿੱਕਤ ਕੀ ਹੈ ਜੀ? ਨਹੀਂ, ਖਾਲਿਸਤਾਨ ਔਰ ਖਾਲਸਾ ਰਾਜ 'ਚ ਬੜਾ ਫਰਕ ਹੈ ਸਰ। ਖਾਲਿਸਤਾਨ ਮੰਗਿਆ ਸੀਗਾ ਭਿੰਡਰਾਂ ਵਾਲੇ ਨੇ, ਜਿਹਨੇ ਦੁਨੀਆ ਮਾਰੀ, ਸਾਰਿਆਂ ਨੂੰ ਉਹਨਾਂ ਨੇ ਮਤਲਬ ਕਿ ਬੱਸਾਂ 'ਚੋਂ ਲਾ ਕੇ ਮਾਰਿਆ। ਈਵਨ ਦੈਨ ਮੈਂ ਇੱਕ ਸਟੇਟਮੈਂਟ ਸੁਣੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜੇ ਸ਼ਾਮ ਤੱਕ ਕੋਈ ਮੇਰੀ ਜੀਪ ਨਾ ਛੱਡੀ ਗਈ ਤਾਂ ਮੈਂ 5000 ਹਿੰਦੂਆਂ ਨੂੰ ਮਾਰ ਦਾਂਗਾ। ਇਹ ਤਾਂ ਤੁਸੀਂ ਕੀ ਕਹਿ ਸਕਦੇ ਹੋ ਕਿ ਇਹ ਖਾਲਸਾ ਹੈ? ਨੋ, ਦਿਸ ਇਜ਼ ਨਾਟ ਖਾਲਸਾ, ਦਿਸ ਇਜ਼ ਖਾਲਿਸਤਾਨ। ਔਰ ਇਹ ਖਾਲਿਸਤਾਨ ਟੁੱਚਿਆਂ ਦੀ ਇੱਕ ਮੰਡਲੀ ਹੈਗੀ ਹੈ ਜਿਹੜੀ ਉਹ ਮੰਗਦੇ ਹੈਗੇ ਨੇ, ਅਦਰਵਾਈਜ਼ ਹੋਰ ਕੁਛ ਨਹੀਂ ਇਹਦੇ ਪਿੱਛੇ ਹੈਗਾ। ਸੋਨੀ ਜੀ, ਆਪਣੇ ਸ਼ਿਵ ਸੈਨਾ ਦੇ ਵਿੱਚ ਕਦੋਂ ਜੁਆਇਨ ਕੀਤੀ ਸੀਗੀ ਅਤੇ ਹੁਣ ਤੱਕ ਦੇ ਕੀ ਤੁਹਾਡੇ ਐਕਸਪੀਰੀਅੰਸ ਹੈ? ਲਗਭਗ 24 ਈਅਰਸ ਪਹਿਲਾਂ ਮੈਨੂੰ ਸਮਾਜ ਦੇ ਵਿੱਚ ਇੱਕ ਕੰਮ ਕਰਨ ਦਾ ਬੜਾ ਜਜ਼ਬਾ ਹੁੰਦਾ ਸੀਗਾ ਮੇਰੇ ਕੋਲ ਕਿ ਮੈਂ ਲੋਕਾਂ ਦੇ ਕੰਮ ਆਵਾਂ, ਜਿੰਨੀ ਕੁ ਮੇਰੀ ਕਾਬਲੀਅਤ ਹੈ। ਸਾਡੇ ਆਜ਼ਾਦ ਸੇਵਾ ਕਲੱਬ ਹੁੰਦਾ ਸੀ ਸਾਡਾ, ਜਿਹਨੇ ਸਟੇਟ ਦਾ ਬੈਸਟ ਕਲੱਬ ਦਾ ਅਵਾਰਡ ਜਿੱਤਿਆ ਸੀਗਾ। ਉਸ ਤੋਂ ਬਾਅਦ ਜਦੋਂ ਉਹ ਕਲੱਬ ਸਾਡਾ ਕੁਝ ਡਿਸਪਿਊਟਸ ਦੇ ਕਾਰਨ ਉਹ ਖਤਮ ਹੋ ਗਿਆ ਸੀਗਾ, ਉਦੋਂ ਮੈਂ ਉੱਥੇ ਸੈਕਟਰੀ ਹੁੰਦਾ ਸੀਗਾ ਉਸ ਕਲੱਬ ਦਾ। ਬੜਾ ਸ਼ੌਂਕ ਸੀਗਾ, ਬੜੀ ਵਾਰੀ ਮੈਂ ਲਗਭਗ 25-30 ਵਾਰੀ ਤੇ ਮੈਂ ਆਪਣਾ ਬਲੱਡ ਡੋਨੇਟ ਕੀਤਾ ਹੋਇਆ। ਮੈਂ ਬਹੁਤ ਸੇ ਉਸ ਵੇਲੇ ਕੰਮ ਕਰਦੇ, ਸਿਲਾਈ ਮਸ਼ੀਨਸ ਵੱਡੀ ਅਸੀਂ ਡੋਨੇਟ ਕਰਦੇ ਸੀਗੇ, ਕੰਬਲ ਵਗੈਰਾ ਬੜੇ, ਫਿਰ ਕਲਚਰ ਐਕਟੀਵਿਟੀਜ਼ 'ਚ ਬੜਾ ਇਨਵੋਲਵ ਹੁੰਦੇ ਸੀ ਉਸ ਵੇਲੇ। ਸੋ ਸ਼ੌਂਕ ਸੀਗਾ। ਸ਼ਿਵ ਸੈਨਾ ਨਵੀਂ ਲਾਂਚ ਹੋਈ ਸੀ ਗੁਰਦਾਸਪੁਰ ਦੇ ਵਿੱਚ, ਅਤੇ ਉਹ ਮੇਰੇ ਇੱਕ ਦੋਸਤ ਸੀਗੇ, ਸਿਵਲ ਇੰਜੀਨੀਅਰ ਹੈਗੇ ਨੇ, ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਸੋਨੀ ਅਸੀਂ ਇਹ ਸ਼ੁਰੂ ਕਰਨਾ ਤੇ ਯਾਰ ਤੂੰ ਜੁਆਇਨ ਕਰ ਲੈ। ਮੈਂ ਕਿਹਾ ਯਾਰ ਮੈਨੂੰ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਅਤੇ ਫਿਰ ਵੀ ਉਹਨੇ ਕਿਹਾ ਕਿ ਐਸਾ ਕਰਦੇ ਜੁਆਇਨ ਕਰ ਲੈ, ਨਹੀਂ ਚੰਗਾ ਲੱਗੇਗਾ ਛੱਡ ਦਾਂਗੇ ਆਪਾਂ, ਅਤੇ ਕਲੱਬ 'ਤੇ ਤੁਹਾਡਾ ਬੰਦ ਆਲਰੇਡੀ ਹੋ ਚੁੱਕਾ ਹੈ। ਮੈਂ ਠੀਕ ਲੱਗਿਆ ਮੈਨੂੰ, ਮੈਂ ਸ਼ੁਰੂਆਤ ਕਰ ਦਿੱਤੀ। ਮੈਂ ਇੱਕ ਆਮ ਸਧਾਰਨ ਮੈਂਬਰ ਦੇ ਤੌਰ 'ਤੇ ਸ਼ੁਰੂ ਹੋਇਆ ਸੀਗਾ। ਕਿੰਨੀ ਉਮਰ ਸੀਗੀ ਉਸ? ਤੁਸੀਂ ਲਗਾ ਲਓ 23-24 ਸਾਲ ਪਹਿਲਾਂ, ਅੱਜ ਤੋਂ ਲਗਭਗ 48 ਈਅਰਸ ਦੇ ਮੇਰੀ ਏਜ ਹੈ ਇਸ ਟਾਈਮ, ਔਰ ਤੁਸੀਂ ਉਸ ਤੋਂ ਕੈਲਕੂਲੇਟ ਕਰ ਸਕਦੇ ਹੋ, ਬਲਕਿ ਅੱਧੀ ਉਮਰ ਸੀ ਉਸ ਵੇਲੇ ਮੇਰੀ। ਉਸ ਤੋਂ ਬਾਅਦ ਮੈਂ ਸ਼ੌਂਕ ਸੀਗਾ, ਜਜ਼ਬਾ ਸੀਗਾ, ਜਨੂੰਨ ਸੀਗਾ, ਸਮਾਜਿਕ ਤੌਰ 'ਤੇ ਬੜਾ ਕੰਮ ਕਰਨ ਦਾ ਮੈਂ ਐਕਟੀਵੇਟ ਰਹਿੰਦਾ ਸੀਗਾ। ਕਰਦੇ ਮੈਨੂੰ ਪ੍ਰਮੋਸ਼ਨ ਮਿਲਦੀ ਗਈ। ਮੈਨੂੰ ਹਰ ਜੋ ਇੱਕ ਹੁੰਦਾ ਨਾ ਇੱਕ ਅਹੁਦਾ,
ਮੈਂ ਉੱਥੇ ਹੁੰਦੇ ਅੱਜ ਸਟੇਟ ਵਾਈਸ ਪ੍ਰੈਜ਼ੀਡੈਂਟ ਪਹੁੰਚਿਆ ਔਰ ਮੈਨੂੰ ਇਸ ਸਫ਼ਰ ਨੂੰ ਪੂਰੇ ਕਰਦੇ ਕਰਦੇ ਅੱਜ ਤੇ ਕੋਈ ਜੁਆਇਨ ਕਰਦਾ ਤੇ ਅੱਜ ਹੀ ਰਾਸ਼ਟਰੀ ਪ੍ਰਮੁੱਖ ਬਣ ਜਾਂਦਾ ਨਾ, ਉਸ ਵੇਲੇ ਐਸਾ ਦਾ ਕੁਝ ਨਹੀਂ ਸੀ ਹੁੰਦਾ। ਉਸ ਵੇਲੇ ਉਹ ਬੜੀ ਮਿਹਨਤ ਕਰਨੀ ਪੈਂਦੀ ਸੀ, ਦਰੀਆਂ ਤੱਕ ਅਸੀਂ ਵਿਛਾਉਂਦੇ ਹੁੰਦੇ ਸੀਗੇ, ਪਾਣੀ ਤੱਕ ਪਿਲਾਉਂਦੇ ਹੁੰਦੇ ਸੀਗੇ, ਤੇ ਉਹ ਕਰਦੇ ਕਰਦੇ ਅੱਜ ਇਸ ਸਟੇਜ ਤੱਕ ਪਹੁੰਚਿਆ ਕਿ ਸਟੇਟ ਵਾਈਸ ਪ੍ਰੈਜ਼ੀਡੈਂਟ ਪਹੁੰਚੇ ਆ ਔਰ सम्मान मिल रहा समाज तो। ऐसी गल नहीं है, बहुत मज़ा आ रहा है काम करने का। क्यों? कारण की है कि एक आइडियोलॉजी बना के चल रहे हैं। शिवसेना बाला साहब ठाकरे के नाम से चल रही है और बाला साहब ठाकरे की जो आइडियोलॉजी सी वो एक महान इंसान से उन्होंने जो आइडियोलॉजी अडॉप्ट कर लेंदा है, मेरे ख्याल च उन्होंने कोई चीज़ कमी नहीं रह जाती। ਤੁਸੀਂ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਹੋ, ਹੈ ਨਾ, ਤੇ ਫਿਰ ਸ਼ਿਵ ਸੈਨਾ ਨੂੰ ਹੀ ਕਿਉਂ ਤੁਸੀਂ ਇਹ ਚੀਜ਼ 'ਤੇ ਲਿਆ? देखो ਬਹੁਤ ਸਾਰੀਆਂ ਹੋਰ ਸੰਸਥਾ ਵੀ ਸੀਗੇ, ਤੁਸੀਂ ਜੁਆਇਨ ਕਰ ਸਕਦੇ ਸੀ। देखो शिव सेना जी है वो कोई ਇਹੋ ਜਿਹੀ ਗੱਲ ਨਹੀਂ ਹੈਗੀ, ਉਹ 'ਚ ਹਰ ਧਰਮ ਦੇ ਲੋਕ ਨੇ। ਸਾਡੇ ਕ੍ਰਿਸਚੀਅਨਸ ਵੀ ਸਾਡੇ ਪ੍ਰੈਜ਼ੀਡੈਂਟ ਹੈਗੇ ਨੇ, ਸਾਡੇ ਸਿੱਖ ਵੀ ਸਾਡੇ ਪ੍ਰੈਜ਼ੀਡੈਂਟ। ਹੁਣੇ ਥੋੜ੍ਹੀ ਦੇਰ ਪਹਿਲਾਂ ਪਾਟੀਆ ਸਾਹਿਬ ਹੈਗੇ ਨੇ ਉੱਥੋਂ ਲੁਧਿਆਣਾ ਤੋਂ, ਉਹਨਾਂ ਦਾ ਮੈਨੂੰ ਕਾਲ ਆਇਆ ਹੋਇਆ ਸੀਗਾ। ਦੈਟ ਮੀਨਸ ਕੀ ਹੈ ਕਿ ਸਾਡੇ 'ਚ ਕੋਈ ਧਰਮ ਦੀ ਕੋਈ ਗੱਲ ਨਹੀਂ ਹੈਗੀ। ਔਰ ਰਹੀ ਗੱਲ ਕਿ ਤੁਸੀਂ ਹਿੰਦੂ ਸਿੱਖ ਦੀ ਗੱਲ ਕਰਦੇ ਹੋ, ਬੇਸ਼ੱਕ ਮੈਂ ਸਿੱਖ ਫੈਮਿਲੀ 'ਚ ਮੈਂ ਬਿਲੋਂਗ ਕਰਦਾ, ਬਟ ਜੋ ਮੇਰੀ ਕੀ ਕਹਿੰਦੇ ਆ ਪਾਲਣ ਮੈਨੂੰ ਕੀਤਾ ਗਿਆ, ਜਿਹੜਾ ਲਾਲਣ ਪਾਲਣ ਜਿਹੜਾ ਮੈਨੂੰ ਕੀਤਾ ਗਿਆ, ਉਹ ਇੱਕ ਹਿੰਦੂ ਰੀਤੀ ਰਿਵਾਜ਼ਾਂ ਦੇ ਨਾਲ ਹਮੇਸ਼ਾ ਤੋਂ ਕੀਤਾ ਗਿਆ। ਮੈਂ ਸ਼ੰਕਰ ਜੀ ਦਾ ਬਹੁਤ ਵੱਡਾ ਭਗਤ ਆਪਣੇ ਆਪ ਨੂੰ ਮੰਨਦਾ, ਮੈਂ ਰਾਵਣ ਤੋਂ ਵੀ ਵੱਡਾ ਮੰਨਦਾ ਆਪਣੇ ਆਪ ਨੂੰ ਮੈਂ। ਅਤੇ ਇਸ ਲਈ ਮੇਰੀ ਜਿਹੜੀ ਹਮੇਸ਼ਾ ਹੀ ਧਾਰਨਾ ਜਿਹੜੀ ਰਹੀ ਹੈ ਉਹ ਇੱਕ ਹਿੰਦੂ ਜਿਹੜੇ ਕਮਿਊਨਿਟੀ ਹੈ ਉਹਦੇ ਨਾਲ ਅਟੈਚਡ ਰਹੀ ਹੈ। ਲੇਕਿਨ ਇਹ ਨਹੀਂ ਹੈ ਕਿ ਮੈਂ ਕੋਈ ਹੋਰ, ਮੈਂ ਗੁਰਦੁਆਰੇ 'ਚ ਵੀ ਉਹਨਾਂ ਹੀ ਜਾਂਦਾ, ਮੈਂ ਉਹਨਾਂ ਇੱਥੇ ਕੀ ਕਹਿੰਦੇ ਚਰਚਿਸ ਵਿੱਚ ਵੀ ਜਾਣਾ। ਹਾਂ, ਹਜੇ ਮੈਂ ਮੁਸਲਿਮ ਜਿਹੜੀ ਹੈਗੀ ਹੈ ਕੌਮ, ਜਿਹੜੀ ਕਹਿ ਸਕਦੇ ਆਪਾਂ ਕਿ ਜਿਹੜੇ ਉਹਨਾਂ ਨੇ ਆਪਣੇ ਅਦਾਰੇ ਖੋਲ੍ਹੇ ਹੋਏ ਨੇ, ਮੈਂ ਉੱਥੇ ਅਵੋਇਡ ਕਰਦਾ। ਕਾਰਨ ਹੈ ਕਿ ਉਹ ਇੱਕ ਬੜੀ ਛੋਟੀ ਸੋਚ ਲੈ ਕੇ ਜਿਹੜੀ ਆ ਸਮਾਜ ਨੂੰ ਵਿਭਾਜਨ ਕਰਨ ਦੇ ਵਿੱਚ ਉਹ ਬਿਲੀਵ ਕਰਦੇ ਨੇ, ਇਸ ਲਈ ਮੈਂ ਥੋੜ੍ਹਾ ਜਿਹਾ ਅਵੋਇਡ ਕਰਦਾ। ਬਾਕੀ ਹੋਰ ਕਿਸੇ ਧਰਮ ਨਾਲ ਸਾਡੀ ਕੋਈ ਇੱਦਾਂ ਦੇ ਹੈ ਨਹੀਂ ਹੈ। ਨਹੀਂ, ਇੱਦਾਂ ਦਾ ਆਪਣੇ ਪੰਗਾ ਵੀ ਕੋਈ ਪਿਆ ਹੈਗਾ ਕਿ ਜਿਹੜਾ ਮੁਸਲਿਮ ਭਾਈਚਾਰੇ ਨੂੰ ਤੁਸੀਂ ਅਵੋਇਡ ਕਰਦੇ ਹੋ? ਪੰਗਾ ਤਾਂ ਬਿਲਕੁਲ ਹੈ। ਤੁਸੀਂ ਦੇਖੋ ਨਾ ਕਿ ਲਵ ਜਿਹਾਦ ਚੱਲ ਰਿਹਾ ਤੇ ਬੜੀ ਬੁਰੀ ਤਰ੍ਹਾਂ ਉਹਨਾਂ ਨੇ ਸਾਡੀਆਂ ਬੱਚੀਆਂ ਨੂੰ ਉਹਨਾਂ ਨੇ ਵਰਗਲਾ ਕੇ ਗਲਤ ਨਾਮ ਲੈ ਕੇ, ਮਤਲਬ ਕਿ ਹਿੰਦੂ ਨਾਮ ਰੱਖ ਕੇ ਉਹਨਾਂ ਨੇ ਝੂਠ ਬੋਲ ਕੇ। ਦੇਖੋ, ਇੱਕ ਮੰਨ ਲਓ ਕਿ ਕਿਸੇ ਕਮਿਊਨਿਟੀ ਨਾਲ ਬੰਦਾ ਬਿਲੋਂਗ ਕਰਦਾ, ਉਹ ਆਪਣੀ ਆਈਡੈਂਟੀਟੀ ਤੇ ਆਪਣੀ ਕਲੀਅਰ ਕਰੇ ਨਾ, ਆਈਡੈਂਟੀਟੀ ਕਲੀਅਰ ਕਰਕੇ ਉਸ ਤੋਂ ਬਾਅਦ ਜੋ ਕੁਝ ਮਰਜ਼ੀ ਕਰੇ। ਲੇਕਿਨ ਆਪਣੀ ਆਈਡੈਂਟੀਟੀ ਲੁਕਾ ਕੇ ਇੱਕ ਗਲਤ ਸੈਂਸ ਦੇ ਨਾਲ ਇੱਕ ਪਰਿਵਾਰ ਉਜਾੜ ਦੇਣਾ, ਇੱਕ ਬੱਚਿਆਂ ਨੂੰ ਤਬਾਹ ਕਰ ਦੇਣਾ, ਜਿਹੜੇ ਇਹ ਚੀਜ਼ਾਂ ਸਾਨੂੰ ਠੀਕ ਨਹੀਂ ਲੱਗਦੀਆਂ, ਕਿਉਂਕਿ ਇਹ ਆਲ ਓਵਰ ਇੰਡੀਆ ਦੇ ਵਿੱਚ ਹੋ ਰਿਹਾ ਔਰ ਇਹ ਬੜੀ ਗਲਤ ਸੋਚ ਦੇ ਨਾਲ ਹੋ ਰਿਹਾ। ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਮੰਗ ਵੀ ਕਰਦਾ ਆਦਰਨੀਏ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਿ ਜਿਹੜਾ ਉਹ ਹੈਗਾ ਤੁਹਾਡਾ ਬੱਚਿਆਂ ਨੂੰ ਪੈਦਾ ਕਰਨ ਵਾਲਾ ਜਿਹੜਾ ਕਾਨੂੰਨ ਹੈ, ਉਹਨਾਂ 'ਚ ਕਟੌਤੀ ਕਰਨ ਵਾਸਤੇ ਉਹ ਕਾਨੂੰਨ ਜਲਦੀ ਤੋਂ ਜਲਦੀ ਪੈਦਾ ਕਰੋ। ਹਰਵਿੰਦਰ ਜੀ, ਪਿਛਲੇ ਦਿਨੀ ਤੁਸੀਂ ਇੱਕ ਬਿਆਨ ਜਾਰੀ ਕੀਤਾ ਸੀਗਾ ਕਿ ਬਹੁਤ ਸਾਰੇ ਲੋਕ ਜਿਹੜੇ ਅਲੱਗ-ਅਲੱਗ ਸਟੇਟ ਦੇ ਉੱਤੋਂ ਗੁਰਦਾਸਪੁਰ ਸਿਟੀ ਦੇ ਵਿੱਚ ਆ ਕੇ ਰਹਿੰਦੇ ਨੇ, ਹੈ ਨਾ, ਇਸ ਬਾਰੇ ਤੁਸੀਂ ਐਸਐਸਪੀ ਸਾਹਿਬ ਨੂੰ ਵੀ ਮਿਲੇ ਹੋ? ਬਿਲਕੁਲ ਜੀ, ਉਹਦੇ ਬਾਰੇ ਕੀ ਕਹਿਣਾ ਹੈ ਤੇ ਇਹਦਾ ਕਾਰਨ ਕੀ ਹੈ ਜੀ? 2-4 ਸਾਲ ਪਹਿਲਾਂ, ਮਤਲਬ ਕਿ 2-4 ਨਹੀਂ ਮੈਂ ਕਹਿ ਰਿਹਾ, 2-4 ਸਾਲ ਕਹਿ ਗਿਆ, ਬਲਕਿ ਤੁਸੀਂ ਲਗਾ ਲਓ 5 ਸਾਲ ਤੋਂ ਪਹਿਲਾਂ ਦੀ ਗੱਲ ਆ। ਉਦੋਂ ਵੀ ਸਾਡੇ ਗੁਰਦਾਸਪੁਰ ਦੇ ਵਿੱਚ ਬੜੇ ਅਪ੍ਰਵਾਸੀ ਲੋਕ, ਜਿਹੜੇ ਮੈਂ ਖਾਸ ਕਮਿਊਨਿਟੀ ਵੱਲੋਂ ਨਹੀਂ ਫਿਲਹਾਲ ਬੋਲਾਂਗਾ, ਅਪ੍ਰਵਾਸੀ ਲੋਕ ਜਿਹੜੀਆਂ ਮਹਿੰਗੀਆਂ ਦੁਕਾਨਾਂ ਕਿਰਾਏ 'ਤੇ ਲੈ ਕੇ ਉਹਨਾਂ ਨੇ ਇੱਕ ਹੋਰ ਹੀ ਜਿਹੜੀ ਸੋਚ ਨਾਲ ਇੱਥੇ ਆਏ ਸੀਗੇ। ਮੇਰੇ ਕੋਲ ਕੁਝ ਇੰਟੈਲੀਜੈਂਸ ਦੇ ਲੋਕ ਮੈਨੂੰ ਮਿਲੇ ਸੀ, ਉਹਨਾਂ ਨੇ ਮੇਰੇ ਧਿਆਨ 'ਚ ਲਿਆਂਦਾ ਸੀਗਾ। ਉਸ ਤੋਂ ਬਾਅਦ ਮੈਂ ਆਪਣੇ ਲੈਵਲ 'ਤੇ ਸਰਵੇ ਕੀਤਾ ਸੀਗਾ ਅਤੇ ਉਹ ਜਦੋਂ ਦੇਖਿਆ ਕਿ ਉਹ ਇੱਕ ਗਲੀਆਂ ਦੇ ਵਿੱਚ ਪਹੁੰਚ ਚੁੱਕੇ ਨੇ, ਬੜੀ ਜਗ੍ਹਾ 'ਤੇ ਉਹਨਾਂ ਨੇ ਕਿਰਾਏ 'ਤੇ ਮਕਾਨ ਲਏ ਹੋਏ ਨੇ ਔਰ ਆਂਦਾ ਇੱਕ ਜਣਾ। ਉਸ ਤੋਂ ਬਾਅਦ ਥੋੜ੍ਹੇ ਦਿਨਾਂ ਵਿੱਚ ਉਸੇ ਮਕਾਨ ਵਿੱਚ ਦੇਖਦੇ ਆ ਕਿ 20-20, 25-25 ਲੋਕ ਇੱਥੇ ਆ ਕੇ ਵਸਣਾ ਸ਼ੁਰੂ ਕਰ ਦਿੰਦੇ ਆ, ਜਦ ਕਿ ਗੁਰਦਾਸਪੁਰ ਇੱਕ ਛੋਟਾ ਜਿਹਾ ਸ਼ਹਿਰ ਹੈ, ਇੱਥੇ ਕਾਰੋਬਾਰ ਵੀ ਇੰਨਾ ਨਹੀਂ ਹੈਗਾ। ਜਿਹੜੇ ਆਲਰੇਡੀ ਸਥਾਪਿਤ ਜਿਹੜੇ ਕਾਰੋਬਾਰੀ ਨੇ ਉਹ ਵੀ ਇਸ ਟਾਈਮ ਮੰਦੀ ਦੀ ਮਾਰ 'ਚ ਜਿਹੜੇ ਜੂਝ ਰਹੇ ਨੇ। ਸੋ ਉਹ ਜਦੋਂ ਇੱਥੇ ਆ ਕੇ ਸੈਟਲ ਹੋਏ ਨੇ ਤਾਂ ਉਹਨਾਂ ਦੀ ਜਦੋਂ ਮੈਂ ਡਿਟੇਲ ਕੱਢੀ ਹੈ ਤਾਂ ਉਹਦੇ ਵਿੱਚ ਆਏਗਾ ਕਿ ਉਹਨਾਂ ਦੇ ਮੁੰਡੇ ਜਿਹੜੇ ਆ ਉਹ ਸਾਰਾ ਦਿਨ ਜਿਮ ਕਰਦੇ ਰਹਿੰਦੇ ਆ। ਠੀਕ ਹੈ ਜੀ, ਕਾਰੋਬਾਰ ਕਦੋਂ ਕਰਦੇ ਆ? ਇਸ ਲਈ ਉਹਨਾਂ ਨੂੰ ਕੋਈ ਨਾਜਾਇਜ਼ ਫੰਡਿੰਗ ਆਉਣੀ ਪਈ ਸੀਗੀ, ਜਿਨ੍ਹਾਂ ਦਾ ਕੰਮ ਸੀਗਾ ਸਿਰਫ ਔਰ ਸਿਰਫ ਇੱਥੇ ਸੈਟਲ ਕਰਨਾ। ਮੈਂ ਉਸ ਚੀਜ਼ ਦੀ ਮੰਗ ਕੀਤੀ ਸੀ। ਇੱਕ ਵਵਿੰਦਰ ਮਹਾਜਨ ਜੀ ਸੀਗੇ ਡੀਐਸਪੀ, ਉਹਨਾਂ ਦੀ ਡਿਊਟੀ ਲੱਗੀ ਸੀ ਐਸਐਸਪੀ ਸਾਹਿਬ ਵੱਲੋਂ, ਲੇਕਿਨ ਉਹਨਾਂ ਨੇ ਇੰਨੀ ਵਧੀਆ ਡਿਊਟੀ ਨਿਭਾਈ ਨਹੀਂ ਉਹਨਾਂ ਨੇ। ਅਸੀਂ ਉਹਨਾਂ 'ਤੇ ਬੜਾ ਪ੍ਰੈਸ਼ਰ ਬਿਲਡ ਕੀਤਾ ਸੀਗਾ ਔਰ ਕਾਫੀ ਵਾਰੀ ਮੇਰੀ ਚਰਚਾ ਹੋਈ, ਲੇਕਿਨ ਉਸ ਤੋਂ ਬਾਅਦ ਸਾਡਾ ਇੱਕ ਲੜਕਾ ਗੈਂਗਸਟਰ ਨੇ ਮਾਰ ਦਿੱਤਾ ਸੀਗਾ ਪੁਰਾਣਾ ਸ਼ਾਲਾ ਚੌਂਕ ਦੇ ਵਿੱਚ, ਅਤੇ ਅਸੀਂ ਉਸ ਪਾਸੇ ਸੋਚ ਨਹੀਂ ਪਾਏ। ਕੀ ਨਾਮ ਸੀਗਾ ਉਹਨਾਂ ਦਾ? ਕਿਹੜਾ? ਜਿਹੜਾ ਗੈਂਗਸਟਰ ਦੇ ਵਿੱਚ ਮਾਰੇ ਸੀ ਪੁਰਾਣੇ ਸ਼ਾਲੇ ਵਿੱਚ? ਅਜੇ ਸਲਾਰੀਆ ਸੀਗਾ ਸਾਡਾ ਜੀ, ਬੱਚਾ ਸੀਗਾ, ਸਮਝ ਲਓ ਮੇਰਾ ਛੋਟਾ, ਅਤੇ ਇਕੱਲਾ ਬੱਚਾ ਸੀਗਾ, ਉਹਨੂੰ ਗੈਂਗਸਟਰ ਨੇ ਮਾਰ ਦਿੱਤਾ ਸੀ ਗੋਲੀ ਮਾਰ ਕੇ। ਉਸ ਤੋਂ ਬਾਅਦ ਅੱਛਾ, ਉਹ ਮੈਂ ਉਹਦੇ ਥੋੜ੍ਹੇ ਐਡੀਸ਼ਨ ਮੈਂ ਕਰ ਦੇਵਾਂ ਕਿ ਉਸ ਦੀ ਸੂਚਨਾ ਅਸੀਂ ਪਹਿਲਾਂ ਵੀ ਦਿੱਤੀ ਸੀ ਇਹਨਾਂ ਨੂੰ, ਐਸਐਸਪੀ ਸਾਹਿਬ ਨੂੰ, ਡੀਐਸਪੀ ਵਵਿੰਦਰ ਮਹਾਜਨ ਉਹਨਾਂ ਨੂੰ, ਕਿ ਉਹਨਾਂ ਨੂੰ ਮਾਰਨ ਦੇ ਚਾਂਸਸ ਬੜੇ ਹੈਗੇ ਨੇ, ਲੇਕਿਨ ਇਹ ਕੁਝ ਨਹੀਂ ਕਰ ਪਾਏ। ਉਹ ਇਲੀਗਲ ਵੈਪਨ ਸੀ ਉਹਨਾਂ ਕੋਲ। ਚਲੋ ਇਹ ਅਲੱਗ ਵਿਸ਼ੇ ਹੈ। ਲੇਕਿਨ ਜਿਹੜਾ ਕਮਿਊਨਿਟੀ ਦੀ ਗੱਲ ਕਰ ਰਹੇ ਹੋ ਤੁਸੀਂ, ਜਿਹੜੇ ਅਪ੍ਰਵਾਸੀ ਲੋਕ ਇੱਥੇ ਆ ਕੇ ਸੈਟਲ ਹੋ ਰਹੇ ਨੇ, ਉਹਨਾਂ ਦੀ ਇੱਕ ਬਹੁਤ ਮਾੜੀ ਸੋਚ ਹੈ। ਬਿਲੀਵ ਕਰੋ ਸਰ ਕਿ ਉਹ ਇੱਕ ਸਾਡੇ ਦੇਸ਼ ਲਈ ਘਾਤਕ ਹੈ।
ਤੁਸੀਂ ਅੱਜ ਦੀ ਡੇਟ ਵਿੱਚ ਅਗਰ ਕਿਸੇ ਪੰਜਾਬੀਆਂ ਕੋਲੋਂ ਤੁਸੀਂ ਵੈਪਨਸ ਦੀ ਡਿਟੇਲ ਲੈਣਾ ਚਾਹੋ ਨਾ ਤਾਂ ਤੁਹਾਨੂੰ ਘੱਟ ਮਿਲਣਗੇ, ਲੇਕਿਨ ਇਹਨਾਂ ਕੋਲ ਇਲੀਗਲ ਵੈਪਨ ਬਹੁਤ ਮਿਲਣਗੇ। ਜਿਹੜੀਆਂ ਵਾਰਦਾਤਾਂ ਹੋ ਰਹੀਆਂ, ਇੰਨਾ ਕੁਝ ਹੋ ਰਿਹਾ ਇੱਥੇ, ਉਹਦਾ ਮਕਸਦ ਇਹੀ ਹੈ। ਇਹ ਸਿਰਫ ਆਪਣੀ ਆਬਾਦੀ ਵਧਾ ਕੇ ਆਉਣ ਵਾਲੇ ਸਮੇਂ ਵਾਸਤੇ ਬਹੁਤ ਜ਼ਿਆਦਾ ਖਤਰਨਾਕ ਸਾਡੇ ਵਾਸਤੇ ਹੋ ਜਾਣਗੇ, ਕਿਉਂਕਿ ਸਾਡਾ ਗੁਰਦਾਸਪੁਰ ਜਿਹੜਾ ਬਾਰਡਰ ਬੈਲਟ ਹੈ, ਔਰ ਬਾਰਡਰ ਬੈਲਟ ਦੇ ਵਿੱਚ ਸਾਨੂੰ ਸਿਰਫ ਇਹਨਾਂ ਤੋਂ ਖਤਰਾ ਨਹੀਂ ਹੈ। ਜਦੋਂ ਸਾਡੀ ਕਿਸੇ ਪਾਕਿਸਤਾਨ ਨਾਲ ਮੰਨ ਲਓ ਲੜਾਈ ਹੋ ਜਾਂਦੀ ਹੈ, ਸ਼ੁਰੂ ਹੋ ਜਾਂਦੀ ਹੈ, ਤਾਂ ਸਾਨੂੰ ਦੋਹਰੀ ਲੜਾਈ ਲੜਨੀ ਪਵੇਗੀ। ਇੱਕ ਤਾਂ ਪਾਕਿਸਤਾਨ ਦੇ ਨਾਲ, ਉਹ ਜਿਹੜੇ ਇੱਕ ਲੋਕ ਇਹ ਬੈਠੇ ਨੇ। ਸੋ ਇਹ ਜਿਹੜੀਆਂ ਅਸਲ ਮੁੱਦਾ ਜਿਹੜਾ ਚੱਕਿਆ ਸੀਗਾ, ਇਹ ਬੜਾ ਜੈਨੂਨ ਮੁੱਦਾ ਸੀਗਾ, ਔਰ ਇਹ ਪ੍ਰਸ਼ਾਸਨ ਨੂੰ ਇਸ ਚੀਜ਼ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ। ਅੱਜ ਵੀ ਮੈਂ ਇਸ ਮੁੱਦੇ ਨੂੰ ਖਤਮ ਨਹੀਂ ਹੋਣ ਦੇਣਾ। ਅਸੀਂ ਥੋੜ੍ਹੇ ਦਿਨ ਤੱਕ, ਉਸ ਤੋਂ ਪਹਿਲਾਂ ਥੋੜ੍ਹੇ ਦਿਨ ਪਹਿਲਾਂ ਜਦੋਂ ਆਉਂਦੀ ਹੈ ਥਰਸਡੇ ਆਉਂਦਾ ਹੈ, ਇਹਨਾਂ ਨੇ ਬਾਹਰ ਨਮਾਜ਼ਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀ। ਜਿਸ ਤਰ੍ਹਾਂ ਯੂਪੀ ਬਿਹਾਰ ਦੀਆਂ ਅਸੀਂ ਗੱਲਾਂ ਸੁਣਦੇ ਹਾਂ ਸੀਗਾ, ਰੋਡ ਦੇ ਉੱਪਰ ਬਹਿ ਕੇ ਇਹਨਾਂ ਨੇ ਨਮਾਜ਼ਾਂ ਸ਼ੁਰੂ ਕਰ ਦਿੱਤੀਆਂ। ਔਰ ਤੁਸੀਂ ਬਿਲੀਵ ਕਰੋਗੇ ਕਿ ਜੰਮੂ ਤੋਂ ਗੱਡੀਆਂ ਇੱਥੇ ਆਉਂਦੀਆਂ, ਕੀ ਉਹ ਰਸਤੇ ਵਿੱਚ ਉਹਨਾਂ ਨੂੰ ਕਿਤੇ ਉਹ ਮਸੀਤ ਵਗੈਰਾ ਨਹੀਂ ਮਿਲਦੀ ਉਹਨਾਂ ਨੂੰ? ਉਹ ਗੁਰਦਾਸਪੁਰ 'ਚ ਕਿਉਂ ਆ ਰਹੇ ਨੇ? ਕਾਰਨ ਸਿਰਫ ਹੈ ਕਿ ਇੱਥੇ ਉਹਨਾਂ ਨੂੰ ਬਹਾਨੇ ਨਾਲ ਆਉਂਦੇ ਨੇ, ਔਰ ਉਹਨਾਂ ਦੀ ਉੱਥੇ ਕੋਈ ਪਲੈਨਿੰਗਸ ਹੁੰਦੀਆਂ। ਮੈਂ ਬਹੁਤਾ ਉਹਨਾਂ ਦਾ ਇਤਿਹਾਸ ਤਾਂ ਜਾਣਦਾ ਨਹੀਂ, ਮੈਨੂੰ ਜਿੱਥੇ ਤੱਕ ਪਤਾ ਹੈ ਉਹਨਾਂ ਦਾ ਇਤਿਹਾਸ, ਕਿ ਉਹ ਉਹਨਾਂ ਦਾ ਇੱਕ ਚੀਜ਼ ਦਾ ਵਾ ਕਿ ਜਦੋਂ ਉਹਨਾਂ ਨੇ ਨਮਾਜ਼ ਦਾ ਟਾਈਮ ਹੁੰਦਾ, ਸ਼ਾਇਦ ਉਹ 3 ਤੋਂ 4 ਵਾਰੀ ਪੜ੍ਹਦੇ ਨੇ ਹਨਾ ਦਿਨ ਦੇ ਵਿੱਚ। ਉਹਨਾਂ ਜਦੋਂ ਟਾਈਮ ਹੁੰਦਾ, ਜਿੱਥੇ ਵੀ ਹੁੰਦੇ ਨੇ, ਉਹ ਉੱਥੇ ਆਪਣੇ ਚਾਦਰ ਵਿਛਾ ਕੇ ਆਪ ਦਾ ਨਮਾਜ਼ ਅਦਾ ਕਰਦੇ ਨੇ। ਇਸ ਬਾਰੇ ਤੁਸੀਂ ਬਿਆਨ ਕਿੱਦਾਂ ਕਹਿ ਸਕਦੇ ਹੋ ਕਿ ਉਹ ਆਪਣੇ ਜਿੱਥੇ ਮਰਜ਼ੀ ਬੈਠ ਸਕਦੇ? ਨਹੀਂ, ਆਪਣੀ ਪ੍ਰਾਈਵੇਟ ਜਗ੍ਹਾ 'ਤੇ ਜਿੱਥੇ ਮਰਜ਼ੀ ਬੈਠਣ ਨੂੰ, ਅਸੀਂ ਤਾਂ ਕਹਿੰਦੇ ਹੀ ਨਹੀਂ ਹੈ। ਆਪਣੇ ਘਰ ਦੇ ਅੰਦਰ ਬੈਠ ਕੇ ਕਰਨ, ਜਿਸ ਤਰ੍ਹਾਂ ਵੀ ਕਰਨਾ। ਇਹ ਥੋੜ੍ਹੀ ਕਿ ਰੋਡ ਚੱਲ ਰਿਹਾ, ਰੋਡ ਦੇ ਉੱਪਰ ਬੈਠ ਜਾਣਗੇ। ਉਹ ਕਿਸ ਤਰ੍ਹਾਂ ਬੈਠਣ ਦਾਂਗੇ ਅਸੀਂ? ਇਹ ਰੋਡ ਦੇ ਉੱਤੇ ਕਿੱਦਾਂ ਬੈਠ ਜਾਣਗੇ? ਉਹ ਤਾਂ ਸਾਈਡ ਦੇ ਉੱਤੇ ਬੈਠਣਗੇ ਨਾ। ਬਿਲਕੁਲ ਨਹੀਂ ਬੈਠਦੇ, ਉਹ ਰੋਡ ਦੇ ਵਿੱਚ ਬੈਠਦੇ ਆ। ਉਹ ਜਾਣਬੁੱਝ ਕੇ ਉਹ ਸਾਈਡ ਦੇ ਵੀ ਕਿਉਂ ਬੈਠਣਗੇ ਸਰ? ਕਦੋਂ ਦੇਖਿਆ ਤੁਸੀਂ ਇਹ ਚੀਜ਼? ਸੋ ਮੈਨੀ ਟਾਈਮਸ, ਹਜ਼ਾਰਾਂ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਪਈਆਂ ਨੇ। ਤੁਸੀਂ ਇੱਥੇ ਆ ਕੇ ਦੇਖੋ ਸਾਡੇ। ਹੁਣ ਉਹਨਾਂ ਨੇ ਆ ਕੇ ਜਦੋਂ, ਅੱਛਾ ਜੇ ਉਹ ਸਹੀ ਸੀਗੇ, ਉਸ ਤੋਂ ਬਾਅਦ ਜਦੋਂ ਮੈਂ ਕਹਿ ਦਿੱਤਾ ਕਿ ਬਈ ਮੈਂ ਉੱਥੇ ਜਾ ਰਿਹਾ ਉਹਨਾਂ ਨੂੰ ਬੰਦ ਕਰਾਉਣ ਵਾਸਤੇ, ਤੇ ਇਮੀਡੀਏਟਲੀ ਪ੍ਰਸ਼ਾਸਨ ਨੇ ਕਿਉਂ ਉਹਨਾਂ ਨੂੰ ਅੰਦਰ ਕਰ ਦਿੱਤਾ? ਫਿਰ ਉਹ ਕਿਉਂ ਅੰਦਰ ਜਾ ਕੇ ਬੈਠ ਕੇ ਨਮਾਜ਼ ਅਦਾ ਕਰਨ ਲੱਗ ਪਏ? ਹੋ ਸਕਦਾ ਕਿ ਪ੍ਰਸ਼ਾਸਨ ਨੇ ਇਸ ਕਰਕੇ ਉਹਨੂੰ ਅੰਦਰ ਕੀਤਾ ਕਿ ਵਾਇਲੇਸ਼ਨ ਕ੍ਰੀਏਟ ਨਾ ਹੋਵੇ। ਬਿਲਕੁਲ, ਵਾਇਲੇਸ਼ਨ ਤੇ ਹੋਏਗੀ ਆਪਣੇ ਆਪ ਜਦੋਂ ਉਕਸਾਣਗੇ। ਤੇ ਨੈਚੁਰਲੀ ਹੈ ਕਿ ਇਹ ਚੀਜ਼ਾਂ ਨੂੰ ਪ੍ਰਸ਼ਾਸਨ ਨੂੰ ਆਪਣੀ ਲੈਵਲ 'ਤੇ ਠੀਕ ਕਰ ਦੇਣਾ ਚਾਹੀਦਾ। ਸਾਨੂੰ ਬੋਲਣ ਦੀ ਲੋੜ ਨਹੀਂ ਮਹਿਸੂਸ ਹੋਣੀ ਚਾਹੀਦੀ। ਸੋਨੀ ਜੀ, ਤੁਸੀਂ ਇੱਕ ਗੱਲ ਕੀਤੀ ਆ ਆਪਣੇ ਬਿਆਨਾਂ ਦੇ ਵਿੱਚ ਕਿ ਪਿਛੇ ਦਿਨੀ ਜਿਹੜਾ ਆਪਣੇ ਪੁਰਾਣਾ ਸ਼ਾਲਾ ਦੇ ਵਿਖੇ ਗੈਂਗਸਟਰਾਂ ਨੇ ਆਪਣੇ ਤੁਹਾਡੇ ਆਗੂ ਨੂੰ ਮਾਰਿਆ ਸੀਗਾ, ਹਨ ਕਾਰਨ ਕੀ ਸੀਗਾ? ਕਾਰਨ ਕਿ ਗੁੰਡਾਗਰਦੀ, ਬਦਮਾਸ਼ੀ, ਟੈਰਰਿਜ਼ਮ, ਇਹ ਸਭ ਕੁਝ ਚੱਲ ਰਿਹਾ ਸਾਡੇ ਸਮਾਜ ਵਿੱਚ ਇਸ ਟਾਈਮ। ਔਰ ਉਸ ਟਾਈਮ ਤੇ ਅੱਜ ਤੇ ਜਗ੍ਹਾ ਜਗ੍ਹਾ ਦੇ ਉੱਪਰ ਗੈਂਗਸਟਰਾਂ ਦੀ ਗੱਲਾਂ ਹੋ ਰਹੀਆਂ ਨਾ। ਤੁਸੀਂ ਬਿਲੀਵ ਕਰੋਗੇ ਕਿ ਇਹ ਸਾਰੇ ਦੋਸ਼ੀ ਜਿਹੜੇ ਆ ਨਾ, ਇਹ ਸਾਡਾ ਆਪਣਾ ਪ੍ਰਸ਼ਾਸਨ ਵੀ ਹੈ। ਉਹ ਲੋਕ ਜਿਹੜੇ ਜਿਨ੍ਹਾਂ ਨੇ ਗੋਲੀ ਮਾਰੀ, ਉਹ ਪੀਓ ਸੀਗੇ। ਇੱਕ ਹਫ਼ਤਾ ਪਹਿਲਾਂ ਅਸੀਂ ਪੂਰੀ ਇਨਫੋਰਮੇਸ਼ਨ ਦਿੱਤੀ ਹੈ ਕਿ ਉਹਨਾਂ ਕੋਲ ਕਿੰਨੇ ਵੈਪਨ ਹੈ, ਜਰਮਨ ਮੇਡ ਕਿੰਨੇ, ਇਟਲੀ ਮੇਡ ਕਿੰਨੇ, ਔਰ ਲੋਕਲ ਕਿੰਨੇ ਹੈ, ਔਰ ਉਹਨਾਂ ਕੋਲ ਬੁਲੇਟਸ ਕਿੰਨੀਆਂ, 70 ਬੁਲੇਟਸ ਉਹਨਾਂ ਕੋਲ ਉਸ ਵੇਲੇ ਅਵੇਲੇਬਲ ਸੀਗੀਆਂ। ਆਲਰੇਡੀ ਅਸੀਂ ਇਸ ਚੀਜ਼ ਦੀ ਇਨਫੋਰਮੇਸ਼ਨ ਜਿਹੜੀ ਹੈ ਐਸਐਸਪੀ ਸਾਹਿਬ ਤੋਂ ਲੈ ਕੇ ਇੱਕ ਐਸਐਚਓ ਤੱਕ ਦੇ ਦਿੱਤੀ ਹੋਈ ਸੀਗੀ ਜੀ। ਅੱਛਾ, ਉਹ 2 ਦਿਨ ਪਹਿਲਾਂ ਆ ਰਹੇ ਉੱਥੇ, 7 ਵਜੇ ਦਾ ਟਾਈਮ ਸੀਗਾ, ਉਹਨਾਂ ਨੇ ਉੱਥੇ ਆਉਣਾ ਹੈ। ਸਾਨੂੰ ਪਤਾ ਲੱਗ ਗਿਆ, ਅਸੀਂ ਇਨਫੋਰਮੇਸ਼ਨ ਦਿੱਤੀ। ਤੁਸੀਂ ਬਿਲੀਵ ਕਰੋਗੇ 2 ਬਜ਼ੁਰਗ ਕਾਂਸਟੇਬਲ ਉਹਨਾਂ ਨੂੰ ਫੜਨ ਵਾਸਤੇ ਡੰਡਿਆਂ ਵਾਲੇ ਉਹਨੂੰ ਭੇਜਿਆ ਗਿਆ। ਜਾ ਕੇ ਉਹ ਟੈਰਰਿਸਟ, ਉਹ ਪੱਟ ਤੇ ਪੱਟ ਹੱਥ ਮਾਰ ਕੇ ਉਹ ਦੌੜ ਗਏ ਉੱਥੋਂ ਸਾਹਮਣੇ। ਤੇ ਕੋਈ ਬਾਈ ਫੇਸ ਜਾਣਦੇ ਜੇ ਕਿੱਦਾਂ ਪਤਾ ਲੱਗਾ? ਸਰ ਇੱਥੋਂ ਦੇ ਜਿਹੜੇ ਹੈਗੇ ਆ, ਗੋਤਾਂ ਦੇ ਹੈਗੇ ਨੇ, ਉਹ ਸਾਰੇ ਦੁਨੀਆ ਨੂੰ ਪਤਾ। ਸਰ ਇਹ ਜਿਹੜੇ ਗੈਂਗਸਟਰ ਜਿਹੜੇ ਬਣੇ, ਆਲਰੇਡੀ ਬਣੇ ਹੋਏ ਨੇ, ਇਹ ਤੁਹਾਡੇ ਖਿਆਲ 'ਚ ਪੁਲਿਸ ਨੂੰ ਇਹਨਾਂ ਦਾ ਕੁਝ ਨਹੀਂ ਪਤਾ? ਸਰੇਆਮ ਉਹਨਾਂ ਨੇ ਐਸਐਚਓ 'ਤੇ ਗੋਲੀਆਂ ਚਲਾ ਦਿੱਤੀਆਂ। ਤੁਹਾਡੇ ਖਿਆਲ 'ਚ ਪੁਲਿਸ ਨੂੰ ਇਹਨਾਂ ਦਾ ਪਤਾ ਨਹੀਂ ਹੁੰਦਾ? ਕੁਝ ਸਭ ਕੁਝ ਪਤਾ ਹੁੰਦਾ ਇਹਨਾਂ ਨੂੰ, ਲੇਕਿਨ ਇਹ ਕੁਝ ਕਾਰਵਾਈ ਕਰਦੇ ਕਿਉਂ ਨਹੀਂ? ਤੇ ਤੁਹਾਡਾ ਕਹਿਣ ਦਾ ਮਤਲਬ ਕਿ ਇਹ ਪੁਲਿਸ ਦੀ ਨਾਲਾਇਕੀ ਹੈ ਜੀ? ਬਿਲਕੁਲ 100%। ਇਸੇ ਲਈ ਐਸਐਚਓ ਨੂੰ ਉੱਥੇ ਸਸਪੈਂਡ ਕੀਤਾ ਗਿਆ ਸੀਗਾ। ਕਿਉਂ ਕੀਤਾ ਗਿਆ ਸੀ ਉਹਨੂੰ? ਕਿਉਂਕਿ ਉਹਦੀ ਨਲਾਇਕੀ ਸਾਬਿਤ ਹੋਈ ਸੀ। ਲੇਕਿਨ ਮੈਂ ਫਿਰ ਕਹਾਂਗਾ ਕਿ ਉਹ ਸਿਰਫ ਐਸਐਚਓ ਨੂੰ ਜਾਣਬੁੱਝ ਕੇ ਸਸਪੈਂਡ ਕੀਤਾ ਗਿਆ, ਕਿਉਂਕਿ ਉਹ ਛੋਟੇ ਅਹੁਦੇ 'ਤੇ ਸੀਗਾ। ਲੇਕਿਨ ਉਸ ਤੋਂ ਜਿਹੜੇ ਵੱਡੇ ਸੀਗੇ, ਜਿਸ ਤਰ੍ਹਾਂ ਡੀਐਸਪੀ ਭੁਪਿੰਦਰ ਮਹਾਜਨ ਸੀਗੇ, ਇੱਕ ਹੋਰ ਡੀਐਸਪੀ ਸੀਗੇ, ਇਹਨਾਂ ਨੂੰ ਤਾਂ ਸਾਰੀ ਇਨਫੋਰਮੇਸ਼ਨ ਸੀਗੀ ਕਿ ਕਿਸ ਟਾਈਮ ਉਹਨਾਂ ਨੇ ਆਉਣਾ, ਕਿਹੜੇ ਵੈਪਨ ਉਹਨਾਂ ਕੋਲ ਹੈ, ਕਿਉਂ ਨਹੀਂ ਫੜਿਆ? ਹਾਲਾਂਕਿ ਪੀਓ ਸੀਗੇ। ਸਾਡਾ ਇੱਕ ਫਰਜ਼ ਬਣਦਾ ਇੱਕ ਆਮ ਨਾਗਰਿਕ ਹੋਣ ਦੇ ਨਾਤੇ, ਅਸੀਂ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਹੈ ਬਕਾਇਦਾ। ਇਹਨਾਂ ਦਾ ਫਰਜ਼ ਬਣਦਾ ਸੀ ਉਹਨਾਂ ਨੂੰ ਫੜਨ। ਤੇ ਮਾਰਨ ਦਾ ਕਾਰਨ ਕੀ ਸੀਗਾ? ਕਿ ਉਹਦੇ ਕੋਲ ਕੀ ਸੀਗਾ ਜਿਹੜਾ ਇਹੋ ਜਿਹਾ ਕਿ ਉਹਨਾਂ ਨੇ ਮਾਰਿਆ ਸੀਗਾ? ਪਿਛਲੀ ਰੰਜਿਸ਼ ਸੀਗੀ ਉਹਨਾਂ ਦੀ? ਸਰ ਉਹ ਧਮਕੀਆਂ ਨਹੀਂ, ਇਹ ਪੁਲਿਸ ਨੇ ਬਾਅਦ ਵਿੱਚ ਬਹੁਤ ਕੁਝ ਬਣਾਉਣਾ ਹੁੰਦਾ ਹੈ ਕਿ ਉਹ ਰੰਜਿਸ਼ ਸੀਗੀ। ਮੈਨੂੰ ਜਦੋਂ ਗੋਲੀ ਮਾਰੀ ਗਈ ਹੈ, ਉਹ ਪਹਿਲਾਂ ਤਾਂ ਸਟੇਟਮੈਂਟ ਰਿਲੀਜ਼ ਕਰਤੀ ਕਿ ਇਹਨਾਂ ਦੀ ਆਪਸੀ ਰੰਜਿਸ਼, ਜਦ ਕਿ ਮੈਂ ਜਾਣਦਾ ਤੱਕ ਨਹੀਂ। ਉਹ ਖੰਨੇ ਦਾ ਰਹਿਣ ਵਾਲਾ ਕਸ਼ਮੀਰਾ ਸਿੰਘ, ਮੈਂ ਇੱਥੋਂ ਦਾ ਰਹਿਣ ਵਾਲਾ, ਉਹਨਾਂ ਨੂੰ ਪਤਾ ਕੁਝ ਨਹੀਂ ਹੈਗਾ। ਲੇਕਿਨ ਪੁਲਿਸ ਨੇ ਇੱਕ ਸਟੇਟਮੈਂਟ ਰਿਲੀਜ਼ ਕਰ ਦਿੱਤੀ ਕਿ ਇਹਨਾਂ ਦੀ ਪਰਸਨਲ ਰੰਜਿਸ਼ ਸੀਗੀ। ਤੇ ਉਹ ਹੈਰਾਨੀ ਵਾਲੀ ਗੱਲ ਹੈ ਕਿ ਪੁਲਿਸ ਇਹ ਜਦੋਂ ਸਰੇਆਮ ਆਪਣੀ ਗਲਤੀ ਕਿਉਂ ਨਹੀਂ ਮੰਨਦੀ ਹੈਗੀ? ਜਦੋਂ ਮੁੰਡੇ ਦਾ ਅਸੀਂ ਦੱਸ ਦਿੱਤਾ ਕਿ ਆਲਰੇਡੀ ਉਹਨੂੰ ਮਾਰਨ ਵਾਸਤੇ ਬੜੀ ਪਲੈਨਿੰਗਸ ਹੋ ਰਹੀਆਂ, ਔਰ ਆਲਰੇਡੀ ਉਹ ਹਿੱਟ ਕਰਨ ਵਾਸਤੇ ਉਹਨਾਂ ਨੂੰ ਆ ਰਹੇ ਨੇ, ਵੈਪਨਸ ਉਹਨਾਂ ਕੋਲ ਹੈ, ਲੇਕਿਨ ਇਹਨਾਂ ਦੀ ਨਾਲਾਇਕੀ ਹੈ 100% ਕਿ ਜਿਹੜੇ ਨਹੀਂ ਫੜ ਸਕੇ। ਅੱਛਾ, ਉਦੋਂ ਜੇ ਮੰਨ ਲਓ ਕਿ ਉਹ ਜਿਹੜੇ ਗੈਂਗਸਟਰ ਨੇ, ਅਗਰ ਉਹਨਾਂ 'ਤੇ ਪੂਰਾ ਨਕੇਲ ਕੱਸ ਲਈ ਹੁੰਦੀ, ਤਾਂ ਅੱਜ ਜੇ ਨੌਬਤ ਨਾ ਆਉਂਦੀ। ਸਾਡਾ ਇੱਕ ਚੰਗਾ ਕਲਾਕਾਰ ਜਿਹੜਾ ਸਾਡਾ ਉਹ ਅੱਜ ਮਾਰਿਆ ਗਿਆ ਉਹਨਾਂ ਦੇ ਹੱਥੋਂ, ਔਰ ਛੋਟੀ ਜਿਹੀ ਉਮਰ ਵਿੱਚ ਮਾਰਿਆ ਗਿਆ, ਔਰ ਇਕੱਲਾ ਮਾਂ-ਬਾਪ ਦਾ ਬੱਚਾ ਸੀਗਾ ਜਿਹੜਾ ਇਹਨਾਂ ਦੀ ਨਾਲਾਇਕੀ ਦੇ ਨਾਲ ਮਰਿਆ। ਸੋ ਉਹਦੇ ਬਾਰੇ ਕਿਹਾ ਗਿਆ ਕਿ ਉਹ ਮਤਲਬ ਕਿ ਡੀਜੀਪੀ ਨੇ ਹੀ ਆਪਣੀ ਸਿਕਿਉਰਿਟੀ ਹਟਾਈ। ਉਸ ਆਪਣੇ ਭਗਵੰਤ ਮਾਨ ਨੇ ਇੰਨੀ ਗੱਲ ਕਹੀ ਸੀਗੀ ਕਿ ਇਹ ਆਪਣੀ ਸਿਕਿਉਰਿਟੀ ਇਹਨਾਂ ਦੀ ਵਾਪਸ ਲਈ ਜਾਵੇ। ਉਹ ਸਿਕਿਉਰਿਟੀ ਦਾ ਮੁੱਦਾ ਸੀਗਾ, ਉਹ ਸੀਐਮ ਸਾਹਿਬ ਦਾ ਸੀਗਾ।
ਨਾ ਕਿ ਪੁਲਿਸ ਪ੍ਰਸ਼ਾਸਨ ਦਾ ਸੀ। ਨਹੀਂ ਸਰ, ਇੱਦਾਂ ਨਹੀਂ ਹੁੰਦਾ। ਦੇਖੋ ਇਨਪੁਟਸ ਜਿਹੜੇ ਆਉਂਦੇ ਆ ਉਹ ਸਾਰੇ ਇੰਟੈਲੀਜੈਂਸ ਦੀ, ਕੋਲ ਲਗਭਗ 8 ਤਰ੍ਹਾਂ ਦੀਆਂ ਅਲੱਗ-ਅਲੱਗ ਇੰਟੈਲੀਜੈਂਸ ਹੈਗੀਆਂ, ਜਿਨ੍ਹਾਂ ਦੀ ਇੱਕ ਰਿਪੋਰਟ ਜਿਹੜੀ ਹੈ ਫਾਈਨਲ ਇੱਕ ਜਗ੍ਹਾ ਤੇ ਪਹੁੰਚਦੀ ਹੈ। ਉਸ ਤੋਂ ਬਾਅਦ ਫਿਰ ਡਿਸੀਜਨ ਲਿਆ ਜਾਂਦਾ ਕਿ ਕਿਹਦੀ ਸਿਕਿਉਰਿਟੀ ਘਟਾਈ ਜਾਏ, ਕਿਸ ਦੀ ਸਿਕਿਉਰਿਟੀ ਵਧਾਈ ਜਾਏ। ਮੈਂ ਨਹੀਂ ਕਹਿੰਦਾ ਕਿ ਉਹਨਾਂ ਕੋਲ ਡਿਸੀਜਨ ਕੋਈ ਗਲਤ ਲਿਆ ਹੋਏਗਾ ਜਾਂ ਕਿਸ ਤਰ੍ਹਾਂ ਹੈ, ਲੇਕਿਨ ਮੈਂ ਇੱਕ ਚੀਜ਼ ਤੁਹਾਡੇ ਕੋਲ ਕੁਐਸਚਨ ਤੁਹਾਡੇ ਮਾਧਿਅਮ ਨਾਲ ਪੁੱਛਣਾ ਹੈ ਕਿ ਜੇ ਉਹਨਾਂ ਨੂੰ ਖਤਰਾ ਨਹੀਂ ਸੀਗਾ ਤਾਂ ਹੀ ਤਾਂ ਸਿਕਿਉਰਿਟੀ ਉਹਨਾਂ ਨੇ ਵਾਪਸ ਲਈ, ਉਹਨਾਂ ਨੇ ਵਿਡਰੋ ਜਿਹੜੀ ਉਹਨਾਂ ਦੀ ਘਟਾਈ ਉਹਨਾਂ ਦੀ, ਹੈ ਨਾ। ਤੇ ਜੇ ਉਹਨਾਂ ਦਾ ਖਤਰਾ ਨਹੀਂ ਸੀਗਾ ਕੋਈ ਵੀ ਤਾਂ ਫਿਰ ਉਹਨਾਂ ਨੂੰ ਮਾਰ ਕਿਸ ਤਰ੍ਹਾਂ ਦਿੱਤਾ ਗਿਆ? ਤੇ ਜੇ ਉਹਨਾਂ ਨੂੰ ਪਤਾ ਸੀਗਾ ਕਿ ਉਹਨੂੰ ਮਾਰ ਦੇਣਾ ਵਾ ਤੇ ਫਿਰ ਇਹਨਾਂ ਨੂੰ ਕਿੱਦਾਂ ਨਹੀਂ ਪਤਾ ਲੱਗਿਆ ਕਿ ਇਨਪੁਟ ਇਹਨੂੰ ਖਤਰਾ ਹੈ ਕਿ ਨਹੀਂ ਹੈ? ਤੇ ਇਹਨਾਂ ਨੂੰ ਇੰਟੈਲੀਜੈਂਸ ਦੀ ਫੇਲਿਅਰ 100% ਇੱਥੇ ਮਾਨ ਸਾਹਿਬ ਦੀ ਕੀ ਗੱਲ ਹੈਗੀ ਇੱਥੇ ਮੁੱਖ ਮੰਤਰੀ? ਸੋ ਆਪਣੇ ਸਿੱਧੂ ਮੂਸੇਵਾਲੇ ਦੀ ਤੁਸੀਂ ਗੱਲ ਕੀਤੀ ਹੈ ਕਿ ਇਹਨਾਂ ਨੇ ਪਿਛਲੀ ਸਿਕਿਉਰਿਟੀ ਦੇ ਜਿਹੜਾ ਉਹਨਾਂ ਕੋਲ ਲਈ ਗਈ ਸੀ ਉਹਦੇ ਕਰਕੇ ਇਹ ਆਪਣੇ ਮੁੱਦਾ ਜ਼ਿਆਦਾ ਬਣਿਆ ਹੈ ਨਾ। ਫਿਰ ਉੱਥੇ ਗੱਲ ਇਹ ਵੀ ਚੀਜ਼ 'ਤੇ ਆਈ ਕਿ ਆਪਣੇ ਡੀਜੀਪੀ ਸਾਹਿਬ ਨੇ ਇਹ ਵੀ ਸਪਸ਼ਟੀਕਰਨ ਦਿੱਤਾ ਕਿ ਇਹ ਗੈਂਗਵਾਰ ਹੋਈ ਸੀਗੀ। ਹਾਂ, ਇਹ ਸਭ ਤੋਂ ਜਿਹੜੀ ਨਲਾਇਕੀ ਵਾਲੀ ਮੈਂ ਕਹੂੰਗਾ, ਮੈਂ ਮਾਫੀ ਮੰਗਾਂਗਾ ਡੀਜੀਪੀ ਸਾਹਿਬ ਕੋਲੋਂ ਕਿ ਡੀਜੀਪੀ ਸਾਹਿਬ ਇਹ ਤੁਹਾਡੇ ਇੱਕ ਸਭ ਤੋਂ ਤੁਸੀਂ ਟੌਪ ਦੇ ਰੈਂਕ 'ਤੇ ਬੈਠੇ ਹੋਏ ਹੋ, ਔਰ ਉਹਨਾਂ ਵੱਲੋਂ ਇਹ ਜਿਹੜੀ ਸਟੇਟਮੈਂਟ ਰਿਲੀਜ਼ ਕਰਨੀ ਕਿ ਗੈਂਗਵਾਰ ਦਾ ਇੱਕ ਪਾਰਟ ਸੀਗਾ, ਇਹ ਬਿਲਕੁਲ ਗਲਤ ਹੈ। ਔਰ ਇਹ ਜਿਹੜੀ ਗੈਂਗਵਾਰ ਨਹੀਂ ਸੀਗੀ, ਇੱਕ ਟੈਰਰਿਸਟ ਸੀਗੇ ਜਿਹੜੇ ਅੱਜ ਕੱਲ੍ਹ ਦੀ ਗੈਂਗਸਟਰ ਦੇ ਰੂਪ ਦੇ ਵਿੱਚ ਪੈਦਾ ਹੋ ਰਹੇ ਨੇ। ਠੀਕ ਹੈ, ਅੱਜ ਕੱਲ੍ਹ ਟੈਰਰਿਜ਼ਮ ਜਿਹੜਾ ਵੈ ਉਹਨੂੰ ਇੱਕ ਦਿਸ਼ਾ ਹੀ ਅਲੱਗ ਦੇ ਦਿੱਤੀ ਗਈ ਹੈ ਉਹਨਾਂ ਨੂੰ, ਗੈਂਗਸਟਰ ਨੂੰ ਹਾਇਰ ਕਰਕੇ, ਕਿਉਂਕਿ ਨੌਜਵਾਨ ਵਿਹਲੇ ਬੜੇ ਬੈਠੇ ਘੁੰਮਦੇ ਪਏ ਨੇ, ਕੁਝ ਨਸ਼ੇੜੀ ਨੇ, ਉਹਨਾਂ ਨੂੰ ਥੋੜ੍ਹੇ ਪੈਸੇ ਦਾ ਲਾਲਚ ਦੇ ਕੇ, ਲੇਕਿਨ ਜਿਹੜੀ ਮੇਨ ਐਕਟੀਵਿਟੀਜ਼ ਜਿਹੜੇ ਕਰ ਰਹੇ ਨੇ ਉਹ ਪਿੱਛੋਂ ਟੈਰਰਿਸਟ ਹੀ ਕਰ ਰਹੇ ਨੇ। ਇਹ ਆਪ ਵੀ ਇਹਨਾਂ ਨੇ ਮੰਨਿਆ। ਠੀਕ ਹੈ, ਬਿਸ਼ਨੋਈ ਵਰਗੇ ਜਿਹੜੇ ਬੜੇ ਪਪੂਲਰ ਕਰਦੇ, ਹੁਣ ਦੱਸੋ ਮੇਰੀ ਗੱਲ ਸੁਣੋ, ਜੇਲ੍ਹ ਦੇ ਅੰਦਰ ਬੈਠੇ ਨੇ ਗੈਂਗਸਟਰ। ਠੀਕ ਹੈ, ਕੀ ਆ ਜੇਲਰ ਮਰੇ ਪਏ ਨੇ ਕਿ ਉਹਨਾਂ ਦੇ ਹੁੰਦੇ ਹੋਏ ਉਹ ਸਭ ਕੁਝ ਕਰਦੇ ਪਏ ਨੇ? ਜੇਲਰਾਂ ਨੂੰ ਕੋਈ ਕੰਟਰੋਲ ਨਹੀਂ ਹੁੰਦਾ ਕੁਝ ਵੀ ਇਹਨਾਂ ਕੋਲੋਂ? ਕਿਉਂ ਉਹਨਾਂ ਨੂੰ ਮੋਬਾਈਲ ਪ੍ਰੋਵਾਈਡ ਕਰਵਾਏ ਜਾਂਦੇ ਆ ਉੱਥੇ? ਕਿਉਂ ਉਹਨਾਂ ਨੂੰ VIP ਫੈਸਿਲਿਟੀਜ਼ ਦਿੱਤੀ ਜਾਂਦੀਆਂ? ਅਗਰ ਮੰਨ ਲਓ ਉਹਨਾਂ ਨੂੰ ਉੱਥੇ ਜੇਲ੍ਹ ਦੀ ਤਰ੍ਹਾਂ ਹੀ ਰੱਖਿਆ ਜਾਵੇ ਜਿਸ ਤਰ੍ਹਾਂ ਬਾਕੀ ਕੈਦੀਆਂ ਨੂੰ ਰੱਖਿਆ ਜਾਂਦਾ, ਉਹਨਾਂ ਕੋਲ ਕਿੱਥੋਂ ਟਾਈਮ ਮਿਲ ਜਾਣਾ ਕਿ ਉਹ ਆਪਣੇ ਨੂੰ ਇਹ ਬਾਹਰ ਐਕਟੀਵਿਟੀਜ਼ ਵੀ ਇਨਵੋਲਵ ਕਰ ਸਕਣ? ਉਹਨਾਂ ਕੋਲ ਆਪਣਾ ਉੱਥੇ ਜਾਨ ਬਚਾਉਣੀ ਔਖੀ ਹੋ ਜਾਂਦੀ ਹੈ ਕਿ ਬਈ ਆ ਟਾਈਟ ਪਏ ਆ, ਸਾਨੂੰ ਟਾਈਮ ਸਿਰ ਰੋਟੀ ਨਹੀਂ ਮਿਲਦੀ ਪਈ, ਜਾਂ ਜਿਸ ਤਰ੍ਹਾਂ ਵੀ ਜੋ ਪ੍ਰੋਸੀਜਰ ਹੁੰਦਾ ਜੇਲ੍ਹ ਦਾ, ਉਹ ਤਾਂ ਉਹਨਾਂ ਵਿੱਚੋਂ ਨਹੀਂ ਬਾਹਰ ਨਿਕਲ ਸਕਦੇ। ਇਹ ਫਿਰ ਕਿਸ ਤਰ੍ਹਾਂ ਨੀ ਵੱਡੀ ਐਕਟੀਵਿਟੀਜ਼ ਕਰ ਜਾਂਦੇ ਨੇ? ਇਹ ਜੇਲ੍ਹ ਦਾ ਆਪ ਮਿਲੇ ਹੋਏ ਨੇ ਸਰ ਸਾਰੇ। ਪੁਲਿਸ ਅਗਰ ਇਸ ਚੀਜ਼ ਨੂੰ ਡੀਪਲੀ ਲੈ ਕੇ ਚੱਲੇ। ਆਪਣੇ ਇੱਥੇ ਇਹ ਚੀਜ਼ ਦਾ ਵੀ ਕਿ ਜੇ ਲਾਰੈਂਸ ਬਿਸ਼ਨੋਈ ਦੀ ਗੱਲ ਕੀਤੀ, ਲਾਰੈਂਸ ਬਿਸ਼ਨੋਈ ਨੇ ਇਹ ਚੀਜ਼ ਦੀ ਜ਼ਿੰਮੇਵਾਰੀ ਲਈ ਹੈ, ਹੈ ਨਾ। ਤੇ ਲਾਰੈਂਸ ਬਿਸ਼ਨੋਈ ਨੇ ਪਿਛਲੇ ਦਿਨ ਹੀ ਆਪਣੇ ਸਲਮਾਨ ਖਾਨ ਨੂੰ ਵੀ ਧਮਕੀ ਦਿੱਤੀ ਸੀਗੀ, ਹੈ ਨਾ। ਤੇ ਫਿਰ ਉਦੋਂ ਵੀ ਪੁਲਿਸ ਪ੍ਰਸ਼ਾਸਨ ਇਹ ਚੁਕੰਨਾ ਸੀਗਾ ਕਿ ਜਿਹੜਾ ਉੱਥੇ ਉਹਨਾਂ ਨੂੰ ਵੀ ਫਿਲਹਾਲ ਮੈਂ ਮੰਨਦਾ ਵਾਂ ਕਿ ਸਿੱਧੂ ਮੂਸੇਵਾਲੇ ਨੂੰ ਵੀ ਧਮਕੀਆਂ ਪਹਿਲਾਂ ਆਲਰੇਡੀ ਆਈਆਂ ਹੋਣਗੀਆਂ, ਹੈ ਨਾ। ਉਹਨਾਂ ਨੇ ਬੜੀ ਇਤਲਾਹ ਦਿੱਤੀ ਹੋ ਗਿਆ ਆਪਣੇ ਲੋਕਲ ਥਾਣੇ ਨੂੰ। ਤੇ ਕੀ ਪੁਲਿਸ ਪ੍ਰਸ਼ਾਸਨ ਇੰਨਾ ਨਾਕਾਮ ਆ ਕਿ ਜਿਹੜੀ ਉਹਨਾਂ ਦੀ ਸਿਕਿਉਰਿਟੀ ਨੂੰ ਦੇਖਦਿਆਂ ਹੋਇਆਂ ਕਿ ਉਹਨਾਂ ਦੀ ਕੋਈ ਸੁਰੱਖਿਆ ਕਵਚ ਕੋਈ ਨਹੀਂ? ਦੇਖੋ ਨਾ ਤੁਸੀਂ, ਅਗਰ ਸਲਮਾਨ ਖਾਨ ਪੰਜਾਬ 'ਚ ਰਿਹਾ ਹੁੰਦਾ ਤਾਂ ਉਹ ਵੀ ਮਰ ਚੁੱਕਾ ਹੋਣਾ ਸੀ ਇਸ ਟਾਈਮ। ਅਗਰ ਜੋ ਉਹਨੂੰ ਵੀ ਸਲਮਾਨ ਖਾਨ ਨੂੰ ਵੀ ਥ੍ਰੈਟ ਕੀਤੀ ਸੀਗੀ ਤੇ ਇਹਦੇ ਦੇ ਰਿਜ਼ਲਟ ਮਤਲਬ ਕਿ ਮਾਇਨੇ ਇਹੀ ਨਿਕਲਦੇ ਆ ਨਾ ਕਿ ਜੇ ਉਹ ਸਿੱਧੂ ਮੂਸੇਵਾਲਾ ਇੱਕ ਪ੍ਰੋਮੀਨੈਂਟ ਹਸਤੀ ਸੀਗੀ, ਅਗਰ ਤੁਹਾਨੂੰ ਉਹਦੀ ਜਾਨ ਕੋਈ ਇੰਨੀ ਜ਼ਿਆਦਾ ਇੰਪੋਰਟੈਂਟ ਨਹੀਂ ਲੱਗਦੀ ਹੈਗੀ ਤੇ ਫਿਰ ਤੁਸੀਂ ਕਿਸ ਵਜ੍ਹਾ ਨਾਲ ਇਹ ਸਭ ਕੁਝ ਕਰਦੇ ਪਏ ਤੁਸੀਂ? ਉਨੀ ਜੀ, ਆਪਣੇ ਲਾਰੈਂਸ ਬਿਸ਼ਨੋਈ ਨੇ ਇੱਕ ਪਟੀਸ਼ਨ ਜ਼ਾਹਿਰ ਕੀਤੀ ਸੀਗੀ NIA ਵੱਲੋਂ, ਕੋਰਟ ਵੱਲੋਂ, ਕਿ ਮੈਨੂੰ ਜਿਹੜਾ ਖਤਰਾ ਆ ਪੰਜਾਬ ਦੇ ਵੱਲੋਂ, ਇਹ ਚੀਜ਼ ਉਹਨਾਂ ਨੂੰ ਸਪਸ਼ਟੀਕਰਨ ਜਤਾਇਆ ਗਿਆ ਸੀਗਾ। ਉੱਥੇ NIA ਕੋਰਟ ਵੱਲੋਂ ਵੀ ਇਹ ਚੀਜ਼ ਕਹਿ ਦਿੱਤਾ, ਉਹਨਾਂ ਨੇ ਮਨਾ ਕਰ ਦਿੱਤੀ, ਪਟੀਸ਼ਨ ਖਾਰਜ ਕਰ ਦਿੱਤੀ ਸੀਗੀ। ਜੇ ਇਸ ਤਰ੍ਹਾਂ ਦੇ ਗੈਂਗਸਟਰ ਪਟੀਸ਼ਨਾਂ ਪਾਉਂਦੇ ਨੇ ਕਿ ਇਹਨਾਂ ਨੂੰ ਜਿਹੜੀਆਂ ਇਹਨਾਂ ਦੇ ਗਰੁੱਪ ਚੱਲਦੇ ਪਏ ਨੇ ਹਨ ਆਪਣੇ ਸੋਸ਼ਲ ਮੀਡੀਆ ਦੇ ਉੱਤੇ, ਇਹ ਫਿਰ ਕੌਣ ਇਹਦੇ ਉੱਤੇ ਐਕਟਿਵ ਨੇ? ਦੇਖੋ, ਸਾਡਾ ਕਾਨੂੰਨ ਜਿਹੜਾ ਨਾ, ਉਹ ਜਿਹੜੇ ਉਹਨੂੰ ਯੂਜ਼ ਕਰਨਾ ਜਾਣ ਜਾਂਦੇ ਨਾ, ਉਹ ਤੇ ਬੜੇ ਆਪਣੇ ਹੱਲ ਕਰ ਲੈਂਦੇ ਆ। ਇਹ ਲੋਕ ਜਿਹੜੇ ਹੁੰਦੇ ਇਹਨਾਂ ਦੇ ਪਿੱਛੇ ਸਪੋਰਟ ਹੀ ਇੰਨੀ ਕੁ ਹੁੰਦੀ ਹੈ, ਪੈਸੇ ਨੂੰ ਲੈ ਕੇ ਕੁਝ ਜਿਹੜੀ ਹੈ ਕਾਨੂੰਨੀ ਜਿਹੜੀ ਸਲਾਹਾਂ ਦੇਣ ਵਾਲੇ ਨੇ ਉਹ ਬਹੁਤ ਹੈਗੇ ਨੇ। ਇਹਨਾਂ ਨੂੰ ਇਹ ਲੱਗਦਾ ਵਾ ਕਿ ਅਸੀਂ ਇਹੋ ਜਿਹੀ ਸਟੇਟਮੈਂਟ ਦੇ ਕੇ ਆਪਣੇ ਆਪ ਨੂੰ ਪ੍ਰਸ਼ਾਸਨ ਦੇ ਉੱਪਰ ਪ੍ਰੈਸ਼ਰ ਬਿਲਡ ਕਰਕੇ ਅਸੀਂ ਕੁਛ ਨਾ ਕੁਛ ਕਰ ਲਾਂਗੇ। ਹੁਣ ਉਹ ਕਹਿੰਦਾ ਕਿ ਮੈਨੂੰ ਜਾਨ ਦਾ ਖਤਰਾ, ਪ੍ਰਸ਼ਾਸਨ ਉਸ ਚੀਜ਼ ਦੇ ਪ੍ਰੈਸ਼ਰ ਦੇ ਅੰਡਰ ਆ ਜਾਏਗਾ ਉਸ ਚੀਜ਼ ਨੂੰ। ਠੀਕ ਹੈ ਨਾ, ਉਹ ਕੀ ਕਰੇਗਾ ਕਿ ਉਹਨੂੰ ਥੋੜ੍ਹਾ ਜਿਹਾ ਲੀਨੀਏਟ ਕਰ ਦੇਗਾ, ਉਹਨੂੰ ਥੋੜ੍ਹਾ ਜਿਹਾ ਉਹਨੂੰ ਰਿਲੈਕਸ ਕਰ ਦੇਗਾ ਉਹਨੂੰ। ਉਹ ਬਸ ਇਹੀ ਚੀਜ਼ ਚਾਹੁੰਦੇ ਨੇ, ਹੋਰ ਤਾਂ ਕੁਝ ਵੀ ਨਹੀਂ ਹੈ। ਲੇਕਿਨ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ, ਸਭ ਤੋਂ ਵੱਡਾ ਕੁਐਸਚਨ ਤੁਹਾਡੇ ਤੁਸੀਂ ਆਪ ਹੀ ਪੁੱਛ ਲਿਆ ਕਿ ਇਹਨਾਂ ਦੇ ਜਿਹੜੇ ਲੋਕ ਨੇ ਉਹ ਸੋਸ਼ਲੀ ਐਕਟਿਵ ਨੇ ਪੂਰੀ ਤਰ੍ਹਾਂ। ਆਮ ਇੱਕ ਵਿਅਕਤੀ, ਮੰਨ ਲਓ ਮੈਂ ਕੋਈ ਸਟੇਟਮੈਂਟ ਰਿਲੀਜ਼ ਕਰਨਾ, ਸਾਡੇ ਸੁਧੀਰ ਸੂਰੀ ਹੋਣੀ ਨੇ, ਸਾਡੇ ਨਿਸ਼ਾਂਤ ਸ਼ਰਮਾ ਜੀ ਨੇ, ਜਾਂ ਹੋਰ ਕੋਈ ਵੀ ਇਹੋ ਜਿਹੇ ਸਾਡੇ ਜਿਹੜੇ ਨੇਤਾ ਨੇ, ਸੰਜੀਵ ਘਨੌਲੀ ਜੀ ਨੇ, ਰਾਜੀਵ ਟੰਡਨ ਜੀ ਨੇ, ਸੋ ਮੈਨੀ ਸਾਡੇ ਨੇਤਾ ਨੇ, ਜਦੋਂ ਉਹ ਕੋਈ ਇਹੋ ਜਿਹੀ ਸਟੇਟਮੈਂਟ ਦੇ ਦਿੰਦੇ ਨੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਅਪਡੇਟ ਕਰ ਦਿੰਦੇ ਨੇ ਤੇ ਉਹ ਤਾਂ ਇਹਨਾਂ ਨੂੰ ਇਮੀਡੀਏਟਲੀ ਪਤਾ ਲੱਗ ਜਾਂਦਾ ਸਭ ਕੁਝ। ਤੇ ਜਿਹੜੇ ਇਹ ਲੋਕ ਇਹਨਾਂ ਐਕਟੀਵਿਟੀਜ਼ ਕਰਦੇ ਪਏ ਨੇ, ਕਿਉਂ ਨਹੀਂ ਇਹਨਾਂ ਕੋਲ ਟ੍ਰੇਸ ਆਊਟ ਹੁੰਦਾ ਪਿਆ? ਸੋਨੀ ਜੀ, ਆਪਣੇ ਸਿਕਿਉਰਿਟੀ ਦੀ ਗੱਲ ਹੋ ਰਹੀ ਹੈ ਹੈ ਨਾ, ਤੇ ਤੁਹਾਡੀ ਸਿਕਿਉਰਿਟੀ ਦਾ ਵੀ ਡਾਵਾਡੋਲ ਹੀ ਲੱਗਦਾ ਮੈਨੂੰ ਮੇਰੇ ਹਿਸਾਬ ਨਾਲ, ਕਿਉਂਕਿ ਪਿਛਲੇ ਦਿਨੀ ਜਿਹੜੀ ਤੁਹਾਡੀ ਗੱਡੀ ਸੀਗੀ ਹੈ ਨਾ, ਉਹ ਐਕਸੀਡੈਂਟ ਦੇ ਵਿੱਚ ਕਾਫੀ ਮਤਲਬ ਕਿ ਉਹਦਾ ਕੋਈ ਅਤਾ ਪਤਾ ਨਹੀਂ ਸੀਗਾ। ਤੇ ਉਹ ਗੱਡੀ ਹੁਣ ਕਿੱਥੇ ਆ ਤੇ ਤੁਹਾਨੂੰ ਸਰਕਾਰ ਨੇ ਨਵੀਂ ਗੱਡੀ ਪ੍ਰੋਵਾਈਡ ਕੀਤੀ ਹੈ ਜਾਂ ਨਹੀਂ? ਬਸ ਇੱਕ ਨਾ ਛੋਟੀ ਜਿਹੀ ਕਮੀ ਹੈ, ਮੈਂ ਖਾਸ ਕਰਕੇ ਮੈਂ ਗੁਰਦਾਸਪੁਰ ਪੁਲਿਸ ਵੱਲੋਂ ਕਹਾਂਗਾ, ਕੁਛ ਆਫੀਸਰ ਐਸੇ ਨੇ ਜਿਹੜੇ ਕੁਛ ਇਹਨਾਂ ਚੀਜ਼ਾਂ ਦੀ ਪ੍ਰੋਵਾਈਡ ਕਰਦੇ। ਉਹਨਾਂ ਨੂੰ ਲੱਗਦਾ ਕਿ ਇੰਸੀਡੈਂਸ ਹੋ ਜਾਏ, ਕੁਛ ਇਹੋ ਜਿਹੀ ਮਿਸ ਹੈਪਨਿੰਗ ਹੋ ਜਾਏ, ਉਸ ਤੋਂ ਬਾਅਦ ਜੋ ਕਰਾਂਗੇ।
ਕਿਉਂ ਨਹੀਂ ਅਸੀਂ ਇਹ ਕਰਦੇ ਕਿ ਅਸੀਂ ਪਹਿਲਾਂ ਉਸ ਚੀਜ਼ ਨੂੰ ਰੋਕ ਲਈਏ। ਸਿੱਧੂ ਮੂਸੇਵਾਲਾ ਜਿਹੜਾ ਕੇਸ ਹੈ ਉਸ ਦੇ ਵਿੱਚ ਇਸ ਚੀਜ਼ ਨੂੰ ਮੈਂ ਤਾਂ ਕਹਿੰਦਾ ਕਿ ਉਹਦੇ ਵੱਲੋਂ ਇੰਨਾ ਕੁ ਜ਼ਿਆਦਾ ਉਹ ਸਰੇਆਮ ਲੱਗ ਰਿਹਾ, ਪੇਪਰਸ 'ਚ ਲੱਗ ਰਿਹਾ ਕਿ ਉਹਨੂੰ ਥ੍ਰੈਟਸ ਆਈਆਂ ਵਾ, ਉਹਦੇ ਕੋਲ ਕੀ ਕਹਿੰਦੇ ਆ ਫਿਰੌਤੀ ਮੰਗੀ ਗਈ ਹੈ, ਬੜਾ ਕੁਝ ਹੋਇਆ ਵਾ, ਲੇਕਿਨ ਉਹਦੇ ਬਾਵਜੂਦ ਇਗਨੋਰ ਕਰ ਦਿੱਤਾ ਗਿਆ। ਉਹ ਮੈਨੂੰ ਨਹੀਂ ਸਮਝ ਲੱਗਦੀ ਕਿ ਇਹਨਾਂ ਕੋਲ ਕ੍ਰਾਈਟੀਰੀਆ ਕੀ ਹੈਗਾ ਵਾ ਕਿ ਇਸ ਬੰਦੇ ਨੂੰ ਇੰਨੀ ਜ਼ਿਆਦਾ ਥ੍ਰੈਟ ਹੈ, ਇਹਨੂੰ 2 ਬੰਦਿਆਂ ਦੀ ਲੋੜ ਹੈ, ਇਹਨੂੰ 4 ਬੰਦਿਆਂ ਦੀ ਲੋੜ ਹੈ, ਕਿਸ ਕ੍ਰਾਈਟੀਰੀਆ ਦੇ ਆਧਾਰ 'ਤੇ ਕਰਦੇ ਆ, ਫਿਰ ਉਹ ਫੇਲ ਕਿਉਂ ਜਾਂਦੇ ਆ? ਜੇ ਅਗਰ ਪਰਫੈਕਟ ਹੈਗਾ ਵਾ ਤਾਂ ਉਹ ਕਿਉਂ ਫੇਲ ਹੋ ਜਾਂਦੇ ਆ? ਫਿਲਹਾਲ ਜੇ ਮੈਂ ਆਪਣੀ ਸਿਕਿਉਰਿਟੀ ਦੀ ਗੱਲ ਕਰਾਂ, ਵਿੱਚੋਂ ਆ ਕੇ ਬੜਾ ਮਨ ਦੁਖਦਾ ਹੈ ਜਦੋਂ ਕਿ ਇੱਕ ਕੋਈ ਸ਼ਰਾਬੀ ਗਨਮੈਨ ਜਿਹੜੇ ਨਾਲ ਪ੍ਰੋਵਾਈਡ ਕਰਵਾ ਦਿੱਤੇ ਜਾਂਦੇ ਆ, ਕੁਝ ਖਾਲਿਸਤਾਨੀ ਜਿਹੜੇ ਗਨਮੈਨਸ ਆ ਉਹ ਮੇਰੇ ਨਾਲ ਪ੍ਰੋਵਾਈਡ ਕਰਵਾ ਦਿੱਤੇ ਜਾਂਦੇ ਆ, ਫਿਜ਼ੀਕਲੀ ਅਨਫਿਟ ਬਜ਼ੁਰਗ ਉਹ ਇਹੋ ਜਿਹੇ ਕਰ ਦਿੱਤੇ ਜਾਂਦੇ। ਕਿਉਂ ਲਗਾਏ ਜਾਂਦੇ ਆ ਉਹ? ਕਿਉਂਕਿ ਉਹਨਾਂ ਨੇ ਕਿ ਸਾਨੂੰ ਲੱਗਦਾ ਕਿ ਉਹ ਸਾਡੀ ਸਿਕਿਉਰਿਟੀ ਨੂੰ ਫਾਰਮੈਲਿਟੀ ਸਮਝਦੇ। ਨਹੀਂ, ਖਾਲਿਸਤਾਨੀ ਕਿਹੜੇ ਆਪਣੇ ਜਿਹੜੇ ਗਨਮੈਨ ਨੇ? ਖਾਲਿਸਤਾਨੀ ਗਨਮੈਨ ਜਿਹੜੇ ਖਾਲਿਸਤਾਨ ਨੂੰ ਮਤਲਬ ਕਿ ਮੰਨਦੇ ਨੇ, ਜਿਹੜੇ ਸਰਿਆਂ ਭਿੰਡਰਾਂਵਾਲੇ ਦੀ ਫੋਟੋ ਆਪਣੇ ਵਾਲਪੇਪਰ ਮੋਬਾਈਲਾਂ ਦੇ ਉੱਪਰ ਲਗਾਏ ਹੁੰਦੇ ਨੇ। ਨਹੀਂ, ਉਹ ਤੇ ਅਧਿਕਾਰ ਉਹਨਾਂ ਦਾ ਆਪਦਾ ਨਾ, ਉਹ ਪਰਸਨਲੀ ਤੁਸੀਂ ਇੱਥੇ ਕਿੱਦਾਂ ਸਵਾਲ ਦੀ ਟਿੱਪਣੀ ਕਰ ਸਕਦੇ? ਨਹੀਂ ਸਾਨੂੰ ਕਿਹਾ ਜਾਂਦਾ, ਜਦੋਂ ਮੈਂ ਕਹਿੰਦਾ ਕਿ ਮੈਨੂੰ ਹਿੰਦੂ ਗਨਮੈਨ ਦਿੱਤੇ ਜਾਣ ਤੇ ਮੈਨੂੰ ਕਿਹਾ ਜਾਂਦਾ ਕਿ ਤੂੰ ਧਰਮ ਦੀ ਗੱਲ ਕਿਉਂ ਕਰਦਾ। ਮੈਨੂੰ ਬੜੇ ਆਫੀਸਰ ਕਹਿੰਦੇ ਨੇ ਇਸ ਚੀਜ਼ ਨੂੰ ਕਿ ਯਾਰ ਤੂੰ ਇਹ ਧਰਮ ਦੀ ਗੱਲ ਕਿਉਂ ਕਰਦਾ ਪਿਆ। ਕਿਉਂਕਿ ਹਰ ਇੱਕ ਦੀ ਪਰਸਨਲ ਲਾਈਫ ਆ, ਉਹ ਆਪਦੇ ਜਿਹੜੇ ਮਰਜ਼ੀ ਧਰਮ ਨੂੰ ਬਿਲੋਂਗ ਕਰਦਾ ਹੋਵੇ। ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਸਰਕਾਰ ਨੂੰ ਚੈਲੰਜ ਕਰ ਰਹੇ ਹੋ, ਇਹਦਾ ਮਤਲਬ ਕਿ ਸਾਨੂੰ ਹਿੰਦੂ ਹੀ ਪ੍ਰੋਵਾਈਡ ਕੀਤੇ। ਨਹੀਂ ਸਰ, ਇਹ ਤੁਹਾਡੀ ਜਿਹੜੀ ਹੈ ਨਾ, ਤੁਸੀਂ ਧਰਮ ਨਾਲ ਜੋੜ ਰਹੇ ਹੋ ਉਹਨੂੰ। ਭਿੰਡਰਾਂਵਾਲਾ ਜਿਹੜਾ ਇੱਕ ਆਤੰਕੀ। ਨਹੀਂ, ਅਸੀਂ ਧਰਮ ਨਾਲ ਨਹੀਂ ਜੋੜ ਰਹੇ, ਤੁਸੀਂ ਧਰਮ ਨਾਲ ਜੋੜ ਰਹੇ। ਨਹੀਂ, ਮੈਂ ਨਹੀਂ ਜੋੜ ਰਿਹਾ, ਮੈਂ ਆਤੰਕੀ ਨੂੰ ਆਤੰਕੀ ਹੀ ਕਹਿ ਰਿਹਾ। ਮੈਂ ਕਹਿ ਰਿਹਾ ਕਿ ਇੱਕ ਆਤੰਕਵਾਦੀ ਦੀ ਫੋਟੋ ਲਗਾਉਣਾ, ਇਸ ਲਈ ਉਹ ਭਿੰਡਰਾਂਵਾਲੇ ਨੂੰ ਪ੍ਰਮੋਟ। ਜਦੋਂ ਮੈਂ ਕਹਿ ਰਿਹਾ ਕਿ ਮੈਂ ਉਹਦਾ ਵਿਰੋਧੀ ਹਾਂ ਤੇ ਉਹੋ ਜਿਹੀ ਵਿਚਾਰਧਾਰਾ ਵਾਲਾ ਬੰਦਾ ਮੇਰੇ ਨਾਲ ਲਗਾ ਦੋਗੇ ਤਾਂ ਤੁਸੀਂ ਕੀ ਐਕਸਪੈਕਟ ਕਰੋਗੇ? ਇੰਦਰਾ ਗਾਂਧੀ ਵਾਲਾ ਮੈਟਰ ਜਾਂ ਬੇਅੰਤ ਸਿੰਘ ਵਾਲਾ ਮੈਟਰ? ਠੀਕ ਹੈ ਨਾ, ਉਹੀ ਜਿਹੜਾ ਸਾਡੇ ਨਾਲ ਚੱਲ ਰਿਹਾ ਉਹਦੇ ਸਾਹਮਣੇ ਮੈਂ ਕਹਿ ਰਿਹਾ ਕਿ ਮੈਂ ਭਿੰਡਰਾਂਵਾਲੇ ਨੂੰ ਮੈਂ ਬੁਰਾ ਕਹਿ ਰਿਹਾ, ਤਾਂ ਉਹ ਜੇ ਉਹਦੇ ਨਾਲ ਜਜ਼ਬਾਤ ਉਹਦੇ ਜੁੜੇ ਪਏ ਨੇ ਤਾਂ ਉਹਨੂੰ ਤਾਂ ਬੁਰਾ ਲੱਗੇਗਾ ਨਾ, ਤਾਂ ਉਹ ਤਾਂ ਮੈਨੂੰ ਅੱਜ ਨਹੀਂ ਤੇ ਕੱਲ੍ਹ ਅਟੈਕ ਕਰੇਗਾ ਮੇਰੇ ਦੇ ਉੱਪਰ। ਪਰ ਉਹਨੇ ਸਪਸ਼ਟੀਕਰਨ ਤਾਂ ਨਹੀਂ ਨਾ ਦਿੱਤਾ, ਤੁਹਾਨੂੰ ਕਿਹਾ ਤਾਂ ਨਹੀਂ ਨਾ ਇਸ ਚੀਜ਼ ਉੱਤੇ। ਕਿਉਂ? ਜਦੋਂ ਭਿੰਡਰਾਂਵਾਲੇ ਦੀਆਂ ਵੀਡੀਓਜ਼ ਦੇਖਦੇ ਆ, ਮੈਂ ਰਾਤੀ ਕਈ ਵਾਰੀ ਬਾਹਰ ਆਉਂਦਾ ਹੁੰਦਾ ਸੀ ਚੈਕਿੰਗ ਵਾਸਤੇ, ਕਿ ਵੀਰੇ ਮੇਰੀ ਆਦਤ ਹੈ ਕਿਤੇ ਵੇਲੇ ਚੈਕਿੰਗ ਕਰੋ, ਕਿਉਂਕਿ ਦੇਖੋ ਪਰਿਵਾਰ ਨੂੰ ਸੇਫ ਕਰਨਾ ਹੈ, ਉਹ ਦੇਖਣਾ ਕਿ ਡਿਊਟੀ ਸਹੀ ਕਰਦੇ ਕਿ ਨਹੀਂ, ਕਿਉਂਕਿ ਜਿੰਨੇ ਕੁ ਵੈਪਨ ਸਾਡੇ ਕੋਲ ਨੇ, ਜਿੰਨੇ ਕੁ ਮੇਰੀ ਸਿਕਿਉਰਿਟੀ ਕੋਲ ਨੇ, ਇੰਨੇ ਵੈਪਨ ਤਾਂ ਥਾਣੇ ਵਿੱਚ ਨਹੀਂ ਹੁੰਦੇ, ਤਾਂ ਉਹਨਾਂ ਨੂੰ ਕਰਨ ਵਾਸਤੇ ਕੋਈ ਵੀ ਕਰ ਸਕਦਾ। ਜੇ ਸੰਤਰੀ ਹੀ ਸੁੱਤਾ ਪਿਆ ਹੋਏਗਾ ਤਾਂ ਉਹ ਕਿਸ ਤਰ੍ਹਾਂ ਮਤਲਬ ਕਿ ਉਹ ਸੇਫ ਰਹਿ ਸਕਦੇ ਆ? ਜਦੋਂ ਮੈਂ ਬਾਹਰ ਆਉਂਦਾ ਸੀ ਉਹ ਸੰਤਰੀ ਜਿਹੜੇ ਆ ਉਹ ਭਿੰਡਰਾਂਵਾਲੇ ਦੀ ਵੀਡੀਓਜ਼ ਲਗਾ ਕੇ ਉਹ ਸੁਣਦੇ ਹੁੰਦੇ ਸੀਗੇ। ਉਹਨਾਂ ਦੇ ਵਾਲਪੇਪਰ ਉੱਪਰ ਲੱਗੇ ਹੁੰਦੇ, ਗੱਡੀਆਂ ਦੇ ਉੱਪਰ ਭਿੰਡਰਾਂਵਾਲੇ ਦੇ ਸਟਿੱਕਰ ਲੱਗੇ ਹੁੰਦੇ ਸੀ, ਤੇ ਮੈਂ ਕਿਸ ਤਰ੍ਹਾਂ ਉਸ ਚੀਜ਼ ਨੂੰ ਅਲਾਉ ਕਰਦਾ? ਇਹ ਆਪਣੀ ਭਿੰਡਰਾਂਵਾਲੇ ਤੋਂ ਕੀ ਅਲਰਜੀ ਆ ਕਿ ਜਿਹੜੇ, ਕਿਉਂਕਿ ਉਹ ਹੁਣ ਨਿਊਜ਼ ਵੀ ਦੇਖਦੇ ਨੇ ਤੇ ਨਿਊਜ਼ ਦੇ ਉੱਤੇ ਚੱਲਦੀਆਂ ਪਈਆਂ ਨੇ, ਭਿੰਡਰਾਂਵਾਲੇ ਦੀ ਚੱਲਦੀ, ਚਾਹੇ ਉਹ ਕਿਸੇ ਹੋਰ ਧਰਮ ਦੇ ਰਿਲੇਟ ਚੱਲਦੇ ਹੋਏ, ਕਿਉਂਕਿ ਤੁਹਾਡੇ ਵੱਲੋਂ ਇਹ ਸਵਾਲ ਕਿਉਂ ਚੁੱਕੇ ਜਾਂਦੇ ਨੇ? ਕਿਉਂਕਿ ਸਿੱਖਾਂ ਵੱਲੋਂ ਤਾਂ ਇੰਨੀ ਗੱਲ ਕਹੀ ਜਾਂਦੀ ਕਿ ਆਪਣੇ ਸ਼ਿਵ ਜੀ ਦੀ ਕਿਉਂ ਚੀਜ਼ ਦੇਖੀ ਜਾ ਰਹੀ ਹੈ, ਸ਼ਿਵ ਸੈਨਾ ਦੇ ਚੀਜ਼ ਤੇ ਬਿਆਨ ਆਉਂਦੇ ਕਿਉਂ ਦੇਖੇ ਜਾ ਰਹੇ? ਸਰ ਦੇਖੋ, ਫਿਰ ਆ ਗਈ ਨਾ ਸ਼ਿਵ ਜੀ ਦਾ ਤੁਸੀਂ ਕੰਪੈਰੀਜ਼ਨ ਕਿੰਨਾ ਕਰ ਰਹੇ ਹੋ ਕਿ ਭਿੰਡਰਾਂਵਾਲੇ ਅੱਤਵਾਦੀ ਦੇ ਨਾਲ। ਨਹੀਂ, ਮੈਂ ਸ਼ਿਵ ਜੀ ਦੀ ਗੱਲ ਤੇ ਕਿ ਬਹੁਤ ਬਲਕਿ ਪੁਰਾਤਨ ਚੀਜ਼ ਨੇ, ਮੈਂ ਉਹਨਾਂ ਦੀ ਗੱਲ ਕਰਕੇ ਹਿੰਦੂ ਜਿਹੜੀ ਗੱਲ ਕਰਦੇ ਹੋ ਤੁਸੀਂ। ਨਹੀਂ, ਮੈਂ ਜਿਹੜੀ ਗੱਲ ਕਹਿ ਰਿਹਾ, ਮੇਰੀ ਗੱਲ ਨੂੰ ਸਮਝੋ, ਛੋਟੀ ਜੀ ਗੱਲ ਕਹਿ ਰਿਹਾ ਮੈਂ ਕਿ ਇੱਕ ਟੈਰਰਿਸਟ ਹੈ। ਹਿੰਦੂ ਬੰਦੇ ਨੇ ਕਿ 35,000 ਹਿੰਦੂ ਮਾਰੇ ਸੀ ਉਹਦੇ ਘਰ ਜਦੋਂ ਸੀਗਾ, ਜਿਹਦੀ ਉਹਦੀ ਕੀ ਕਹਿੰਦੇ ਵਿਚਾਰਧਾਰਾ ਨੂੰ ਅਡਾਪਟ ਕਰਕੇ ਉਹਨਾਂ ਨੇ 35,000 ਹਿੰਦੂ ਮਾਰੇ ਗਏ। ਉਹ ਕਿਸ ਤਰ੍ਹਾਂ ਅਲਾਉ ਕਰ ਸਕਦੇ ਆ? ਉਹ ਕਿਸ ਤਰ੍ਹਾਂ ਭਰੋਸਾ ਕਰ ਸਕਦੇ ਆ ਕਿ ਇਹੀ ਬੰਦੇ ਸਾਡੀ ਪ੍ਰੋਟੈਕਸ਼ਨ ਕਰਨਗੇ? ਜਦੋਂ ਇੱਕ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਹੈ, ਉਹਦੀ ਬਾਅਦ ਵਿੱਚ ਇੱਕ ਸਪਸ਼ਟੀਕਰਨ ਦੇ ਦਿੱਤਾ ਜਾਂਦਾ ਹੈ ਕਿ ਉਹਦੀ ਆਪਣੀ ਫੀਲਿੰਗ ਹਰਟ ਹੋਈਆਂ ਸੀਗੀਆਂ। ਉਹ ਫੀਲਿੰਗ ਕਿਉਂ ਹਰਟ ਹੋਈਆਂ ਸੀਗੀਆਂ? ਕਿਉਂਕਿ ਉੱਥੇ ਕੀ ਕਹਿੰਦੇ ਆ, ਦਿੱਲੀ ਦੇ ਵਿੱਚ ਦੰਗੇ ਹੋਏ ਸੀ, ਸੌਰੀ ਉਸ ਤੋਂ ਬਾਅਦ ਹੋਏ ਸੀ, ਹੈ ਨਾ, ਲੇਕਿਨ ਉਸ ਤੋਂ ਪਹਿਲਾਂ ਜਿਹੜਾ ਹਰਿਮੰਦਰ ਸਾਹਿਬ 'ਚ ਅਟੈਕ ਹੋਇਆ ਸੀਗਾ, ਉਹਦੇ ਕਾਰਨ ਉਹਨੂੰ ਲੱਗਾ ਭਿੰਡਰਾਂਵਾਲੇ ਨੂੰ ਮਾਰ ਦਿੱਤਾ ਗਿਆ, ਤੇ ਉਹ ਜੀ ਫੀਲਿੰਗ ਬਾਅਦ 'ਚੋਂ ਹਰਟ ਹੋ ਗਿਆ, ਇਹੋ ਜਿਹਾ ਕੁਝ ਬਿਆਨ ਦੇ ਕੇ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੇਕਿਨ ਸੱਚਾਈ ਕੀ ਸੀਗੀ? ਸੱਚਾਈ ਕਿ ਜੇ ਉਹਨਾਂ ਦੀ ਵਿਚਾਰਧਾਰਾ ਦੇ ਲੋਕ ਸੀਗੇ ਤਾਂ ਇੰਟੈਲੀਜੈਂਸ ਉਸ ਚੀਜ਼ ਨੂੰ ਦੇਖਦੇ ਉਹਨਾਂ ਨੂੰ ਨਾਲ ਕਿਉਂ ਡਿਪਿਊਟ ਕੀਤਾ ਗਿਆ? ਸੇਮ ਅਸੀਂ ਡਿਮਾਂਡ ਕਰਦੇ ਹਾਂ। ਜਦੋਂ ਅਸੀਂ ਕਹਿੰਦੇ ਹਾਂ ਕਿ ਸਾਡੇ ਨਾਲ ਹਿੰਦੂ ਗਨਮੈਨ ਸਾਡੇ ਨਾਲ ਲਗਾਏ ਜਾਣ, ਤੇ ਕਿਉਂ ਨਹੀਂ ਲਗਾਏ ਜਾਣ? ਸਾਨੂੰ ਕਿਉਂ ਕਿਹਾ ਜਾਂਦਾ ਕਿ ਤੁਸੀਂ ਧਰਮ ਦੀ ਗੱਲ ਨਾ ਕਰੋ? ਮੈਂ ਕਿਹਾ ਕਿਉਂ ਧਰਮ ਦੀ ਗੱਲ ਨਾ ਕਰਾਂ? ਕਾਰਨ ਕੀ ਹੈ ਕਿ ਜਿਹੜੀ ਪੁਲਿਸ ਫੋਰਸ ਦੇ ਵਿੱਚ ਆ ਗਏ, ਉਹਨਾਂ ਲਈ ਧਰਮ ਕੋਈ ਇੰਪੋਰਟੈਂਟ ਨਹੀਂ ਹੁੰਦਾ। ਉਹਨਾਂ ਲਈ ਜਿਹੜੀ ਪੁਲਿਸ ਹੈ, ਜਿਹੜੀ ਉਹਨਾਂ ਦੀ ਆਪਣੀ ਡਿਊਟੀ ਹੈ, ਉਹੀ ਉਹਦਾ ਧਰਮ ਹੈਗਾ ਵੈ, ਮੈਨੂੰ ਇਹ ਕਿਹਾ ਜਾਂਦਾ ਉਹਨਾਂ ਨੇ। ਲੇਕਿਨ ਫਿਰ ਜਦੋਂ ਉਹ ਭਿੰਡਰਾਂਵਾਲੇ ਦੇ ਗਾਣੇ ਸੁਣਦੇ ਨੇ, ਫਿਰ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ? ਉਹਨਾਂ ਨੂੰ ਨਹੀਂ, ਉਹ ਔਨ ਡਿਊਟੀ ਬਣ ਕੇ ਭਿੰਡਰਾਂਵਾਲੇ ਗਾਣੇ ਸੁਣਦੇ? ਬਿਲਕੁਲ ਔਨ ਡਿਊਟੀ, ਔਰ ਸਭ ਕੁਝ ਜਦੋਂ ਮੂਵਮੈਂਟ ਕਰਦੇ ਨੇ ਉਹਨਾਂ ਦੀ। ਮੈਂ ਇੱਕ ਦਿਨ ਤੁਹਾਨੂੰ ਮੈਂ ਦੱਸ ਦੇਣਾ, ਉਹ ਜਿਹੜੇ ਸਾਡੇ ਕਾਂਗਰਸ ਸਰਕਾਰ ਦੇ ਮੰਤਰੀ ਸੀਗੇ ਅਰੁਣਾ ਚੌਧਰੀ ਜੀ, ਉਹਨਾਂ ਨਾਲ 2 ਗਨ ਮਿਨਿਸਟਰ ਲੱਗੇ ਹੋਏ ਨੇ ਜਿਹੜੇ ਪਹਿਲਾਂ ਮੇਰੇ ਨਾਲ ਲੱਗੇ ਹੋਏ ਸੀਗੇ। ਮੈਂ ਇੱਕ ਦਿਨ ਮੈਂ ਬਾਹਰ ਨਿਕਲਿਆ ਤੇ ਉਹਨੇ ਦੇਖਿਆ ਕਿ ਉਹ ਭਿੰਡਰਾਂਵਾਲੇ ਦੇ ਸਾਰੇ ਸੁਣਨੇ ਸੀਗੇ, ਗਾਣੇ ਵਗੈਰਾ ਸੁਣਿਆ ਸੀਗਾ। ਮੈਂ ਉਹਨੂੰ ਜਾ ਕੇ ਪੁੱਛਿਆ, ਜਾ ਕੇ ਮੈਂ ਕਿਹਾ ਯਾਰ ਜੇ ਤੇ ਤੁਸੀਂ ਭਿੰਡਰਾਂਵਾਲੇ ਦੇ ਹੈਗੇ ਹੋ, ਸਪੋਰਟਰ ਹੈਗੇ ਹੋ, ਤਾਂ ਕਿਰਪਾ ਕਰਕੇ ਨਾ ਤੁਸੀਂ ਆਪਣੀ ਟ੍ਰਾਂਸਫਰ ਇੱਥੋਂ ਕਰਵਾ ਲਓ, ਠੀਕ ਹੈ ਜੀ। ਕਾਰਨ ਕੀ ਹੈ ਕਿ ਜੇ ਮੈਂ ਤਾਂ ਬਈ ਉਹਨੂੰ ਬੁਰਾ ਕਹਿਣਾ ਹੀ ਕਹਿਣਾ ਵਾ, ਤਾਂ ਤੁਹਾਨੂੰ ਬੁਰਾ ਲੱਗਣਾ ਵਾ, ਤੇ ਕੱਲ੍ਹ ਨੂੰ ਤੁਹਾਡੀਆਂ ਫੀਲਿੰਗਸ ਹਰਟ ਨਾ ਹੋਣ, ਇਸ ਲਈ ਮੈਂ ਚਾਹੁੰਦਾ ਕਿ ਤੁਸੀਂ ਇੱਥੋਂ ਆਪਣੇ ਨੂੰ ਟ੍ਰਾਂਸਫਰ ਕਰਾ ਲਓ। ਤੁਸੀਂ ਬਿਲੀਵ ਕਰੋ, ਉਹਨਾਂ ਨੇ ਨਹੀਂ ਕਰਵਾਈ, ਲੇਕਿਨ ਮੈਂ ਕਰਵਾ ਦਿੱਤੀ ਉਹਨਾਂ ਦੀ। ਉਹ ਅੱਜ ਜਾ ਕੇ ਉਹ ਅਰੁਣਾ ਚੌਧਰੀ ਜੀ ਨਾਲ ਡਿਊਟੀ ਕਰ ਰਹੇ ਨੇ। ਤੇ ਸੋ ਮੈਂ ਜਿਹੜੀ ਚੀਜ਼ ਕਹਿਣਾ ਹੈ ਕਿ ਜਿਹੜੀ ਪਤਾ ਹੈ ਕਿ ਸਾਨੂੰ ਉਹ ਨੁਕਸਾਨਦੇਹ ਚੀਜ਼ ਨੂੰ ਹੋ ਸਕਦੀ ਹੈ, ਬਾਅਦ ਵਿੱਚ ਆਪਾਂ ਜੋ ਕਹਿਣਾ ਝੂਠ ਸੱਚ ਬੋਲਣਾ ਕਿ ਹਾਂਜੀ ਭਾਜੀ ਜਦੋਂ ਮੇਰੇ ਗੋਲੀ ਲੱਗੀ, ਤੁਹਾਨੂੰ ਮੈਂ ਇੱਕ ਛੋਟੀ ਜਿਹੀ ਗੱਲ ਦੱਸਦਾ ਜੀ।
ਜਦੋਂ ਮੇਰੀ ਗੋਲੀ ਲੱਗੀ ਹੈ ਤੇ ਮੈਂ ਹਸਪੀਟਲ ਵਿੱਚ ਐਡਮਿਟ ਸੀਗਾ, ਜੀਣ ਮਰਨ ਦਾ ਮੇਰਾ ਸਵਾਲ ਸੀਗਾ, ਪਤਾ ਨਹੀਂ ਮੈਂ ਬਚਣਾ ਕਿ ਨਹੀਂ ਬਚਣਾ, ਆਪਰੇਟ ਹਜੇ ਹੋਣਾ ਸੀਗਾ। ਉਸ ਵੇਲੇ ਆਦਰਨੀਏ ਸੁਖਬੀਰ ਸਿੰਘ ਬਾਦਲ ਜੀ ਗ੍ਰਹਿ ਮੰਤਰੀ ਸੀ ਉਦੋਂ, ਉਹ ਹਸਪੀਟਲ ਮੇਰਾ ਪਤਾ ਲੈਣ ਵਾਸਤੇ ਆਏ, ਤੇ ਉਹ ਬਾਹਰ ਮੀਡੀਆ ਨੂੰ ਕੀ ਕਹਿ ਰਹੇ ਨੇ ਕਿ ਅਸੀਂ ਤੇ ਇਹਨੂੰ 7 ਗਨਮੈਨ ਦਿੱਤੇ ਸੀਗੇ, ਇਹ ਲੈ ਕੇ ਆਪਣੀ ਮਰਜ਼ੀ ਨਾਲ 2 ਗਿਆ। ਠੀਕ ਹੈ ਜੀ। ਔਰ 4 ਗਨਮੈਨ ਜਿਹੜੇ ਹੈ ਉਹ ਘਰੋਂ ਆਏ ਨਹੀਂ ਸੀਗੇ, ਜਦ ਕਿ ਮੇਰਾ ਕੋਈ ਕਸੂਰ ਨਹੀਂ ਉਹਦੇ ਵਿੱਚ, ਡਰਾਈਵਰ ਵੀ ਉਸ ਵੇਲੇ ਨਹੀਂ ਹੈ, ਗੱਡੀ ਮੈਂ ਖੁਦ ਚਲਾ ਕੇ ਗਿਆ ਉੱਥੇ ਮੈਂ। ਤਾਂ ਸੋ ਜਦੋਂ ਉਹ ਜਿਹੜੀਆਂ ਘਟਨਾਵਾਂ ਹੁੰਦੀਆਂ ਉਹਨੂੰ ਇਹ ਪਹਿਲਾਂ ਨਹੀਂ ਜਦੋਂ ਸੋਚਦੇ ਨਾ, ਤੇ ਬਾਅਦ ਵਿੱਚ ਆਪਾਂ ਦੋਸ਼ ਜਿਹੜਾ ਉਹ ਪ੍ਰੋਟੈਕਟੀ ਨੂੰ ਹੀ ਦੇਣਾ ਸ਼ੁਰੂ ਕਰ ਦਿੰਦੇ ਆ। ਜਿਸ ਤਰ੍ਹਾਂ ਮੂਸੇਵਾਲੇ ਕੇਸ ਵਿੱਚ ਹੋਇਆ ਵਾ, ਉਹਦੇ ਵਿੱਚ ਵੀ ਕਹਿ ਦਿੱਤਾ ਜੀ ਗੈਂਗ ਵਾਰ ਦਾ ਹਿੱਸਾ ਜੀ, ਇਹ ਉਹਨਾਂ ਦਾ ਚੱਲਦਾ ਪਿਆ ਸੀਗਾ। ਇਹ ਕਿਉਂ ਨਹੀਂ ਮੰਨਦੇ ਪਏ ਕਿ ਗਨਮੈਨ ਉਸ ਵੇਲੇ ਕਿਉਂ ਨਹੀਂ ਸੀ ਨਾਲ ਹੈਗੇ ਉਸ ਵੇਲੇ? ਗਨਮੈਨ, ਮੇਰੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਮੈਂ ਬਾਹਰ ਜਾਣਾ ਚਾਹ ਰਿਹਾ ਸੀਗਾ, ਮੈਂ ਆਪਣੇ ਮਾਮਾ ਜੀ ਦੇ ਬੇਟੇ ਦਾ ਪਤਾ ਲੈਣ ਜਾ ਰਿਹਾ ਸੀਗਾ ਕਿ ਉਹ ਬਿਮਾਰ ਸੀਗਾ। 8 ਵਜੇ ਮੈਂ ਉੱਥੋਂ ਬਾਹਰੋਂ ਆਇਆ, ਮੈਂ ਮੰਮੀ ਨੇ ਆ ਕੇ ਕਹਿ ਕੇ ਜਾ ਕੇ ਤਾਂ ਪਤਾ ਕਰਿਆ, ਮੈਂ ਜਦੋਂ ਜਾਣ ਲੱਗਾ ਤੇ ਮੇਰੇ ਗਨਮੈਨ ਨੇ ਮੈਨੂੰ ਜਾਣ ਨਹੀਂ ਦਿੱਤਾ ਉਸ ਵੇਲੇ। ਤੁਸੀਂ ਦੇਖਿਓ ਹੋਣਗੇ, ਬੜਾ ਵੀਡੀਓ ਵਾਇਰਲ ਹੋਇਆ ਸੀਗਾ। ਅਗਰ ਉਹ ਮੇਰੇ ਨਾਲ ਕਰ ਸਕਦੇ ਕਿ ਮੈਂ ਤਾਂ ਇੱਕ ਨੋਰਮਲ ਜਿਹਾ ਬੰਦਾ ਮੈਂ, ਅਗਰ ਉਹ ਮੈਨੂੰ ਜਾਣ ਨਹੀਂ ਦੇਣਾ, ਮੈਨੂੰ ਅਲਾਓ ਨਹੀਂ ਕਰ ਰਹੇ ਕਿ ਮੈਂ ਉਸ ਤੋਂ ਬਾਹਰ ਜਾਵਾਂ, ਤਾਂ ਮੂਸੇਵਾਲੇ ਨੂੰ ਬਿਨਾਂ ਸਿਕਿਉਰਿਟੀ ਤੋਂ ਕਿੱਸਾ ਜਾਣ ਦਿੱਤਾ? ਕਿ ਉਹ ਸਿਕਿਉਰਿਟੀ ਲੈਪਸ ਨਹੀਂ ਹੈ ਕੋਈ ਵੀ ਉਹਦੇ ਵਿੱਚ? ਕਿਉਂ ਗਨਮੈਨ ਉਹ ਨਾਲ ਨਹੀਂ ਗਏ ਉਸ ਵੇਲੇ? ਔਰ ਦੂਸਰੀ ਗੱਲ, ਜੇ ਉਹ ਨਾਲ ਨਹੀਂ ਗਏ ਤੇ ਉਹਦੀ ਸੂਚਨਾ ਕਿੱਸਾ ਮਿਲ ਗਈ ਦੂਜੀ ਪਾਰਟੀ ਨੂੰ? ਨਹੀਂ, ਉਹਨਾਂ ਦੇ ਫਾਦਰ ਸਾਹਿਬ ਦਾ ਇੱਕ ਬਿਆਨ ਸੀਗਾ, ਉਹਨਾਂ ਦੇ ਫਾਦਰ ਸਾਹਿਬ ਨੇ ਕਿਹਾ ਉਹਦੇ ਪਿੱਛੇ ਆਪਾਂ ਗਏ ਸੀਗੇ। ਮੈਂ ਤੁਹਾਨੂੰ ਜਿਹੜੀ ਗੱਲ ਕਹਿ ਰਿਹਾ, ਬਾਅਦ ਚ ਸਟੋਰੀਜ਼ ਬਣਾਈਆਂ ਜਾਂਦੀਆਂ, ਕੁਛ ਨਾ ਕੁਛ ਉਹਨਾਂ ਨੂੰ ਕਿਹਾ ਹੋਏਗਾ ਕਿ ਤੁਹਾਡਾ ਐਸਾ ਫੇਵਰ ਹੈ, ਤੁਸੀਂ ਐਸਾ ਕਰ ਲਓ, ਐਸਾ ਕਰ ਲਓ। FIR ਕੱਟਣ ਵਾਸਤੇ ਉਹ ਕਰ ਦਿੱਤਾ ਗਿਆ ਸੀਗਾ। ਲੇਕਿਨ ਸੱਚਾਈ ਕੀ ਹੈਗੀ ਹੈ? ਸੱਚਾਈ ਸਿੰਪਲੀ ਇਹ ਹੈਗੀ ਹੈ ਕਿ ਉਹ ਜਿਹੜਾ ਗਨਮੈਨ ਜਿਹੜੇ ਨਾਲ ਗਏ ਹੀ ਨਹੀਂ ਉਹਨਾਂ ਦੇ। ਕਿਉਂ? ਇੱਕ ਪਾਸੇ ਸਟੇਟਮੈਂਟ ਦਿੱਤੀ ਜਾ ਰਹੀ ਹੈ ਕਿ ਉਹ ਕਹਿੰਦੇ ਜੀ ਅਸੀਂ ਥੱਕੇ ਹੋਏ ਹਾਂ, 24 ਘੰਟੇ ਡਿਊਟੀ ਕੀਤੀ ਹੈ, ਥੱਕੇ ਹੋਏ ਹਾਂ, ਅਸੀਂ ਆਰਾਮ ਕਰੀਏ। ਤੁਸੀਂ ਪ੍ਰੋਟੈਕਟਿਵ ਨੂੰ ਕਿੱਦਾਂ ਜਾਣ ਦੇ ਸਕਦੇ ਹੋ? ਕਿਉਂਕਿ ਜਦੋਂ ਸਿੱਧੂ ਮੂਸੇਵਾਲੇ ਦੇ ਵਿੱਚ 2 ਬੰਦੇ ਬੈਠੇ ਸੀਗੇ ਨਾ, ਉਹਨਾਂ ਦੇ ਆਪਣੇ ਪਿੰਡ ਵੱਲੋਂ ਹੀ, ਉਹਨਾਂ ਨੇ ਇੰਨੀ ਗੱਲ ਕਹੀ ਸੀਗੀ, ਸਿੱਧੂ ਮੂਸੇਵਾਲੇ ਨੇ ਗੱਡੀ ਜਿਹੜੀ ਬੁਲਟ ਪ੍ਰੂਫ ਲੈ ਕੇ ਜਾਣੀ ਸੀਗੀ ਪਹਿਲਾਂ, ਫਿਰ ਉਹਨੇ ਆਪਣੇ ਬੁਲਟ ਪ੍ਰੂਫ ਗੱਡੀ ਚੰਗੀ ਕੱਪੜਾ ਕੁਪੜਾ ਮਾਰ ਕੇ ਬਾਹਰ ਕੱਢਣ ਲੱਗੇ ਸੀਗੇ। ਫਿਰ ਉਹਦੇ ਅਚਾਨਕ ਦਿਮਾਗ ਦੇ ਵਿੱਚ ਗੱਲ ਆਈ ਕਿ ਆਪਾਂ ਤਾਂ ਲੋਕਲ ਜਾਣਾ ਹੈ ਨਾ, ਫਿਰ ਉਹ ਆਪਦੀ ਥਾਰ ਕੱਢ ਲੈਂਦਾ ਆ, ਉਹਦੇ ਵਿੱਚ ਉਹ ਆਪਦੀ ਪਰਸਨਲ ਡਰਾਈਵ ਕਰਦਾ, ਤੇ 1-2 ਮੁੰਡਿਆਂ ਦੇ ਵਿੱਚ ਬਾਲ ਲੈਂਦਾ ਕਿ ਸਿਕਿਉਰਿਟੀ ਦੀ ਕੀ ਲੋੜ ਹੈ ਤੇ ਮੈਂ ਲੱਗੇ ਜਾਣਾ ਹੈ ਨਾ, ਫਿਰ ਉਹ ਆਪ ਦਾ ਪਰਸਨਲ ਕਿਤੇ ਸਵਾਲ ਆ ਗਿਆ ਨਾ ਕਿਤੇ। ਨਹੀਂ ਸਰ, ਦੇਖੋ ਇਹ ਗੱਲਾਂ ਬਣਾਈਆਂ ਜਾਂਦੀਆਂ ਬਾਅਦ ਚ। ਮੈਂ ਫੇਰ ਕਹਿ ਰਿਹਾ ਤੁਹਾਨੂੰ, ਮੇਰੇ ਨਾਲ ਤਾਂ ਹੁੰਦਾ ਰਹਿੰਦਾ ਇੱਦਾਂ, ਮੇਰੇ ਨਾਲ ਤਾਂ ਸਟੋਰੀ ਦੱਸਣ ਦੀਆਂ ਬੰਦੀਆਂ ਰਹਿੰਦੀਆਂ। ਮੈਂ ਇਹ ਸਿਰਫ ਗੱਲਾਂ ਬਣਾਈਆਂ ਜਾਂਦੀਆਂ। ਮੈਂ ਦੇਖੋ, ਜੇ ਉਹਨੇ ਆਪਣੀ ਬੁਲਟ ਪ੍ਰੂਫ ਗੱਡੀ ਲੈ ਕੇ ਜਾਣਾ ਸੀਗਾ ਤੇ ਲਾਸਟ ਮੋਮੈਂਟ ਦੇ ਉਹਨੇ ਆ ਕੇ ਇਹ ਡ੍ਰੌਪ ਕਰ ਦਿੱਤਾ ਤੇ ਆਪਣੀ ਥਾਰ ਲੈ ਕੇ ਚਲੇ ਗਏ, ਹੈ ਨਾ? ਸਮਝਦੇ ਹੋ ਨਾ ਤੁਸੀਂ? ਆਪਣੇ ਤੁਹਾਡੇ ਸ਼ਬਦਾਂ ਤੇ ਲੈ ਕੇ ਚਲੀਏ, ਜਦੋਂ ਥਾਰ ਲੈ ਕੇ ਚਲੇ ਗਏ ਤੇ ਕਿੰਨੇ ਸੈਕਿੰਡ ਦਾ ਫਰਕ ਪਿਆ ਹੈਗਾ? ਵੱਧ ਤੋਂ ਵੱਧ 1 ਜਾਂ 2 ਮਿੰਟ ਦਾ। 1 ਜਾਂ 2 ਮਿੰਟ ਦੇ ਵਿੱਚ ਸੂਚਨਾ ਜਿਹੜੀ ਦੂਜੀ ਪਾਰਟੀ ਨੂੰ ਚਲੀ ਗਈ, ਟੈਰਰਿਸਟ ਨੂੰ, ਦੂਜੀ ਪਾਰਟੀ ਨੂੰ ਉਸੇ ਵੇਲੇ ਸੂਚਨਾ ਮਿਲ ਗਈ ਕਿ ਅੱਜ ਉਹ ਬੁਲਟ ਪ੍ਰੂਫ ਗੱਡੀ ਲੈ ਕੇ ਨਹੀਂ ਜਾ ਰਿਹਾ, ਉਹ ਥਾਰ ਗੱਡੀ ਲੈ ਕੇ ਜਾ ਰਿਹਾ, ਔਰ ਨਾਲ ਉਹਦੇ ਗਨਮੈਨ ਵੀ ਨਹੀਂ ਹੈ। ਤੇ ਸੂਚਨਾ ਦੇਣ ਵਾਲਾ ਜਾਂ ਤੁਹਾਡੇ ਪਰਿਵਾਰਕ ਮੈਂਬਰ ਹੋਣਗੇ ਤੇ ਜਾਂ ਫਿਰ ਉਹ ਗਨਮੈਨ ਹੋਣਗੇ। ਜੀ, ਹੁਣ ਤੁਹਾਡੀ ਸਿਕਿਉਰਿਟੀ ਲਈ ਤੁਸੀਂ ਕੀ ਕਰ ਰਹੇ ਹੋ ਜਾਂ ਕੀ ਸਰਕਾਰ ਤੋਂ ਮੰਗ ਕੀਤੀ ਹੈਗੀ? ਨਹੀਂ, ਮੈਂ ਕੋਈ ਮੰਗ ਨਹੀਂ ਕੀਤੀ। ਸਿਕਿਉਰਿਟੀ ਬੜੀ ਅੱਛੀ ਚੱਲ ਰਹੀ ਹੈ, ਕੋਈ ਉਹ 'ਚ ਮੈਨੂੰ ਇੰਨੀ ਜ਼ਿਆਦਾ ਕੋਈ ਕਮੀ ਦਿਖਦੀ ਨਹੀਂ ਹੈ। ਪਰੰਤੂ ਜਿਹੜੀ ਇਹਨਾਂ ਨੇ ਇੱਕ ਪ੍ਰੋਟੋਕੋਲ ਹੁੰਦਾ, ਪ੍ਰੋਟੋਕੋਲ ਦੇ ਵਿੱਚ ਮੈਨੂੰ ਵਾਈ ਕੈਟਾਗਰੀਜ਼ ਕੀਤਾ ਹੋਇਆ ਇਹਨਾਂ ਨੇ ਸਿਕਿਉਰਿਟੀ ਦੇ ਵਿੱਚ, ਸੈਂਟਰ ਗਵਰਨਮੈਂਟ ਤੋਂ ਵੀ ਅਪਰੂਵਡ ਹੈ। ਉਹਦੇ ਵਿੱਚ ਇੱਕ ਜਿਹੜੀ ਮੈਨੂੰ ਬੁਲਟ ਪ੍ਰੂਫ ਗੱਡੀ ਦਿੱਤੀ ਸੀ ਜਿਹਦਾ ਐਕਸੀਡੈਂਟ ਹੋ ਗਿਆ। ਇੱਕ ਚੀਜ਼ ਮੈਨੂੰ ਮੈਂ ਸਿਰਫ ਇਹਨਾਂ ਤੁਹਾਡੇ ਮਾਧਿਅਮ ਦੇ ਨਾਲ ਇਹਨਾਂ ਪ੍ਰਸ਼ਾਸਨ ਕੋਲੋਂ ਪੁੱਛਣਾ ਚਾਹਣਾ, ਪੁਲਿਸ ਪ੍ਰਸ਼ਾਸਨ ਕੋਲ ਖਾਸ ਕਰਕੇ, ਕਿ ਅਗਰ ਉਹ ਗੱਡੀ ਦਾ ਐਕਸੀਡੈਂਟ ਮੇਰੇ ਕੋਲੋਂ ਨਾ ਹੁੰਦਾ, ਕਿਸੇ ਡਰਾਈਵਰ ਕੋਲੋਂ ਹੋ ਜਾਂਦਾ, ਤਾਂ ਵੀ ਮੈਨੂੰ ਮਰਨ ਵਾਸਤੇ ਇੱਥੇ ਛੱਡ ਦਿੱਤਾ ਜਾਂਦਾ? ਕਿ ਉਸ ਵੇਲੇ ਇਹ ਉਸ ਚੀਜ਼ ਨੂੰ ਐਕਸਕਿਊਜ਼ ਨਹੀਂ ਮੰਨਿਆ ਜਾਂਦਾ ਕਿ ਬਈ ਇਹ ਗੱਡੀ ਦਾ ਐਕਸੀਡੈਂਟ ਹੋ ਗਿਆ ਤਾਂ ਹੁਣ ਇਹਨੂੰ ਦੂਸਰੀ ਗੱਡੀ ਉਨੀ ਦੇਰ ਪ੍ਰੋਵਾਈਡ ਕਰਾ ਦਿੱਤੀ ਹੈ? ਮੈਨੂੰ ਮਰਨ ਵਾਸਤੇ ਇਹਨਾਂ ਨੇ ਛੱਡਿਆ ਹੋਇਆ ਚਲਦੀ ਗੱਡੀ ਦੇ ਵਿੱਚ, ਜਿਹਦੇ ਵਿੱਚ ਸਿਕਿਉਰਿਟੀ ਜਿਹੜੀ ਆ ਉਹ ਪਿੱਛੇ ਬੈਠੀ ਹੋਈ ਹੈ। ਜਦੋਂ ਇੱਧਰੋਂ ਮੈਂ ਚੱਲਦਾ ਤਾਂ ਦਰਵਾਜ਼ੇ ਖੁੱਲ੍ਹੇ ਹੁੰਦੇ ਆ, ਖਿੜਕੀਆਂ ਥੱਲੇ ਹੁੰਦੀਆਂ, ਕੋਈ ਬੰਦਾ ਤੇਜ਼ਾਬ ਸੁੱਟ ਸਕਦਾ, ਕੋਈ ਗੋਲੀ ਮਾਰ ਕੇ ਦੌੜ ਸਕਦਾ, ਕੁਝ ਵੀ ਕਰ ਸਕਦਾ, ਕਿ ਉਹ ਸਿਕਿਉਰਿਟੀ ਉੱਥੋਂ ਉਤਰ ਜਾਏਗੀ ਉਨੀ ਦੇਰ 'ਚ, ਜਿੰਨ ਦਿਨ ਕੁਝ ਵੀ ਹੋ ਜਾਏਗਾ। ਇਹ ਮੈਂ ਤੁਹਾਡੇ ਮਾਧਿਅਮ ਦੇ ਦੱਸ ਰਿਹਾ, ਇਹ ਕੀ ਇਹ ਪ੍ਰਸ਼ਾਸਨ ਨੂੰ ਪਤਾ ਨਹੀਂ ਲੱਗ ਰਿਹਾ ਹੋਏਗਾ? ਜੇ ਤੁਸੀਂ ਮੇਰੀ ਕੈਟਾਗਰਾਈ ਜਿਹੜੀ ਸਿਕਿਉਰਿਟੀ ਹੈ ਉਹਦੇ ਵਿੱਚ ਇੱਕ ਬੁਲਟ ਪ੍ਰੂਫ ਦਾ ਵਿੱਚ ਹੈਗਾ ਵੈ, ਉਹਦਾ ਵਿੱਚ ਕਾਲਮ ਹੈਗਾ ਵੈ, ਤਾਂ ਉਹਨੂੰ ਫਿਲ ਕਿਉਂ ਨਹੀਂ ਕਰਦੇ ਪਏ ਤੁਸੀਂ? ਜ਼ਰੂਰੀ ਹੈ ਕਿ ਜੇ ਮੰਨ ਲਓ ਮੇਰੇ ਕੋਲ ਗੱਡੀ ਉਹ ਤਾਂ ਜਾਂਚ ਦਾ ਵਿਸ਼ੇ ਹੈ, ਤੁਸੀਂ ਜਾਂਚ ਕਰੋ, ਉਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ, ਉਹ ਇਹਨਾਂ ਦੀ ਹੀ ਨਲਾਇਕੀ ਹੈ। ਇੱਕ ਡਰਾਈਵਰ 2 ਗੱਡੀਆਂ ਨਹੀਂ ਚਲਾ ਸਕਦਾ, ਦੂਸਰੀ ਗੱਡੀ ਕਿਸੇ ਨਾ ਕਿਸੇ ਨੇ ਤਾਂ ਚਲਾਉਣੀ ਹੈ, ਔਰ ਐਮਰਜੈਂਸੀ ਸੀਗੀ, ਚਲਾਉਣੀ ਪਈ ਸੀਗੀ ਉਸ ਵੇਲੇ, ਦੋਸਤ ਨੂੰ ਛੱਡਣ ਜਾਣਾ ਸੀਗਾ, ਠੀਕ ਹੈ ਨਾ? ਔਰ ਇਹ ਜਿਹੜੀ ਬਾਅਦ ਵਿੱਚ ਸਟੋਰੀਆਂ ਬਣਾਈਆਂ ਜਾਂਦੀਆਂ ਕਿ ਉਹਨੂੰ ਛੱਡਣ ਗਏ ਸੀ, ASI ਨੂੰ, ਜਿਹੜਾ ਡਰਾਈਵਰ ਸੀਗਾ ਉਹਨੂੰ ਧੱਕੇ ਮਾਰ ਕੇ ਚਾਬੀ ਖੋਲੀ ਗਈ ਉਹਦੇ ਕੋਲੋਂ। ਅਗਰ ਚਾਬੀ ਖੋਈ ਗਈ ਹੁੰਦੀ ਤੇ ਉਹਨੂੰ ਮੈਂ ਆਪਣਾ ਮੋਟਰਸਾਈਕਲ ਦੇ ਕੇ ਦੇਣਾ ਹੈਗਾ, ਜਾਂ ਵੀ ਦੂਜੀ ਗੱਡੀ ਲੈ ਕੇ ਆ ਉਹਨੂੰ ਮੈਂ ਦੌੜ ਕੇ ਉੱਥੋਂ ਨਿਕਲ ਜਾਣਾ। ਦੂਸਰੀ ਗੱਲ, ਇਹਦੇ ਵਿੱਚ ਬਾਅਦ 'ਚ ਸਟੋਰੀ ਬਣਾਈ ਗਈ ਕਿ ਉਸ ਵੇਲੇ ਡਰਾਈਵਰ ਨੇ ਇਨਫੋਰਮ ਕੀਤਾ ਸੀਗਾ, ਕੋਈ ਇਨਫੋਰਮੇਸ਼ਨ ਨਹੀਂ ਹੁੰਦੀ। ਅਗਰ ਉਹਨੇ ਇਨਫੋਰਮ ਕੀਤਾ ਹੁੰਦਾ ਤਾਂ ਮੈਨੂੰ ਇਮੀਡੀਏਟਲੀ ਫੋਨ ਆ ਜਾਂਦਾ ਕਿ ਬਿਨਾਂ ਸਿਕਿਉਰਿਟੀ ਤੁਸੀਂ ਕਿਉਂ ਗਏ ਹੋ ਬਈ। ਅੱਗੇ ਨੋਰਮਲੀ ਇੱਦਾਂ ਹੀ ਹੁੰਦਾ ਕਿ ਜੇ ਮੈਂ ਮੰਨ ਲਓ ਥੋੜ੍ਹਾ ਕਿਤੇ ਆਸ-ਪਾਸ ਪੜੋਸੀਆਂ ਦੇ ਘਰ ਵੀ ਚਲਾ ਜਾਂਦਾ ਅਤੇ ਇਹਨਾਂ ਵੱਲੋਂ ਜੇ ਸੂਚਨਾ ਦੇ ਦਿੱਤੀ ਜਾਂਦੀ ਹੈ ਤਾਂ ਮੈਨੂੰ ਕਾਲ ਆ ਜਾਂਦਾ, ਕਦੇ DSP ਸਾਹਿਬ ਦਾ ਆ ਜਾਂਦਾ, ਕਦੇ SHO ਸਾਹਿਬ ਦਾ ਆ ਜਾਂਦਾ, ਮੈਨੂੰ ਕਾਲ ਕਿਉਂ ਨਹੀਂ ਹੈਗਾ? 2 ਘੰਟੇ ਅਸੀਂ ਬਾਹਰ ਰਹੇ ਹਾਂ। ਖੁਦ ਸੋਚੋ ਤੁਸੀਂ, ਅਗਰ ਉਹਨੇ ਇਨਫੋਰਮ ਕੀਤਾ ਹੁੰਦਾ ਤਾਂ ਇਹਦਾ ਮਤਲਬ 2 ਘੰਟੇ ਸਿਕਿਉਰਿਟੀ ਲੈਪ ਸੀਗਾ। ਕਿਉਂ ਨਹੀਂ ਇਹਨਾਂ ਨੇ ਇਨਫੋਰਮ ਕੀਤਾ? ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ? ਕੰਟਰੋਲ ਰੂਮ ਵਾਲਿਆਂ ਨੇ ਕਿਉਂ ਨਹੀਂ ਮੈਨੂੰ ਕਾਲ ਕੀਤਾ?
ਜਦ ਕਿ ਨਾਰਮਲੀ ਇਹਨਾਂ ਦੀ ਡਿਊਟੀ ਬਣਦੀ ਹੈ ਕਿ ਮੇਰੇ ਨਾਲ ਉਸਲੇ 2 ਗਨਮੈਨ ਸੀ, ਉਹਨਾਂ ਨੂੰ ਫੋਨ ਕਰਕੇ ਪੁੱਛਦੇ ਵੀ ਇਹ ਕਿਸ ਤਰ੍ਹਾਂ ਤੁਸੀਂ ਚਲੇ ਗਏ, ਜਾਂ ਤੁਹਾਡੇ ਨਾਲ ਸਿਕਿਉਰਿਟੀ ਹੈ, ਪ੍ਰਧਾਨ ਨਾਲ ਹੈ ਨਹੀਂ ਹੈ, ਸਾਰਾ ਕੁਝ ਉਹ ਪੁੱਛਦੇ ਹੁੰਦੇ ਸੀਗੇ। ਇਹਨਾਂ ਨੇ ਕੋਈ ਇਨਫੋਰਮੇਸ਼ਨ ਨਹੀਂ ਸੀ ਦਿੱਤੀ। ਇਹ ਬਾਅਦ ਵਿੱਚ ਸਟੋਰੀਆਂ ਬਣਾਈ ਗਿਆ, ਔਰ ਸਿੱਧੂ ਮੂਸੇਵਾਲੇ ਦੇ ਕੇਸ ਵਿੱਚ ਵੀ ਇੱਦਾਂ ਹੀ ਕੀਤਾ ਜਾ ਰਿਹਾ, ਉਲਟਾ ਉਹਨੂੰ ਹੀ ਗਲਤ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿਕਿਉਰਿਟੀ ਨਾਲ ਨਹੀਂ ਸੀ ਲੈ ਕੇ ਗਏ, ਜਦ ਕਿ ਇਹੋ ਜਿਹੀ ਸੱਚਾਈ ਕੋਈ ਨਹੀਂ ਹੈ। ਮੈਂ ਤੁਹਾਨੂੰ ਕਹਿੰਦਾ ਪ੍ਰੈਕਟੀਕਲੀ ਇਹ ਚੀਜ਼ਾਂ ਹੈਗੀਆਂ ਵਾ। ਜਿਸ ਤਰ੍ਹਾਂ ਮੈਨੂੰ ਇਹਨਾਂ ਨੇ ਟਾਰਗੇਟ ਕੀਤਾ ਬੜੀ ਸੋ ਮੈਨੀ ਟਾਈਮਸ ਵਿੱਚ, ਮੇਰੇ ਘਰ ਬਿਜਲੀ ਬੋਰਡ ਦੇ ਰੇਡ ਹੋਏ, ਮੈਨੂੰ ਡਿਮੋਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਬੜਾ, ਚਾਹੇ ਉਹਦੇ ਵਿੱਚ ਰਾਜਨੀਤੀ ਸੀਗੀ, ਲੇਕਿਨ ਡਿਮੋਰਲਾਈਜ਼ ਕਰਨ ਦੀ ਬੜੀ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚ ਆ ਕੇ। ਉਹਦੇ ਵਿੱਚ ਆਪਣੇ ਮੀਟਰ ਦੇ ਵਿੱਚ ਕੀ ਆਪਣੇ ਉਹਦੇ ਵਿੱਚ ਰਾਜਨੀਤੀ ਕੀਤੀ ਗਈ? ਬਿਲਕੁਲ ਰਾਜਨੀਤੀ। ਇੰਨੀ ਵੱਡੀ ਰੇਡ ਚੰਡੀਗੜ੍ਹ ਉੱਥੋਂ ਪਟਿਆਲਾ ਤੋਂ ਐਕਸ਼ਨ ਖੁਦ ਆਏ ਨੇ, ਔਰ ਬੜੀ ਵੱਡੀ ਕੋਈ 20-25 ਜਣਿਆਂ ਦੀ। ਔਰ ਸਭ ਤੋਂ ਵੱਡੀ ਗੱਲ ਦੇਖੋ ਸਰ, ਰੇਡ ਬੜੇ ਘਰਾਂ 'ਚ ਹੁੰਦੇ ਆ ਨਾ, ਬੜੇ ਘਰਾਂ ਵਿੱਚ ਹੁੰਦੇ ਆ ਨਾਰਮਲੀ, ਲੇਕਿਨ ਉਹਦੇ ਨਾਲ 25-30 ਇੱਕ ਪ੍ਰੈਸ ਰਿਪੋਰਟਰ ਕਿਸਾਂ ਪਹੁੰਚ ਜਾਂਦੇ ਆ। ਇਹ ਕਾਰਨ ਕੀ ਸੀਗਾ ਏਡੀ ਵੱਡੀ? ਕਾਰਨ ਇਹ ਹੈ ਕਿ ਜਾਣ ਬੁੱਝ ਕੇ ਜਦੋਂ ਪੁਲਿਸ ਦੀ ਕਿਰਕਰੀ ਹੋਈ ਸੀ ਮੇਰੇ ਕੇਸ ਦੇ ਵਿੱਚ, ਜਦੋਂ ਗੱਡੀ ਮੇਰੇ ਕੋਲ ਪਲਟੀ ਹੈ, ਜਦੋਂ ਇਹਨਾਂ ਕੋਲ ਦੱਸਿਆ ਨਹੀਂ ਗਿਆ, ਮੈਨੂੰ ਇਹਨਾਂ ਨੇ ਡਰੰਕਰ ਬਣਾ ਦਿੱਤਾ। ਇਹਨਾਂ ਨੇ ਉਹ ਸ਼ੋਅ ਕਰ ਦਿੱਤਾ ਕਿ ਮੈਂ ਬੜਾ ਵੱਡਾ ਡਰੰਕਰ ਸੀਗਾ ਜਿਹਨੇ ਗੱਡੀ ਡਰਿੰਕ ਕੀਤੀ ਹੋਈ ਸੀ। ਜੇ ਡਰਿੰਕ ਕੀਤੀ ਹੋਈ ਹੈ ਤਾਂ ਉਹਦਾ ਮੇਰੇ ਕੋਲ ਮੁਲਾਜ਼ਾ ਕਰਾ ਕੇ ਤੁਸੀਂ ਆਪਣਾ ਸਬੂਤ ਕਿਉਂ ਨਹੀਂ ਪੱਕੇ ਕਰਦੇ ਪਏ? ਤੁਸੀਂ ਸਿੰਪਲ ਜੀ ਗੱਲ ਹੈ, ਡਰਾਈਵਰ ਨੇ ਉਸ ਵੇਲੇ ਡਰਿੰਕ ਕੀਤੀ ਸੀ, ਲੇਕਿਨ ਨਾ ਮੈਂ ਕੀਤੀ ਸੀ, ਕਿਉਂਕਿ ਇਹਨਾਂ ਨੇ ਇਸ ਲਈ ਉਹ ਮੁਲਾਜ਼ਾ ਨਹੀਂ ਕਰਾਇਆ ਉਸ ਵੇਲੇ। ਉੱਦਾਂ ਵੈਸੇ ਤੁਸੀਂ ਡਰਿੰਕ ਕਰਦੇ ਹੋ? ਬਿਲਕੁਲ ਨਹੀਂ ਸਰ, ਬਿਲਕੁਲ। ਤੁਸੀਂ ਮੇਰੇ ਗਨਮੈਨ ਨਾਲ ਹੈਗੇ ਨਾ, ਉਹਨਾਂ ਕੋਲ ਪੁੱਛ ਕੇ ਦੇਖੋ। ਤੇ ਤੁਹਾਡੀ ਫਿਰ ਕਿਤੇ ਨਾ ਕਿਤੇ ਸਿਕਿਉਰਿਟੀ ਲੀਕ ਨੇ ਗੱਲ ਕੀਤੀ ਹੋਊਗੀ ਕਿ ਇਹਨਾਂ ਨੇ ਡਰਿੰਕ ਕੀਤੀ? ਬਿਲਕੁਲ, ਮੈਂ ਕਹਿ ਰਿਹਾ ਸਰ, ਮੈਂ ਕਹਿ ਰਿਹਾ ਕਿ ਇਹ ਸਟੋਰੀਜ਼ ਬਣਾਈਆਂ ਜਾਂਦੀਆਂ, ਉਹੀ ਜਿਹੜੇ ਖਾਲਿਸਤਾਨੀ ਆ ਗਈ ਨਾ ਗੱਲ ਉੱਥੇ ਹੀ, ਕਿ ਜਿਹੜੇ ਸਿਕਿਉਰਿਟੀ ਜਿਹੜੀ ਮੇਰੇ ਨਾਲ ਪ੍ਰੋਵਾਈਡ ਕੋਈ ਜਿਹੜੇ ਖਾਲਿਸਤਾਨੀ ਜਿਹੜੇ ਡਿਪਿਊਟ ਕਰ ਦਿੱਤੇ ਜਾਂਦੇ ਆ, ਉਹ ਫਿਰ ਇੱਦਾਂ ਉਹ ਸਿੱਧੇ ਤੇ ਮੈਨੂੰ ਗੋਲੀ ਮਾਰਨੋਂ ਆਪੇ ਹੀ ਮਰਨਗੇ, ਗੋਲੀ ਮਾਰਨਗੇ ਆਪ ਹੀ ਫਸਣਗੇ। ਉਹਨਾਂ ਨੂੰ ਫਿਰ ਇਹੋ ਜਿਹੀ ਚੀਜ਼ਾਂ ਲੱਭਣੀਆਂ ਪੈਂਦੀਆਂ ਉਹਨਾਂ ਨੂੰ ਕਿ ਕੋਈ ਮੇਰੇ ਕੋਲ ਗਲਤੀ ਹੋ ਜਾਏ ਉਹਨੂੰ ਟੰਗ ਦੇਣ। ਬੜੀ ਸਟੋਰੀਆਂ ਇੱਦਾਂ ਬਣਾਈਆਂ ਗਈਆਂ, ਕਦੀ ਮੇਰੇ ਘਰ ਦੀਆਂ ਫੋਟੋਆਂ ਬਣਾ ਕੇ, ਕਦੀ ਕੁਛ, ਕਦੀ ਉਹ ਗਲਤ ਮੈਨੂੰ ਮੇਰੇ ਈਵਨ ਨੇ ਜਿਹੜੇ ਚੰਗੇ ਗਨਮੈਨ ਨੇ ਉਹਨਾਂ ਦੀ ਵੀਡੀਓ ਬਣਾ ਕੇ ਇਹਨਾਂ ਨੇ ਵਾਇਰਲ ਕੀਤੀਆਂ ਇਹਨਾਂ ਨੇ। ਤੋ ਇਹ ਸਿਕਿਉਰਿਟੀ ਦਾ ਲੈਪਸ ਹੈਗੇ ਨੇ। ਇਹ ਸਾਡੇ ਹਾਇਰ ਆਫੀਸਰਸ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਯਾਰ ਜੇ ਮੈਂ ਅੱਜ ਦੇਖੋ ਮੈਂ ਭਾਵੁਕ ਹੋ ਕੇ ਮੈਂ ਬੋਲਦਾ ਪਿਆ, ਕਾਰਨ ਹੈ ਕਿ ਬੜਾ ਕੁਛ ਸਾਡੇ ਨਾਲ ਇੱਦਾਂ ਦਾ ਬੀਤਿਆ, ਔਰ ਮੈਨੂੰ ਅੱਜ ਇਸ ਇਮੋਸ਼ਨਲ ਮੈਂ ਇਸ ਕਾਰਨ ਹੋਇਆ ਕਿ ਇੱਕ ਮਾਂ-ਬਾਪ ਦਾ, ਬੁੱਢੇ ਮਾਂ-ਬਾਪ ਦਾ ਇੱਕ ਬੱਚਾ ਚਲਾ ਗਿਆ ਤਾਂ ਉਹਨੂੰ ਹੀ ਡਿਫਾਲਟਰ ਬਣਾਈ ਜਾ ਰਹੇ, ਉਹਨੂੰ ਹੀ ਗਲਤ ਕਹੀ ਜਾ ਰਹੇ ਨੇ। ਕਿਉਂ ਕਿਹਾ ਜਾ ਰਿਹਾ? ਜਦ ਕਿ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਾਂ, ਮੇਰੇ ਗੋਲੀ ਲੱਗੀ ਹੈ, ਇਹਨਾਂ ਨੇ ਕਹਿ ਦਿੱਤਾ ਕਿ ਇਹਨਾਂ ਦੀ ਆਪਸੀ ਦੁਸ਼ਮਣੀ ਸੀਗੀ। ਖੰਨਾ ਦਾ ਰਹਿਣ ਵਾਲਾ ਸੀਗਾ, ਇੱਥੇ ਆ ਕੇ ਮੈਨੂੰ ਗੋਲੀ ਮਾਰਦਾ, ਲੋਕਲ ਬੰਦੇ ਇਨਵੋਲਵ ਸੀ ਨਾਲ। ਜੇਲ੍ਹ 'ਚੋਂ, ਨਾਭਾ ਜੇਲ੍ਹ 'ਚੋਂ ਉਹ ਦੌੜਿਆ ਹੋਇਆ ਵਿਕੀ ਗੌਂਡਰ ਹੋਣਾ ਦੇ ਨਾਲ। ਅੱਜ ਤੱਕ ਪੁਲਿਸ ਦੇ 7 ਸਾਲ ਹੋ ਗਿਆ, ਅੱਜ ਤੱਕ ਪੁਲਿਸ ਕੋ ਹੱਥ ਨਹੀਂ ਆਇਆ, ਠੀਕ ਹੈ। ਔਰ ਇਹ ਬਾਰ-ਬਾਰ ਇੱਕੋ ਚੀਜ਼ਾਂ ਕਹੀ ਜਾਣਗੇ ਕਿ ਇਹ ਬੰਦਾ ਜਿਹੜਾ ਪ੍ਰੋਟੈਕਟੀ ਸੀਗਾ, ਇਹਦੀ ਉਹਦੇ ਨਾਲ ਦੁਸ਼ਮਣੀ ਸੀਗੀ। ਇਸ ਤਰ੍ਹਾਂ ਦੇ ਬਣਾ ਕੇ ਪ੍ਰੋਟੈਕਟੀ ਨੂੰ ਹੀ ਗਲਤ ਕਰਨਾ ਜਿਹੜਾ ਇਹ ਬੰਦ ਕਰਨਾ ਇਹਨਾਂ ਨੂੰ ਚਾਹੀਦਾ। ਔਰ ਜੇ ਸਿਕਿਉਰਿਟੀ ਦੀ ਕੋਈ ਜੇ ਪ੍ਰੋਟੈਕਟੀ ਆਪਣੇ ਵੱਲੋਂ ਕਹਿੰਦਾ ਕਿ ਇਹ ਵੀ ਮੇਰੀ ਸਿਕਿਉਰਿਟੀ ਦੇ ਲੈਪਸ ਦਿਖਦੇ ਪਏ, ਉਹਨੂੰ ਸੁਣਨਾ ਚਾਹੀਦਾ, ਐਟਲੀਸਟ ਉਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਅਕਾਲ ਤਖਤ ਦੇ ਜਥੇਦਾਰ ਸਾਹਿਬ ਦਾ ਇੱਕ ਬਿਆਨ ਆਇਆ ਸੀਗਾ, ਉਹਦੇ ਉੱਤੇ ਤੁਸੀਂ ਟਿੱਪਣੀ ਕੀਤੀ ਸੀਗੀ ਕਿ ਪੰਜਾਬ ਦਾ ਇੱਕ ਪੰਨੂ ਹੋਰ ਮੈਂ ਪੈਦਾ ਨਹੀਂ ਕਰਨਾ ਚਾਹੁੰਦਾ। ਕੀ ਕਾਰਨ ਸੀਗਾ? ਕਿ ਕਿਉਂਕਿ ਉਹਨਾਂ ਵੱਲੋਂ ਇਹ ਚੀਜ਼ ਦੇ 'ਤੇ ਬਿਆਨ ਕੀਤਾ, ਸਿੱਖਾਂ ਵੱਲੋਂ ਕਿਹਾ ਗਿਆ ਸੀ ਕਿ ਸਿੱਖ ਨੂੰ ਹਥਿਆਰ ਰੱਖਣਾ ਇੱਕ ਲਾਜ਼ਮੀ ਆ, ਕਿਉਂਕਿ ਜੋ ਪਰੰਪਰਾ ਜਿਹੜੀ ਚੱਲਦੀ ਆਈ ਆ ਪਿਛਲੇ ਵੇਲੇ ਸ਼ਾਸਤਰ ਅਧੀਨ ਸੀਗੇ ਅਤੇ ਸ਼ਾਸਤਰ ਰੱਖਦੇ ਆਏ ਸੀ। ਕੀ ਪ੍ਰੋਬਲਮ ਸੀਗੀ ਤੁਹਾਡੀ? ਦੇਖੋ, ਉਹ ਸਾਡੇ ਇੱਕ ਆਦਰਨੀਏ ਜਿਹੜੇ ਅਕਾਲ ਤਖਤ ਹੈ, ਉਹਨਾਂ ਦੇ ਜਥੇਦਾਰ ਨੇ, ਉਹਨਾਂ ਦੀ ਕਹੀ ਹੋਈ ਗੱਲ ਜਿਹੜੀ ਬੜੀ ਇੰਪੋਰਟੈਂਸ ਰੱਖਦੀ ਹੈ ਜੀ, ਠੀਕ ਹੈ ਨਾ। ਸਿੱਖੀਜ਼ਮ ਦੇ ਵਿੱਚ ਵੈਪਨ ਜਿਹੜਾ ਉਹ ਜੋ ਸਾਡੇ ਗੁਰੂਆਂ ਨੇ ਸਾਨੂੰ ਧਾਰਨ ਕਰਵਾਇਆ ਸੀਗਾ ਉਹ ਵੈਲਿਡ ਹੈ, ਉਹ ਆਧੁਨਿਕ ਨਹੀਂ ਹੈ, ਉਹ ਸਦੀਆਂ ਤੋਂ ਚੱਲਦਾ ਆਇਆ ਨਾ। ਆਧੁਨਿਕ ਹਥਿਆਰ ਹੈਗੇ ਨੇ, AK-47 ਹੋ ਗਈ, ਰਿਵਾਲਵਰਸ ਹੋ ਗਏ, ਹੈ ਨਾ, ਪਿਸਟਲਸ ਹੋ ਗਈਆਂ। ਇਹ ਉਹਨਾਂ ਦਾ ਮਕਸਦ ਹੈ, ਉਹਨਾਂ ਦਾ ਕਹਿਣਾ ਆਇਆ ਸੀਗਾ ਕਿ ਆਉਣ ਵਾਲਾ ਸਮੇਂ ਬਹੁਤ ਖਰਾਬ ਹੈ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇੱਕ ਇਹ ਇੰਡੀਕੇਟ ਕਰ ਦਿੱਤਾ ਕਿ ਅਗਲਾ ਆਉਣ ਵਾਲਾ ਸਮੇਂ ਬਹੁਤ ਖਰਾਬ ਹੈ। ਉਹ ਜੇ ਨਹੀਂ ਵੀ ਹੈਗਾ ਤਾਂ ਇਨਸਾਨ ਦੇ ਜਿਹੜੇ ਨੈਚੁਰਲੀ ਇਨਸਾਨ ਹਿਊਮਨ ਬੀਇੰਗ ਆ, ਸਾਡੇ ਅੰਦਰ ਉਹੋ ਜਿਹੀ ਧਾਰਨਾ ਬਣ ਜਾਂਦੀ ਕਿ ਇੱਕ ਵੱਡਾ ਬੰਦਾ ਜਿਹੜੀ ਹੈ ਇਹ ਗੱਲ ਕਹਿ ਰਿਹਾ, ਤੇ ਅਸੀਂ ਉਸ ਚੀਜ਼ ਨੂੰ ਸੋਚ ਲਿਆ ਕਿ ਇਸ ਆਉਣ ਵਾਲਾ ਸਮੇਂ ਵਾਕਈ ਖਰਾਬ ਆ ਰਿਹਾ, ਠੀਕ ਹੈ। ਕਿਉਂਕਿ ਅਕਾਲ ਤਖਤ ਦੇ ਉੱਪਰ ਬੈਠੇ ਜਿਹੜੇ ਲੋਕ ਨੇ ਉਹ ਕੋਈ ਛੋਟੇ-ਮੋਟੇ ਲੋਕ ਨਹੀਂ ਜੀ, ਠੀਕ ਹੈ। ਉਹਨਾਂ ਦੀ ਗੱਲ ਦੇ ਕੋਈ ਮਾਇਨੇ ਨਹੀਂ ਉਹਨਾਂ ਦੇ। ਇੱਕ ਤਾਂ ਉਹਨਾਂ ਨੇ ਮੇਰੇ ਹਿਸਾਬ ਨਾਲ ਉਹਨਾਂ ਨੇ ਗਲਤ ਕਿਹਾ ਸੀਗਾ। ਦੂਸਰਾ ਉਹਨਾਂ ਨੇ ਕਹਿਤਾ ਕਿ ਜਿਹੜੇ ਵੈਪਨ ਰੱਖੋ ਤੁਸੀਂ ਸਾਰੇ। ਹੁਣ ਇਹੀ ਕੰਮ ਜਿਹੜਾ ਵਾ ਉਹ ਪੰਨੂ ਕਰ ਰਿਹਾ। ਪੰਨੂ ਕੀ ਕਰ ਰਿਹਾ? ਉਹ ਜਾਣ ਕੇ ਇੱਕ ਖਾਲਿਸਤਾਨ ਦੇ ਨਾਮ ਦੇ ਉੱਪਰ ਛੋਟੇ-ਛੋਟੇ ਜਿਹੜੇ ਬੱਚੇ ਨੇ ਸਿੱਖਾਂ ਦੇ ਖਾਸ ਕਰਕੇ ਧਰਮ ਨਾਲ ਬਿਲੋਂਗ ਕਰਨ ਵਾਲੇ, ਉਹਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦਾ। ਅਤੇ ਫਿਰ ਅਸੀਂ ਉਹਨਾਂ ਨੂੰ ਮੈਚ ਕਿਉਂ ਨਹੀਂ ਕਰਦੇ ਕਿ ਉਹ ਜਥੇਦਾਰ ਸਾਹਿਬ ਨੇ ਉਹੀ ਗੱਲ ਕੀਤੀ ਜੋ ਪੰਨੂ ਕਰ ਰਿਹਾ ਸੀਗਾ। ਇਸ ਲਈ ਮੇਰਾ ਕਹਿਣਾ ਇਹ ਸੀਗਾ ਕਿ ਜੋ ਪੰਜਾਬ ਦੇ ਵਿੱਚ ਜੇ ਸਿੱਖਾਂ ਨੂੰ ਕੋਈ ਭੜਕਾਉਣ ਵਾਲਾ ਜੋ ਬਿਆਨ ਕੋਈ ਦੇਗਾ, ਅਸੀਂ ਉਹ ਪੈਦਾ ਨਹੀਂ ਹੋਣ ਦੇਣਾ, ਚਾਹੇ ਜਥੇਦਾਰ ਨੇ, ਚਾਹੇ ਉਹ ਆਮ ਵਿਅਕਤੀ ਹੈ। ਕਿਉਂਕਿ ਉਹਨਾਂ ਨੇ ਪੰਨੂ ਸਾਹਿਬ ਵੱਲੋਂ ਕਿਉਂ ਬਿਆਨ ਦੇਣਾ ਸੀਗਾ? ਕਿਉਂਕਿ ਜਿਹੜੀ ਮੀਰੀ ਪੀਰੀ ਆ ਇਹ ਸਾਨੂੰ 6ਵੀਂ ਪਾਤਸ਼ਾਹੀ ਨੇ ਬਖਸ਼ੀ ਆ, ਹੈ ਨਾ। ਤਾਂ ਉਹਦੇ ਵਿੱਚ ਸਿੱਖ ਦੀ ਜਿਹੜੀ ਆਪਣੇ ਰੱਖਣਾ ਇੱਕ ਲਾਜ਼ਮੀ ਆ, ਇਹਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੋਣੀ ਚਾਹੀਦੀ। ਇਹਦੇ ਵਿੱਚ ਤੁਹਾਨੂੰ ਕੀ ਪ੍ਰੋਬਲਮ?
ਨਹੀਂ ਸਰ 47 ਰੱਖਣਾ ਤੇ ਕੋਈ ਅਲਾਉ 47 ਦਾ ਤਾਂ ਕੋਈ ਜ਼ਿਕਰ ਕੀਤਾ ਹੀ ਨਹੀਂ ਜੀ। ਆਧੁਨਿਕ ਹਥਿਆਰ ਤੇ ਫਿਰ ਉਹੀ ਹੈਗੇ ਆ ਨਾ। ਆਧੁਨਿਕ ਹਥਿਆਰ ਦੇ ਵਿੱਚ ਬਹੁਤ ਸਾਰੇ ਹੋਰ ਵੀ ਕੁਝ ਹੋ ਸਕਦੇ ਨੇ। ਨਹੀਂ ਉਹਨਾਂ ਨੇ ਖਾਸ ਕਹਿੰਦੇ ਕਿ ਸਾਨੂੰ ਗੁਰੂਆਂ ਨੇ ਇੱਕ ਸਾਡੀ ਸ਼ਮਸ਼ੀਰ ਉਹਨਾਂ ਨੇ ਧਾਰਨ ਕਰਵਾਈ ਸੀ ਸਾਨੂੰ, ਠੀਕ ਹੈ, ਉਹ ਕਰੋ, ਉਹ ਸਾਰੀ ਦੁਨੀਆ ਕਰੇ, ਬਲਕਿ ਅਸੀਂ ਖੁਦ ਕਹਾਂਗੇ ਕਿ ਉਹ ਜਿਹੜੇ ਇੱਕ ਵਾਕਈ ਜਿਹੜੇ ਕੁਝ ਮੈਂ ਕਹਾਂਗਾ ਕਿ ਸਿੱਖ ਜਿਹੜੇ ਹੈਗੇ ਨੇ ਉਹ ਕੁਝ ਗਲਤ ਕੰਮ ਕਰੇ, ਕੋਈ ਮੈਂ ਦੇਖਿਆ ਕਈ ਵਾਰੀ ਕੋਈ ਨਸ਼ਾ ਵੀ ਲੈਂਦੇ ਹੁੰਦੇ ਨੇ, ਉਹ ਬੰਦ ਕਰਨ, ਕਿਉਂਕਿ ਜਿਹੜੀ ਸਿੱਖ ਕੌਮ ਹੈ ਉਹ ਇੱਕ ਸਾਡੀ ਇੱਕ ਪੂਜਨੀय ਕੌਮ ਹੈ। ਮੈਂ ਕਹਿ ਸਕਦਾ ਕਿ ਜਿਨ੍ਹਾਂ ਨੇ ਸਾਡੇ ਇਤਿਹਾਸ ਦੇ ਵਿੱਚ ਬੜੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੇ, ਅਤੇ ਅਸੀਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਬੱਟਾ ਲਗਾ ਰਹੇ ਹਾਂ। ਜਦੋਂ ਅਸੀਂ ਕੁਝ ਸਾਡੇ ਗੁਰੂਆਂ ਦੀ ਜਿਹੜੀ ਕਥਿਤ ਬਾਣੀ ਹੈ ਅਸੀਂ ਉਹਨਾਂ ਨੂੰ ਦਾਗਦਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀਗਾ ਕਿ ਜੋ ਸਾਡੇ ਗੁਰੂਆਂ ਨੇ ਸਾਨੂੰ ਆਦੇਸ਼ ਦਿੱਤੇ ਹੈ ਜਿਹੜੇ ਵੈਪਨ ਰੱਖਣ ਦੇ, ਜਿਹੜੇ ਉਹਨਾਂ ਨੇ ਵੈਪਨ ਰੱਖਣ ਵਾਸਤੇ ਕਿਹਾ ਸੀ, ਉਹ ਵੈਪਨ ਜਿਹੜੇ ਧਾਰਨ ਕਰੋ, ਨਾ ਕਿ ਆਧੁਨਿਕ ਵੈਪਨ ਜਿਹੜੇ ਉਹ ਤਿਆਰ ਕਰੋ। ਫਿਰ ਤਾਂ ਜਿਹੜਾ ਗੈਂਗ ਵਾਰ ਹੁਣ ਬੱਚੇ ਜਿਹੜਾ ਕੋਈ ਛੋਟਾ ਜਿਹਾ ਬੱਚਾ ਕੋਈ ਰੱਖ ਲੈਂਦਾ ਹੈ, ਉਹਨੂੰ ਥੋੜ੍ਹੀ ਪਤਾ ਕਿ ਇਹ ਮੈਂ ਗਨ ਕਿੱਥੇ ਚਲਾਉਣੀ ਕਿੱਥੇ ਨਹੀਂ ਚਲਾਉਣੀ, ਠੀਕ ਹੈ। ਇਸ ਲਈ ਇਹੋ ਜਿਹੇ ਵੈਪਨ ਕਹਿ ਕੇ ਉਹਨਾਂ ਨੂੰ ਉਕਸਾਇਆ ਇੱਕ ਤਰ੍ਹਾਂ ਤੋਂ। ਦੇਖਿਆ ਕਿਉਂਕਿ ਐਡਾ ਪੁਲਿਸ ਪ੍ਰਸ਼ਾਸਨ ਵੀ ਸ਼ਦਾਈ ਨਹੀਂ ਹੈਗਾ ਕਿ ਜਿਹੜਾ ਲਾਇਸੈਂਸੀ ਹਥਿਆਰ ਪ੍ਰੋਵਾਈਡ ਕਰਾਊਗਾ ਤੇ ਉਹਦੀ ਛਾਣਬੀਨ ਨਹੀਂ ਕਰੂਗੀ, ਬਗੈਰ ਤਾਂ ਉਹਦੀ ਡੀਸੀ ਸਾਹਿਬ ਨਾਲ ਮੀਟਿੰਗ ਨਹੀਂ ਹੋਊਗੀ, ਹੈ ਨਾ, ਇਨਕੁਆਇਰੀ ਨਹੀਂ ਹੋਊਗੀ, ਉਹਦਾ ਹਥਿਆਰ ਤਾਂ ਉਹੀ ਰੱਖ ਸਕਦੇ ਜਿਹੜੇ ਕ੍ਰਿਮੀਨਲ ਰਿਕਾਰਡ ਨਹੀਂ ਆ। ਤੇ ਇਸ ਬਾਰੇ ਤੁਸੀਂ ਕਿੱਦਾਂ ਸਪਸ਼ਟੀਕਰਨ ਦੇ ਸਕਦੇ ਕਿ ਇਹ ਬੱਚੇ ਕੋਲ ਚੱਲ ਜਾਏਗਾ ਜੀ, ਇਹ 'ਚ ਅਣਜਾਣਪੁਣੇ ਦੇ ਵਿੱਚ ਗੱਲ ਕਰ ਰਹੇ ਹੋ? ਨਹੀਂ ਬਿਲਕੁਲ ਅਣਜਾਣਪੁਣੇ 'ਚ ਨਹੀਂ। ਤੁਸੀਂ ਜਾ ਕੇ ਦੇਖੋ, ਇੱਕ RTA ਪਾ ਲਓ ਤੁਸੀਂ ਆਪੇ ਹੀ, ਤੁਹਾਨੂੰ ਪਤਾ ਲੱਗ ਜਾਏਗਾ 20-22 ਸਾਲ ਦੇ ਜਿਹੜੇ ਬੱਚੇ ਨੇ ਜਿਨ੍ਹਾਂ ਨੇ ਵੱਡੇ ਨੇਤਾਵਾਂ ਦੀ ਸਿਫਾਰਿਸ਼ਾਂ ਪਾ ਕੇ ਵੈਪਨ ਲਏ ਹੋਏ ਨੇ। ਇਹ ਦੇਖੋ ਹੁਣ ਥੋੜ੍ਹੇ ਦਿਨ ਪਹਿਲਾਂ ਗੁਰਦਾਸਪੁਰ ਦੇ ਵਿੱਚ SHO ਦੇ ਉੱਪਰ ਫਾਇਰਿੰਗ ਹੋਈ ਹੈ, ਔਰ ਜਿਹੜੇ ਫਾਇਰਿੰਗ ਕਰਨ ਵਾਲੇ ਸੀਗੇ ਉਹਨਾਂ ਦੀ ਉਮਰ ਕਹਿੰਦੇ ਸੀਗੇ 20 ਤੋਂ ਲੈ ਕੇ 25 ਸਾਲ ਦੇ ਵਿੱਚ ਹੈ। ਤੁਸੀਂ ਸੋਚ ਸਕਦੇ ਹੋ ਕਿ ਇਹ ਉਹਨਾਂ ਦੀ ਇਨਕੁਆਇਰੀ ਨਾ ਹੋਈ ਹੋਏਗੀ, ਉਹਨਾਂ ਕੋਲ ਵੈਪਨ ਕਿੱਥੋਂ ਆ ਜਾਂਦੇ ਨੇ? ਇੰਨਾ ਜ਼ਿਆਦਾ ਵੈਪਨ ਅੱਜ ਅੰਮ੍ਰਿਤਸਰ ਦੇ ਵਿੱਚ ਫਾਇਰਿੰਗ 2 ਗੁੱਟਾਂ ਦੇ ਵਿੱਚ ਹੋਈ ਹੈ, ਕਿੱਥੋਂ ਵੈਪਨ ਆ ਰਿਹਾ ਇਹਨਾਂ? ਕਿਉਂਕਿ ਇਹ ਕੁਝ ਲੀਗਲ ਨੇ, ਕੁਝ ਇਲੀਗਲ ਨੇ। ਤੁਸੀਂ ਕਹਿੰਦੇ ਹੋ ਕਿ ਇਹਨਾਂ ਦਾ ਪੂਰੀ ਬੈਕਗਰਾਊਂਡ ਚੈੱਕ ਕੀਤੀ ਜਾਏ, ਖੁਦ ਮੈਂ ਕਹਿ ਰਿਹਾ ਬੈਕਗਰਾਊਂਡ ਮੇਰੀ ਵੀ ਚੈੱਕ ਹੋਈ ਹੈ। ਈਵਨ ਦਾ ਤੁਸੀਂ ਸੋਚੋ ਕਿ ਸਭ ਤੋਂ ਵੱਡੀ ਥ੍ਰੈਟ ਮੈਨੂੰ ਹੈ ਨਾ। ਇਹਦੀ ਓਬਜੈਕਸ਼ਨ ਜਿਹੜਾ ਉਹਨਾਂ ਨੇ ਲਗਾਤਾ, ਕੋਈ ਜਿਹੜੀ ਉਹੀ FIR ਜਿਹੜੀ ਮੇਰੀ ਗੱਡੀ ਪਲਟਣ ਦੀ FIR ਹੋਈ ਹੈ ਉਹਦੇ ਬਿਹਾਫ ਦੇ ਉੱਪਰ ਮੇਰਾ ਰਿਨਿਊ ਨਹੀਂ ਕਰਕੇ ਦੇ ਰਹੇ। ਤੁਸੀਂ ਖੁਦ ਸੋਚੋ ਕਿ ਇਹਨਾਂ ਦੀ ਕਾਰਜਪ੍ਰਣਾਲੀ ਕੀ ਹੈ। ਔਰ ਬਹੁਤ ਛੋਟੇ ਲੋਕ ਜਿਹੜੇ ਬੱਚੇ ਨੇ ਉਹ ਸਿਰਫ ਸਿਫਾਰਿਸ਼ਾਂ ਪਾ ਕੇ ਉਹ ਲੈ ਲੈਂਦੇ ਨੇ। ਸੋ ਇਹ ਵੀ ਲੈ ਸਕਦੇ ਨੇ ਜਦੋਂ ਜਥੇਦਾਰ ਸਾਹਿਬ ਨੇ ਆਪ ਹੀ ਕਹਿ ਦਿੱਤਾ, ਉਹਨੇ ਕਹਿੰਦਾ ਸਾਡੇ ਜਥੇਦਾਰ ਸਾਹਿਬ ਨੇ ਕਿਹਾ ਬਈ ਸਾਨੂੰ ਵੀ ਚਾਹੀਦੇ, ਆਪਾਂ ਵੀ ਲੈਣੇ ਹੀ ਲੈਣੇ ਆ। ਨਹੀਂ, ਪਰ ਉਹਨਾਂ ਨੇ ਇਹ ਚੀਜ਼ ਤੇ ਲਾਇਸੈਂਸੀ ਹਥਿਆਰ ਉਹ ਇਹ ਤਾਂ ਨਹੀਂ ਕਿਹਾ ਕਿ ਜੀ ਮੈਂ ਰਿਕਮੈਂਡ ਕਰਾਂਗਾ ਜੀ ਤੁਸੀਂ ਮੇਰੇ ਜਥੇਬੰਦੀ ਨੂੰ ਲੈ ਕੇ ਜਾ ਸਕਦੇ ਹੋ, ਨਹੀਂ। ਉਹਨਾਂ ਨੇ ਇਹ ਚੀਜ਼ ਕਿ ਹਰ ਸਿੱਖ ਨੂੰ ਅੱਜ ਜ਼ਰੂਰਤ ਆ ਕਿ ਇੱਕ ਲਾਇਸੈਂਸੀ ਹਥਿਆਰ ਰੱਖਣ ਦੀ। ਨਹੀਂ, ਉਹਨਾਂ ਨੇ ਦੇਖੋ, ਉਹਨਾਂ ਨੇ ਇੱਕ ਬਹੁਤ ਵੱਡੀ, ਮੈਂ ਇਹੀ ਕਹਿਣਾ ਕਿ ਸਮਾਜ ਨੂੰ ਤੋੜਨ ਵਾਲੀ ਗੱਲ ਕੀਤੀ ਹੈ ਕਿ ਉਹਨਾਂ ਨੇ ਸਿੱਖਾਂ ਨੂੰ ਕਿਉਂ ਕੀਤਾ। ਉਹਨਾਂ ਨੇ ਇੰਨਾ ਹੀ ਕਹਿੰਦੇ ਪੰਜਾਬੀਆਂ ਨੂੰ, ਪੰਜਾਬੀ ਵਿੱਚ ਹਿੰਦੂ ਵੀ ਆਉਂਦੇ ਨੇ, ਕ੍ਰਿਸਚਨਸ ਵੀ ਆਉਂਦੇ ਨੇ, ਮੁਸਲਮਾਨ ਵੀ ਆਉਂਦੇ ਨੇ, ਸਿੱਖ ਵੀ ਆਉਂਦੇ ਨੇ, ਜੀਣ ਦਾ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਹੈ। ਔਰ ਜਿਹੜੀ ਉਹ ਉਸ ਦੇ ਉੱਪਰ ਬੈਠੇ ਨੇ ਉੱਥੇ ਤੇ ਉਹਨਾਂ ਸਾਰੇ ਇੱਕ ਇਨਸਾਨੀਅਤ ਦੇ ਨਾਤੇ ਉਹ ਬੈਠੇ ਨੇ, ਇਨਸਾਨੀਅਤ ਨੂੰ ਇੱਕ ਮਾਰਗਦਰਸ਼ਨ ਕਰਨ ਵਾਸਤੇ ਉੱਥੇ ਬੈਠੇ ਨੇ। ਤਾਂ ਉਹਨਾਂ ਨੂੰ ਚਾਹੀਦਾ ਸੀਗਾ ਕਿ ਇਹ ਕਹਿਣਾ ਕਿ ਪੰਜਾਬੀਆਂ ਨੂੰ ਰੱਖਣ ਦੀ ਲੋੜ ਹੈ ਕਿਉਂਕਿ ਅੱਗੇ ਮਾਹੌਲ ਖਰਾਬ ਹੋ ਸਕਦਾ। ਉਹਨਾਂ ਖਾਸ ਕਰਕੇ ਇਹਦਾ ਮਤਲਬ, ਉਹਨਾਂ ਦਾ ਕਹਿਣ ਦਾ ਮਤਲਬ ਸਿਰਫ ਇੰਨਾ ਹੈ ਕਿ ਪੰਜਾਬ ਦੇ ਵਿੱਚ ਸਿਰਫ ਸਿੱਖ ਹੀ ਜਿਹੜੇ ਆ ਉਹ ਜੀਵਿਤ ਰਹਿਣ, ਬਾਕੀਆਂ ਨੂੰ ਜੀਣ ਦਾ ਕੋਈ ਅਧਿਕਾਰ ਨਹੀਂ ਹੈ। ਬਾਲਾ ਸਾਹਿਬ ਠਾਕਰੇ ਦਾ 6 ਜੂਨ ਨੂੰ ਲੈ ਕੇ ਕੋਈ ਪ੍ਰੋਗਰਾਮ ਹੈਗਾ ਤੁਹਾਡਾ? ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਵੱਲੋਂ ਸਾਨੂੰ ਹਾਈ ਕਮਾਂਡ ਤੋਂ ਆਰਡਰਸ ਨੇ। ਸਾਡੇ ਆਦਰਨੀਏ ਜੋ ਰਾਸ਼ਟਰੀ ਸਚਿਵ ਅਨਿਲ ਦੇਸਾਈ ਜੀ ਨਾਲ ਮੇਰੀ ਗੱਲ ਹੋਈ ਸੀ 4 ਦਿਨ ਪਹਿਲੇ। ਉਹਨਾਂ ਨੇ ਇੱਕ ਗੱਲ ਕਹੀ ਸੀਗੀ ਕਿ ਸਾਡੇ ਮਹਾਰਾਸ਼ਟਰ ਦੇ ਵਿੱਚ ਵੀ ਬਹੁਤ ਸੀ ਜਿਹੜੀ ਸਿੱਖ ਕਮਿਊਨਿਟੀ ਹੈ ਉਹ ਸਾਨੂੰ ਜਿਹੜੇ ਆ ਸਪੋਰਟ ਕਰਦੀ ਹੈ, ਸਾਨੂੰ ਵੋਟਸ ਵਗੈਰਾ ਪ੍ਰੋਵਾਈਡ ਕਰਵਾਉਂਦੀ ਹੈ। ਔਰ ਅਸੀਂ ਇੱਕ ਮੈਸੇਜ ਇਹੋ ਜਿਹਾ ਨਹੀਂ ਦੇਣਾ ਚਾਹੁੰਦੇ ਕਿ ਜਿਹਦੇ ਵਿੱਚ ਹਿੰਦੂ ਸਿੱਖ ਦਾ ਕੁਝ ਵਿਰੋਧ ਜਿਹੜਾ ਉਹ ਦਿਖੇ। ਇਸ ਲਈ ਸਾਨੂੰ ਉਹਨਾਂ ਨੇ ਸਪਸ਼ਟ ਤੌਰ 'ਤੇ ਉਹਨਾਂ ਨੇ ਕਹਿ ਦਿੱਤਾ ਹੋਇਆ ਹੈ ਕਿ ਪੰਜਾਬ ਦੇ ਵਿੱਚ 6 ਜੂਨ ਨੂੰ ਲੈ ਕੇ ਕੁਝ ਇਹੋ ਜਿਹਾ ਵੀ ਅਸੀਂ ਕੁਝ ਨਹੀਂ ਕਰਾਂਗੇ ਜਿਸ ਦੇ ਨਾਲ ਕੋਈ ਵੀ ਕਮਿਊਨਿਟੀ ਭੜਕੇ ਜਾਂ ਸਮਾਜ ਨੂੰ ਗਲਤ ਮੈਸੇਜ ਆਏ। ਸੋਨੀ ਜੀ, ਆਪਣੇ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਕਿਵੇਂ ਦੇਖਦੇ ਹੋ ਤੁਸੀਂ? ਬਿਲਕੁਲ ਇਸ ਟਾਈਮ ਜਿਹੜਾ ਆਊਟ ਆਫ ਕੰਟਰੋਲ ਹੈ ਔਰ ਬਿਲਕੁਲ ਠੀਕ ਨਹੀਂ ਚੱਲ ਰਿਹਾ। ਹੁਣ ਉਹਨਾਂ ਨੇ ਕੱਲ੍ਹ ADGP ਸਾਹਿਬ ਬਦਲ ਕੇ ਦੂਸਰੇ ADGP ਡਿਪਿਊਟ ਕੀਤੇ ਨੇ, ਈਸ਼ਵਰ ਸਿੰਘ ਜੀ, ਔਰ ਬੜੇ ਅੱਛੇ ਆਫੀਸਰ ਨੇ। ਆਈ ਥਿੰਕ ਸੋ ਕਿ ਹੁਣ ਅੱਗੋਂ ਸ਼ਾਇਦ ਉਹ ਇਸ ਚੀਜ਼ ਨੂੰ ਲੈ ਕੇ, ਮੈਂ ਸਿਰਫ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਕਿ ਸਥਿਤੀ ਜਿਹੜੀ ਆਮ ਵਿਅਕਤੀ ਨੂੰ ਵੀ ਸਮਝ ਆਉਂਦੀ ਪਈ ਹੈ, ਅਤੇ ਲੇਕਿਨ ਜਿਹੜੇ ਆਫੀਸਰ ਜਿਹੜੇ ਇਗਨੋਰ ਕਰ ਦਿੰਦੇ ਨਾ, ਮੈਂ ਕਹਿੰਦਾ ਡਿਸਟ੍ਰਿਕਟ ਲੈਵਲ ਦੇ ਉੱਪਰ ਖਾਸ ਕਰਕੇ, ਮੈਨੂੰ ਉਹ ਜਿਹੜਾ ਥੋੜ੍ਹਾ ਜਿਹਾ ਔਕਵਰਡ ਲੱਗਦਾ ਹੈ। ਕਿਉਂਕਿ ਜਿਹੜੀ ਹਾਇਰ ਅਥਾਰਟੀਜ਼ ਹੈ, ਜਿਹੜੇ ਵੱਡੇ ਆਫੀਸਰ ਉੱਥੇ ਆਪਣੇ ਆਫਿਸ ਵਿੱਚ ਬੈਠੇ ਆ, ਉਹ ਤਾਂ ਬੜੀਆਂ ਪਲੈਨਿੰਗਸ ਕਰਦੇ ਆ, ਲੇਕਿਨ ਇੰਪਲੀਮੈਂਟ ਜਿਹੜੀਆਂ ਹੋਣੀਆਂ ਹੁੰਦੀਆਂ ਉਹ ਥੱਲੇ ਆ ਕੇ ਹੋਣੀਆਂ ਹੁੰਦੀਆਂ ਛੋਟੇ ਆਫਿਸਰ ਤੱਕ। ਛੋਟੇ ਆਫਿਸਰ ਕਈ ਵਾਰੀ ਇਸ ਚੀਜ਼ ਨੂੰ ਸੀਰੀਅਸਲੀ ਨਹੀਂ ਲੈਂਦੇ, ਜਿਹੜੇ ਕਾਰਨ ਲਾਅ ਐਂਡ ਆਰਡਰ ਜਿਹੜਾ ਉਹ ਥੋੜ੍ਹਾ ਜਿਹਾ ਖਰਾਬ ਹੁੰਦਾ। ਅਤੇ ਮੈਂ ਇਹ ਕਹਾਂਗਾ ਕਿ ਪੰਜਾਬ ਦੀ ਜੋ ਸਥਿਤੀ ਬਣ ਰਹੀ ਹੈ ਉਹਨੂੰ ਸਮਾਜ ਨੂੰ, ਲੋਕਾਂ ਨੂੰ ਮਿਲ ਕੇ ਔਰ ਪ੍ਰਸ਼ਾਸਨ ਨੂੰ ਮਿਲ ਕੇ, ਉਹ ਸਾਨੂੰ ਸਾਰਿਆਂ ਨੂੰ ਮਿਲ ਕੇ ਹੀ ਉਹਨੂੰ ਠੀਕ ਕਰ ਸਕਦੇ ਹਾਂ। ਅਸੀਂ ਅੱਜ ਚੇਨ ਸਨੈਚਿੰਗ ਹੋ ਰਹੀਆਂ, ਕਿਸੇ ਨੂੰ ਚਾਕੂ ਮਾਰਿਆ ਜਾ ਰਿਹਾ, ਕਿਸੇ ਨੂੰ ਦਾਤਰ ਮਾਰਿਆ ਜਾ ਰਿਹਾ, ਕਿਸੇ ਫਾਇਰਿੰਗ ਹੋ ਰਹੀ ਹੈ। ਇਹ ਜਿਹੜੀ ਲਾਅ ਐਂਡ ਆਰਡਰ ਸਾਡੇ ਪੰਜਾਬ ਦੇ ਵਿੱਚ ਐਟਲੀਸਟ ਇਹੋ ਜਿਹਾ ਕਦੀ ਨਹੀਂ ਸੀਗਾ ਅੱਤਵਾਦ ਤੋਂ ਬਾਅਦ।
ਅੱਜ ਉਹ ਜਿਹੜੀ ਬਿਹਾਰ ਦੀ ਸਥਿਤੀ ਹੈ ਸਾਡੇ ਪੰਜਾਬ 'ਚ ਹੋ ਗਈ ਹੈ, ਯੂਪੀ ਦੀ ਜੋ ਸਥਿਤੀ ਹੁੰਦੀ ਹੈ ਸਾਡੇ ਪੰਜਾਬ ਦੀ ਹੋ ਗਈ ਹੈ। ਅਤੇ ਇਹਦੇ ਵਿੱਚ ਕੁਛ ਨਲਾਇਕੀਆਂ ਤਾਂ ਰਹੀਆਂ ਹੀ ਹੈ ਨਾ, ਇਹ ਤਾਂ ਸਾਰਿਆਂ ਨੂੰ ਸਪਸ਼ਟ ਹੈ ਇਸ ਚੀਜ਼ ਨੂੰ। ਲੇਕਿਨ ਮੈਂ ਤਾਂ ਇਹ ਕਹਾਂਗਾ ਕਿ ਸਰਕਾਰ ਬਦਲਣ ਤੋਂ ਬਾਅਦ ਇੱਕਦਮ ਜਿਹੜਾ ਵਾ ਪੰਜਾਬ ਦੇ ਵਿੱਚ ਬੜਾ ਕੁਛ ਹੋਇਆ। ਇਹ ਮੈਂ ਸਰਕਾਰ ਨੂੰ ਜ਼ਿੰਮੇਦਾਰ ਨਹੀਂ ਠਹਿਰਾ ਰਿਹਾ, ਕਿਉਂਕਿ ਇਹ ਰਾਜਨੀਤੀ ਹੈ। ਕੁਛ ਆਪੋਜ਼ਿਟ ਪਾਰਟੀਆਂ ਵੀ ਕਰ ਸਕਦੀਆਂ, ਮੈਂ ਕੁਛ ਜਿਹੜੇ ਇਹੋ ਜਿਹੇ ਲੋਕ ਹੈ ਜਿਹੜੇ ਸਰਕਾਰ ਨੂੰ ਨਹੀਂ ਸਰਵਾਈਵ ਹੋਣ ਦੇਣਾ ਚਾਹੁੰਦੇ, ਉਹ ਵੀ ਕਰ ਸਕਦੇ ਆ। ਕੁਛ ਵੀ ਹੋ ਸਕਦਾ ਹੈ, ਪਰ ਚਲੋ ਮੈਂ ਇਹਨਾਂ ਜ਼ਿਆਦਾ ਡੀਪਲੀ ਮੈਂ ਨਹੀਂ ਜਾਣਦਾ, ਪਰ ਮੈਂ ਜਿਸ ਆਪਣਾ ਓਪੀਨੀਅਨ ਦੇ ਰਿਹਾ। ਲੇਕਿਨ ਪੰਜਾਬ ਦੀ ਜੋ ਸਥਿਤੀ ਹੈ ਇਹਨੂੰ ਠੀਕ ਕਰਨ ਵਾਸਤੇ ਸਾਰਿਆਂ ਦੀ ਆਪਣੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ, ਔਰ ਆਮ ਵਿਅਕਤੀ ਨੂੰ ਵੀ ਇਸ ਵਿੱਚ ਸਹਿਯੋਗ ਕਰਨਾ ਪਏਗਾ। ਸੋਨੀ ਜੀ, ਪੰਜਾਬ ਦੇ ਵਿੱਚ ਪੂਰੀ ਪੁਲਿਸ ਤੈਨਾਤ ਆ, ਹਰ ਚੌਂਕ ਦੇ ਵਿੱਚ, ਹਰ ਗਲੀ ਦੇ ਵਿੱਚ, ਹੈ ਨਾ, ਘੱਲੂਘਾਰਾ ਦਿਵਸ ਮਨਾਉਣ ਵਾਸਤੇ। ਅਤੇ ਪੁਲਿਸ ਜੇ ਇਸੇ ਤਰੀਕੇ ਨਾਲ ਕੰਮ ਕਰਦੀ ਤਾਂ ਹੋ ਸਕਦਾ ਕਿ ਇਹਨਾਂ ਜਿਹੜਾ ਪਿਛਲੇ ਦਿਨੀ ਪੁਲਿਸ ਹੈੱਡਕੁਆਟਰ ਮੋਹਾਲੀ ਦੇ ਵਿੱਚ ਇਹਨਾਂ ਦਾ ਜਿਹੜਾ ਆਪਣੇ ਰੈਕਡ ਹੋਇਆ ਸੀਗਾ, ਹੈ ਨਾ, ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਅਜੇ ਤੱਕ ਉਹਦਾ ਕੋਈ ਸਪਸ਼ਟੀਕਰਨ ਨਹੀਂ ਆਇਆ? ਨਹੀਂ, ਦੇਖੋ ਉਹਦੇ ਵਿੱਚ ਜੋ ਹਮਲਾ ਹੋਇਆ ਸੀਗਾ ਬੜਾ ਸ਼ਰਮਨਾਕ ਸੀਗਾ, ਕਿਉਂਕਿ ਇੱਕ ਤਰ੍ਹਾਂ ਚੈਲੰਜ ਸੀਗਾ ਉਹ, ਕਿ ਬਈ ਤੁਸੀਂ ਇੰਟੈਲੀਜੈਂਸ ਜਿਹੜੀ ਲੋਕਾਂ ਨੂੰ ਸਿਕਿਉਰ ਕਰਨ ਵਾਸਤੇ ਆਪਣੀ ਰਿਪੋਰਟਸ ਪੇਸ਼ ਕਰਦੇ ਹੋ, ਉਹ ਤੁਹਾਨੂੰ ਆਪਣੇ ਆਪ ਨੂੰ ਤੁਸੀਂ ਆਪਣੇ ਨੂੰ ਸੇਵ ਨਹੀਂ ਕਰ ਪਾਏ, ਤੁਹਾਡੇ ਹੈੱਡਕੁਆਟਰ ਦੇ ਉੱਪਰ ਹੀ ਹਮਲਾ ਕਰ ਦਿੱਤਾ। ਇੱਕ ਲਈ ਬੜਾ ਵੱਡਾ ਚੈਲੰਜ ਸੀਗਾ ਪੰਜਾਬ ਪੁਲਿਸ ਵਾਸਤੇ। ਹੁਣ ਇਹਦੇ ਵਿੱਚ ਕੀ ਸੀਗਾ ਕਿ ਡੂੰਘਾਈ ਦੇ ਵਿੱਚ ਕੀ ਆ ਰਿਹਾ, ਪ੍ਰਸ਼ਾਸਨ ਨਹੀਂ ਬੋਲ ਪਾ ਰਿਹਾ। ਕਾਰਨ ਹੈ ਕਿ ਉਹ ਕਿਸ ਮੂੰਹ ਨਾਲ ਬੋਲੇ। ਮੈਂ ਤਾਂ ਇਹ ਕਹਾਂਗਾ ਕਿ ਜੇ ਪੁਲਿਸ ਹੈੱਡਕੁਆਟਰ 'ਤੇ ਜੇ ਅਟੈਕ ਹੋ ਸਕਦਾ ਤਾਂ ਤੁਸੀਂ ਸੋਚ ਸਕਦੇ ਹੋ ਕਿ ਆਮ ਵਿਅਕਤੀ ਕਿੱਥੋਂ ਸਿਕਿਉਰ ਆਪਣੇ ਆਪ ਨੂੰ ਫੀਲ ਕਰੇਗਾ। ਲੇਕਿਨ ਮੈਂ ਫਿਰ ਉਹੀ ਗੱਲ ਕਹਿਣ ਲੱਗਾ ਕਿ ਜਿਹੜੇ ਹਾਇਰ ਆਫੀਸਰਸ ਨੇ ਉਹ ਤਾਂ ਬੜਾ ਸੀਰੀਅਸਲੀ ਲੈ ਕੇ ਚੱਲਦੇ ਨੇ। ਹੁਣ ਦੇਖੋ, ਇੱਕ ਚੌਂਕ ਦੇ ਵਿੱਚ ਤੁਸੀਂ 4 ਕਾਂਸਟੇਬਲ ਖੜੇ ਕੀਤੇ ਹੋਏ ਨੇ, ਜੋ ਚਾਰ ਕਾਂਸਟੇਬਲ ਜਿਹੜੇ ਆ ਉਹ ਚਾਹ ਪੀਂਦੇ ਹੋਣਗੇ ਕਿਤੇ ਸਾਈਡ 'ਤੇ ਬੈਠ ਕੇ, ਅਤੇ ਕਿੱਥੇ ਲਾਅ ਐਂਡ ਆਰਡਰ ਰਹਿ ਜਾਏਗਾ। ਉਹ ਟੌਪ ਜਿਹੜੇ ਆਫੀਸਰ ਨੇ ਉਹਨਾਂ ਦੀ ਵਿਉਂਤਬੰਦੀ ਕਿੱਥੇ ਰਹਿ ਜਾਏਗੀ, ਅਤੇ ਇੰਪਲੀਮੈਂਟ ਆ ਜਾ ਕੇ ਥੱਲੇ ਹੀ ਹੋਣਾ ਨਾ। ਅਤੇ ਜਦੋਂ ਉਹਨਾਂ ਨੂੰ ਜਿਹੜਾ ਸਟਰੋਂਗ ਕਰਨ ਦੀ ਲੋੜ ਹੈ, ਉਹਨਾਂ ਨੂੰ ਦੇਖਣਾ ਪੈਣਾ। ਅੱਛਾ, ਇੱਕ ਨਾ ਬੜੀ ਪਾਲਿਸੀ ਇਹਨਾਂ ਦੀ ਪੰਜਾਬ ਪੁਲਿਸ 'ਚ ਮੈਂ ਦੇਖੀ ਹੈ ਕਿ ਇਹ ਜਿਹੜਾ ਗਲਤ ਬੰਦਾ ਹੋਏਗਾ ਨਾ ਉਹਨੂੰ ਬੜਾ ਸਪੋਰਟ ਕਰਨਗੇ। ਗਲਤ ਆਪਣਾ ਜਿਹੜਾ ਕੋਈ ਆਫਿਸਰ ਜਾਂ ਆਪਣਾ ਕੋਈ ਕਹਿ ਸਕਦੇ ਹਾਂ ਕਾਂਸਟੇਬਲ ਜਾਂ ਅਧਿਕਾਰੀ ਕੋਈ ਵੀ ਹੋਏਗਾ, ਆਪਣੇ ਮਹਿਕਮੇ ਦਾ ਬੰਦਾ, ਆਪਣੇ ਮਹਿਕਮੇ ਦਾ ਕੋਈ ਬੰਦਾ ਹੋਏਗਾ, ਅਤੇ ਜਿਹੜਾ ਗਲਤ ਹੋਏਗਾ ਨਾ ਉਹਨੂੰ ਬੜਾ ਸਪੋਰਟ ਕਰਨਗੇ। ਜਿਹੜੇ ਚੰਗਾ ਇਮਾਨਦਾਰ ਹੋਏਗਾ ਨਾ ਉਹਨੂੰ ਸਪੋਰਟ ਨਹੀਂ ਕਰਨਗੇ। ਇਹ ਉਹਨਾਂ ਨੂੰ ਥੋੜ੍ਹਾ ਜਿਹਾ ਨਾ ਆਪਣੇ ਵਿਚਾਰ ਬਦਲਣੇ ਪੈਣਗੇ। ਕਾਰਨ ਕੀ ਹੈ ਜੀ? ਕਾਰਨ ਇਹ ਕਿ ਐਵੇਂ ਸਿਸਟਮ ਬਣ ਚੁੱਕਾ ਹੈ ਕਿ ਕੁਛ ਜਿਸ ਕਰਪਸ਼ਨ ਹੈ। ਕਰਪਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਕਰਪਟ ਬੰਦਾ ਵਾ ਉਹਦੇ ਕੋਲ ਕੁਛ ਅਰਨਿੰਗ ਦੇ ਚਾਂਸਸ ਹੁੰਦੇ ਆ। ਉਹ ਨੈਚੁਰਲੀ ਹੈ ਕਿ ਕੁਛ ਆਫਿਸਰਸ ਨੂੰ ਵੀ ਫਿਰ ਬੈਨੀਫਿਟ ਦੇ ਜਾਂਦੀ ਹੈ, ਛੋਟਾ ਆਫਿਸਰ ਵੱਡੇ ਆਫਿਸਰ ਨੂੰ ਵੀ ਬੈਨੀਫਿਟ ਦੇ ਦਿੰਦਾ, ਅਤੇ ਉਹਨੂੰ ਉਹ ਇਗਨੋਰ ਕਰ ਦਿੰਦੇ ਉਹਦੀਆਂ ਗਲਤੀਆਂ ਵੀ। ਹੁਣ ਜਿਹੜੇ ਬੰਦੇ ਨੇ ਆਪਣੀ ਉਹ ਕਰਪਸ਼ਨ ਦੇ ਵਿੱਚ ਉਹਨਾਂ ਨੂੰ ਪਾਰਟ ਦਿੱਤਾ ਹੁੰਦਾ, ਹਿੱਸਾ ਦਿੱਤਾ ਹੁੰਦਾ, ਅਤੇ ਉਹਨੂੰ ਤਾਂ ਬੁਰਾ ਕਹਿ ਨਹੀਂ ਸਕਦੇ, ਠੀਕ ਹੈ ਨਾ। ਉਹ ਇੱਕ ਤਰ੍ਹਾਂ ਦੀ ਰੀਤ ਬਣ ਜਾਂਦੀ ਹੈ, ਉਹ ਚੱਲਦਾ ਰਹਿੰਦਾ, ਅੱਗੇ ਚੱਲਦਾ ਰਹਿੰਦਾ। ਲੇਕਿਨ ਜਿਹੜਾ ਇਮਾਨਦਾਰ ਵਿਅਕਤੀ ਹੈ ਨਾ, ਉਹਨੇ ਤਾਂ ਨਾ ਲੈਣਾ ਅਤੇ ਨਾ ਉਹਨੇ ਦੇਣਾ, ਲੇਕਿਨ ਉਹ ਇਹਨਾਂ ਦੀ ਅੱਖਾਂ ਦੀ ਕਿਰਕਰੀ ਹੁੰਦਾ। ਇਹ ਥੋੜ੍ਹਾ ਜਿਹਾ ਮੇਰੀ ਬੇਨਤੀ ਹੈ, ਆਦਰਣੀ DGP ਸਾਹਿਬ, ਥੋੜ੍ਹਾ ਜਿਹਾ ਮੇਰੀ ਬੇਨਤੀ ਜ਼ਰੂਰ ਸੁਣਨਾ ਇਹ, ਕਿਉਂਕਿ ਮੇਰੇ ਨਾਲ ਵਿਚਾਰੇ ਰਹਿੰਦੇ ਨੇ। ਮੈਂ ਦੇਖਦਾ ਕਿ ਜਿਹੜੇ ਇਮਾਨਦਾਰ ਲੋਕ ਨੇ ਉਹਨਾਂ ਦੀ ਕਿਤੇ ਸੁਣਵਾਈ 'ਤੇ ਉਹਨਾਂ ਨੂੰ ਛੁੱਟੀ ਤੱਕ ਨਹੀਂ ਮਿਲਦੀ। ਛੁੱਟੀ ਲੱਗ ਜਾਏ ਤਾਂ ਉਹਨਾਂ ਦੀ ਜਗ੍ਹਾ 'ਤੇ ਬੰਦਾ ਤੱਕ ਨਹੀਂ ਲਗਾਉਂਦੇ। ਲੇਕਿਨ ਜਿਹੜਾ ਕਰਪਟ ਹੁੰਦਾ ਵਾ ਉਹ ਛੁੱਟੀਆਂ ਵੀ ਲੈਂਦਾ, ਆਪਣੇ ਇੰਜੋਇਮੈਂਟ, ਆਪਣੀ ਮਨਪਸੰਦ ਜਗ੍ਹਾ 'ਤੇ ਡਿਪਿਊਟ ਵੀ ਹੁੰਦਾ। ਸੋ ਇਹ ਜਿਹੜਾ ਸਿਸਟਮ ਜਿਹੜਾ ਥੋੜ੍ਹਾ ਜਿਹਾ ਚੇਂਜ ਕਰਾਓ, ਮੇਰੀ ਬੇਨਤੀ ਹੈ ਤੁਹਾਡੇ ਅੱਗੇ। ਅਤੇ ਐਕਟੀਵਿਟੀਜ਼ ਕੀ ਨੇ ਤੁਹਾਡੀ ਡੇਲੀ ਦੀ ਰੂਟੀਨ? ਸਭ ਤੋਂ ਪਹਿਲਾਂ ਤਾਂ ਸ਼ਿਵ ਸੈਨਾ ਮੇਰੇ ਖੂਨ 'ਚ ਰਚੀ ਹੋਈ ਹੈ ਸਰ। ਔਰ ਦੂਸਰੀ ਗੱਲ ਹੈਗੀ ਹੈ ਕਿ ਸਮਾਜ ਸੇਵਾ। ਮੈਂ ਸਮਾਜ ਸੇਵਾ ਵਾਸਤੇ, ਗਊ ਸੇਵਾ ਵਾਸਤੇ ਮੈਂ ਕੁਛ ਵੀ ਕਰ ਸਕਦਾ, ਕਿਸ ਹੱਦ ਤੱਕ ਵੀ ਜਾ ਸਕਦਾ। ਮੈਂ ਤੁਹਾਨੂੰ ਇਹ ਦੱਸ ਸਕਦਾ ਕਿ ਚਾਹੇ ਬਾਹਰ ਵਿੱਚ ਬਹੁਤ ਸੀਆਂ ਇੱਕ ਕੰਮ ਕਰਨ ਵਾਲੇ ਨੂੰ ਬੜੇ ਐਲੀਗੇਸ਼ਨ ਲੱਗਦੇ ਨੇ, ਬੜਾ ਕੁਛ ਉਹਦੇ ਖਿਲਾਫ ਸਾਜ਼ਿਸ਼ਾਂ ਹੁੰਦੀਆਂ ਨੇ, ਪਰੰਤੂ ਮੈਨੂੰ ਪ੍ਰਾਊਡ ਆਪਣੇ ਆਪ 'ਤੇ ਕਿ ਮੈਂ ਆਪਣੀ ਟੀਮ ਦੇ ਨਾਲ ਇੰਨੇ ਕਿ ਆਪਣੇ ਜੁਝਾਰੂਪਨ ਦੇ ਨਾਲ ਔਰ ਬੜੇ ਡਿਵੋਸ਼ਨ ਦੇ ਨਾਲ ਮੈਂ ਉਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਇੱਕ ਸਮਾਜ ਦੀ ਬਹੁਤ ਜ਼ਿਆਦਾ ਭਲੇ ਵਾਲੇ। ਤੁਹਾਨੂੰ ਇਹ ਦੱਸ ਦੇਵਾਂ ਕਿ ਸਾਡਾ ਇੱਕ ਸ਼ਿਵ ਸੈਨਾ ਵਿਦਿਆਲੇ ਗੁਰਦਾਸਪੁਰ ਅਸੀਂ ਚਲਾ ਰਹੇ ਹਾਂ ਮੇਰੇ ਆਫਿਸ ਦੇ ਵਿੱਚ ਹੀ, ਜਿਹਦੇ ਵਿੱਚ ਝੁੱਗੀ ਝੋਪੜੀ ਦੇ ਰਹਿਣ ਵਾਲੇ ਬੱਚੇ ਹੈ ਜਿਹੜੇ ਆਮ ਮੰਗਣ ਵਾਲੇ ਸੀਗੇ, ਉਹਨਾਂ ਨੂੰ ਅਸੀਂ ਇੱਕ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਪੜ੍ਹਾਈ ਦੇਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਚੰਗੇ ਇਨਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਬਣ ਵੀ ਰਹੇ ਨੇ। ਇਹ ਸਾਨੂੰ ਪ੍ਰਾਊਡ ਆਪਣੇ ਆਪ 'ਤੇ ਕਿ ਸਾਡੇ ਇੱਕ ਮੈਡਮ ਨੇ ਇੱਥੇ ਰਾਜਵੰਤ ਕੌਰ ਜੀ, ਉਹਨਾਂ ਨੇ ਇੱਕ ਫ੍ਰੀ ਐਜੂਕੇਸ਼ਨ ਦੇਣ ਦਾ ਪਲਾਨ ਸ਼ੁਰੂ ਕੀਤਾ ਸੀਗਾ। ਮੇਰੀ ਜਿਹੜੀ ਡਿਊਟੀ ਲੱਗੀ ਹੋਈ ਹੈ ਉਹਨਾਂ ਨੂੰ ਇੱਕ ਪਰਮਿਸਿਸ ਪ੍ਰੋਵਾਈਡ ਕਰਵਾਉਣਾ, ਔਰ ਸੈਕੰਡਲੀ ਉਹਨਾਂ ਦੀ ਜੋ ਜ਼ਰੂਰਤ ਹੈ ਉਹ ਪੂਰੀਆਂ ਕਰਨ ਦੀ ਮੇਰੀ ਡਿਊਟੀ ਲੱਗੀ ਹੋਈ ਹੈ। ਔਰ ਬੜੇ ਅੱਛੇ ਤਰੀਕੇ ਨਾਲ ਸਾਨੂੰ ਲਗਭਗ ਅੱਜ 2 ਸਾਲ ਹੋ ਗਏ ਇਹ ਸਟੱਡੀ ਕਰਵਾਉਂਦੇ ਹੋਏ। ਔਰ ਸਭ ਤੋਂ ਮੈਂ ਤੁਹਾਨੂੰ ਜਿਹੜੀ ਇੰਪੋਰਟੈਂਟ ਚੀਜ਼ ਦੱਸਦਾ ਕਿ ਅਸੀਂ ਅੱਜ ਤੱਕ ਇਸ ਸਕੂਲ ਨੂੰ ਅਸੀਂ ਰਜਿਸਟਰਡ ਨਹੀਂ ਕਰਵਾਇਆ। ਲੋਕ ਕਹਿੰਦੇ ਆ ਨਾ ਕਿ ਇਹ ਚੀਜ਼ਾਂ ਤਾਂ ਕੀਤੀਆਂ ਜਾਂਦੀਆਂ ਕਿ ਉਹ ਸਰਕਾਰ ਕੋਲੋਂ ਜਿਹੜੇ ਫੰਡਸ ਆਉਂਦੇ ਨੇ ਉਹਨਾਂ ਵਾਸਤੇ ਕਰਵਾਏ ਜਾਂਦੇ। ਅਸੀਂ ਜਾਣਬੁੱਝ ਕੇ ਉਹਨੂੰ ਰਜਿਸਟਰਡ ਨਹੀਂ ਕਰਾਇਆ ਤਾਂ ਕਿ ਲੋਕ ਇਹ ਨਾ ਕਹਿਣ ਕਿ ਅਸੀਂ ਪੈਸਿਆਂ ਦੇ ਕਰਕੇ ਸਭ ਕੁਝ ਕਰ ਰਹੇ ਹਾਂ। ਸਾਡਾ ਸ਼ੌਂਕ ਹੈ। ਜੇ ਤੁਸੀਂ ਮੇਰੇ ਕੋਲ ਪੁੱਛਿਆ ਤੁਹਾਡੀ ਐਕਟੀਵਿਟੀਜ਼ ਕੀ ਹੈ, ਔਰ ਸਭ ਤੋਂ ਮੇਰੀ ਇੰਪੋਰਟੈਂਟ ਜਿਹੜਾ ਸ਼ੌਂਕ ਹੈਗਾ ਸ਼ਿਵ ਸੈਨਾ ਵਿਦਿਆਲੇ ਐਂਡ ਗਊ ਸੇਵਾ। ਸੋਨੀ ਜੀ, ਜਥੇਦਾਰ ਜੀ ਦੀ ਸਿਕਿਉਰਿਟੀ ਵਿਡਰਾਲ ਕੀਤੀ ਗਈ ਆ, ਕਿਵੇਂ ਦੇਖਦੇ ਹੋ ਤੁਸੀਂ ਇਹਨੂੰ? ਦੇਖੋ, ਮੈਂ ਸਭ ਤੋਂ ਪਹਿਲਾਂ ਜਦੋਂ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਸਾਰਿਆਂ ਨੂੰ ਹਥਿਆਰ ਰੱਖਣੇ ਚਾਹੀਦੇ ਆ,
ਤੇ ਮੈਂ ਹੀ ਪੇਪਰ ਵਿੱਚ ਬਿਆਨ ਲਗਵਾਇਆ ਸੀ ਔਰ ਰਿਲੀਜ਼ ਕਰਕੇ ਮੈਂ ਹਰ ਜਗ੍ਹਾ ਕਿਹਾ ਸੀਗਾ ਕਿ ਉਹਨਾਂ ਨੇ ਗਲਤ ਬਿਆਨ ਦਿੱਤਾ। ਲੇਕਿਨ ਉਹ ਸਾਡੇ ਇੱਕ ਸਾਨੂੰ ਜੋ ਬਾਲਾ ਸਾਹਿਬ ਠਾਕਰੇ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਗਲਤ ਨੂੰ ਗਲਤ ਕਹਿਣਾ ਔਰ ਸਹੀ ਨੂੰ ਸਹੀ ਕਹਿਣਾ, ਔਰ ਅਸੀਂ ਉਹੀ ਕਰਦੇ ਹਾਂ। ਜਦੋਂ ਉਹਨਾਂ ਨੇ ਗਲਤ ਬਿਆਨ ਦਿੱਤਾ ਸੀਗਾ ਅਸੀਂ ਉਹਨਾਂ ਦੇ ਅਗੇਂਸਟ ਸੀਗੇ, ਲੇਕਿਨ ਜਦੋਂ ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈ ਉਹ ਵਿਡਰੋ ਕੀਤੀ ਗਈ ਹੈ, ਉਦੋਂ ਮੈਂ ਹੀ ਬਿਆਨ ਦਿੱਤਾ ਸੀਗਾ ਕਿ ਇਹ ਗਲਤ ਕੀਤਾ ਗਿਆ। ਕਾਰਨ ਕੀ ਹੈ ਕਿ ਗਿਆਨੀ ਜਥੇ ਜਿਹੜੇ ਸਾਡੇ ਹਰਪ੍ਰੀਤ ਸਿੰਘ ਜੀ ਨੇ ਉਹ ਜਥੇਦਾਰ ਨੇ, ਔਰ ਜੇ ਮੰਨ ਲਓ ਕੱਲ੍ਹ ਨੂੰ ਉਹਨਾਂ ਨੂੰ ਕੁਝ ਹੋ ਜਾਂਦਾ ਤਾਂ ਫਿਰ ਉਹ ਪੂਰੀ ਕੌਮ ਜਿਹੜੀ ਉਹ ਭੜਕ ਜਾਏਗੀ। ਈਵਨ ਦੈਨ ਮੈਂ ਕਹਾਂਗੀ ਜਿਹੜਾ ਕੋਈ ਧਾਰਮਿਕ ਵਿਅਕਤੀ ਜਿਹੜਾ ਸਾਡੇ ਅਕਾਲ ਤਖਤ ਨਾਲ ਜੁੜਿਆ ਹੋਇਆ ਹੈ ਉਹ ਭੜਕੇਗਾ ਅਤੇ ਉਹਦੇ ਨਾਲ ਸਮਾਜ ਦਾ ਜਿਹੜਾ ਮਾਹੌਲ ਜਿਹੜਾ ਖਰਾਬ ਹੋਏਗਾ। ਉੱਥੇ ਆਪਣੇ ਬਹੁਤ ਸਾਰਿਆਂ ਸਿੱਖਾਂ ਨੇ ਵੀ ਇੰਨੀ ਗੱਲ ਕਹੀ ਆ ਉੱਥੇ ਦਰਬਾਰ ਸਾਹਿਬ ਵੀ ਕਿ ਸਾਨੂੰ ਸਿਕਿਉਰਿਟੀ ਦੀ, ਪੰਜਾਬ ਸਿਕਿਉਰਿਟੀ ਦੀ ਲੋੜ ਨਹੀਂ, ਕਿਉਂਕਿ ਬਹੁਤ ਸਾਰੇ ਇਹ ਮੁੱਦੇ ਚੁੱਕੇ ਵੀ ਜਾਂਦੇ ਨੇ ਕਿ ਕੀ ਸਿਕਿਉਰਿਟੀ ਕੀ ਕਰ ਰਹੀ ਇਹਨਾਂ ਦੀ। ਨਹੀਂ, ਇਹ ਦੇਖੋ ਇਹ ਇਮੋਸ਼ਨਲ ਮੈਸੇਜ ਹੈਗਾ ਵੈ ਕਿ ਸਾਨੂੰ ਸਿਕਿਉਰਿਟੀ ਦੀ ਲੋੜ ਨਹੀਂ। ਇੱਕ ਬਹੁਤ ਵੱਡਾ ਪਾਰਟ ਜਿਹੜਾ ਬਹੁਤ ਬਜਟ ਦਾ ਬੜਾ ਵੱਡਾ ਹਿੱਸਾ ਜਿਹੜਾ ਉਹ ਸਿਕਿਉਰਿਟੀ ਡਿਪਾਰਟਮੈਂਟ 'ਤੇ ਹੀ ਖਰਚਿਆ ਜਾਂਦਾ, ਔਰ ਉਹ ਸਿਕਿਉਰਿਟੀ ਕਿਹਦੇ ਵਾਸਤੇ ਹੁੰਦੀ ਹੈ? ਸਮਾਜ ਦੇ ਜਿਹੜੇ ਲੋਕ ਨੇ, ਇੱਕ ਮਜ਼ਦੂਰ ਤੋਂ ਲੈ ਕੇ ਜਿਹੜਾ ਇੱਕ ਕੋਈ ਨੇਤਾ ਹੈਗਾ, ਉਹਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਜਿਹੜੀ ਉਹ ਸਰਕਾਰਾਂ ਦੀ ਹੁੰਦੀ ਹੈ, ਪ੍ਰਸ਼ਾਸਨ ਦੀ ਹੁੰਦੀ ਹੈ। ਅਤੇ ਆਦਰਨੀਏ ਜਿਹੜੇ ਸਾਡੇ ਜਥੇਦਾਰ ਸਾਹਿਬ ਨੇ, ਇਹਨਾਂ ਦੀ ਸਿਕਿਉਰਿਟੀ ਵੀ ਜ਼ਿੰਮੇਵਾਰੀ ਸਰਕਾਰ ਦੀ ਹੋਈ ਹੈ। ਅਤੇ ਇਹ ਜਿਹੜਾ ਭਾਵੁਕ ਹੋ ਕੇ ਇਹੋ ਜਿਹੀ ਗੱਲਾਂ ਕਹਿ ਦੇਣੀਆਂ ਕਿ ਅਸੀਂ ਆਪੇ ਕਰ ਲਾਂਗੇ, ਕੌਮ ਕਰ ਲੇਗੀ, ਇਹ ਕਰ ਲਾਂਗੇ, ਕੱਲ੍ਹ ਨੂੰ ਉਹਨਾਂ ਨੂੰ ਕੁਛ ਹੋ ਜਾਂਦਾ ਤਾਂ ਜਵਾਬ ਜਿਹੜਾ ਉਹ ਸਰਕਾਰ ਕੋਲੋਂ ਹੀ ਮੰਗਿਆ ਜਾਣਾ, ਉਹਨਾਂ ਕੋਲੋਂ ਨਹੀਂ ਮੰਗਿਆ ਜਾਣਾ ਕੁਛ ਵੀ। ਇਸ ਲਈ ਇਹ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਚਾਹੇ ਹੁੱਕ ਐਂਡ ਕਰੁੱਕ ਉਹਨਾਂ ਨੂੰ ਇਹ ਸਿਕਿਉਰਿਟੀ ਪ੍ਰੋਵਾਈਡ ਕਰਵਾਉਣੀ ਚਾਹੀਦੀ ਹੈ, ਔਰ ਪੂਰੀ ਜ਼ਿੰਮੇਵਾਰੀ ਨਾਲ ਕਰਵਾਉਣੀ ਚਾਹੀਦੀ ਹੈ, ਔਰ ਜ਼ਿੰਮੇਦਾਰ ਵਿਅਕਤੀ ਉਹਨਾਂ ਦੀ ਸਿਕਿਉਰਿਟੀ ਵਿੱਚ ਲਗਾਏ ਜਾਣੇ ਚਾਹੀਦੇ। ਰਵਿੰਦਰ ਜੀ, ਇੱਕ ਗੱਲ ਆ ਕਿ ਬਹੁਤ ਸਾਰੀਆਂ ਆਪਣੇ ਸ਼ਿਵ ਸੈਨਾ ਬਣ ਚੁੱਕੀਆਂ ਹਨ, ਕੋਈ ਪਤਾ ਨਹੀਂ ਲੱਗਦਾ ਕਿਹੜੀ ਸ਼ਿਵ ਸੈਨਾ ਦਾ ਕੀ ਬਿਆਨ ਆਇਆ, ਕਿਹੜੀ ਸ਼ਿਵ ਸੈਨਾ ਦਾ ਕੀ ਬਿਆਨ ਆਇਆ। ਇੱਕ ਤਾਂ ਪਹਿਲਾਂ ਸਾਨੂੰ ਇਹ ਚੀਜ਼ 'ਤੇ ਜਾਣੂ ਕਰਾਓ ਕਿ ਕਿੰਨੇ ਜਥੇਬੰਦੀਆਂ ਨੇ ਜਿਹੜੀ ਸ਼ਿਵ ਸੈਨਾ ਦੀਆਂ। ਦੇਖੋ, ਸ਼ਿਵ ਸੈਨਾ ਜਿਹੜੀਆਂ ਇੰਨੀਆਂ ਗਰੁੱਪ ਬਣ ਚੁੱਕੇ ਨੇ, ਉਹ ਸਭ ਤੋਂ ਜਿਹੜੇ ਜ਼ਿੰਮੇਦਾਰ ਪਤਾ ਕੌਣ ਹੈ? ਸਰਕਾਰਾਂ ਖੁਦ ਹੀ। ਜਦੋਂ ਸਾਡੀ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਹੁੰਦੀ ਸੀਗੀ, ਉਦੋਂ ਜਦੋਂ ਸਾਡਾ ਗਰੁੱਪ ਇੱਕ ਐਸਟੈਬਲਿਸ਼ ਹੁੰਦਾ ਹੈਗਾ, ਉਦੋਂ ਹਿੰਦੂਆਂ ਦੀ ਇੱਕ ਸੁਣਵਾਈ ਵੀ ਕਿਤੇ ਹੁੰਦੀ ਸੀਗੀ। ਉਸ ਚੀਜ਼ ਨੂੰ ਖਤਮ ਕਰਨ ਵਾਸਤੇ ਉਹਨਾਂ ਨੂੰ ਕੀਤਾ ਗਿਆ ਕਿ ਜਿਹੜੇ ਉੱਥੋਂ ਦੇ ਲੀਡਰ ਸੀਗੇ, ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਦੂਸਰੀ ਸ਼ਿਵ ਸੈਨਾ ਬਣਾਓ, ਅਸੀਂ ਤੁਹਾਨੂੰ ਸਿਕਿਉਰਿਟੀ ਪ੍ਰੋਵਾਈਡ ਕਰਾਉਂਦੇ ਹਾਂ। ਉਹ ਸਿਕਿਉਰਿਟੀ ਦੇ ਲਾਲਚ ਦੇ ਵਿੱਚ ਉਹ ਜਿਹੜੇ ਲੀਡਰਸ਼ਿਪ ਸੀਗੀ ਉਹ ਉਹਨਾਂ ਨੇ ਅਲੱਗ-ਅਲੱਗ ਪਾਰਟ ਵਿੱਚ ਬਣਨਾ ਸ਼ੁਰੂ ਕਰ ਦਿੱਤਾ। ਲੇਕਿਨ ਅੱਜ ਜੋ ਕਹਿੰਦੇ ਅਸੀਂ ਕਹਿੰਦੇ ਕਿ 30-35 ਤੋਂ ਵੱਧ ਜਿਹੜੀ ਸ਼ਿਵ ਸੈਨਾ ਬਣ ਚੁੱਕੀਆਂ ਨੇ, ਲੇਕਿਨ ਮੇਰੇ ਜੋ ਵਿਚਾਰ ਨੇ, ਬੇਸ਼ੱਕ ਸ਼ਿਵ ਸੈਨਾ ਇੰਨੀਆਂ ਬਣ ਚੁੱਕੀਆਂ ਨੇ, ਲੇਕਿਨ ਉਹਨਾਂ ਦੀ ਆਈਡੀਓਲੋਜੀ ਇੱਕ ਹੀ ਹੈ, ਉਹ ਹੈਗੀ ਹਿੰਦੂਤਵ, ਹਿੰਦੂ ਰਾਸ਼ਟਰ ਦੀ ਹੈ ਔਰ ਸਮਾਜ ਦੀ ਹੈ, ਔਰ ਇਹ ਬੜੇ ਅੱਛੇ ਢੰਗ ਨਾਲ ਸਾਰੇ ਕਰ ਰਹੇ ਨੇ। ਹਾਂ, ਜਿਸ ਤਰ੍ਹਾਂ ਅਗਰ ਪੁਲਿਸ ਨੂੰ ਲੈ ਕੇ ਚੱਲੀਏ, ਉਹਨਾਂ 'ਚ ਵੀ ਕੁਝ ਗਲਤ ਲੋਕ ਹੁੰਦੇ ਨੇ। ਜੇ ਕੁਝ ਸਿੱਖ ਸੰਗਠਨਾਂ ਨੂੰ ਲੈ ਕੇ ਚੱਲੀਏ ਤਾਂ ਉਹਨਾਂ 'ਚ ਵੀ ਕੋਈ ਗਲਤ ਲੋਕ ਹੁੰਦੇ ਨੇ। ਉਸ ਤਰ੍ਹਾਂ ਹੋ ਸਕਦਾ ਸਾਡੀ ਸ਼ਿਵ ਸੈਨਾ ਦੇ ਵਿੱਚ ਵੀ ਕੁਝ ਗਲਤ ਲੋਕ ਹੋਣ, ਪਰੰਤੂ ਜੋ ਉਹਨਾਂ ਦੀ ਆਈਡੀਓਲੋਜੀ ਹੈ ਉਹ ਸੇਮ ਹੈ। ਨੋਰਮਲੀ ਕਿਹਾ ਜਾਂਦਾ ਹੈ ਕਿ ਬਈ ਅਲੱਗ-ਅਲੱਗ ਨਾਮ ਤੋਂ ਚੱਲ ਰਹੀਆਂ, ਅਤੇ ਅਸੀਂ ਇਹੀ ਕਹਿੰਦੇ ਹਾਂ ਕਿ ਜਿਸ ਤਰ੍ਹਾਂ ਆਰਮੀ ਵਿੱਚ ਅਲੱਗ-ਅਲੱਗ ਬਟਾਲੀਅਨਸ ਹੁੰਦੀਆਂ, ਉਸ ਤਰ੍ਹਾਂ ਸਾਡੀਆਂ ਬਟਾਲੀਅਨਸ ਜਿਹੜੀਆਂ ਬਣੀਆਂ ਹੋਈਆਂ, ਲੇਕਿਨ ਉਹਨਾਂ ਦਾ ਮੁੱਖ ਮੰਤਵ ਜਿਹੜਾ ਹੈਗਾ ਉਹ ਸਾਡੇ ਰਾਸ਼ਟਰ ਹਿੱਤ ਹੈ, ਦੇਸ਼ ਹਿੱਤ ਹੈ, ਔਰ ਸਭ ਤੋਂ ਪਹਿਲਾਂ ਉਹਦੇ ਵਾਸਤੇ ਹੀ ਉਹ ਜੀਂਦੇ ਮਰਦੇ ਨੇ। ਕਿਉਂਕਿ ਉਹਨਾਂ ਵੱਲੋਂ ਬਹੁਤ ਸਾਰੇ ਭੜਕਾਊ ਭਾਸ਼ਣ ਵੀ ਚੀਜ਼ ਦਿੱਤੇ ਜਾਂਦੇ ਆ ਵਾਰ-ਵਾਰ, ਹੈ ਨਾ, ਬਿਆਨਾਂ ਦੇ ਉੱਤੇ। ਕਈ ਵਾਰ ਜਥੇਦਾਰ ਜੀ ਦੇ ਦਿੱਤਾ, ਕਈ ਵਾਰ ਉਹਦੇ 'ਤੇ ਖਾਲਿਸਤਾਨ ਦੇ ਦਿੱਤਾ, ਕਿਉਂਕਿ ਖਾਲਿਸਤਾਨ ਦੀ ਗੱਲ ਕਰਨੀ ਆ, ਇੱਕ ਮੰਗ ਕਰਨੀ ਆ, ਉਹ ਇੱਕ ਅਲੱਗ ਆ, ਹੈ ਨਾ। ਇੱਕ ਚੀਜ਼ ਦੇ ਉੱਤੇ ਤੁਸੀਂ ਕੀ ਕਰ ਰਹੇ ਹੋ, ਉਹਦੇ ਵਿੱਚ ਉਹ ਬਣਦਾ ਵਾ ਨਹੀਂ ਬਣਦਾ, ਉਹ ਅਲੱਗ ਵਾ, ਹੈ ਨਾ, ਚੀਜ਼ ਦਾ ਮੈਟਰ। ਅਤੇ ਇੱਕ ਚੀਜ਼ ਦੇ ਬਿਆਨ ਪਹਿਲਾਂ ਸਪਸ਼ਟੀਕਰਨ ਦੇ ਦੇਣਾ, ਉਹ ਵੀ ਚੀਜ਼ ਦੇ ਉੱਤੇ ਕਿਤੇ ਨਾ ਕਿਤੇ ਮਤਲਬ ਰੱਖਦਾ। ਨਹੀਂ, ਸਾਡੇ ਵਿੱਚ ਉਹ ਦੇਖੋ ਐਕਸ਼ਨ ਦਾ ਰਿਐਕਸ਼ਨ ਹੁੰਦਾ। ਸਾਡੀ ਪਾਰਟੀਆਂ ਜਿਹੜੀਆਂ ਨੋਰਮਲੀ ਜੋ ਸਾਨੂੰ ਬਾਲਾ ਸਾਹਿਬ ਠਾਕਰੇ ਨੇ ਸਿੱਖਿਆ ਦਿੱਤੀ ਸੀ, ਉਹਨਾਂ ਨੇ ਭਾਈਚਾਰੇ ਦੀ ਸਿੱਖਿਆ ਦਿੱਤੀ। ਉਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ ਹਿੰਦੁਸਤਾਨ ਵਿੱਚ ਰਹਿਣ ਵਾਲਾ ਹੀ ਹਿੰਦੂ ਆ। ਉਹਨਾਂ ਨੇ ਹਿੰਦੂ ਕੋਈ ਧਰਮ ਨਾਲ ਨਹੀਂ ਜੋੜਿਆ ਕਿ ਜਿਹੜਾ ਹਿੰਦੂ ਧਰਮ ਦੇ ਵਿੱਚ ਪੈਦਾ ਹੁੰਦਾ ਉਹਨੂੰ ਆਪਾਂ ਹਿੰਦੂ ਕਹਿੰਦੇ, ਨਹੀਂ। ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਜਿਹੜਾ ਹਿੰਦੁਸਤਾਨ ਦੇ ਵਿੱਚ ਰਹਿ ਕੇ ਹਿੰਦੂਆਂ ਦੀ ਮਤਲਬ ਕਿ ਦੇਸ਼ ਦਾ ਖਾ ਕੇ, ਦੇਸ਼ ਦਾ ਪੀ ਕੇ, ਦੇਸ਼ ਦੀ ਜੈ ਕਰਦਾ, ਉਹ ਹਿੰਦੂ ਹੈ, ਚਾਹੇ ਉਹ ਮੁਸਲਮਾਨ ਵੀ ਹੈ, ਚਾਹੇ ਉਹ ਕ੍ਰਿਸਚਨ ਵੀ ਹੈ, ਚਾਹੇ ਉਹ ਸਿੱਖ ਵੀ ਹੈ। ਉਹਨੂੰ ਹਿੰਦੂ ਕਹਿੰਦੇ ਸੀ ਕਿਉਂਕਿ ਹਿੰਦੁਸਤਾਨ ਸਾਡੀ ਪ੍ਰਾਇਓਰਟੀ ਹੁੰਦੀ ਹੈ। ਤੇ ਤੁਸੀਂ ਹਿੰਦੁਸਤਾਨੀ ਕਿਉਂ ਕਹਿੰਦੇ ਹੋ? ਕਿਉਂਕਿ ਹਿੰਦੁਸਤਾਨ ਵੀ ਕਿਤੇ ਨਹੀਂ ਆ, ਭਾਰਤ ਹੀ ਕਿਹਾ ਗਿਆ। ਨਹੀਂ ਸਰ, ਇਹ ਦੇਖੋ, ਇਹ ਅੱਜ ਬੇਸ਼ੱਕ ਜੋ ਗੱਲਾਂ ਮਰਜ਼ੀ ਬਣਾਈ ਜਾਣ, ਸਦੀਆਂ ਤੋਂ ਤੁਸੀਂ ਪੁਰਾਣੀਆਂ ਫਿਲਮਾਂ ਦੇਖ ਲਓ, ਤੁਸੀਂ ਉਹਦੇ ਵਿੱਚ ਹਿੰਦੁਸਤਾਨ ਹੀ ਕਿਹਾ ਜਾਂਦਾ ਸੀਗਾ, ਠੀਕ ਹੈ ਨਾ। ਸਾਰੇ ਉਹ ਮਤਲਬ ਕਿ ਓਵਰਆਲ ਤੁਸੀਂ ਲੈ ਕੇ ਚਲੋ, ਹਿੰਦੁਸਤਾਨ ਤੇ ਹਿੰਦੁਸਤਾਨ ਹੀ ਸੀਗਾ। ਜੇ ਪੁਰਾਣੀਆਂ, ਜੇ ਤੁਸੀਂ ਗੂਗਲ ਵੀ ਸਰਚ ਕਰਕੇ ਦੇਖੋ, ਉਹਦੇ 'ਚ ਵੀ ਹਿੰਦੁਸਤਾਨ ਦਾ ਹੀ ਨਾਮ ਆਏਗਾ। ਜੇ ਤੁਸੀਂ ਬ੍ਰਿਟੇਨ ਦੀ ਜਿਹੜੀ ਉਹਦੇ ਵਿੱਚ ਉਹਨਾਂ ਦੀ ਇਤਿਹਾਸ ਦੇਖੋਗੇ, ਉਹਦੇ ਵਿੱਚ ਵੀ ਹਿੰਦੁਸਤਾਨ ਬੋਲਿਆ ਜਾਂਦਾ ਸੀਗਾ। ਭਾਰਤ ਉਦੋਂ ਬੋਲਿਆ ਗਿਆ ਜਦੋਂ ਪਾਰਟੀਸ਼ਨ ਦੇ ਟਾਈਮ 'ਤੇ ਆ ਕੇ, ਜਦੋਂ ਉਹਨਾਂ ਨੇ ਅੰਗਰੇਜ਼ਾਂ ਨੇ ਕੁਛ ਰਾਜਨੀਤੀ ਖੇਡ ਨਹੀਂ ਸੀ, ਉਸ ਵੇਲੇ ਉਹਨਾਂ ਨੇ ਭਾਰਤ ਨਾਮ ਦੇ ਦਿੱਤਾ ਸੀ, ਇੰਡੀਆ ਨਾਮ ਦੇ ਦਿੱਤਾ ਸੀਗਾ। ਸੋ ਇਹ ਜਿਹੜੇ ਹਿੰਦੁਸਤਾਨ ਚੱਲਦਾ ਆਇਆ, ਸ਼ੁਰੂ ਤੋਂ ਹੀ ਨਾਮ ਚੱਲਦਾ ਹੈ। ਇਹ ਤਾਂ ਹੁਣ ਆ ਗਈਆਂ ਗੱਲਾਂ ਕਿ ਜਿਹਨੇ ਖਾਲਿਸਤਾਨ ਮੰਗਣਾ, ਉਹਨਾਂ ਨੇ ਕਹਿਤਾ ਜੀ ਹਿੰਦੁਸਤਾਨ ਹੀ ਆ ਗਏ, ਹੈ ਨਾ। ਹਿੰਦੂ ਦਾ ਮਤਲਬ, ਸੀਰੀਅਸਲੀ ਮੈਂ ਗੱਲ ਕਹਿ ਰਿਹਾ ਸਰ, ਇਸ ਚੀਜ਼ ਨੂੰ ਸਮਝੋ ਛੋਟੀ ਜੀ, ਕਿ ਇਹਨਾਂ ਨੂੰ ਹਿੰਦੁਸਤਾਨ ਨੂੰ ਹਿੰਦੂਆਂ ਨਾਲ ਜੋੜ ਦਿੱਤਾ ਜਾਂਦਾ ਹੈ। ਔਰ ਹਿੰਦੂ, ਉਹ ਸਾਡੀ ਭਾਸ਼ਾ ਦੇ ਵਿੱਚ ਹਿੰਦੂ
ਉਹ ਹੈ ਜਿਹੜਾ ਹਿੰਦੁਸਤਾਨ ਦੀ ਖਾ ਕੇ ਔਰ ਉਹਨਾਂ ਦੀ ਗੁਣਗਾਨ ਜਿਹੜਾ ਆਪਣੇ ਦੇਸ਼ ਲਈ ਕਰਦਾ ਹੈ, ਉਹ ਹਿੰਦੂ ਹੈ। ਉਹ ਧਰਮ ਨਾਲ ਨਹੀਂ ਉਹਨੂੰ ਕਨੈਕਟ ਕੀਤਾ ਜਾ ਸਕਦਾ। ਉਹ ਧਰਮ ਕੋਈ ਵੀ ਹੋਏ, ਲੇਕਿਨ ਉਹਨੂੰ ਹਿੰਦੂ ਕੀਤਾ ਜਾਂਦਾ ਕਿਉਂਕਿ ਹਿੰਦੁਸਤਾਨ ਸੀਗਾ, ਇਸ ਕਾਰਨ ਕੀਤਾ ਜਾਂਦਾ। ਲੇਕਿਨ ਅੱਜ ਉਹਨੂੰ ਤੋੜ ਮਰੋੜ ਕੇ ਇੱਕ ਫ੍ਰਿਕਸ਼ਨ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੋ ਮੈਂ ਕਹਿੰਦਾ ਬਿਲਕੁਲ ਗਲਤ ਹੈ। ਔਰ ਜੋ ਇਹੋ ਜਿਹੀ ਕੋਈ ਹਰਕਤ ਕਰਦਾ ਹੈ, ਉਹਦੇ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਹੈ। ਤੇ ਜਿਹੜਾ ਤੁਹਾਡਾ ਕੇਸ ਚੱਲ ਰਿਹਾ ਹਨ, ਅੱਜ ਤੱਕ ਦੋਸ਼ੀ ਫੜਿਆ ਗਿਆ ਜਾਂ ਨਹੀਂ? ਨਹੀਂ, ਦੋਸ਼ੀ ਫੜਿਆ ਗਿਆ ਸੀਗਾ, ਮੌਕੇ 'ਤੇ ਫੜਿਆ ਗਿਆ ਸੀ। ਉਹਦੇ ਵਿੱਚ ਜਦੋਂ ਮੇਰੇ ਜਿਹੜੇ ਦੋਸਤ ਸੀਗੇ ਜਦੋਂ ਪਿੱਛੇ ਪੈ ਗਏ ਨੇ, ਉਹ ਡਰ ਕੇ ਉਹਦੇ ਝਾੜੀਆਂ ਵਿੱਚ ਲੁਕ ਗਿਆ ਸੀਗਾ। ਉਸ ਵੇਲੇ ਪੁਲਿਸ ਉਹਨੂੰ ਫੜ ਲਿਆ ਸੀਗਾ। ਪਰੰਤੂ ਇੱਕ ਵਿਡੰਬਨਾ ਜਿਹੜੀ ਰਹੀ ਹੈ, ਸਭ ਤੋਂ ਇੰਪੋਰਟੈਂਟ ਜਿਹੜੀ ਹੈ, 2015 ਵਿੱਚ ਉਹਨੂੰ ਫੜਿਆ ਸੀਗਾ। 2016 ਦੇ ਵਿੱਚੋਂ ਉਹ ਵਿੱਕੀ ਗੌਂਡਰ, ਹਰਮਿੰਦਰ ਮਿੰਟੂ ਜਿਹੜਾ KLF ਦਾ ਚੀਫ ਸੀਗਾ, ਹੋਰ ਜਿਹੜੇ 4-5 ਲੋਕ ਸੀਗੇ, ਉਹਨਾਂ ਨਾਲੋਂ ਜੇਲ੍ਹ ਤੋੜ ਕੇ ਨਾਭਾ ਜੇਲ੍ਹ ਤੋਂ ਦੌੜ ਗਿਆ ਸੀਗਾ। 2016 ਦੀ ਗੱਲ ਹੈ, ਨਵੰਬਰ ਸ਼ਾਇਦ ਸੀਗੀ। ਉਹ ਅੱਜ ਤੱਕ ਸੋਚੋ ਕਿ ਤੁਸੀਂ 7 ਸਾਲ ਹੋ ਚੁੱਕੇ ਨੇ। ਮੈਨੂੰ ਨਹੀਂ ਸਮਝ ਆਉਂਦੀ ਕਿ ਵਿਦੇਸ਼ਾਂ ਵਿੱਚੋਂ ਜਿਹੜੇ ਟੈਰਰਿਸਟ ਫੜ ਕੇ ਲਿਆਉਂਦੇ ਨੇ, ਵਿਦੇਸ਼ਾਂ ਵਿੱਚ ਜਾ ਕੇ ਗੈਂਗਸਟਰਾਂ ਨੂੰ ਫੜਦੇ ਨੇ। ਸਾਡੇ ਇੱਥੇ ਕੋਈ ਅੱਜ ਵਾਰਦਾਤ ਹੋ ਜਾਂਦੀ ਹੈ ਤੇ ਉਹਨੂੰ ਫੜਨ ਦੇ, ਜਿਸ ਅੱਜ ਕਹਿ ਰਹੇ ਨੇ ਕਿ ਉਹ ਸਿੱਧੂ ਮੂਸੇਵਾਲੇ ਦੇ ਜਿਹੜੇ ਹਿੱਟ ਕਰਕੇ ਗਏ ਸੀਗੇ, ਉਹਨਾਂ ਨੂੰ ਦੇਹਰਾਦੂਨ 'ਚੋਂ ਵੀ ਫੜ ਲਿਆ ਗਿਆ। 1-2 ਦਿਨ ਦਾ ਜੇ ਟਾਈਮ ਨਿਕਲਿਆ, ਠੀਕ ਹੈ ਨਾ। ਇਹੋ ਜਿਹੀ ਕੋਈ ਨਿਊਜ਼ ਆ ਰਹੀਆਂ ਨੇ। ਮੈਂ ਕਹਿੰਦਾ ਵਾਂ ਕਿ ਸਾਡੇ ਹਿੰਦੂਆਂ ਨਾਲ ਇਹੋ ਜਿਹਾ ਕਾਣੀ ਵੰਡ ਕਿਉਂ ਕੀਤਾ ਜਾਂਦਾ ਕਿ ਜੇ ਉਹਨੇ ਮੇਰੇ 'ਤੇ ਅਟੈਕ ਕੀਤਾ ਸੀਗਾ, ਪਹਿਲਾਂ ਤਾਂ ਉਹਨੂੰ ਬੜਾ ਇਨੋਸੈਂਟ ਕਹਿੰਦੇ ਰਹੇ। ਪਹਿਲਾਂ ਉਹਨੂੰ ਕਹਿੰਦੇ ਜੀ ਉਹ ਬੜਾ ਇਨੋਸੈਂਟ ਹੈ, ਪਾਠੀ ਹੈ, ਠੀਕ ਹੈ। ਪਹਿਲਾਂ ਉਹਨੂੰ ਇਹ ਕਹਿੰਦੇ ਰਹੇ, ਲੇਕਿਨ ਜਦੋਂ ਉਹ ਜੇਲ੍ਹ 'ਚੋਂ ਦੌੜ ਗਿਆ ਉੱਥੋਂ, ਤਾਂ ਆਪ ਹੀ ਉਹਨੂੰ ਟੈਰਰਿਸਟ ਕਹਿਣਾ ਸ਼ੁਰੂ ਕਰ ਦਿੱਤਾ। ਅਤੇ ਸਿਰ ਇਹੋ ਜਿਹਾ ਦੋਗਲਾ ਕੰਮ ਕਿਉਂ ਕਰਦੇ ਨੇ? ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਉਸ ਵੇਲੇ ਦਬਾਉਣ ਦੀ ਕੋਸ਼ਿਸ਼ ਕਿਉਂ ਨਹੀਂ ਓਪਨਲੀ ਕਹਿੰਦੇ ਕਿ ਤੁਹਾਡੀ ਨਲਾਇਕੀ ਦੇ ਨਾਲ ਇੱਕ ਬੰਦੇ ਨੂੰ ਗੋਲੀ ਵੱਜ ਗਈ। ਕਿਉਂ ਨਹੀਂ ਉਹ ਤੁਸੀਂ ਸੋਚੋ ਕਿ ਜੇ ਮੰਨ ਲਓ ਕੁਝ ਮੈਨੂੰ ਹੋ ਜਾਂਦਾ, ਮੇਰਾ ਪਰਿਵਾਰ ਕਿੱਥੇ ਜਾਂਦਾ, ਠੀਕ ਹੈ। ਜਾਂ ਸਮਾਜ ਨੂੰ ਜੇ ਕੋਈ ਅੱਜ ਯੋਗਦਾਨ ਦੇ ਰਿਹਾ, ਆ ਬੱਚਿਆਂ ਨੂੰ ਮੈਂ ਪੜ੍ਹਾ ਰਿਹਾ, ਅੱਜ ਮੈਂ ਇਹਨਾਂ ਨੂੰ, ਇਹ ਕੌਣ ਯੋਗਦਾਨ ਦਿੰਦਾ ਜੇ ਉਸ ਵੇਲੇ? ਇਹ ਚੀਜ਼ ਦੇ ਉੱਤੇ ਬਿਆਨ ਦੇ ਉੱਤੇ ਮੈਂ ਤੁਹਾਡੇ ਨਾਲ ਮੈਂ ਵੀ ਐਗਰੀ ਹਾਂ ਕਿ ਸਿਹਤ ਤੇ ਪਰਿਵਾਰ ਪਹਿਲਾਂ ਆ। ਕਿ ਵੇਖੋ ਜੀ, ਇੱਕ ਰੰਜਿਸ਼ ਅਲੱਗ ਚੀਜ਼ ਵਾ, ਇੱਕ ਹੈ ਨਾ ਤੁਹਾਡੀ ਪਰਸਨਲ ਮੈਟਰ ਦੇ ਉੱਤੇ। ਜੇ ਤੁਹਾਡੀ ਸਿੰਗਿੰਗ ਦੇ ਲਾਈਕ ਜੇ ਤੁਹਾਡੀ ਡਿਬੇਟ ਚੱਲਦੀ ਪਈ ਹੈ ਤਾਂ ਤੁਸੀਂ ਸਿੰਗਿੰਗ ਦੇ ਵਿੱਚ ਉਹਦਾ ਜਵਾਬ ਦੇ ਸਕਦੇ ਹੋ, ਹੈ ਨਾ ਕਿ ਉਹਨੂੰ ਮਾਰੋ, ਤੁਸੀਂ ਉਹਨੂੰ ਮਾਰ ਕੇ ਜਾਨੋਂ ਹੀ ਮਾਰ ਦਿਓ, ਹੈ ਨਾ। ਅਤੇ ਇਹ ਗੱਲ 'ਤੇ ਮੈਂ ਵੀ ਤੁਹਾਡੇ ਨਾਲ ਐਗਰੀ ਹੈਗਾ। ਬਿਲਕੁਲ। ਉਹਨੇ ਦੇਖੋ, ਉਹਨੇ ਜੋ ਅਟੈਕ ਕੀਤਾ, ਉਹਨੂੰ ਬਾਅਦ ਵਿੱਚ ਸਟੋਰੀ ਬਣਾ ਦਿੱਤੀ ਗਈ, ਬੜਾ ਕੁਝ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਮੈਂ ਇਹਨਾਂ ਕਹਿੰਦਾ ਕਿ ਜੇ ਉਹ ਇਨੋਸੈਂਟ ਹੀ ਬੰਦਾ ਸੀਗਾ ਤਾਂ ਅਜੇ ਤੱਕ ਤੁਹਾਡੇ ਹੱਥ ਕਿਉਂ ਨਹੀਂ ਆਇਆ? ਤੁਸੀਂ ਖੁਦ ਸੋਚੋ ਕਿ ਉੱਥੇ ਇੱਕ ਤੁਹਾਨੂੰ ਮੈਂ ਦੱਸ ਦੇਣਾ, ਤੁਹਾਡੇ ਧਿਆਨ ਵਿੱਚ ਲਿਆ ਦੇਣਾ, ਪਟਿਆਲਾ ਦੇ ਵਿੱਚ ਇੱਕ ਨਿਊਜ਼ ਪੇਪਰ ਦੇ ਵਿੱਚ ਬੜੀ ਵੱਡੀ ਉੱਥੇ ਆਰਟੀਕਲ ਲੱਗਿਆ ਸੀਗਾ, ਜਿਹਦੇ ਵਿੱਚ ਉਹਨਾਂ ਸਪਸ਼ਟ ਤੌਰ 'ਤੇ ਕਿਹਾ ਸੀਗਾ ਕਿ ਜਿਹੜੇ ਉੱਥੋਂ ਨਾਭਾ ਜੇਲ੍ਹ 'ਚੋਂ ਜਿਹੜੇ ਦੌੜੇ ਨੇ, ਉਹਨਾਂ ਦਾ ਇਸ ਟਾਈਮ ਸਟੇਟਸ ਕੀ ਹੈ। ਅਤੇ ਜਿਹੜਾ ਉਸ ਕਸ਼ਮੀਰਾ ਸਿੰਘ ਆ ਜਿਹਨੇ ਮੈਨੂੰ ਗੋਲੀ ਮਾਰੀ ਸੀਗੀ, ਉਹਦੇ ਵੱਲੋਂ ਦੱਸਿਆ ਗਿਆ ਸੀ ਕਿ ਉਹ ਪਾਕਿਸਤਾਨ ਦੇ ਵਿੱਚ ਜਾ ਕੇ ਟ੍ਰੇਨਿੰਗ ਲੈ ਰਿਹਾ। ਅਤੇ ਕੀ ਇਹਨਾਂ ਕੋਲ ਇੰਨਾ ਕੁ ਤਰੀਕਾ ਨਹੀਂ ਹੈਗਾ ਕਿ ਉਹ ਜਿਹੜਾ ਮੈਨੂੰ ਹਿੱਟ ਕਰਕੇ ਦੌੜਨ ਵਾਲਾ, ਜਿਨ੍ਹਾਂ ਨੂੰ ਇਨੋਸੈਂਟ ਕਹਿੰਦੇ ਸੀਗੇ, ਜਿਹਨੂੰ ਕਹਿੰਦੇ ਸੀਗੇ ਇਨੋਸੈਂਟ ਕਿੰਨੀ ਕੁ ਦੇਰ ਦੌੜ ਸਕਦਾ ਜੀ? ਜਿਹੜੇ ਆਮ ਕੋਈ ਕ੍ਰਾਈਮ ਕਰ ਲੈਂਦੇ ਨੇ, ਕਿੰਨੀ ਕੁ ਦੇਰ ਇਹਨਾਂ ਕੋਲ ਬਚ ਸਕਦੇ ਨੇ? ਲੇਕਿਨ ਉਹ ਇਨੋਸੈਂਟ ਬੰਦਾ ਅੱਜ ਤੱਕ 7 ਸਾਲ ਬਾਅਦ ਵੀ ਇਹਨਾਂ ਦੇ ਹੱਥ। ਮੈਂ ਤੁਹਾਡੇ ਮਾਧਿਅਮ ਦੇ ਨਾਲ ਅਪੀਲ ਕਰਦਾ ਕਿ ਤੁਸੀਂ ਅਗਰ ਇਹੋ ਜਿਹੇ ਲੋਕਾਂ ਨੂੰ ਤੁਸੀਂ ਜਾਨੋਂ ਛੱਡ ਦਿਓਗੇ, ਇਹਨਾਂ ਨੂੰ ਮਾਰੋਗੇ ਨਹੀਂ, ਅਤੇ ਇਹ ਟੈਰਰਿਜ਼ਮ ਵੱਧਦਾ ਜਾਏਗਾ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿਸੇ ਨੂੰ ਮਾਰ ਕੇ ਉਸ ਤੋਂ ਬਾਅਦ ਦੌੜ ਜਾਵਾਂਗੇ ਅਤੇ ਸਾਨੂੰ ਪੁਲਿਸ ਹੱਥ ਨਹੀਂ ਲਾਏਗੀ। ਹਰਵਿੰਦਰ ਜੀ, ਤੁਸੀਂ ਗੁਰਦਾਸਪੁਰ ਦੇ ਮੁੱਦਿਆਂ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਰਹਿੰਦੇ ਹੋ। ਪਿਛਲੇ ਦਿਨੀ ਮੈਂ ਦੇਖ ਰਿਹਾ ਸੀਗਾ ਤੁਸੀਂ ਮਾਈਨਿੰਗ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਸੀਗੇ, ਕੀ ਸੀਗਾ ਉਹ ਰੀਜ਼ਨ? ਮੈਨੂੰ ਸੂਚਨਾ ਜਿਹੜੀਆਂ ਮਿਲਦੀਆਂ ਰਹਿੰਦੀਆਂ, ਐਕਚੁਅਲੀ ਗੁਰਦਾਸਪੁਰ ਦੇ ਕਈ ਮੁੱਦੇ ਹੈਗੇ ਨੇ। ਸਭ ਤੋਂ ਜਿਹੜਾ ਇੰਪੋਰਟੈਂਟ ਮੁੱਦਾ ਹੈਗਾ ਵਾ, ਇੱਥੇ ਦੜਾ ਸੱਟਾ ਬਹੁਤ ਜ਼ਿਆਦਾ ਹੁੰਦਾ ਹੈ। ਦੂਸਰਾ ਹੈਗਾ ਕਿ ਇੱਥੇ ਅਵੈਧ ਮਾਈਨਿੰਗ ਬਹੁਤ ਜ਼ਿਆਦਾ ਹੁੰਦੀ ਹੈ, ਗਊ ਤਸਕਰੀ ਬਹੁਤ ਜ਼ਿਆਦਾ ਇੱਥੇ ਹੁੰਦੀ ਹੈ, ਠੀਕ ਹੈ। ਬਹੁਤ ਇਹੋ ਜਿਹੇ ਜਿਹੜੇ ਨਜਾਇਜ਼ ਸ਼ਰਾਬ ਦਾ ਬੜਾ ਕੰਮ ਹੁੰਦਾ ਹੈ, ਸਰੇਆਮ ਹੁੰਦਾ ਪਿਆ। ਉਹ ਸਾਰਿਆਂ ਨੂੰ ਪਤਾ ਹੈ। ਕਈ ਵਾਰੀ ਇਨਫੋਰਮੇਸ਼ਨ ਅਸੀਂ ਦਿੱਤੀ ਹੈ, ਲੇਕਿਨ ਉਹ ਕੀ ਹੁੰਦਾ ਕਿ ਰਲੀ ਮਿਲੀ ਭੁਗਤ ਦੇ ਨਾਲ ਨਹੀਂ ਹੁੰਦਾ। ਹੁਣ ਮਾਈਨਿੰਗ ਦੇ ਆਪਾਂ ਲੈ ਕੇ ਚੱਲੀਏ, ਮੈਨੂੰ ਉਦੋਂ ਕਾਲ ਆਇਆ ਸੀਗਾ ਕਿਸੇ ਦਾ ਕਿ ਇੱਥੇ ਮਾਈਨਿੰਗ ਹੋ ਰਹੀ ਹੈ। ਮੈਂ ਜਦੋਂ ਉੱਥੇ ਮੌਕੇ 'ਤੇ ਪਹੁੰਚਿਆ ਤਾਂ ਉਹਨਾਂ ਨੇ, ਕਿਉਂਕਿ ਮੇਰੇ ਨਾਲ ਸਰਕਾਰੀ ਗੱਡੀ ਹੁੰਦੀ ਹੈ, ਕੋਈ ਗਨਮੈਨ ਹੁੰਦੇ, ਉਹਨਾਂ ਨੇ ਸੋਚਿਆ ਕੋਈ ਆਫੀਸਰ ਆ ਗਿਆ। ਤੁਸੀਂ ਬਿਲੀਵ ਕਰੋਗੇ ਕਿ ਉੱਥੋਂ ਟਰੱਕ, ਜਿਹੜੇ JCB, ਟਰੋਲੀਜ਼ ਇਸ ਤਰ੍ਹਾਂ ਦੌੜੀਆਂ ਉੱਥੋਂ, ਜਿਸ ਤਰ੍ਹਾਂ ਚੋਰ ਹੁੰਦੇ ਆ ਨਾ, ਕੋਈ ਅਫਸਰ ਆ ਗਿਆ, ਕੋਈ ਤਾਂ ਚੋਰ ਦੌੜਦੇ ਨੇ, ਸੇਮ ਐਜ਼ ਇਟ ਇਜ਼ ਉਸ ਤਰ੍ਹਾਂ ਚੋਰ ਦੌੜੇ ਨੇ ਉੱਥੋਂ। ਉਸ ਤੋਂ ਬਾਅਦ ਅਸੀਂ ਇਨਫੋਰਮ ਕੀਤਾ ਜਾ ਕੇ ਉਹਨਾਂ ਦੇ ਮਾਈਨਿੰਗ ਆਫੀਸਰ ਨੂੰ। ਮਾਈਨਿੰਗ ਆਫੀਸਰ ਨੇ ਆਉਂਦੇ ਹੀ ਕਹਿ ਦਿੱਤਾ, ਹਾਂਜੀ ਇਹ ਬੜੀ ਇਲੀਗਲ ਮਾਈਨਿੰਗ ਹੁੰਦੀ ਹੈ, ਔਰ ਅਸੀਂ ਅੱਗੇ ਵੀ ਇਹਨਾਂ ਨੂੰ ਬੜੀ ਵਾਰਨ ਕਰ ਚੁੱਕੇ ਹਾਂ, ਲੇਕਿਨ ਇਹ ਪਰਵਾਹ ਨਹੀਂ ਕਰਦੇ ਕਿਸੇ ਦੀ। ਕਾਰਨ ਕੀ ਹੁੰਦਾ ਕਿ ਪਿੱਛੇ ਰਾਜਨੀਤਿਕ ਸ਼ੈ ਹੁੰਦੀ ਹੈ ਜਾਂ ਪੈਸਾ ਹੁੰਦਾ, ਸਿੱਧੀ ਗੱਲ ਹੈ। ਉਸ ਤੋਂ ਬਾਅਦ ਉਹਨਾਂ ਨੇ ਇੱਕ ਸਟੇਟਮੈਂਟ ਦੇ ਦਿੱਤੀ ਕਿ DC ਸਾਹਿਬ ਨੇ ਪਰਮਿਸ਼ਨ ਦਿੱਤੀ ਹੈ 3 ਫੁੱਟ ਤੱਕ, ਜਦ ਕਿ ਬਿਲਕੁਲ ਇਹੋ ਜਿਹਾ ਨਹੀਂ ਸੀਗਾ ਕੁਛ ਵੀ। ਜਦੋਂ ਮੈਂ DC ਸਾਹਿਬ ਨੂੰ ਫੋਨ ਕੀਤਾ, ਮੈਂ ਕਿਹਾ DC ਸਾਹਿਬ ਤੁਸੀਂ ਇਸ ਚੀਜ਼ ਨੂੰ ਪਰਮਿਸ਼ਨ ਦਿੱਤੀ? ਉਹ ਕਹਿੰਦੇ ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਹੈ, ਤੁਸੀਂ ਐਕਸੀਅਨ ਜਿਹੜੇ ਚਰਨਜੀਤ ਸਿੰਘ ਜੀ ਹੈਗੇ ਨੇ, ਉਹਨਾਂ ਨਾਲ ਇੱਕ ਵਾਰ ਸੰਪਰਕ ਕਰ ਲਓ। ਜਿਹੜੀ ਕਿ ਵੀਡੀਓਜ਼ ਜਿਹੜੀ ਵਾਇਰਲ ਹੋਈਆਂ ਨੇ, ਮੈਂ ਉਹਨਾਂ ਨੂੰ ਆਲਰੇਡੀ ਭੇਜ ਚੁੱਕਾ। ਮੈਂ ਚਰਨਜੀਤ ਸਿੰਘ ਉਹਨਾਂ ਨੂੰ ਫੋਨ ਕੀਤਾ। ਤੁਸੀਂ ਸੋਚੋ ਕਿ ਜੇ ਇਮਾਨਦਾਰ ਹੋਣ, ਇੱਕ ਪਾਸੇ ਤੇ ਆਦਰਨੀय ਸਾਡੇ ਮੁੱਖ ਮੰਤਰੀ ਜੀ ਕਹਿ ਰਹੇ ਨੇ ਕਿ ਮੈਂ ਬਿਲਕੁਲ ਕਰਪਸ਼ਨ ਖਤਮ ਕਰ ਦੇਣੀ ਹੈ, ਔਰ ਉਹਨਾਂ ਨੇ ਬੜਾ ਵੱਡਾ ਇੱਕ ਸਟੈਪ ਚੱਕਿਆ ਸੀਗਾ ਜਦੋਂ ਉਹਨਾਂ ਨੇ ਆਪਣੇ ਮੰਤਰੀ ਨੂੰ ਹੀ ਟੰਗ ਦਿੱਤਾ। ਉਹਨਾਂ ਨੇ ਸਿਰਫ ਉਹ 1% ਮੰਗ ਰਿਹਾ ਸੀਗਾ।
ਠੀਕ ਹੈ, ਉਹਨੂੰ ਟੰਗ ਦਿੱਤਾ ਉਹਨਾਂ ਨੇ, ਛੱਡਿਆ ਨਹੀਂ, ਮੰਤਰੀ ਪਦ ਤੋਂ ਲਾ ਦਿੱਤਾ, ਉਹਨੂੰ ਟਰਮੀਨੇਟ ਕਰਤਾ, ਪੁਲਿਸ ਜੇਲ੍ਹ ਦੇ ਵਿੱਚ ਪਹੁੰਚਾ ਦਿੱਤਾ, ਹੈ ਨਾ ਜੀ। ਲੇਕਿਨ ਇਹ ਜਿਹੜੇ ਛੋਟੇ ਛੋਟੇ ਲੋਕ ਨੇ ਇਹ ਤਾਂ ਸਰੇਆਮ ਕਰਪਸ਼ਨ ਕਰਦੇ ਪਏ ਨੇ। ਥੋੜ੍ਹੀ ਦੇਰ ਪਹਿਲਾਂ ਉਹੀ ਮਾਈਨਿੰਗ ਆਫੀਸਰ ਜਿਹੜਾ ਸਟੇਟਮੈਂਟ ਦੇ ਰਿਹਾ ਕਿ ਹਾਂਜੀ ਇਲੀਗਲ ਮਾਈਨਿੰਗ ਸੀਗੀ ਔਰ ਇਹ ਅਸੀਂ ਇਹਨਾਂ ਦੀ ਉਹ ਜਿਹੜੀਆਂ ਟਰਾਲੀ ਐਂਡ JCB ਵਗੈਰਾ ਉਹਨਾਂ ਨੇ ਜ਼ਬਤ ਕਰ ਲਈ ਹੈ ਉਹਨਾਂ ਨੇ। ਲੇਕਿਨ ਅਗਲੇ ਦਿਨ ਕੀ ਪਤਾ ਚੱਲ ਰਿਹਾ, ਉਹੀ ਮਾਈਨਿੰਗ ਆਫੀਸਰ ਲਿਖ ਕੇ ਦੇ ਰਿਹਾ ਕਿ ਇਲੀਗਲ ਮਾਈਨਿੰਗ ਨਹੀਂ ਸੀ ਹੋ ਰਹੀ। ਰਾਤੋਂ ਰਾਤ ਕੀ ਹੋਇਆ, ਕੀ ਇਹ ਕਰਪਸ਼ਨ ਨਹੀਂ ਹੈ? ਉਸ ਤੋਂ ਬਾਅਦ ਜਿਹੜਾ ਚਿਰੰਜੀਤ ਸੀਗਾ, ਜਿਹੜਾ ਤੁਹਾਡੇ ਜਿਹੜਾ ਐਕਸੀਅਨ ਹੈਗਾ ਮਾਈਨਿੰਗ, ਉਹਨੇ ਫੋਨ ਅਟੈਂਡ ਨਹੀਂ ਕਰਨੇ ਸਾਡੇ ਅਟੈਂਡ ਕੀਤੇ। ਕਿਉਂ? ਕਾਰਨ ਕਿ ਜਦੋਂ ਪਤਾ ਲੱਗੇ ਕਿ ਇਸ ਟੌਪਿਕ ਦੇ ਉੱਪਰ ਗੱਲ ਕਰਨੀ ਹੈ, ਫੜੇ ਜਾਣਾ ਮੈਂ, ਉਹਨਾਂ ਨੇ ਅਟੈਂਡ ਨਹੀਂ ਕੀਤਾ ਉਹਨਾਂ ਨੇ ਕੋਈ ਵੀ। ਮੈਨੂੰ ਤੁਹਾਨੂੰ ਲੱਗਦਾ ਵਾ ਕਿ ਉਹਨਾਂ ਨੇ ਕਿਤੇ ਨਾ ਕਿਤੇ ਉਹਨਾਂ ਦੇ ਵੀ ਰਲੀ ਮਿਲੀ ਭੁਗਤ ਵਾ? ਬਿਲਕੁਲ ਸਰ, ਬਿਲਕੁਲ। ਮੈਂ ਕਹਿੰਦਾ ਟੌਪ ਟੂ ਬਾਟਮ ਇਹੀ ਚੱਲਦਾ ਪਿਆ। ਉਸ ਤੋਂ ਬਾਅਦ ਹੋਰ ਤੁਸੀਂ ਸੁਣੋ, ਇਸ ਤੋਂ ਉੱਪਰ ਕੀ ਉਮੀਦ ਕਰੋਗੇ ਤੁਸੀਂ ਕਿ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਉਹਨਾਂ ਨਾਲ ਸੰਪਰਕ ਕੀਤਾ ਜਾਏ। ਮੈਂ ਕ੍ਰਿਸ਼ਨ ਕੁਮਾਰ ਜੀ ਹੈਗੇ ਨੇ ਜਿਨ੍ਹਾਂ ਨੂੰ ਬਹੁਤ ਵਧੀਆ ਇੱਕ ਮੰਨਿਆ ਜਾਂਦਾ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਜਦੋਂ ਐਜੂਕੇਸ਼ਨ ਡਿਪਾਰਟਮੈਂਟ ਦੇ ਸੀਗੇ, ਉਹ ਕੁਛ ਜੋ ਵੀ ਉਹਨਾਂ ਕੋਲ ਡਿਊਟੀ ਸੀਗੀ ਉਹਨਾਂ ਨੇ ਬੜੀ ਅੱਛੀ ਤਰ੍ਹਾਂ ਨਿਭਾਈ ਸੀਗੀ। ਮੈਂ ਉਹਨਾਂ ਨਾਲ ਸੰਪਰਕ ਕੀਤਾ, ਉਹਨਾਂ ਨੇ ਮੈਨੂੰ ਮੈਸੇਜ ਟੈਕਸਟ ਕੀਤਾ ਉਹਨਾਂ ਨੇ ਕਿ ਜੋ ਵੀ ਤੁਹਾਡੀ ਡਿਟੇਲ ਹੈ ਤੁਸੀਂ ਮੈਨੂੰ WhatsApp ਕਰ ਦਿਓ। ਮੈਂ ਸਾਰੀ WhatsApp ਕਰ ਦਿੱਤੀ, ਲੇਕਿਨ ਅੱਜ ਤੱਕ ਉਹਦਾ ਕੋਈ ਰਿਐਕਸ਼ਨ ਨਹੀਂ ਆਇਆ। ਤੁਸੀਂ ਬਿਲੀਵ ਕਰੋਗੇ ਕਿ ਅੱਛਾ ਇੱਕ ਹੋਰ ਜਿਹੜੀ ਅੱਜ ਕੱਲ੍ਹ ਬੜੀ ਨਵੀਂ ਚੀਜ਼ ਦੇਖ ਰਹੇ ਹਾਂ ਕਿ ਅਸੀਂ ਨੇ ਕਿਸਾਨਾਂ ਨੂੰ ਸਪੋਰਟ ਕੀਤਾ ਸੀਗਾ ਕਿਉਂਕਿ ਉਹਨਾਂ ਨਾਲ ਧੱਕਾ ਹੋਇਆ ਸੀਗਾ। ਗਵਰਨਮੈਂਟ ਨੇ ਜਿਹੜੇ 3 ਕਾਨੂੰਨ, ਜਿਹੜੇ ਕਾਲੇ ਕਾਨੂੰਨ ਜਿਹੜੇ ਉਹ ਲਾਗੂ ਕਰ ਦਿੱਤੇ ਸੀਗੇ। ਔਰ ਬਿਲੀਵ ਕਰੋ ਕਿ ਮੈਂ ਉੱਥੇ ਜਦੋਂ ਟਰੈਕਟਰ ਮਾਰਚ ਉੱਥੋਂ ਨਿਕਲਦੇ ਰਿਹਾ, ਮੈਂ ਬੱਚਿਆਂ ਦੇ ਨਾਲ, ਆਪਣੇ ਸਾਥੀਆਂ ਦੇ ਨਾਲ ਉਹਨਾਂ ਦਾ ਫੁੱਲਾਂ ਨਾਲ ਸਵਾਗਤ ਕਰਦਾ ਰਿਹਾ ਇੱਥੋਂ ਮੈਂ, ਠੀਕ ਹੈ। ਲੇਕਿਨ ਉਹ ਕਿਸਾਨ ਅੱਜ ਦੀ ਡੇਟ ਵਿੱਚ ਆਪਣੀ ਦਿਸ਼ਾ ਭਟਕ ਚੁੱਕੇ ਨੇ। ਜਦੋਂ ਇਹ ਮਾਈਨਿੰਗ ਦੀ ਆਪਾਂ ਉੱਥੇ ਜਾ ਕੇ ਉਹ ਰੇਡ ਕਰਵਾਈ ਹੈ, ਤੁਸੀਂ ਬਿਲੀਵ ਕਰੋਗੇ ਕਿ ਉਹ ਕਿਸਾਨ ਜਿਹੜੇ ਆ ਉਹਨਾਂ ਦੇ ਹੱਕ ਵਿੱਚ ਖੜੇ ਹੁੰਦੇ ਪਏ ਨੇ ਕਿ ਤੁਸੀਂ ਇਲੀਗਲ ਮਾਈਨਿੰਗ ਕਿਉਂ ਰੋਕ ਰਹੇ ਹੋ, ਜਦ ਕਿ ਇਲੀਗਲ ਤਾਂ ਇਲੀਗਲ ਆ ਸਰ। ਉਹਦੇ ਵਿੱਚ ਕਿਸਾਨਾਂ ਨੂੰ ਆਪਣੀ ਛਵੀ ਖਰਾਬ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਦੇਖਿਆ ਕਿ ਜਿੱਥੇ ਵੀ ਕੋਈ ਇਹੋ ਜਿਹੇ ਇਲੀਗਲ ਮਾਈਨਿੰਗ ਚੱਲਦੀ ਪਈ ਹੈ, ਉਹਨਾਂ ਨੇ ਧਰਨੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇੱਕ ਕਾਨੂੰਨ ਜਿਹੜਾ ਹੈਗਾ ਖੇਤਰ ਹੈਗਾ, ਉੱਥੇ ਇੱਕ FIR ਹੋਈ ਸੀਗੀ, ਉੱਥੇ ਵੀ ਕਿਸਾਨਾਂ ਨੇ ਆ ਕੇ ਕੀ ਕਹਿੰਦੇ ਆ ਧਰਨੇ ਲਗਾਉਣੇ ਸ਼ੁਰੂ ਕਰ ਦਿੱਤੇ। ਸੋ ਇਹ ਅਲੱਗ ਹੀ ਸਮਾਜ ਦਾ ਮਾਹੌਲ ਬਣਦਾ ਪਿਆ। ਮੈਨੂੰ ਨਹੀਂ ਸਮਝ ਆ ਰਹੀ ਕਿ ਇਹਨਾਂ 'ਤੇ ਜਾਂ ਤਾਂ ਉਹਨਾਂ ਨੂੰ ਡਰ ਖਤਮ ਹੋ ਗਿਆ ਕਿ ਸਾਡੇ 'ਤੇ ਕੋਈ ਕਾਰਵਾਈ ਹੋਣੀ ਨਹੀਂ ਹੈ। ਸਿੱਧੀ ਗੱਲ ਹੈ ਕਿ ਕੋਈ ਸਰਕਾਰ ਸ਼ਾਇਦ ਹੋ ਸਕਦਾ ਕਿ ਥੋੜ੍ਹੀ ਲੀਨੀਅੰਟ ਹੋਏ, ਜਾਂ ਕੁਛ ਉਹਨਾਂ ਦੇ ਵੱਡੇ ਜਿਹੜੇ ਨੇਤਾਗਣ ਨੇ ਉਹਨਾਂ ਨੂੰ ਕੁਛ ਗ੍ਰੀਨ ਸਿਗਨਲ ਮਿਲ ਗਿਆ ਹੋਵੇ, ਤੇ ਹੋ ਸਕਦਾ, ਪਤਾ ਆਈ ਡੋਂਟ ਨੋ। ਪਰ ਇਹ ਜਾਂਚ ਦਾ ਵਿਸ਼ੇ ਹੈ। ਪਰ ਕਰਪਸ਼ਨ ਦੀ ਜਿੱਥੇ ਮੈਂ ਗੱਲ ਲੈ ਕੇ ਚੱਲਾਂ, ਮੈਂ ਤੁਹਾਨੂੰ ਸਿੱਧੇ ਤੌਰ 'ਤੇ ਕਹਿ ਦਿੱਤਾ ਕਿ ਐਕਸੀਅਨ ਚਰਨਜੀਤ ਨੇ ਫੋਨ ਨਹੀਂ ਅਟੈਂਡ ਨਹੀਂ ਕੀਤਾ, ਜਦ ਕਿ ਉਹਨੂੰ ਦੱਸਿਆ ਸੀਗਾ ਕਿ ਕਿਸ ਟੌਪਿਕ 'ਤੇ ਗੱਲ ਕਰਨੀ ਹੈ। ਜਿਹੜਾ ਮਾਈਨਿੰਗ ਆਫੀਸਰ ਸੀਗਾ ਉਹਨੇ ਪਹਿਲੀ ਇੱਕ ਸਟੇਟਮੈਂਟ ਦਿੱਤੀ ਹੈ, ਅਗਲੀ ਰਾਤ ਟੱਪ ਕੇ ਅਗਲੇ ਦਿਨ ਉਹਨੇ ਸਟੇਟਮੈਂਟ ਦੂਸਰੀ ਦੇ ਦਿੱਤੀ ਹੈ। ਜਿਹੜੇ ਸਾਡੇ ਕ੍ਰਿਸ਼ਨ ਕੁਮਾਰ ਜੀ ਨੇ, ਉਹਨਾਂ ਨੂੰ ਜਦੋਂ ਡਿਟੇਲ ਭੇਜੀ ਗਈ ਤੇ ਉਹਨਾਂ ਦਾ ਕੋਈ ਰਿਐਕਸ਼ਨ ਨਹੀਂ ਆਇਆ। ਤੇ ਹੁਣ ਤੱਕ ਕੈਦੀ ਆਪਣੇ ਫੜੇ ਗਏ ਆ ਜਿਹੜੇ ਚੋਰ ਸੀਗੇ? ਕੋਈ ਨਹੀਂ ਫੜਿਆ ਗਿਆ ਉੱਥੇ। ਬਿਲੀਵ ਕਰੋ ਤੁਸੀਂ, ਅੱਜ ਵੀ ਮਾਈਨਿੰਗ ਚੱਲਦੀ ਪਈ ਹੈ, ਅੱਜ ਵੀ ਸਰੇਆਮ ਚੱਲਦੀ ਪਈ ਹੈ ਮਾਈਨਿੰਗ। ਤਾਂ ਫਿਰ ਮੈਂ ਕਿਸ ਤਰ੍ਹਾਂ ਮੰਨ ਲਵਾਂ ਕਿ ਇਹ ਸਰਕਾਰ ਜਿਹੜੀ ਹੈ ਮਾਈਨਿੰਗ ਨੂੰ ਲੈ ਕੇ, ਅੱਜ ਤੁਸੀਂ ਚਲੇ ਜਾਓ KDF ਖਾਨਾ, ਤੁਸੀਂ ਉੱਥੇ ਜਾ ਕੇ ਦੇਖੋ, ਤੁਹਾਨੂੰ 500 ਟਰੱਕ ਤੁਹਾਨੂੰ ਰੇਤ ਬਜਰੀ ਦਾ ਉੱਥੇ ਮਿਲੇਗਾ। ਉੱਥੇ 500 ਘੱਟੋ ਘੱਟ ਟਰੱਕ, ਤੁਸੀਂ ਲਾਈਨ ਬਣਾ ਕੇ ਦੇਖ ਲਓ, 6-6 7-7 ਕਿਲੋਮੀਟਰ ਤੱਕ ਜਿਹੜੇ ਉਹ ਟਰੱਕਾਂ ਦੀ ਲਾਈਨ ਲੱਗੀ ਹੋਏਗੀ ਉੱਥੇ। ਉਹ ਕਿਸ ਤਰ੍ਹਾਂ ਮਾਈਨਿੰਗ ਹੋ ਰਹੀ ਹੈ, ਉਹ ਦਿਖਦਾ ਨਹੀਂ ਪਿਆ ਕਿਸੇ ਨੂੰ। ਆਮ ਲੋਕ ਪਰੇਸ਼ਾਨ ਨੇ, ਕਈ ਲੋਕਾਂ ਨੂੰ ਉੱਥੇ ਜਾਨਾਂ ਜਾ ਚੁੱਕੀਆਂ ਟਰੱਕਾਂ ਥੱਲੇ ਆ ਕੇ, ਉਹ ਕਿਸੇ ਨੂੰ ਨਹੀਂ ਦਿਖਦਾ, ਉਹ ਚੱਲੀ ਜਾਂਦਾ ਪਿਆ ਕੰਮ। ਕਾਰਨ ਕਿ ਸਭ ਮਿਲੀ ਭਗਤ ਆ ਸਰ। ਬੇਸ਼ੱਕ ਮੈਂ ਕਹਿੰਦਾ ਕਿ ਅੱਜ ਸਾਡੇ ਮੁੱਖ ਮੰਤਰੀ ਜੀ ਨੇ ਆਪਣੇ ਮੰਤਰੀ ਨੂੰ ਟੰਗ ਕੇ ਇੱਕ ਬੜੀ ਵੱਡੀ ਮਿਸਾਲ ਕਾਇਮ ਕੀਤੀ ਹੈ, ਪਰੰਤੂ ਇਹ ਜਿਹੜਾ ਚੱਲੀ ਜਾਂਦਾ ਇੱਕ ਮੰਤਰੀ ਨੂੰ ਟੰਗ ਕੇ ਕੀ ਸੋਚਦੇ ਕਰਪਸ਼ਨ ਖਤਮ ਹੋ ਜਾਏਗੀ? ਬਿਲਕੁਲ ਨਹੀਂ। ਜਿੰਨੀ ਦੇਰ ਤੱਕ ਜਿਹੜੇ ਅਧਿਕਾਰੀ ਨੇ, ਅਗਰ ਇਹਨਾਂ ਨੂੰ ਨਹੀਂ ਟੰਗਿਆ ਜਾਏਗਾ ਤਦ ਤੱਕ ਐਸਾ ਹੀ ਚੱਲਦਾ ਰਹੇਗਾ। ਪਿਛਲੇ ਦਿਨੀ ਤੁਸੀਂ ਬਹੁਤ ਚਰਚਾ ਵਿੱਚ ਰਹਿੰਦੇ ਸੀਗੇ ਗਊਸ਼ਾਲਾ ਨੂੰ ਲੈ ਕੇ, ਹੈ ਨਾ, ਗਾਵਾਂ ਨੂੰ ਲੈ ਕੇ। ਹੁਣ ਅੱਜ ਕੱਲ੍ਹ ਕੀ ਗੱਲ ਉਹ ਬੰਦ ਕੀਤਾ ਹੋਇਆ? ਨਹੀਂ, ਇਹ ਤੁਸੀਂ ਮੇਰੇ ਦੁੱਖ ਦੀ ਰਗ ਨੂੰ ਹੱਥ ਰੱਖ ਦਿੱਤਾ ਹੈ। ਕਾਰਨ ਕੀ ਹੈ ਕਿ ਮੈਂ ਗਊ ਮਾਤਾ ਨੂੰ ਮੈਂ ਆਪਣੀ ਮਾਤਾ ਮੰਨ ਕੇ ਚੱਲਦਾ, ਔਰ ਮੈਨੂੰ ਇੰਨਾ ਪਤਾ ਹੈ ਕਿ ਜਦੋਂ ਮੈਂ ਗਊ ਸੇਵਾ ਸ਼ੁਰੂ ਕੀਤੀ ਸੀ, ਜਦੋਂ ਗਊ ਹੱਤਿਆ ਨੂੰ ਰੋਕਣ ਵਾਸਤੇ ਮੁਹਿੰਮ ਸ਼ੁਰੂ ਕੀਤੀ ਸੀ, ਸਾਡੇ DSP ਇੱਥੇ ਉਦੋਂ ਹੁੰਦੇ ਸੀ ਜਸਦੀਪ ਸਰ, ਜਿਹੜੇ ਅੱਜ ਕੱਲ੍ਹ SO ਸੀਗੇ ਹੁਣ DGP ਸਾਹਿਬ ਦੇ, ਉਹ ਇੱਥੇ DSP ਸੀ ਗੁਰਦਾਸਪੁਰ। ਉਦੋਂ ਮੈਂ ਇਹ ਮੁਹਿੰਮ ਸ਼ੁਰੂ ਕੀਤੀ ਸੀ, SSP ਲੋਕਨਾਥ ਆਂਗਰਾ ਜੀ ਸੀ ਉਦੋਂ, ਔਰ ਬੜੇ ਪ੍ਰਾਊਡਲੀ ਕੀਤੀ ਸੀ ਅਸੀਂ, ਕਿਉਂਕਿ ਗਊ ਮਾਤਾ ਨਾਲ ਸਾਨੂੰ, ਮੈਂ ਜਦੋਂ ਵੀ ਕੋਈ ਸ਼ਾਸਤਰ ਪੜ੍ਹਦਾ ਸੀ, ਕੋਈ ਮੀਟਿੰਗ ਜਾਂਦਾ ਸੀਗਾ, ਉਦੋਂ ਇੱਕੋ ਗੱਲ ਕਹੀ ਜਾਂਦੀ ਸੀ ਕਿ ਜੇ ਅਗਰ ਕਿਸੇ ਨੇ ਰਾਜਯੋਗ ਪ੍ਰਾਪਤ ਕਰਨਾ ਤਾਂ ਗਊ ਸੇਵਾ ਕਰੇ। ਔਰ ਆਹਿਸਤਾ ਆਹਿਸਤਾ ਸਾਡੇ ਦਿਮਾਗ ਵਿੱਚ ਇਹ ਚੀਜ਼ ਭਰਦੀ ਰਹੀ ਕਿ ਗਊ ਸੇਵਾ ਬਹੁਤ ਵੱਡਾ ਜਿਹੜਾ ਪੁੰਨ ਹੈ। ਔਰ ਮੈਂ ਈਵਨ ਦੱਸਾਂ, ਮੈਂ ਤੁਹਾਨੂੰ 6-6 ਟਰੱਕ ਇਕੱਠੇ ਗਊਆਂ ਨੂੰ ਜਿਹੜੇ ਮਾਰਨ ਲੈ ਕੇ ਜਾਂਦੇ ਹੁੰਦੇ ਸੀਗੇ, ਅਸੀਂ 6-6 ਟਰੱਕ ਇਕੱਠੇ ਫੜਦੇ ਹੁੰਦੇ ਸੀ, ਸਿਰਫ 4-5 ਬੰਦੇ ਜਾ ਕੇ। ਉਹਨਾਂ ਦੇ ਅੱਗੋਂ ਨਿਕਲਦੇ, ਟਰੱਕਾਂ ਦੇ ਵਿੱਚੋਂ ਨਿਕਲਦੇ 24-25 ਬੰਦੇ ਨਿਕਲਦੇ, ਲੇਕਿਨ ਅਸੀਂ ਦਾਤਰ ਫੜ ਕੇ ਤੇ ਖੜੇ ਹੋ ਜਾਂਦੇ ਹੁੰਦੇ ਸੀਗੇ, ਫੜ ਕੇ ਛੱਡਦੇ ਹੁੰਦੇ ਸੀ, ਬਿਲਕੁਲ ਮਤਲਬ ਕਿ ਪਰਵਾਹ ਨਹੀਂ ਸੀ ਕਰਦੇ ਹੁੰਦੇ ਕਿਸੇ ਦੀ। ਜਾਨਾਂ 'ਤੇ ਖੇਲੇ, ਬਹੁਤ ਕੁਝ ਕੀਤਾ, ਲੇਕਿਨ ਉਸ ਤੋਂ ਬਾਅਦ ਸਾਡੇ ਜਿਹੜੇ ਆਦਰਨੀਏ
ਨਰਿੰਦਰ ਮੋਦੀ ਜੀ ਜਦੋਂ ਉਹਨਾਂ ਦੀ ਫਸਟ ਟੈਨਿਓਰ ਆਈ ਹੈ ਉਹਨਾਂ ਦੀ, ਉਸ ਤੋਂ ਬਾਅਦ ਉਹਨਾਂ ਨੇ ਇੱਕ ਜਿਹੜਾ ਬੂਚੜਖਾਨਿਆਂ ਦੇ ਵਿੱਚ ਜਿਹੜੀ ਜਦੋਂ ਗਊ ਸਲੋਟਿੰਗ ਜਿਹੜੀ ਹੈ ਉਹਨਾਂ ਵਾਸਤੇ ਗਊ ਮਾਸ ਜਿਹੜਾ ਘਟਣਾ ਸ਼ੁਰੂ ਹੋ ਗਿਆ। ਤੁਸੀਂ ਬਿਲੀਵ ਕਰੋ, ਜਦੋਂ ਅਸੀਂ ਬੂਚੜਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ, ਜਦੋਂ ਉਹਨਾਂ 'ਤੇ ਕਾਰਵਾਈ ਕਰਵਾਉਣੀ ਸ਼ੁਰੂ ਕਰ ਦਿੱਤੀਆਂ, ਗਊ ਤਸਕਰੀ ਆਲਮੋਸਟ ਕਾਫੀ ਹੱਦ ਤੱਕ ਸਾਡੇ ਗੁਰਦਾਸਪੁਰ 'ਚੋਂ ਮੈਂ ਕਹਿੰਦਾ 90% ਤੱਕ ਖਤਮ ਹੋ ਗਈ। 10% ਚੋਰਾਂ ਵਾਂਗੂ ਕਿਤੇ ਨਿਕਲ ਜਾਂਦੇ ਹੋਣਗੇ, ਲੇਕਿਨ 90% ਤੱਕ ਮੈਂ ਈਵਨ ਦੇ ਜਿਹੜੇ ਗਊ ਤਸਕਰ ਹੁੰਦੇ ਸੀਗੇ ਉਹਨਾਂ ਨੂੰ ਅੰਬਾਂ ਦੀਆਂ ਰੇਹੜੀਆਂ ਲਾਉਂਦੇ ਦੇਖਿਆ ਹੋਣਾ, ਫਰੂਟ ਦੀਆਂ ਰੇਹੜੀਆਂ ਲਾਉਂਦੇ ਦੇਖਿਆ, ਮੂੰਗਫਲੀ ਦੀਆਂ ਰੇਹੜੀਆਂ ਲਾਉਂਦੇ ਦੇਖਿਆ ਉਹਨਾਂ ਨੂੰ ਮੈਂ, ਠੀਕ ਹੈ ਨਾ। ਦੈਟ ਮੀਨਸ ਕਿ ਇੰਨਾ ਕੁ ਡਰ ਸਾਡਾ ਉਸ ਵੇਲੇ ਬੈਠ ਗਿਆ ਸੀਗਾ। ਲੇਕਿਨ ਆਦਰਨੀय ਨਰਿੰਦਰ ਮੋਦੀ ਜੀ ਨੇ ਇੱਕ ਨੈਸ਼ਨਲ ਚੈਨਲ ਦੇ ਉੱਪਰ ਇਹ ਕਹਿ ਦਿੱਤਾ ਕਿ ਜਿਹੜੇ ਗਊ ਰਕਸ਼ਕ ਨੇ ਉਹ ਗਊ ਭਕਸ਼ਕ ਨੇ। ਮੈਂ ਅੱਜ ਵੀ ਤੁਹਾਨੂੰ ਦੱਸਣਾ, ਅੱਜ ਤੱਕ ਚੈਨਲ ਦੇ ਉੱਪਰ ਚੱਲੀ ਸੀ ਹੈ। ਉਸ ਵੇਲੇ ਸਾਡੇ ਮਨ ਨੂੰ ਠੇਸ ਪਹੁੰਚੀ ਸੀ ਬਹੁਤ ਜ਼ਿਆਦਾ। ਇੱਕ ਬਕਾਇਦਾ ਪਲੈਨਿੰਗ ਦੇ ਨਾਲ ਉਹਨਾਂ ਨੇ ਸਿਰਫ ਪੰਜਾਬ ਨੂੰ ਹੀ ਟਾਰਗੇਟ ਕੀਤਾ, ਔਰ ਪੰਜਾਬ ਦੇ ਵਿੱਚ ਸਿਰਫ ਗੁਰਦਾਸਪੁਰ ਜ਼ਿਲ੍ਹੇ ਨੂੰ ਹੀ ਟਾਰਗੇਟ ਕੀਤਾ ਉਹਨਾਂ ਨੇ ਆ ਕੇ। ਉਹਨਾਂ ਨੇ ਇੱਥੇ ਆ ਕੇ ਸਾਡੇ ਕੋਲੋਂ ਇੰਟਰਵਿਊ ਮਤਲਬ ਕਿ ਕਾਨੂੰਨ ਬਣਾਉਣ ਦੇ ਨਾਮ ਦੇ ਉੱਪਰ ਸਾਡੇ ਕੋਲ, ਜਿਸ ਤਰ੍ਹਾਂ ਤੁਸੀਂ ਇੰਟਰਵਿਊ ਲੈ ਰਹੇ ਹੋ ਇਸ ਤਰ੍ਹਾਂ ਹੀ ਉਹਨਾਂ ਨੇ ਸਾਡੇ ਕੋਲ ਇੰਟਰਵਿਊਜ਼ ਲਈਆਂ, ਜਿਹਦੇ ਵਿੱਚ ਅਸੀਂ ਦੱਸਿਆ ਕਿ ਅਸੀਂ ਗਊ ਹੱਤਿਆ ਰੋਕਣ ਵਾਸਤੇ ਜਾਨ 'ਤੇ ਵੀ ਖੇਲਦੇ ਹਾਂ। ਅਸੀਂ ਉਹਨਾਂ ਤਸਕਰਾਂ ਨੂੰ ਮਾਰਦੇ ਕੁੱਟਦੇ ਵੀ ਹਾਂ। ਅਸੀਂ ਐਡਮਿਟ ਕੀਤਾ ਸੀ ਉਸ ਵੇਲੇ, ਲੇਕਿਨ ਉਹਨਾਂ ਨੇ ਉਸ ਨੂੰ ਇੰਨਾ ਤੱਕ ਤਰੋੜ ਮਰੋੜ ਕੇ ਉਹਨਾਂ ਨੇ ਜਿਹੜਾ ਉਹ ਟੈਲੀਕਾਸਟ ਕੀਤਾ। ਤੁਹਾਡੇ ਮੀਡੀਆ ਨੇ, ਜਿਹੜਾ ਵਿਕਾਊ ਮੀਡੀਆ ਜੇ ਕਹਿ ਸਕਦੇ ਹਾਂ, ਜਿਹੜਾ ਮੋਦੀ ਜੀ ਦੇ ਇਸ਼ਾਰੇ 'ਤੇ ਚੱਲਦਾ ਸੀਗਾ, ਉਹਨਾਂ ਨੇ ਐਸਾ ਤੋੜ ਮਰੋੜ ਕੇ ਪੇਸ਼ ਕੀਤਾ ਜਿਸ ਤਰ੍ਹਾਂ ਅਸੀਂ ਗਊ ਭਗਤ ਨਹੀਂ, ਵਾਕਈ ਗਊ ਭਕਸ਼ਕ ਹਾਂ। ਜਦ ਕਿ ਸਾਡੀ ਉਹ ਜਿਹੜੀ ਸ਼ਬਦਾਵਲੀ ਸੀਗੀ ਉਹਦੇ ਵਿੱਚ ਵੀ ਇਹੋ ਜਿਹਾ ਕੋਈ ਵਰਡ ਨਹੀਂ ਨਿਕਲਿਆ ਜਿਹਦੇ ਵਿੱਚ ਸਾਨੂੰ ਉਹ ਗਊ ਭਕਸ਼ਕ ਸ਼ੋਅ ਕਰ ਸਕੇ। ਉਹ ਮਨ ਐਸਾ ਟੁੱਟਿਆ ਕਿ ਉਸ ਤੋਂ ਬਾਅਦ ਮਨ ਹੀ ਨਹੀਂ ਕੀਤਾ ਕਿ ਅਸੀਂ ਇਸ ਫੀਲਡ ਵਿੱਚ ਕੰਮ ਕਰ ਸਕੀਏ, ਕਿਉਂਕਿ ਸਾਡੇ ਦੇਸ਼ ਦਾ ਜਿਹੜਾ ਸਰਵੋਤਮ ਵਿਅਕਤੀ ਹੈ, ਅਗਰ ਉਹੀ ਇਸ ਜਿਹੀ ਸਟੇਟਮੈਂਟਾਂ ਦੇਗਾ ਤਾਂ ਸਾਨੂੰ ਕੌਣ ਮਤਲਬ ਕਿ ਸਾਹਸ ਦੇਗਾ, ਸਾਨੂੰ ਕੌਣ ਸ਼ਾਬਾਸ਼ੀ ਦੇਗਾ। ਅਤੇ ਇਸ ਲਈ ਉਹ ਇਹੋ ਜਿਹਾ ਮਨ ਟੁੱਟਿਆ। ਅਸੀਂ ਜਿਹੜੇ ਜ਼ਖਮੀ ਗਊਆਂ ਸੀਗੀਆਂ ਉਹਨਾਂ ਦੀ ਸੇਵਾ ਕਰਨਾ ਜ਼ਿਆਦਾ ਮਨਜ਼ੂਰ ਕੀਤਾ, ਨਾ ਕਿ ਪ੍ਰਸ਼ਾਸਨ ਦੇ ਜਿਹੜੇ ਕੰਮ ਸੀਗੇ ਉਹ ਅਸੀਂ ਕਰਨੇ ਸ਼ੁਰੂ ਕੀਤੇ। ਅਸੀਂ ਉਸ ਕਰਨ ਨੂੰ ਰੋਕਿਆ। ਲੇਕਿਨ ਅੱਜ ਮੈਂ ਜ਼ਰੂਰ ਕਹਿਣਾ ਚਾਹੁੰਦਾ ਵਾਂ, ਚਾਹੇ ਅੱਜ ਚਾਹੇ ਕੱਲ੍ਹ, ਕਹਿੰਦੇ ਆ ਨਾ ਕਿ ਜੇ ਕੋਈ ਪਾਪ ਕਰੋ ਤਾਂ ਵੀ ਉਹਦਾ ਫਲ ਮਿਲਦਾ, ਜੇ ਪੁੰਨ ਕਰੋ ਉਹਦਾ ਤਾਂ ਵੀ ਫਲ ਮਿਲਦਾ। ਮੈਨੂੰ ਤਾਂ ਮੇਰੇ ਪੁੰਨ ਦੇ ਫਲ ਮਿਲ ਗਏ ਕਿ ਮੈਨੂੰ ਗੋਲੀ ਮਾਰੀ ਗਈ ਤਾਂ ਮੇਰੀ ਗਊ ਮਾਤਾ ਨੇ ਮੈਨੂੰ ਬਚਾ ਲਿਆ। ਮੇਰੀ 2 ਗੱਡੀਆਂ ਮੇਰੀਆਂ ਪਲਟੀਆਂ, 100 ਫੁੱਟ ਖੱਡ ਦੇ ਵਿੱਚ ਡਿੱਗ ਪਈਆਂ ਤਾਂ ਮੈਨੂੰ ਖਰੋਚ ਵੀ ਨਹੀਂ ਆਈ, ਮੇਰੀ ਗਊ ਮਾਤਾ ਨੇ ਮੈਨੂੰ ਬਚਾ ਲਿਆ। ਪਰ ਜਿਨ੍ਹਾਂ ਦੀ ਇਹ ਸਟੇਟਮੈਂਟਾਂ ਕਰਕੇ ਅਸੀਂ ਉਹ ਜਿਹੜੀਆਂ ਗਊਆਂ, ਹਜ਼ਾਰਾਂ ਗਊਆਂ ਬਚਾ ਸਕਦੇ ਸੀਗੇ, ਜਿਹੜੇ ਅੱਜ ਅਸੀਂ ਨਹੀਂ ਬਚਾ ਰਹੇ, ਉਹਨਾਂ ਦਾ ਸਾਰਾ ਪਾਪ ਜਿਹੜਾ ਇਹਨਾਂ ਨੂੰ ਹੀ ਲੱਗਣਾ। ਦੇਖੋ ਆਉਣ ਵਾਲੇ ਟਾਈਮ 'ਚ ਤੁਹਾਨੂੰ ਦਿਖੇਗਾ ਇਸ ਚੀਜ਼ ਦਾ, ਇਹ ਮੈਂ ਤੁਹਾਨੂੰ ਗਰੰਟੀ ਨਾਲ ਕਹਿ ਸਕਦਾ ਕਿ ਜਿਹੜੇ ਬਹੁਤ ਸਾਰੇ ਆਪਣੇ ਹੈਗੇ ਨੇ ਬੱਚੇ ਹੈਗੇ, ਪਸ਼ੂ ਬੱਚੇ ਜਿਹੜੇ ਨਜਾਇਜ਼ ਜਿਹੜੇ ਉੱਥੇ ਤੁਰੇ ਫਿਰਦੇ ਨੇ ਸੜਕਾਂ ਉੱਤੇ, ਰੋਡ ਐਕਸੀਡੈਂਟ ਦਾ ਬਹੁਤ ਵੱਡਾ ਇੱਕ ਜ਼ਰੀਆ ਬਣ ਜਾਂਦੇ ਨੇ, ਹੈ ਨਾ, ਰਾਤ ਨੂੰ ਆ ਜਾਂਦੇ ਨਿਕਲ ਕੇ। ਅਤੇ ਇਸ ਬਾਰੇ ਤੁਸੀਂ ਕੀ ਕਰ ਰਹੀ ਹੈ ਤੁਹਾਡੀ ਪਾਰਟੀ? ਦੇਖੋ, ਇੱਕ ਤਾਂ ਸਭ ਤੋਂ ਵੱਡੇ ਦੋਸ਼ੀ ਨੇ ਉਹ ਲੋਕ ਜਿਹੜੇ ਪਹਿਲੇ ਗਊਆਂ ਦਾ ਦੁੱਧ ਪੀਂਦੇ ਨੇ, ਔਰ ਜਦੋਂ ਉਹ ਦੁੱਧ ਦੇਣਾ ਬੰਦ ਕਰ ਦਿੰਦੇ ਨੇ ਅਤੇ ਉਹਨਾਂ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੰਦੇ ਨੇ। ਇੱਕ ਬਹੁਤ ਵੱਡਾ ਪਾਪ ਸਾਡੇ ਸਮਾਜ ਵਿੱਚ ਚੱਲ ਰਿਹਾ। ਸ਼ਾਇਦ ਉਹਦਾ ਹੀ ਇੱਕ ਕਾਰਨ ਹੈ ਕਿ ਜਿਹੜੀ ਸਮਾਜ ਦੀ ਜਿਹੜੀ ਇਸ ਸਥਿਤੀ ਜਿਹੜੀ ਆ ਉਹ ਡਾਵਾਂਡੋਲ ਹੋ ਰਹੀ ਹੈ, ਖਰਾਬ ਹੋ ਰਹੀ ਹੈ। ਦੂਸਰੀ ਗੱਲ ਮੈਂ ਕਹਿਣਾ ਚਾਹਾਂਗਾ ਕਿ ਅਕਾਲੀ ਦਲ ਸਰਕਾਰ ਨੇ ਇੱਕ ਜਿਹੜੇ ਬਣਾਏ ਸੀਗੇ ਗਊਸ਼ਾਲਾ ਬਣਾਈਆਂ, ਸਰਕਾਰੀ ਗਊਸ਼ਾਲਾ, ਉਹ ਹਰ ਸ਼ਹਿਰ ਦੇ ਵਿੱਚ ਉਹਨਾਂ ਨੇ ਬਣਾਈਆਂ ਸੀਗੀਆਂ ਉਸ ਵੇਲੇ। ਔਰ ਉਹਦੇ ਵਿੱਚ ਉਹਨਾਂ ਨੇ ਅਨਾਊਂਸ ਕੀਤਾ ਸੀਗਾ ਕਿ 25-25 ਜਿਹੜੀ ਹੈ ਕੀ ਕਹਿੰਦੇ ਆ ਕਿੱਲੇ ਪਹਿਲੀ ਜਿਹੜੀ ਹੈ ਉਹ ਗਊਸ਼ਾਲਾ ਨੂੰ ਦਿੱਤੀ ਜਾਏਗੀ। ਲੇਕਿਨ ਕੀ ਹੁੰਦਾ ਕੀ ਹੈ ਕਿ ਅੱਜ ਤੁਸੀਂ ਇੱਕ ਸਕੂਟਰ ਖਰੀਦਣ ਜਾਂਦੇ ਹੋ, ਉਹਦੇ 'ਤੇ ਵੀ ਕਾਊ ਸੈਸ ਲੱਗਦਾ। ਤੁਸੀਂ ਅੱਜ ਸ਼ਰਾਬ ਦੀ ਬੋਟਲ ਲੈਣ ਜਾਂਦੇ ਹੋ, ਉਹਦੇ 'ਤੇ ਵੀ ਕਾਊ ਸੈਸ ਲੱਗਦਾ ਹੈ। ਇੱਕ ਮਾਚਿਸ ਦੀ ਡੱਬੀ ਲੈਣ ਜਾਂਦੇ ਹੋ, ਉਹਦੇ 'ਤੇ ਵੀ ਕਾਊ ਸੈਸ ਲੱਗਦਾ ਹੈ। 4 ਵੀਲਰ ਲੈ ਕੇ ਜਾਂਦੇ ਹੋ ਤਾਂ ਵੀ ਕਾਊ ਸੈਸ ਲੱਗਦਾ ਹੈ। ਯਾਨੀ ਕਿ ਬਿਜਲੀ ਦੇ ਤੁਸੀਂ ਬਿਜਲੀ ਦੇ ਤੁਸੀਂ ਯੂਨਿਟਸ ਜਿਹਨੇ ਯੂਜ਼ ਕਰਦੇ ਹੋ ਉਹਦੇ 'ਚ ਵੀ ਕਾਊ ਸੈਸ ਲੱਗਦਾ। ਔਰ ਇੰਨਾ ਕੁ ਫੰਡ ਜਿਹੜਾ ਗਊਆਂ ਦੇ ਨਾਂ ਦੇ ਉੱਪਰ ਜਿਹੜੀ ਸਰਕਾਰਾਂ ਇਕੱਠਾ ਕਰਦੀਆਂ, ਲੇਕਿਨ ਉਹਨਾਂ 'ਤੇ ਖਰਚਣ ਦੀ ਜਦੋਂ ਵਾਰੀ ਆਉਂਦੀ ਹੈ ਉਹ ਬਿਲਕੁਲ ਨਹੀਂ ਕਰਦੀਆਂ। ਗਊਆਂ ਜਿਹੜੀਆਂ ਗਊਸ਼ਾਲਾ ਦੇ ਵਿੱਚ ਭੁੱਖੀਆਂ ਮਰ ਰਹੀਆਂ, ਤੁਸੀਂ ਜਾ ਕੇ ਕਲਾਨੌਰ ਦੀ ਗਊਸ਼ਾਲਾ ਵਿੱਚ ਹੀ ਦੇਖ ਲਓ, ਉੱਥੇ ਮਤਲਬ ਕਿ ਜਿਹੜੀ ਧੁੱਪ ਆ ਰਹੀ ਹੈ, ਜਿਹੜੀ ਧੁੱਪ ਦੇ ਵਿੱਚ ਗਊਆਂ ਇਸ ਤਰ੍ਹਾਂ ਜ਼ਿਆਦਾ ਉੱਥੇ ਮਤਲਬ ਕਿ ਧੁੱਪ ਵਿੱਚ ਸੜ ਰਹੀਆਂ, ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਤਰਸ ਆ ਜਾਏਗਾ। ਮੇਰੀ ਹਿੰਮਤ ਨਹੀਂ ਪੈਂਦੀ, ਮੈਨੂੰ ਫੋਨ ਆਇਆ ਸੀ ਕੋਈ ਇੱਦਾਂ, ਮੇਰੀ ਹਿੰਮਤ ਤਾਂ ਨਹੀਂ ਪੈਂਦੀ, ਮੈਂ ਉੱਥੇ ਜਾ ਕੇ ਦੁਖੀ ਹੋਣ ਤੋਂ ਇਲਾਵਾ ਮੈਂ ਕੁਝ ਨਹੀਂ ਕਰ ਸਕਦਾ। ਮੇਰੇ ਕੋਲ ਕੋਈ ਫੰਡਸ ਨਹੀਂ ਹੈ ਕਿ ਮੈਂ ਉੱਥੇ ਸ਼ੈੱਡ ਪਾ ਦਾਂ ਜਾਂ। ਲੇਕਿਨ ਕੀ ਹੁੰਦਾ ਕਿ ਕਰੋੜਾਂ ਰੁਪਇਆ ਜਿਹੜਾ ਗਊਆਂ ਦੇ ਨਾਂ 'ਤੇ ਇਕੱਠਾ ਕਰਕੇ ਵੀ ਉਹਨਾਂ ਵਾਸਤੇ ਨਹੀਂ ਇਕੱਠਾ ਮਤਲਬ ਕਿ ਖਰਚਿਆ ਜਾਂਦਾ, ਕਿਉਂਕਿ ਉਹ ਜਿਹੜੀ ਗਊਸ਼ਾਲਾ ਉਹ ਬਣਾਈਆਂ ਗਈਆਂ ਸੀਗਾ, ਉਹ ਇਸ ਕਾਰਨ ਬਣਾਈਆਂ ਗਈਆਂ ਸੀਗਾ ਕਿ ਜਿਹੜੇ ਸੜਕਾਂ ਦੇ ਉੱਪਰ ਜਿਹੜੀਆਂ ਬੇਸਹਾਰਾ ਗਊਆਂ ਜਿਹੜੀਆਂ ਉਹ ਜਦੋਂ ਘੁੰਮ ਰਹੀਆਂ ਨੇ ਤਾਂ ਉਹਨਾਂ ਨੂੰ ਉੱਥੋਂ ਇਕੱਠਾ ਕਰਕੇ ਇਹੋ ਜਿਹੀ ਗਊਸ਼ਾਲਾ ਦੇ 'ਤੇ ਲੈ ਕੇ ਜਾਇਆ ਤਾਂ ਕਿ ਜਿਹੜੇ ਰੋਡ ਐਕਸੀਡੈਂਟਸ ਨਾ ਹੋਣ। ਲੇਕਿਨ ਜਦੋਂ ਉੱਥੇ ਪੈਸਾ ਹੀ ਨਹੀਂ ਆ ਰਿਹਾ,
ਮੈਨੂੰ ਮੈਂ ਬਹੁਤ ਜਿਹੇ ਟਰੱਕ ਉੱਥੇ ਮੈਂ ਪਹੁੰਚਾਏ ਨੇ, ਮੈਂ ਉੱਥੇ ਗਊਆਂ ਫੜ ਕੇ ਉੱਥੇ ਮੈਂ ਪਹੁੰਚਾਈ ਸੀ ਜਦੋਂ ਨਵੀਂ ਗਊਸ਼ਾਲਾ ਖੁੱਲ੍ਹੀ ਸੀਗੀ, ਮੈਂ ਉੱਥੇ ਪਹੁੰਚਾਈਆਂ ਸੀਗੀਆਂ ਤਾਂ ਕਿ ਉਹ ਸੇਫ ਹੋ ਜਾਣ। ਲੇਕਿਨ ਜਦੋਂ ਜਾ ਕੇ ਕੰਡੀਸ਼ਨ ਦੇਖਦੇ ਸੀਗੇ ਕਿ ਉਹ ਸਾਹਮਣੇ ਮਰਦੀ ਪਈਆਂ, ਉਹਨਾਂ ਦਾ ਪ੍ਰੋਪਰ ਇਲਾਜ ਨਹੀਂ ਹੋ ਰਿਹਾ, ਉਹ ਲੱਗਦਾ ਸੀਗਾ ਕਿ ਸ਼ਾਇਦ ਮੈਂ ਹੀ ਪਾਪ ਕਰ ਦਿੱਤਾ, ਕਿ ਸ਼ਾਇਦ ਉਹ ਬਾਜ਼ਾਰਾਂ ਦੇ ਵਿੱਚ ਸੜਕਾਂ ਦੇ ਉੱਪਰ ਸ਼ਾਇਦ ਉਹ ਆਰਾਮ ਨਾਲ ਆਪਣੀ ਜ਼ਿੰਦਗੀ ਜੀ ਸਕਦੀਆਂ ਸੀਗੀਆਂ, ਲੇਕਿਨ ਮੈਂ ਇੱਥੇ ਲਿਆ ਕੇ ਬੜਾ ਵੱਡਾ ਪਾਪ ਕਰ ਲਿਆ। ਕਾਰਨ ਹੈ ਕਿ ਉਹ ਧੁੱਪ ਵਿੱਚ ਸੜ ਰਹੀਆਂ, ਉਹਨਾਂ ਨੂੰ ਚੰਗਾ ਪਾਣੀ ਨਹੀਂ ਮਿਲ ਰਿਹਾ, ਉੱਥੇ ਉਹਨਾਂ ਨੂੰ ਚਾਰਾ ਨਹੀਂ ਪ੍ਰੋਪਰ ਟਾਈਮ 'ਤੇ ਮਿਲ ਰਿਹਾ, ਭਰ ਪੇਟ ਨਹੀਂ ਚਾਰਾ ਮਿਲ ਰਿਹਾ, ਉੱਥੇ ਸੁੱਕਾ ਚਾਰਾ। ਤੇ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਇਸ ਚੀਜ਼ ਤੋਂ? ਸਰਕਾਰ ਨੂੰ ਅਪੀਲ ਕਰਨ ਦੀ ਲੋੜ ਨਹੀਂ, ਸਰਕਾਰ ਨੂੰ ਆਪ ਸਮਝ ਹੈ, ਲੇਕਿਨ ਫਿਰ ਵੀ ਮੈਂ ਇੱਕ ਚੇਤਾਵਨੀ ਦੇਣਾ ਚਾਹੁੰਦਾ ਫਿਲਹਾਲ ਦੀ ਘੜੀ ਤੁਹਾਡੇ ਮਾਧਿਅਮ ਦੇ ਨਾਲ, ਕਿ ਜਿਹੜਾ ਸੁੱਕਾ ਚਾਰਾ ਜਿਸ ਆਪਾਂ ਕਹਿ ਦਿੰਦੇ ਕਿ ਤੂੜੀ ਹੈ, ਠੀਕ ਹੈ ਜੀ, ਪਰਾਲੀ ਹੈਗੀ ਹੈ, ਇਹ ਕੀ ਕਰਦੇ ਨੇ ਕਿ ਇੱਕ ਫੈਕਟਰੀਆਂ ਜਿਹੜੀਆਂ ਆਪਣੇ ਕੋਲ ਸਟੋਰ ਕਰ ਲੈਂਦੀਆਂ, ਜਦ ਕਿ ਉਹ ਸਭ ਤੋਂ ਪਹਿਲਾਂ ਜਿਹੜੀ ਜ਼ਿੰਮੇਵਾਰੀ ਹੈ ਉਹ ਗਊਆਂ ਦੇ ਕੰਮ ਆਉਣੀ ਚਾਹੀਦੀ ਹੈ, ਕਿਉਂਕਿ ਗਊਆਂ ਭੁੱਖ ਦਾ ਮਤਲਬ ਕਿ ਉਹਦਾ ਸ਼ਿਕਾਰ ਹੋ ਰਹੀਆਂ ਨੇ। ਅਤੇ ਉਹ ਜਦੋਂ ਸਾਰੇ ਉਹ ਆਪਣੇ ਸਰਮਾਏ ਵਾਸਤੇ ਸੁੱਕਾ ਚਾਰਾ ਜਿਹੜਾ ਜਦੋਂ ਉਹੀ ਆਪਣੇ ਕੋਲ ਸਟੋਰ ਕਰ ਲੈਂਦੇ ਨੇ, ਅਤੇ ਇੱਥੇ ਜਿਹੜੀ ਹੈ ਖਾਣੇ ਦੀ ਉਹਨਾਂ ਨੂੰ ਕਿੱਲਤ ਆ ਜਾਂਦੀ ਹੈ, ਕਿਉਂਕਿ ਕਈ ਮੌਸਮ ਇਹੋ ਜਿਹੇ ਆਉਂਦੇ ਨੇ ਜਿਹਦੇ ਵਿੱਚ ਹਰਾ ਚਾਰਾ ਨਹੀਂ ਮਿਲਦਾ, ਉੱਥੇ ਇਹ ਤੂੜੀ ਵਗੈਰਾ ਹੀ ਕੰਮ ਆਉਂਦੀ ਹੈ। ਲੇਕਿਨ ਇਹ ਤੂੜੀ ਸਾਰੀ ਜਿਹੜਾ ਆਪਣੇ ਜਲਾਉਣ ਵਾਸਤੇ ਆਪਣੇ ਪੇਪਰ ਮਿੱਲਾਂ ਹੋ ਗਈਆਂ ਜਾਂ ਭੱਠੇ ਹੋ ਗਏ, ਇੱਥੇ ਉਹ ਯੂਜ਼ ਕਰ ਲੈਂਦੇ ਨੇ। ਇਹਨਾਂ ਨੂੰ ਪਹਿਲਾਂ ਚੇਤਾਵਨੀ ਤਾਂ ਇਹੀ ਹੈ ਕਿ ਇਹਨਾਂ ਨੂੰ ਪਹਿਲਾਂ ਬੰਦ ਕਰੇ, ਇਹਦਾ ਕਾਨੂੰਨ ਬਣਾਇਆ ਜਾਏ ਕਿ ਇਹ ਬਿਲਕੁਲ ਸਟੋਰ ਨਹੀਂ ਉੱਥੇ ਕਰ ਸਕਦੇ। ਜੋ ਹੋਰ ਚੀਜ਼ਾਂ ਹੈਗੀਆਂ ਲੱਕੜੀ ਦਾ ਉਪਯੋਗ ਕਰ ਸਕਦੇ ਨੇ, ਕਿਉਂਕਿ ਉਹ ਥੋੜ੍ਹੀ ਲੱਕੜੀ ਮਹਿੰਗੀ ਪੈਂਦੀ ਹੈ, ਚੀਜ਼ਾਂ ਸਸਤੀਆਂ ਪੈਂਦੀਆਂ, ਤਾਂ ਕਰਕੇ ਉਹ ਇਹਨਾਂ ਨੂੰ ਕਰਦੇ ਨੇ, ਠੀਕ ਹੈ। ਦੂਸਰੀ ਗੱਲ ਹੈਗੀ ਹੈ ਕਿ ਜੇ ਬੇਸਹਾਰਾ ਗਊਆਂ ਤੁਹਾਨੂੰ ਬਾਜ਼ਾਰ ਦੇ ਵਿੱਚ ਦਿਖ ਰਹੀਆਂ, ਅਤੇ ਇਹ ਨੈਤਿਕ ਜ਼ਿੰਮੇਵਾਰੀ ਜਿਹੜੀ ਹੈ ਸਰਕਾਰ ਦੀ ਆਪਣੀ ਹੋਣੀ ਚਾਹੀਦੀ ਹੈ ਕਿ ਉੱਥੋਂ ਚੁੱਕ ਕੇ ਲੈ ਕੇ ਆਪਣੀ ਗਊਸ਼ਾਲਾ ਦੇ ਵਿੱਚ ਰੱਖਣ ਔਰ ਉਹਨਾਂ ਵਾਸਤੇ ਹਰ ਫੈਸਿਲਿਟੀ ਪ੍ਰੋਵਾਈਡ ਕਰਵਾਉਣ, ਜੋ ਇੱਕ ਇਨਸਾਨ ਨੂੰ ਚਾਹੀਦੀਆਂ, ਉਹੀ ਜਾਨ ਹੈ ਉਹਨਾਂ ਅੰਦਰ। ਔਰ ਅਸੀਂ ਉਹਨਾਂ ਨੂੰ ਪੂਜਦੇ ਹਾਂ, ਅਸੀਂ ਕਹਿੰਦੇ ਹਾਂ ਕਿ ਉਹਨਾਂ 'ਚ 33 ਕੋਟੀ ਜਿਹੜੇ ਆ ਉਹ ਕੀ ਕਹਿੰਦੇ ਆ ਦੇਵਤਾ ਨਿਵਾਸ ਕਰਦੇ ਨੇ। ਦੇਖੋ ਤੁਹਾਨੂੰ ਮੈਂ ਪੁਰਾਣੀ ਗੱਲ ਸੁਣਾ ਦਿੰਦਾ ਜੋ ਮੈਂ ਸੁਣਿਆ। ਸ਼ਿਵਾਜੀ ਮਹਾਰਾਜ ਉਹਨਾਂ ਨੇ ਇੱਕ ਗਊ ਨੂੰ ਮਾਰਦੇ ਲੈ ਕੇ ਜਾਂਦੇ ਦੇਖਿਆ ਸੀ, ਉਹਦੀ ਗਰਦਨ ਲਾ ਦਿੱਤੀ ਸੀ ਉਸ ਬੰਦੇ ਦੀ। ਗੁਰੂ ਗੋਬਿੰਦ ਸਿੰਘ ਜੀ ਨੇ ਸਪੈਸ਼ਲੀ ਆਪਣੇ ਲਿਖਿਆ ਹੋਇਆ, ਤੁਸੀਂ ਪੜ੍ਹ ਸਕਦੇ ਹੋ ਆਪਣੇ ਜੋ ਉਹਨਾਂ ਨੇ ਵਕਤਵਯ ਲਿਖੇ ਹੋਏ ਨੇ, ਉਹਦੇ ਵਿੱਚ ਉਹਨਾਂ ਨੇ ਸਪੈਸ਼ਲੀ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਲੇਕਿਨ ਅਸੀਂ ਆਪਣੇ ਲਾਲਚਵਸ਼ ਆਪਣੇ ਖੁਦ ਕੀ ਕਹਿੰਦੇ ਆ ਜਿਹੜੀ ਗੈਰ ਜ਼ਿੰਮੇਵਾਰੀ ਕਰਕੇ ਅਸੀਂ ਉਹ ਗਊ ਨੂੰ ਭੁੱਖੇ ਮਰਨ ਵਾਸਤੇ ਆਪਾਂ ਛੱਡ ਦਿੰਦੇ ਹਾਂ, ਜਦੋਂ ਦੁੱਧ ਦੇਣਾ ਬੰਦ ਕਰ ਦਿੰਦੇ ਹਾਂ। ਸਾਨੂੰ ਉਹ ਚੀਜ਼ਾਂ ਕਰਨੀ ਚਾਹੀਦੀਆਂ। ਸਾਨੂੰ ਪਹਿਲਾਂ ਨੋਟ ਕਰਨਾ ਚਾਹੀਦਾ ਪੰਚਾਇਤ ਲੈਵਲ ਦੇ ਉੱਪਰ ਕਿ ਹਰ ਜਿਹੜਾ ਸਰਪੰਚ ਹੈ ਉਹ ਹਰ ਘਰ ਦੀ ਇੱਕ ਮਰਦਮਸ਼ੁਮਾਰੀ ਕਰਕੇ ਇਹ ਨੋਟ ਕਰੇ ਕਿ ਕਿੰਨੇ ਉੱਥੇ ਗਊਆਂ ਉਹਨਾਂ ਕੋਲ ਹੈਗੀਆਂ, ਔਰ ਉਹਦੀ ਰਿਕਾਰਡ ਪ੍ਰੋਪਰ ਹੋਣਾ ਚਾਹੀਦਾ। ਉਹਦੇ ਵਿੱਚੋਂ ਕਿੰਨੀਆਂ ਗਊਆਂ ਮਰਦੀਆਂ ਉਹਨਾਂ ਦਾ ਰਿਕਾਰਡ ਵੀ ਉੱਥੇ ਹੋਣਾ, ਜਿਸ ਤਰ੍ਹਾਂ ਆਪਾਂ ਡੈਥ ਸਰਟੀਫਿਕੇਟ ਇਨਸਾਨ ਦਾ ਬਣਾਉਂਦੇ ਹਾਂ, ਉਸ ਤਰ੍ਹਾਂ ਉਹਨਾਂ ਦਾ ਡੈਥ ਸਰਟੀਫਿਕੇਟ ਵੀ ਬਣਨਾ ਚਾਹੀਦਾ। ਕਿੰਨੀਆਂ ਗਊਆਂ ਕੱਟੀਆਂ, ਕਿੰਨਾਂ ਦਾ ਉੱਥੇ ਦੁਬਾਰਾ ਬਰਥ ਹੋਇਆ ਵਾ, ਉਹਨਾਂ ਦਾ ਬਰਥ ਸਰਟੀਫਿਕੇਟ ਵੀ ਬਣਨਾ ਚਾਹੀਦਾ, ਤਾਂ ਕਿ ਜਿਸ ਬੰਦੇ ਕੋਲ ਮੇਰੇ ਕੋਲ ਅੱਜ ਮੰਨ ਲਓ ਕਿਸੇ ਕੋਲ 4 ਗਊਆਂ ਹੈ, ਉਹ 4 ਗਊਆਂ ਅਗਰ ਮਹੀਨੇ ਬਾਅਦ ਵੀ ਤੁਹਾਨੂੰ ਦਿਖਾਈ ਦਿੰਦੀਆਂ ਤੇ ਉਹ ਤਾਂ ਬੰਦਾ ਸਹੀ ਹੈ। ਲੇਕਿਨ ਅਗਰ ਉਹ 3 ਰਹਿ ਜਾਂਦੀਆਂ, ਉਹ ਇੱਕ ਜਿਹੜੀ ਗਊ ਕਿੱਥੇ ਗਈ ਹੈ ਉਹਦਾ ਹਿਸਾਬ ਉਹਨਾਂ ਕੋਲ ਲੈਣਾ ਚਾਹੀਦਾ। ਜੇ ਉਹਨਾਂ ਕੋਲ ਨਹੀਂ ਉਹ ਦੇ ਸਕਦਾ ਤੇ ਉਹਦੇ 'ਤੇ ਇਮੀਡੀਏਟਲੀ FIR ਦਰਜ ਕਰਨੀ ਚਾਹੀਦਾ। ਇਹੋ ਜਿਹਾ ਕਾਨੂੰਨ ਬਣਨਾ ਚਾਹੀਦਾ। ਫਿਰ ਇਹ ਦੇਖੋ ਤੁਹਾਨੂੰ ਗਊਆਂ ਜਿਹੜੀਆਂ ਸੜਕਾਂ ਦੇ ਉੱਪਰ ਨਹੀਂ ਮਿਲਣਗੀਆਂ। ਹਜ਼ਾਰਾਂ ਜਾਨਾਂ ਜਿਹੜੀਆਂ ਉਹ ਇਹਨਾਂ ਨਾਲ ਐਕਸੀਡੈਂਟ ਗਊਆਂ ਵੀ ਮਰਦੀਆਂ ਔਰ ਲੋਕ ਵੀ ਮਰਦੇ ਨੇ। ਇਹ ਚੀਜ਼ਾਂ ਨੂੰ ਖਤਮ ਕਰਨ ਵਾਸਤੇ ਇਹ ਕਾਨੂੰਨ ਬੜੇ ਪੱਕੇ ਤੌਰ 'ਤੇ ਬਣਨਾ ਚਾਹੀਦਾ। ਸੀ ਮੇਰਾ ਸੈਕਿੰਡ ਲਾਸਟ ਸਵਾਲ ਹੈ ਜੀ ਕਿ ਗੁਰਦਾਸਪੁਰ ਨੂੰ ਲੈ ਕੇ ਤੁਸੀਂ ਕੀ ਕਰ ਰਹੀ ਹੈ ਤੁਹਾਡੀ? ਮੈਂ ਚਾਹੁੰਦਾ ਕਿ ਗੁਰਦਾਸਪੁਰ ਸਾਡਾ ਜਿਹੜਾ ਪੂਰੇ ਪੰਜਾਬ ਤੋਂ ਸਭ ਤੋਂ ਵਧੀਆ ਜ਼ਿਲ੍ਹਾ ਬਣੇ। ਦੇਖੋ ਹਰ ਜਿਹੜਾ ਬੰਦਾ ਜਿੱਥੇ ਰਹਿੰਦਾ, ਜਿਹਦੀ ਕਰਮ ਭੂਮੀ ਧਰਮ ਭੂਮੀ ਹੁੰਦੀ ਹੈ, ਉਹ ਚਾਹੁੰਦਾ ਹੀ ਹੈ ਕਿ ਸਭ ਤੋਂ ਇੰਪੋਰਟੈਂਟ ਉਹੀ ਹੋਏ, ਅਤੇ ਮੈਂ ਵੀ ਇਹੀ ਚਾਹੁੰਦਾ। ਲੇਕਿਨ ਉਹਦੇ ਵਾਸਤੇ ਕੁਝ ਜਿਹੜੀਆਂ ਬਦਲਾਵ ਲਿਆਉਣੇ ਬੜੇ ਜ਼ਰੂਰੀ ਹੈ। ਕਾਰਨ ਹੈ ਕਿ ਇੱਥੇ ਨਾਜਾਇਜ਼ ਐਨਕਰੋਚਮੈਂਟ ਬਹੁਤ ਹੈ, ਜਿਹੜੀ ਰਾਜਨੀਤਿਕ ਸ਼ਹਿ ਦੇ ਕਰਕੇ ਹੁੰਦੀ ਹੈ। ਸਿਰਫ ਆਪਣੇ ਵੋਟ ਬੈਂਕ ਇਕੱਠਾ ਕਰਨ ਦੇ ਚੱਕਰ ਦੇ ਵਿੱਚ ਐਨਕਰੋਚਮੈਂਟ ਕਰਵਾਈ ਜਾਂਦੇ ਨੇ, ਔਰ ਰਾਜਨੀਤਿਕ ਆਪਣਾ ਜਿਹੜਾ ਛਵੀ ਨੂੰ ਬਿਹਤਰ ਕਰਨ ਵਾਸਤੇ ਉਹ ਐਨਕਰੋਚਮੈਂਟ ਦੇ ਨਾਮ ਦੇ ਉੱਪਰ ਕਈਆਂ ਨੂੰ ਤੋੜ ਵੀ ਦਿੰਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਖਤਮ ਹੋਣੀ ਚਾਹੀਦੀਆਂ। ਕਾਨੂੰਨ ਦੇ ਅਕੋਰਡਿੰਗ ਜੋ ਸਹੀ ਹੈ ਉਹੀ ਹੋਣਾ ਚਾਹੀਦਾ। ਨੈਤਿਕਤਾ ਦੇ ਆਧਾਰ 'ਤੇ ਜੋ ਵੀ ਕੰਮ ਹੋਣੇ ਚਾਹੀਦੇ ਆ। ਸਭ ਤੋਂ ਜਿਹੜੀ ਇੱਕ ਹੋਰ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਨਸ਼ਾ। ਮੈਂ ਯੂਥ ਨੂੰ ਤੁਹਾਡੇ ਮਾਧਿਅਮ ਦੇ ਨਾਲ ਕਹਿਣਾ ਚਾਹਾਂਗਾ ਕਿ ਨਸ਼ੇ ਤੋਂ ਜਿੰਨਾ ਕੁ ਦੂਰ ਰਹਿ ਸਕਦੇ ਹੋ ਰਹੋ। ਉਹਦੇ ਕਾਰਨ ਕੀ ਹੈ ਕਿ ਤੁਹਾਡੇ ਮਾਂ-ਬਾਪ ਪਰੇਸ਼ਾਨ, ਤੁਹਾਡੀ ਆਪਣੀ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਜਿਹੜੀਆਂ ਇਹ ਨਸ਼ੇ ਦੇ ਕਰਕੇ ਹੁੰਦੀਆਂ, ਔਰ ਮੈਂ ਕਹਿੰਦਾ ਪੀੜ੍ਹੀਆਂ ਵੀ ਖਰਾਬ ਹੋ ਜਾਂਦੀਆਂ ਅੱਗੋਂ ਆਉਣ ਵਾਲੀਆਂ ਵੀ ਔਰ ਪਿਛਲੀਆਂ ਵੀ। ਕਾਰਨ ਸਿੰਪਲ ਜੀ ਇੰਨਾ ਹੁੰਦਾ ਹੈ ਕਿ ਜਿਸ ਚੀਜ਼ ਦਾ ਵਿਰੋਧ ਸਮਾਜ ਕਰਦਾ ਹੋਏ ਨਾ, ਉਹ ਬੁਰਾ ਹੁੰਦਾ ਹੀ ਹੁੰਦਾ ਹੈ। ਨਸ਼ਾ ਜਿਹੜਾ ਉਹ ਇੱਕ ਤਰ੍ਹਾਂ ਦਾ ਇੱਕ ਕੋੜ ਹੈ ਜਿਹੜਾ ਸਮਾਜ ਨੂੰ ਖਾ ਰਿਹਾ, ਸਾਡੇ ਯੁਵਾ ਨੂੰ। ਦੇਖੋ ਪੁਰਾਣੀ ਇੱਕ ਕਹਾਵਤ ਹਿਟਲਰ ਦੇ ਟਾਈਮ ਦੀ ਇੱਕ ਗੱਲ ਹੈ, ਮੈਂ ਤੁਹਾਨੂੰ ਗੱਲ ਦੱਸਣੀ ਚਾਹਾਂਗਾ ਕਿ ਉਹਨੇ ਇੱਕ ਬੜੀ ਰਣਨੀਤੀ ਬੜੀ ਤਗੜੀ ਬਣਾਈ ਸੀਗੀ ਕਿ ਇਸੇ ਦੇਸ਼ ਨੂੰ ਅਗਰ ਖਤਮ ਕਰਨਾ ਤਾਂ ਉਹਦਾ ਯੂਥ ਖਤਮ ਕਰ ਦਿਓ। ਸਾਡੇ ਪੰਜਾਬ ਨਾਲ ਵੀ ਇੱਦਾਂ ਹੀ ਹੋ ਰਿਹਾ ਕਿ ਅਗਰ ਸਾਡੇ ਪੰਜਾਬ ਨੂੰ ਖਤਮ ਕਰਨਾ ਹੋਏ
ਤੇ ਉਹ ਸਾਡੇ ਯੂਥ ਨੂੰ ਤਬਾਹ ਕਰਦੇ ਨੇ। ਇਸੇ ਕਾਰਨ ਨਸ਼ਾ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਚੁੱਕਾ ਹੈ, ਜਿਹਨੂੰ ਖਤਮ ਕਰਨਾ ਬੜਾ ਇੰਪੋਰਟੈਂਟ ਹੈ। ਲੇਕਿਨ ਮੈਂ ਫਿਰ ਕਹਿਣਾ ਚਾਹਾਂਗਾ ਕਿ ਮਿਲੀ ਭਗਤ ਦੇ ਨਾਲ, ਪ੍ਰਸ਼ਾਸਨਿਕ ਮਿਲੀ ਭਗਤ ਦੇ ਨਾਲ ਨਸ਼ਾ ਲਗਾਤਾਰ ਵਿਕ ਰਿਹਾ। ਮੈਂ ਤੁਹਾਨੂੰ ਬਿਲੀਵ ਕਰੋਗੇ ਤੁਸੀਂ, ਮੈਂ ਆਪਣੇ ਸਰਵੇ ਦੇ ਅਕੋਰਡਿੰਗ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੀ 70 ਇਹੋ ਜਿਹੇ ਲੋਕਾਂ ਦੀ ਮੈਂ ਲਿਸਟ ਬਣਾ ਕੇ ਐਸਐਸਪੀ ਸਾਹਿਬ ਨੂੰ ਦਿੱਤੀ ਸੀਗੀ ਕਿ ਜਿਹੜੇ ਨਸ਼ਾ ਵੇਚਦੇ ਨੇ, ਔਰ ਬਿਲੀਵ ਕਰੋਗੇ ਸਿਰਫ 10 ਬੰਦਿਆਂ 'ਤੇ ਉਹਨਾਂ 'ਤੇ ਕਾਰਵਾਈ ਨਹੀਂ ਹੋਈ। ਉਹ ਕਈ ਤਾਂ ਦੇਸ਼ ਛੱਡ ਕੇ ਦੌੜ ਗਏ ਕਿ ਜਦੋਂ ਉਹਨਾਂ ਨੂੰ ਲੱਗਿਆ ਕਿ ਹੁਣ ਇਹ ਕਾਰਵਾਈ ਹੋ ਸਕਦੀ ਹੈ ਜਾਂ ਕਿਸ ਤਰ੍ਹਾਂ, ਤਾਂ ਉਹਨਾਂ ਨੇ ਆਪਣੇ ਨੂੰ ਸੇਫ ਕਰਨ ਵਾਸਤੇ ਦੇਸ਼ ਛੱਡ ਕੇ ਦੌੜ ਗਏ। ਪੁਰਾਣਾ ਸ਼ਾਲਾ ਏਰੀਆ ਦੇ ਕੁਝ ਲੋਕ ਸੀਗੇ, ਦੀਨਾਨਗਰ ਦੇ ਕੁਝ ਲੋਕ ਸੀਗੇ, ਦੌੜ ਗਏ ਉੱਥੋਂ ਛੱਡ ਕੇ ਉਹ। ਲੇਕਿਨ ਉਹ ਬਾਕੀ ਜਿਹੜੇ ਲੋਕ ਸੀਗੇ ਪ੍ਰਸ਼ਾਸਨ ਨੇ ਕਿਉਂ ਨਹੀਂ ਫੜਿਆ? ਮੈਂ ਕਨਫਰਮ ਰਿਪੋਰਟ ਦਿੱਤੀ ਸੀ ਉਹਨਾਂ ਨੂੰ ਔਰ ਪੂਰਾ ਸਰਵੇ ਕਰਕੇ ਦਿੱਤੀ ਸੀ ਉਹਨਾਂ ਨੂੰ ਕਿ ਮੈਂ ਅਗਰ ਮੈਨੂੰ ਕਹਿਣਗੇ ਕਿ ਕੋਈ ਸਮਾਜ ਦੇ ਵਿੱਚ ਕੋਈ ਪੁਲਿਸ ਦਾ ਯੋਗਦਾਨ ਦਿਓ ਤਾਂ ਮੈਂ ਦੇਵਾਂਗਾ, ਮੈਂ ਕਦੀ ਵੀ ਨਹੀਂ ਦੇਵਾਂਗਾ, ਕਿਉਂਕਿ ਮੇਰਾ ਸਰਵੇ ਜਿਹੜੀ ਮੇਰੀ ਇੰਨੀ ਮਿਹਨਤ ਸੀਗੀ ਉਹਦਾ ਟੀਚਾ ਕੀ ਕੱਢਿਆ। ਇਸ ਲਈ ਇਹ ਨਸ਼ਾ ਰੋਕਣਾ ਸਮਾਜਿਕ ਜ਼ਿੰਮੇਵਾਰੀ ਦੇ ਨਾਲ ਨਾਲ ਪ੍ਰਸ਼ਾਸਨਿਕ ਜ਼ਿੰਮੇਵਾਰੀ ਵੀ ਹੈ। ਤੇ ਉੱਥੇ ਬਲਕਿ ਬਹੁਤ ਸਾਰੇ ਜਿਹੜੇ ਆਪਣੇ ਯੂਥ ਆ ਸਾਡਾ ਪੰਜਾਬ ਦਾ, ਉਹ ਬਾਹਰ ਵੱਲ ਨੂੰ ਵੱਧ ਰਿਹਾ ਵਾ ਕਿ ਜਿੱਦਾਂ ਦਾ ਗੁਨਾਜ਼ਮ ਹੋ ਰਹੀ ਹੈ ਅੰਦਰ, ਹੈ ਨਾ, ਸਾਡੇ ਗੁਰਦਾਸਪੁਰ ਦੇ ਵਿੱਚ ਜਾਂ ਕਿਤੇ ਪੰਜਾਬ ਦੇ ਵਿੱਚ ਕਹਿ ਲਈਏ, ਹੈ ਨਾ, ਕਿ ਕਲਚਰ ਇੱਦਾਂ ਦਾ ਮਾੜਾ ਹੋ ਗਿਆ ਵਾ ਕਿ ਲੋਕਾਂ ਦਾ ਰੁਝਾਨ ਜਿਹੜਾ ਬਾਹਰ ਵੱਲ ਨੂੰ ਵੱਧ ਰਿਹਾ ਵਾ। ਇਹਨੂੰ ਕਿਸ ਤਰੀਕੇ ਨਾਲ ਦੇਖਦੇ? ਥੋੜ੍ਹੇ ਦਿਨ ਤੱਕ ਤੁਸੀਂ ਦੇਖੋਗੇ ਕਿ ਸਾਡੇ ਪੰਜਾਬ 'ਚ ਤੁਹਾਨੂੰ ਯੂਥ ਦਿਖੇਗਾ ਹੀ ਨਹੀਂ। ਉਹਦਾ ਕਾਰਨ ਕੀ ਹੈ ਕਿ ਇੱਥੇ ਨਾ ਤਾਂ ਸਾਨੂੰ ਰੋਜ਼ਗਾਰ ਦੇ ਕੋਈ ਸਾਧਨ ਨੇ, ਦੂਸਰੀ ਗੱਲ ਨਸ਼ਾ ਹੈ, ਗੁੰਡਾਗਰਦੀ ਹੈ, ਬਦਮਾਸ਼ੀ ਹੈ, ਅੱਤਵਾਦ ਹੈ, ਮਿਲਾਵਟਖੋਰੀ ਹੈ। ਇਹ ਸਾਰਾ ਕੁਛ ਪੰਜਾਬ ਦੇ ਵਿੱਚ ਜਿਹੜਾ, ਤੁਸੀਂ ਇੱਕ ਚੀਜ਼ ਸੋਚੋ ਕਿ ਕਿਸੇ ਟਾਈਮ ਸਾਡਾ ਪੰਜਾਬ ਜਿਹੜਾ ਪੂਰੇ ਭਾਰਤ ਦੇ ਵਿੱਚ ਨੰਬਰ 1 ਸਟੇਟ ਸੀਗਾ, ਅੱਜ ਉਹ 18ਵੇਂ ਨੰਬਰ 'ਤੇ ਪਹੁੰਚ ਚੁੱਕਾ ਹੈ। ਤੁਸੀਂ ਇਹਦਾ ਬੇਸ਼ੱਕ ਤੁਸੀਂ ਗੂਗਲ 'ਤੇ ਚੈੱਕ ਕਰ ਸਕਦੇ ਹੋ ਕਿ ਐਜੂਕੇਸ਼ਨ ਦੇ ਤੌਰ 'ਤੇ ਬਿਲਕੁਲ ਹੀ ਜ਼ੀਰੋ ਹੁੰਦਾ ਜਾ ਰਿਹਾ। ਕਾਰਨ ਕੀ ਹੈ ਕਿ ਜਿਹੜੇ ਐਜੂਕੇਟਡ ਪੀਪਲ ਨੇ ਉਹ ਜਿਹੜੇ ਸਾਰੇ ਬਾਹਰ ਜਾ ਰਹੇ ਨੇ, ਇੱਥੋਂ ਅਲੱਗ-ਅਲੱਗ ਰਾਜਿਆਂ ਵਿੱਚ ਸਥਾਪਿਤ ਹੋ ਰਹੇ ਨੇ, ਜਿਹੜੇ ਸਰਮਾਏਦਾਰ ਕੁਛ ਹੈਗੇ ਨੇ। ਇੱਥੇ ਸਾਡੇ ਇੰਡਸਟਰੀ ਨਹੀਂ ਲੱਗ ਰਹੀ, ਕਾਰਨ ਹੈ ਕਿ ਅੱਤਵਾਦ ਗੁੰਡਾਗਰਦੀ ਬਹੁਤ ਜ਼ਿਆਦਾ ਇੱਥੇ। ਇਸ ਕਾਰਨ ਕੋਈ ਇੱਥੇ ਬਾਹਰੋਂ ਕੋਈ ਇੱਥੇ ਇਨਵੈਸਟ ਕਰਨਾ ਕੋਈ ਠੀਕ ਨਹੀਂ ਸਮਝਦਾ, ਜਿਹਦੇ ਕਾਰਨ ਇੱਥੇ ਰੋਜ਼ਗਾਰ ਦੇ ਸਾਧਨ ਨਹੀਂ ਹੈ। ਤੀਸਰੀ ਗੱਲ ਹੈਗੀ ਹੈ ਕਿ ਨਸ਼ਾ ਤਾਂ ਤੁਹਾਨੂੰ ਪਹਿਲਾਂ ਆਲਰੇਡੀ ਦੱਸ ਹੀ ਦਿੱਤਾ ਮੈਂ। ਹੁਣ ਜਿਹੜੇ ਲੋਕ ਬਾਹਰ ਜਾ ਰਹੇ ਨੇ ਉਹ ਕੀ ਕਰਨਗੇ? ਮਜਬੂਰੀ ਨਾਲ ਹੀ ਜਾਣਗੇ ਨਾ, ਕਿਉਂਕਿ ਉਹਨਾਂ ਨੂੰ ਇੱਥੇ ਅੱਛੀ ਐਜੂਕੇਸ਼ਨ ਨਹੀਂ ਮਿਲਣੀ। ਔਰ ਜੇ ਐਜੂਕੇਸ਼ਨ ਹੈ ਵੀ ਹੈ ਤਾਂ ਉਹਦੇ ਵਿੱਚ ਮਾਫੀਆ ਚੱਲ ਰਿਹਾ ਪੂਰਾ। ਉੱਥੇ ਐਜੂਕੇਸ਼ਨ ਇੰਨੀ ਕੁ ਮਹਿੰਗੀ ਹੈਗੀ ਹੈ ਕਿ ਤੁਹਾਨੂੰ ਦੱਸ ਨਹੀਂ ਸਕਦੇ। ਇੱਕ ਛੋਟਾ ਜਿਹਾ ਕੋਰਸ ਵੀ ਕਿਤੇ ਕਰਨਾ ਹੋਏ ਤਾਂ ਉਹ ਲੱਖਾਂ ਰੁਪਏ 'ਚ ਪੈ ਜਾਂਦਾ। ਠੀਕ ਹੈ, ਸੇਮ ਐਜ਼ ਇਟ ਇਜ਼ ਜੇ ਮੈਡੀਕਲ ਫੈਸਿਲਿਟੀਜ਼ ਲੈ ਕੇ ਚੱਲੋ ਤਾਂ ਇੱਥੇ ਬੜੀ ਉਹ ਧੰਦਲੇਬਾਜ਼ੀ ਹੈ। ਅਤੇ ਜਿਹਦੇ ਕਾਰਨ ਉੱਥੇ ਉਹ ਯੂਥ ਸੋਚਦਾ ਸਾਨੂੰ ਇੱਥੇ ਰਹਿ ਕੇ ਕਰਨਾ ਵੀ ਕੀ ਹੈ। ਇਸ ਲਈ ਬਾਹਰ ਜਾ ਕੇ ਸੈਟਲ ਹੋਵਾਂਗੇ, ਆਪਣੇ ਮਾਂ-ਬਾਪ ਨੂੰ ਬਾਹਰ ਵਿੱਚ ਉੱਥੇ ਬੁਲਾ ਲਾਂਗੇ। ਹੁਣ ਵਿਡੰਬਨਾ ਇਹ ਵੀ ਹੈਗੀ ਕਿ ਸਾਰੇ ਆਪਣੇ ਮਾਂ-ਬਾਪ ਨੂੰ ਬੁਲਾ ਵੀ ਨਹੀਂ ਸਕਦੇ। ਮਾਂ-ਬਾਪ ਜਿਹੜੇ ਬਜ਼ੁਰਗ ਜਿਹੜੇ ਸੋਚਦੇ ਨੇ ਕਿ ਸਾਡੇ ਜਿਹੜੇ ਬੁਢਾਪੇ ਦਾ ਸਹਾਰਾ ਜਿਹੜਾ ਸਾਡੇ ਬੱਚੇ ਬਣਨਗੇ, ਇਸ ਸਾਰੀ ਕਾਰਜ ਪ੍ਰਣਾਲੀ ਦੇ ਵਿੱਚ ਉਹ ਸਫਰ ਕਰਦੇ ਨੇ। ਉਹ ਵਿਚਾਰੇ ਆਪਣੇ ਬੁਢਾਪਾ ਵੀ ਜਿਹੜਾ ਆਪਣੇ ਬੱਚਿਆਂ ਦੇ ਨਾਲ ਨਹੀਂ ਬਿਤਾ ਪਾਉਂਦੇ। ਕਿਉਂਕਿ ਬਹੁਤ ਸਾਰਾ ਜਿਹੜਾ ਯੂਥ ਆ ਬੇਰੁਜ਼ਗਾਰ ਫਿਰ ਰਿਹਾ, ਹੈ ਨਾ। ਤੁਸੀਂ ਦੱਸਿਆ ਵਾ ਕਿ ਇੱਕ ਨਸ਼ਾ ਤਸਕਰ ਕੋਈ ਨਸ਼ਾ ਕਰ ਰਿਹਾ, ਹੈ ਨਾ, ਕੋਈ ਬਾਹਰ ਵੱਲੋਂ ਵੱਧ ਰਿਹਾ। ਅਤੇ ਇਹ ਪੰਜਾਬ ਦੀ ਦਰਅਸਲ ਨਲਾਇਕੀ ਹੈ ਕਿ ਜਿਹੜਾ ਭਗਵੰਤ ਮਾਨ ਸਾਹਿਬ ਨੇ ਜਿਹੜੇ ਕਹਿੰਦੇ ਨੇ ਕਿ ਕੋਈ ਇਹੋ ਜਿਹਾ ਮੌਕਾ ਆਊਗਾ, ਆਪਾਂ ਇਹੋ ਜਿਹਾ ਮੌਕਾ ਲਿਆ ਦਾਂਗੇ ਪੰਜਾਬ ਦੇ ਵਿੱਚ ਕਿ ਗੋਰੇ ਜਿਹੜੇ ਬਾਹਰੋਂ ਦੇਸ਼ ਦੇ ਵਿੱਚ ਪੰਜਾਬ 'ਚ ਆ ਕੇ ਨੌਕਰੀ ਕਰਨਗੇ। ਇੱਕ ਸਵਾਲ ਆ, ਇੱਕ ਇਹ ਚੀਜ਼ 'ਤੇ ਬਹੁਤ ਸਾਰਾ ਵਾਇਰਲ ਹੋਇਆ ਸੀਗਾ। ਭਗਵੰਤ ਮਾਨ ਸਾਹਿਬ ਨੇ ਇੰਨੀ ਗੱਲ ਕਹੀ ਕਿ ਉਹ ਇਸ ਹਾਲਾਤਾਂ ਦੇ ਨਾਲ ਜਾਊਗਾ, ਮਤਲਬ ਕਿ ਗੋਰੇ ਇੱਥੇ ਆਉਣ ਕਰਨਗੇ ਆਪਣੇ ਇੱਥੇ ਨੌਕਰੀ ਕਰਨ ਵਾਸਤੇ, ਕਿ ਜਾਂ ਸਾਡੇ ਵਾਲੇ ਜਾਣ ਕਰਨਗੇ ਉੱਥੇ। ਇਹ ਤਾਂ ਇੱਕ ਸਿਆਸੀ ਜੁਮਲਾ, ਸਿੱਧੀ ਜੀ ਗੱਲ ਹੈ। ਜਿਸ ਤਰ੍ਹਾਂ ਦਾ ਜੁਮਲਾ ਕਿ ਵੇਲੇ ਮੋਦੀ ਸਾਹਿਬ ਨੇ ਦਿੱਤਾ ਸੀ ਨਾ, 15 ਲੱਖ ਰੁਪਏ ਵਾਲਾ ਹਰ ਅਕਾਊਂਟ ਵਾਲਾ, ਇਹ ਸੇਮ ਉਹੀ ਜੁਮਲਾ ਹੈ। ਲੇਕਿਨ ਸਾਨੂੰ ਜੁਮਲਿਆਂ ਦੀ ਆਦਤ ਪੈ ਚੁੱਕੀ ਹੈ। ਅਸੀਂ ਖੁਸ਼ ਹੋ ਸਕਦੇ ਹਾਂ ਕਿ ਸਾਡੇ ਮੁੱਖ ਮੰਤਰੀ ਜੀ ਨੇ ਇਹੋ ਜਿਹਾ, ਲੇਕਿਨ ਪ੍ਰੈਕਟੀਕਲੀ ਅਗਰ ਦੇਖਿਆ ਜਾਏ ਉਹਦੇ ਵਾਸਤੇ ਕੁਝ ਐਫਰਟ ਨਹੀਂ ਖਾਸ ਦਿਖ ਰਹੇ। ਮੈਂ ਕੱਲ੍ਹ ਇੱਕ ਸਟੇਟਮੈਂਟ ਦਿੱਤੀ ਸੀਗੀ ਕਿ ਜਿਹੜੀ ਨਵੀਂ ਸਰਕਾਰ ਹੈ ਉਹਨੂੰ ਮੌਕਾ ਦੇਣਾ ਚਾਹੀਦਾ, ਪਰ ਉਹ ਐਕਸਪੀਰੀਅੰਸਡ ਥੋੜ੍ਹੀ ਜਿਹੀ ਸਰਕਾਰ ਹੈਗੀ ਹੈ, ਹਜੇ ਉਹਨਾਂ ਨੂੰ ਐਕਸਪੀਰੀਅੰਸ ਨਹੀਂ ਹੈ। ਉਹ ਥੋੜ੍ਹੀ ਉਹਨਾਂ ਨੂੰ ਲੱਗਦਾ ਕਿ ਥੋੜ੍ਹੀ ਵਾਹੀ ਖੱਟ ਕੇ ਲੋਕਾਂ ਦੀ ਜਿਹੜੀ ਮੈਮਰੀ ਹੈ ਬੜੀ ਸ਼ਾਰਟ ਹੁੰਦੀ ਹੈ ਸਰ। ਅੱਜ ਤੁਸੀਂ ਜੇ ਅੱਛਾ ਕੰਮ ਵੀ ਕਰਦੇ ਹੋ ਤਾਂ ਥੋੜ੍ਹੀ ਦੇਰ ਵਾਸਤੇ ਯਾਦ ਕੀਤਾ ਜਾਂਦਾ, ਜੇ ਬੁਰਾ ਕੰਮ ਵੀ ਕਰਦੇ ਹੋ ਤਾਂ ਉਹ ਵੀ ਥੋੜ੍ਹੀ ਦੇਰ ਤੱਕ ਯਾਦ ਕੀਤਾ ਜਾਂਦਾ ਹੈ। ਤਾਂ ਸੋ ਮੈਂ ਜ਼ਰੂਰ ਕਹਾਂਗਾ ਕਿ ਤੁਸੀਂ ਇਹੋ ਜਿਹੇ ਕੰਮ ਕਰੋ ਜਿਹੜੇ ਪਰਮਾਨੈਂਟ ਯਾਦ ਕੀਤੇ ਜਾਣ। ਜਿਹੜੇ ਦੇਖੋ, ਅਗਰ ਮੇਰੇ ਘਰ ਦਾ ਅੰਨ, ਮੈਨੂੰ ਰਾਸ਼ਨ ਜਿਹੜਾ ਮੇਰੇ ਘਰ 'ਚ ਭਰਿਆ ਪਿਆ, ਤਾਂ ਮੈਂ ਤਾਂ ਕਹਾਂਗਾ ਸਰਕਾਰ ਬੱਲੇ ਬੱਲੇ ਹੈ ਜੀ। ਮੈਨੂੰ ਅਗਰ ਬਿਜਲੀ ਦਾ ਬਿੱਲ ਘੱਟ ਆਉਂਦਾ ਤਾਂ ਮੈਂ ਕਹਾਂਗਾ ਸਰਕਾਰ ਦੀ ਬੱਲੇ ਬੱਲੇ ਹੈ ਜੀ। ਅਤੇ ਜੇ ਮੈਂ ਸਿਰਫ ਕੋਰੀ ਗੱਲਾਂ ਹੀ ਕਰਾਂਗਾ ਕਿ ਅੰਗਰੇਜ਼ ਵੀ ਇੱਥੇ ਆਉਣਗੇ ਔਰ ਉਹਦੇ ਵਾਸਤੇ ਪ੍ਰੈਕਟੀਕਲੀ ਕੁਛ ਨਾ ਕੀਤਾ ਜਾਏ ਤਾਂ ਉਹ ਸੰਭਵ ਨਹੀਂ ਹੈ, ਉਹ ਨਾ ਠੀਕ ਲੱਗਦਾ ਹੈਗਾ। ਅਤੇ ਮੈਂ ਹੀ ਕਹਾਂਗਾ ਕਿ ਪ੍ਰੈਕਟੀਕਲੀ ਗੱਲਾਂ ਕਰਨ ਤਾਂ ਕਿ ਸਮਾਜ ਜਿਹੜਾ ਬਿਹਤਰ ਹੋਏ, ਉਹ ਸਾਡਾ ਪੰਜਾਬ ਅੱਗੇ ਵੱਧ ਸਕੇ, ਸਾਡੀ ਪੰਜਾਬੀਅਤ ਬਚ ਸਕੇ। ਅਤੇ ਯੂਥ ਨੂੰ ਕੀ ਕਹਿਣਾ ਚਾਹੁੰਦੇ ਹੋ? ਯੂਥ ਨੂੰ ਮੈਂ ਇਹੀ ਕਹਾਂਗਾ ਕਿ ਆਪਣੇ ਪੰਜਾਬ ਨਾਲ ਪਿਆਰ ਕਰੋ, ਆਪਣੇ ਸ਼ਹਿਰ ਨਾਲ ਪਿਆਰ ਕਰੋ, ਆਪਣੇ ਮੁਹੱਲੇ ਨਾਲ ਪਿਆਰ ਕਰੋ, ਆਪਣੇ ਆਸ-ਪਾਸ ਦੇ ਲੋਕਾਂ ਨਾਲ ਪਿਆਰ ਕਰੋ। ਔਰ ਇਹ ਜਿਹੜੀ ਬੁਰਾਈਆਂ ਹੈ, ਇਹ ਐਟਲੀਸਟ ਇਹਨਾਂ ਤੋਂ ਬਚੋ। ਕਾਰਨ ਹੈ ਕਿ ਸਿਆਸੀ ਲੋਕ ਜਿਹੜੇ ਆ ਉਹ ਤੁਹਾਨੂੰ ਯੂਜ਼ ਵੀ ਕਰਦੇ ਹੋਣਗੇ,
ਹੋ ਸਕਦਾ ਤੁਹਾਨੂੰ ਗੈਂਗਸਟਰ ਵੀ ਉਹੀ ਬਣਾਉਂਦੇ ਹੋਣ। ਤੇ ਸੋ ਇਹਨਾਂ ਚੀਜ਼ਾਂ ਤੋਂ ਬਚੋ, ਇਹ ਗਨ ਕਲਚਰ ਤੋਂ ਬਚੋ। ਬਾਕੀ ਜਿਹੜੀ ਹੈ ਫੁਕਰਾਪੰਤੀਆਂ ਚਲੋ ਥੋੜ੍ਹੀ ਬੱਚਿਆਂ 'ਚ ਹੁੰਦੀਆਂ ਹੀ ਹਨ ਥੋੜ੍ਹੀ ਬਹੁਤੀਆਂ, ਉਹ ਫੁਕਰਾਪੰਤੀ ਉਹਦੇ ਲੈਵਲ ਤੱਕ ਰਹਿਣੀ ਚਾਹੀਦੀ ਹੈ ਜਿਹਦੇ ਨਾਲ ਕੋਈ ਹਾਰਮ ਨਾ ਹੋਏ, ਨਾ ਉਹਨਾਂ ਨੂੰ ਆਪਣੇ ਨੂੰ, ਨਾ ਪਰਿਵਾਰ ਨੂੰ, ਨਾ ਸਮਾਜ ਨੂੰ। ਤੋ ਸੋ ਇੱਕ ਵਧੀਆ ਜ਼ਿੰਦਗੀ ਜੀਓ। ਔਰ ਪੰਜਾਬ ਬੜਾ ਖੁਸ਼ਹਾਲ ਸਾਡਾ ਰਾਜ ਹੈ, ਜਿਹਨੂੰ ਖੁਸ਼ਹਾਲ ਬਣਾਉਣਾ ਸਾਡਾ ਹੀ ਫਰਜ਼ ਬਣਦਾ, ਨੈਤਿਕ ਫਰਜ਼ ਬਣਦਾ ਸਾਡਾ। ਅਤੇ ਇਸ ਲਈ ਉੱਧਰ ਧਿਆਨ ਦੇਵੋ। ਜੇ ਤੁਸੀਂ ਬਾਹਰ ਵੀ ਜਾਣਾ ਚਾਹੁੰਦੇ ਹੋ ਤਾਂ ਪਰ ਇਸ ਤਰੀਕੇ ਨਾਲ ਜਾਓ ਕਿ ਤੁਹਾਡਾ ਪਰਿਵਾਰ ਵੀ ਸੇਫ ਰਹੇ ਅਤੇ ਪੰਜਾਬ ਨੂੰ ਵੀ ਕੋਈ ਨੁਕਸਾਨ ਨਾ ਪਹੁੰਚੇ। ਲੇਕਿਨ ਮੈਂ ਫਿਰ ਵੀ ਕਹਿ ਰਿਹਾ ਤੁਹਾਡੇ ਫਿਰ ਮਾਧਿਅਮ ਦੇ ਨਾਲ ਹੀ, ਆਉਣ ਵਾਲਾ ਸਮਾਂ ਸਾਡੇ ਜਿਹੜੇ ਯੂਥ ਹੈ ਉਹਨਾਂ ਵਾਸਤੇ ਥੋੜ੍ਹਾ ਮੁਸ਼ਕਿਲ ਹੋ ਜਾਏਗਾ। ਜਿਹੜਾ ਪੜ੍ਹਿਆ ਲਿਖਿਆ ਯੂਥ ਹੈ ਉਹ ਸਾਰਾ ਬਾਹਰ ਚਲੇਗਾ। ਔਰ ਦੇਖੋ ਸਾਡਾ ਕਿੰਨਾ ਪੈਸਾ ਵੀ ਬਾਹਰ ਜਾ ਰਿਹਾ। ਸਾਡੇ ਜਦੋਂ ਕਿਸੇ ਬੱਚੇ ਨੂੰ ਬਾਹਰ ਭੇਜਣਾ ਹੁੰਦਾ, ਚਾਹੇ ਕੈਨੇਡਾ ਭੇਜਦੇ ਹਾਂ ਆਪਾਂ, ਅਤੇ ਘੱਟੋ ਘੱਟ 17-18 ਲੱਖ ਰੁਪਇਆ ਸਾਡਾ ਉੱਥੇ ਇਨਵੈਸਟ ਹੋ ਚੁੱਕਾ ਹੁੰਦਾ। ਉਹ ਸਾਡੀ ਜਿਹੜਾ ਸਰਮਾਇਆ ਉਹ ਬਾਹਰਲੇ ਦੇਸ਼ਾਂ ਵਿੱਚ ਜਾਂਦਾ ਪਿਆ ਵਾ। ਤਾਂ ਉਹ ਵੀ ਜੇ ਸਾਡਾ ਇੱਕ ਤਰ੍ਹਾਂ ਦੇਖਿਆ ਅਰਥ ਸ਼ਸਤਰ ਜਿਹੜੇ ਆ ਵਿਵਸਥਾ ਹੈ ਉਹਨੂੰ ਨੁਕਸਾਨ ਪਹੁੰਚਾ ਰਿਹਾ। ਅਤੇ ਯੂਥ ਨੂੰ ਬਸ ਮੈਂ ਇਹੀ ਕਹਿਣਾ ਚਾਹਾਂਗਾ ਕਿ ਬੁਰਾਈਆਂ ਤੋਂ ਦੂਰ ਰਹੋ ਔਰ ਆਪਣੇ ਪਰਿਵਾਰ ਨਾਲ ਪਿਆਰ ਕਰੋ, ਖੂਬ ਸਾਰਾ ਪਿਆਰ ਕਰੋ, ਤਾਂ ਕਿ ਖੁਸ਼ਹਾਲੀ ਸਾਰੇ ਤਰਫ ਦਿਖੇ। ਤੇ ਇੱਕ ਤੁਸੀਂ ਆਪਣਾ ਦੱਸਿਆ ਸੀਗਾ ਕਿ ਇੱਕ ਤੁਸੀਂ ਗਰੀਬੀ ਬੱਚਿਆਂ ਨੂੰ ਤੁਸੀਂ ਪੜ੍ਹਾਉਂਦੇ ਹੋ, ਹੈ ਨਾ, ਸਮਝ। ਉਹਦੇ ਬਾਰੇ ਜ਼ਰੂਰ ਸਪਸ਼ਟੀਕਰਨ ਦੇ ਦਿਓ ਕਿ ਇੱਕ ਚੈਨਲ ਦੇ ਉੱਤੇ ਸਾਰਾ ਸਪਸ਼ਟੀਕਰਨ ਦੇ ਦਿਓ ਕਿ ਹੋਰ ਬਹੁਤ ਸਾਰੇ ਗਰੀਬ ਲੋਕ ਨੇ ਜਿਹੜੇ ਸਾਡੇ ਗੁਰਦਾਸਪੁਰ ਦੇ ਵਿੱਚ ਵੀ ਨੇ, ਕਿ ਜਿਹੜੇ ਪੜ੍ਹਨਾ ਚਾਹੁੰਦੇ ਨੇ ਅਤੇ ਮਾਂ-ਬਾਪ ਉਹਨਾਂ ਨੇ ਪੜ੍ਹਾ ਨਹੀਂ ਸਕਦੇ, ਕਿ ਜੇ ਤੁਹਾਡੀ ਸੰਸਥਾ ਵੱਲੋਂ ਇੱਕ ਕਦਮ ਚੁੱਕੇ ਜਾਂਦੇ ਨੇ ਤਾਂ ਇਹ ਚੀਜ਼ ਦਾ ਜ਼ਰੂਰ ਦੱਸਣਾ ਚਾਹੀਦਾ। ਮੈਂ ਜਿਹੜੇ ਹੁਣ ਚਲੋ ਮੈਨੂੰ ਬੜਾ ਵਧੀਆ ਮੌਕਾ ਮਿਲ ਗਿਆ ਤੁਹਾਡੇ ਥਰੂ ਗੱਲ ਕਰਨ ਦਾ। ਐਜੂਕੇਸ਼ਨ ਸੈਕਟਰ ਦੇ ਵਿੱਚ ਇੱਕ ਬੜੀ ਪ੍ਰੋਬਲਮ ਹੈ, ਤੁਹਾਨੂੰ ਮੈਂ ਦੱਸ ਦਿੰਦਾ। ਮੇਰੇ ਕੋਲ ਕਈ ਬੱਚੇ ਇਹੋ ਜਿਹੇ ਆਏ ਜਿਹੜੇ 8th ਵਿੱਚ ਪੜ੍ਹਦੇ ਸੀਗੇ, ਲੇਕਿਨ ਜਦੋਂ ਉਹਨਾਂ ਨੂੰ ਕਿਹਾ ਨਾ ਅਸੀਂ ਕਿ ਤੁਸੀਂ ABC ਸਾਨੂੰ ਲਿਖ ਕੇ ਦਿਖਾ ਦਿਓ ਜਾਂ ਕ ਖ ਸਾਨੂੰ ਲਿਖ ਕੇ ਦਿਖਾ ਦਿਓ, ਤਾਂ ਉਹਨਾਂ ਨੂੰ ਆਉਂਦਾ ਨਹੀਂ ਸੀਗਾ। ਉਹਦਾ ਕਾਰਨ ਸਿਰਫ ਇਹੀ ਹੈ ਕਿ ਉਹਨਾਂ ਨੂੰ ਪੁੱਛਿਆ ਵੀ ਤੁਸੀਂ 8th ਵਿੱਚ ਪਹੁੰਚ ਗਏ ਹੋ ਅਤੇ ਤੁਹਾਨੂੰ ਆਉਂਦਾ ਕਿਉਂ ਨਹੀਂ ਕੁਛ ਵੀ। ਅਤੇ ਉਹਨਾਂ ਨੇ ਦੱਸਿਆ ਕਿ ਜਿਹੜੇ ਟੀਚਰ ਸਾਨੂੰ ਨਾ ਜਦੋਂ ਪੇਪਰਾਂ ਦੇ ਵਿੱਚ ਸਾਨੂੰ ਗਾਈਡ ਦੇ ਦਿੰਦੇ ਸੀਗੇ ਜਾਂ ਸਾਨੂੰ ਆਪ ਹੀ ਸਭ ਕੁਝ ਲਿਖ ਕੇ ਦੇ ਦਿੰਦੇ ਸੀਗੇ ਅਤੇ ਅਸੀਂ ਪਾਸ ਹੋ ਜਾਂਦੇ, ਸਾਨੂੰ ਪੜ੍ਹਨ ਦੀ ਲੋੜ ਹੀ ਕੀ, ਸਾਰਾ ਸਾਲ ਦੇ ਸਕੂਲ ਜਾਂਦੇ ਵੀ ਨਹੀਂ। ਠੀਕ ਹੈ, ਜਿਸ ਇੱਕ ਖਾਣਾ ਪੂਰਤੀ ਕੀਤੀ ਜਾਂਦੀ ਹੈ, ਜਿਹਦੇ ਕਾਰਨ ਕਿ ਜਿਹੜਾ ਐਜੂਕੇਸ਼ਨ ਹੈ ਉਹ ਸਾਡੇ ਇੱਥੇ ਨਹੀਂ ਵੱਧ ਪਾ ਰਹੀ, ਲਿਟਰੇਸੀ ਜਿਹੜੀ ਵੱਧ ਰਹੀ ਹੈ। ਠੀਕ ਹੈ, ਪ੍ਰੈਕਟੀਕਲੀ ਦੇਖਿਆ ਜਾਏ ਕਾਗਜ਼ਾਂ ਦੇ ਵਿੱਚ ਬੜਾ ਕੁਝ ਤੁਹਾਨੂੰ ਦਿਖੇਗਾ, ਲੇਕਿਨ ਮੈਂ ਸੱਚ ਕਹਿ ਰਿਹਾ ਜੀ, ਮੈਂ ਇਹ ਤੁਸੀਂ ਕਰਕੇ ਦੇਖ ਲਓ ਸਕੂਲਾਂ ਜਿਹੜੇ ਸਰਕਾਰੀ ਸਕੂਲ ਨੇ ਇਹਨਾਂ ਵਿੱਚ ਇੱਦਾਂ ਹੀ ਹੁੰਦਾ ਪਿਆ। ਉਹ ਜੇ ਟੀਚਰਸ ਨੇ ਉਹ ਆਰਾਮ ਨਾਲ ਬੈਠੀਆਂ ਹੁੰਦੀਆਂ ਨੇ, ਲੇਕਿਨ ਉਹ ਬੱਚਾ ਜਿਹੜਾ ਵਾ ਉਹਨਾਂ ਨੂੰ ਕੁਛ ਨਹੀਂ। ਮੈਂ ਤੁਹਾਨੂੰ ਆਪਣੇ ਬੱਚੇ ਦੱਸ ਦਿੰਦਾ ਜਿਹੜੇ ਹੁਣ 2 ਸਾਲ ਦੇ ਵਿੱਚ ਅਸੀਂ ਤਿਆਰ ਕੀਤੇ ਹੈ, ਜਿਹੜੇ ਬੱਚਿਆਂ ਨੂੰ ਕ ਖ ਵੀ ਨਹੀਂ ਆਉਂਦਾ, ਊੜਾ ਆੜਾ ਵੀ ਨਹੀਂ ਸੀ ਆਉਂਦਾ ਹੁੰਦਾ, ਅੱਜ ਉਹ ਇੰਗਲਿਸ਼ 'ਚ ਗੱਲਾਂ ਕਰਦੇ। ਮੈਂ ਕਈ ਵੀਡੀਓ ਆਪਣੇ ਫੇਸਬੁੱਕ 'ਤੇ ਅਪਲੋਡ ਕੀਤੀਆਂ ਜਿਹੜੇ ਇੰਗਲਿਸ਼ ਦੇ ਵਿੱਚ ਹੁਣ ਗੱਲ ਕਰਦੇ ਨੇ। ਉਹਦੇ ਮਾਂ ਪਿਓ ਬੜੇ ਖੁਸ਼ ਨੇ ਕਿ ਸਾਨੂੰ ਬੱਚਿਆਂ ਨੂੰ ਤੁਸੀਂ ਸਟੱਡੀ ਦੇ ਰਹੇ ਹੋ, ਕੋਈ ਪੈਸਾ ਨਹੀਂ ਖਰਚ ਹੋ ਰਿਹਾ, ਕੋਈ ਕੁਛ ਨਹੀਂ ਹੋ ਰਿਹਾ। ਅਤੇ ਸਾਨੂੰ ਇਸ ਚੀਜ਼ ਸਾਨੂੰ ਆਪਣੇ ਆਪ 'ਤੇ ਪ੍ਰਾਊਡ ਲੱਗਦਾ, ਕਿਉਂਕਿ ਭੋਲੇਨਾਥ ਨੇ ਸਾਡੇ 'ਤੇ ਜੇ ਕਿਰਪਾ ਕੀਤੀ ਹੈ ਕਿ ਅਸੀਂ ਕਿਸੇ ਦੇ ਕੰਮ ਆ ਸਕੀਏ, ਤਾਂ ਆਪਾਂ ਪੂਰੇ ਤੰਦੇ ਹੀ ਨਾਲ ਇਸ ਚੀਜ਼ ਨੂੰ ਨਿਭਾ ਰਹੇ ਹਾਂ। ਉਹਨਾਂ ਨੂੰ ਜਿੱਥੋਂ ਤੱਕ ਹੋ ਸਕਦਾ ਅਸੀਂ ਉਹਨਾਂ ਨੂੰ ਮਿਡ ਡੇ ਮੀਲ ਪ੍ਰੋਵਾਈਡ ਕਰਵਾਉਂਦੇ ਹਾਂ, ਸਟੇਸ਼ਨਰੀ ਪ੍ਰੋਵਾਈਡ ਕਰਵਾਉਂਦੇ ਹਾਂ, ਉਹਨਾਂ ਨੂੰ ਵਰਦੀਆਂ ਪ੍ਰੋਵਾਈਡ ਕਰਵਾਉਂਦੇ ਹਾਂ, ਉਹਨਾਂ ਨੂੰ ਸ਼ੂਜ਼ ਪ੍ਰੋਵਾਈਡ ਕਰਵਾਉਂਦੇ ਹਾਂ। ਮਤਲਬ ਕਿ ਈਵਨ ਜੋ ਉਹਨਾਂ ਨੂੰ ਫੈਸਿਲਿਟੀ ਉਹਨਾਂ ਫਿਰ ਪਰਿਵਾਰਾਂ ਨਾਲ ਵੀ ਆਪਾਂ ਜੁੜ ਚੁੱਕੇ ਹਾਂ ਕਿ ਕਦੀ ਉਹਨਾਂ ਦੇ ਪਰਿਵਾਰਾਂ 'ਤੇ ਕੋਈ ਮੁਸ਼ਕਿਲ ਆਉਂਦੀ ਹੈ ਅਤੇ ਆਪਾਂ ਵੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਵੀ ਸਹਿਯੋਗ ਕਰ ਸਕੀਏ। ਅਤੇ ਬਹੁਤ ਸਾਰੇ ਪਰਿਵਾਰ ਵੀ ਹੈਗੇ ਨੇ, ਉਹਨਾਂ ਨੂੰ ਵੀ ਕੀ ਕਹਿਣਾ, ਅਪੀਲ ਕਰਨਾ ਚਾਹੁੰਦੇ ਹੋ? ਮੈਂ ਸਿਰਫ ਇੰਨਾ ਜ਼ਰੂਰ ਕਹਿਣਾ ਚਾਹਾਂਗਾ ਕਿ ਅਸੀਂ ਇਹ ਜਿਹੜਾ ਬੜਾ ਅੱਛੀ ਸੋਚ ਦੇ ਨਾਲ ਸ਼ੁਰੂ ਕੀਤਾ ਹੈ। ਜਿਹੜਾ ਵੀ ਕੋਈ ਬੱਚਾ ਕਹਿੰਦਾ ਹੈ ਕਿ ਮੈਂ ਪੜ੍ਹਨਾ ਚਾਹੁੰਦਾ, ਔਰ ਤੁਹਾਨੂੰ ਇੱਕ ਹੋਰ ਚੀਜ਼ ਦੱਸਾਂ ਕਿ ਆਮ ਇਹ ਜਿਹੜੀਆਂ ਰਟਾਈਆਂ ਚੀਜ਼ਾਂ ਨਹੀਂ ਇੱਥੇ ਸਿਖਾਈਆਂ ਜਾਂਦੀਆਂ। ਇੱਥੇ ਜਿਹੜੀ ਜ਼ਿੰਦਗੀ 'ਚ ਕੰਮ ਆਉਣ ਵਾਲੀ ਚੀਜ਼ਾਂ ਨਾ ਉਹਦੇ 'ਤੇ ਜ਼ਿਆਦਾ ਫੋਕਸ ਕਰਦੀਆਂ ਅਸੀਂ। ਅਤੇ ਉਹ ਬੱਚੇ ਜਿਹੜੇ ਪੜ੍ਹਨਾ ਚਾਹੁੰਦੇ ਨੇ ਔਰ ਉਹਨਾਂ ਕੋਲ ਸੋਰਸਿਸ ਨਹੀਂ ਹੈ, ਉਹ ਸਾਡੇ ਕੋਲ ਇੱਥੇ ਆ ਸਕਦੇ ਨੇ। ਫ੍ਰੀ ਐਜੂਕੇਸ਼ਨ ਉਹਨਾਂ ਨੂੰ ਪ੍ਰੋਵਾਈਡ ਕਰਵਾ ਕੇ, ਔਰ ਬਿਲੀਵ ਕਰੋ ਮੈਂ ਤੁਹਾਨੂੰ ਗਰੰਟੀ ਨਾਲ ਕਹਿ ਦਿੰਦਾ ਕਿ ਕੁਝ ਸਮੇਂ ਹੋਰ ਸਾਡੇ ਕੋਲ ਰਹਿਣ ਤੋਂ ਬਾਅਦ ਤੁਸੀਂ ਉਹਨਾਂ 'ਚ ਆਪ ਬਦਲਾਅ ਦੇਖੋਗੇ, ਕਿਉਂਕਿ ਇਹੀ ਬੱਚੇ ਜਿਹੜੇ ਬਾਜ਼ਾਰਾਂ ਦੇ ਵਿੱਚ ਮੰਗਣ ਜਾਂਦੇ ਹੁੰਦੇ ਸੀਗੇ, ਅੱਜ ਉਹ ਮੰਗਣਾ ਹੈ ਭਿਕਸ਼ਾ ਮੰਗਣਾ ਜਿਹੜੀ ਹੈ ਉਹਨੂੰ ਇੱਕ ਪਾਪ ਮੰਨਦੇ ਨੇ। ਆਪਣੇ ਪੇਰੈਂਟਸ ਵੀ ਜਦੋਂ ਉਹਨਾਂ ਨੂੰ ਫੋਰਸ ਕਰਦੇ ਨੇ ਕਿ ਜਾਓ ਮੰਗ ਕੇ ਆਓ, ਤਾਂ ਉਹ ਆਪਣੇ ਛੋਟੇ ਬੱਚੀਆਂ ਜਿਹੜੀਆਂ ਉਹ ਨਾ ਕਰ ਦਿੰਦੀਆਂ ਉਹਨਾਂ ਨੂੰ ਕਿ ਅਸੀਂ ਨਹੀਂ ਜਾਣਾ ਚਾਹੁੰਦੇ। ਕਾਰਨ ਕੀ ਹੈ ਕਿ ਹੁਣ ਉਹ ਐਜੂਕੇਟਡ ਹੋ ਚੁੱਕੇ ਨੇ, ਉਹਨਾਂ ਨੂੰ ਲੱਗਦਾ ਕਿ ਇਹ ਜਿਹੜਾ ਬਾਜ਼ਾਰ ਦੇ ਵਿੱਚ ਜਾ ਕੇ ਜਦੋਂ ਮੰਗਦੇ ਆ ਸਾਡੀ ਬੇਇੱਜ਼ਤੀ ਹੋ ਰਹੀ ਹੈ। ਸੋ ਇਹ ਜਿਹੜੇ ਬਦਲਾਅ ਜਿਹੜੇ ਆ ਰਹੇ ਨੇ ਉਹਦੇ ਕਾਰਨ ਸਾਨੂੰ ਲੱਗਦਾ ਕਿ ਅਸੀਂ ਸਹੀ ਰਾਹ 'ਤੇ ਚੱਲ ਰਹੇ ਹਾਂ। ਔਰ ਸਾਰੇ ਸਮਾਜ ਨੂੰ ਅਸੀਂ ਬੇਨਤੀ ਕਰਨੇ ਆ ਤੁਹਾਡੇ ਮਾਧਿਅਮ ਦੇ ਨਾਲ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਾਡੇ ਕੋਲ ਭੇਜੋ, ਜਿੱਥੋਂ ਤੱਕ ਪੋਸੀਬਲ ਹੋ ਸਕੇਗਾ ਆਪਾਂ ਉਹਨਾਂ ਦਾ ਪੂਰਾ ਸਹਿਯੋਗ ਕਰਾਂਗੇ ਔਰ ਉਹਨਾਂ ਨੂੰ ਇੱਕ ਐਜੂਕੇਟਡ ਅੱਛਾ ਇਨਸਾਨ ਬਣਾ ਕੇ ਤੁਹਾਨੂੰ ਪੇਸ਼ ਕਰਾਂਗੇ। ਇਹ ਸਨ ਆਪਣੇ ਸਟੇਟ ਵਾਈਸ ਪ੍ਰੈਜ਼ੀਡੈਂਟ ਜਿਹੜੇ ਗੁਰਦਾਸਪੁਰ ਤੋਂ ਨੇ। ਸੋ ਇਹਨਾਂ ਨੇ ਸਾਰੀ ਗੱਲਾਂ ਜਿਹੜੀਆਂ ਦੱਸੀਆਂ ਨੇ ਤੁਸੀਂ ਵੀ ਬੜੇ ਤਰੀਕੇ ਨਾਲ ਸੁਣੀਆਂ ਨੇ, ਬੜੇ ਲਿਆਕਤ ਨਾਲ ਸੁਣੀਆਂ ਨੇ ਕੀ ਇਹਨਾਂ ਨੇ ਆਖਿਆ ਵਾ ਔਰ ਪੰਜਾਬ ਨੂੰ ਕੀ ਸੇਧ ਦੇ ਰਹੇ ਨੇ। ਠੀਕ ਹੈ ਜੀ, ਬਹੁਤ ਸਾਰੀਆਂ ਸ਼ਿਵ ਸੈਨਾ ਹੁੰਦੀਆਂ ਨੇ ਕਿ ਜਿਹੜੀਆਂ ਭੜਕਾਊ ਭਾਸ਼ਣ ਵੀ ਦਿੰਦੀਆਂ ਨੇ ਅਤੇ ਬਹੁਤ ਸਾਰੀਆਂ ਇੱਕ ਦੂਜੇ ਨੂੰ ਲੜਾਉਣ ਦੀਆਂ ਗੱਲਾਂ ਕਰਦੀਆਂ ਨੇ। ਸੋ ਇਹਨਾਂ ਨਾਲ ਗੱਲਬਾਤ ਕਰਕੇ ਸਾਰੀ ਸਾਂਝ ਪਾਈ ਹੈ। ਇਹਨਾਂ ਨੇ ਇੱਕ ਭਾਈਚਾਰਾ ਕਾਇਮ ਕਰਨ ਦੀ ਗੱਲ ਕੀਤੀ ਆ ਅਤੇ ਉਹ ਹਮੇਸ਼ਾ ਕਾਇਮ ਰਹੇਗਾ। ਹਿੰਦੂ ਸਿੱਖ ਇਕੱਠੇ ਨੇ ਅਤੇ ਇਹ ਇਕੱਠੇ ਹੀ ਰਹਿਣਗੇ। ਸੋ ਬੜਾ ਵਧੀਆ ਲੱਗਾ ਇਹਨਾਂ ਨਾਲ ਗੱਲਬਾਤ ਕਰਕੇ।
ਸੋ ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਵੀ ਬਹੁਤ ਵਧੀਆ ਲੱਗਾ ਹੋਊਗਾ। ਇਸੇ ਤਰੀਕੇ ਸਮਾਜ ਸੇਵਕ ਕੰਮ ਕਰਦੇ ਰਹਿਣ ਤੇ ਉਮੀਦ ਕਰਦੇ ਹਾਂ ਕਿ ਹਮੇਸ਼ਾ ਲਈ ਇਹ ਚੀਜ਼ਾਂ ਆਪਣੇ ਸਮਾਜ ਸੇਵਕ ਲਈ ਜਗਦੀਆਂ ਰਹਿਣਗੀਆਂ। ਸੋ ਇਹਨਾਂ ਕਹਿੰਦਾ ਹੋਇਆ ਕੈਮਰਾਮੈਨ ਮਹਿਕਦੀਪ ਦੇ ਨਾਲ ਬਲਜੀਤ ਸਿੰਘ ਲਾਮ ਦੀ ਰਿਪੋਰਟ ਗੁਰਦਾਸਪੁਰ।